ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਤੇ ਇਸ ਪ੍ਰੋਗਰਾਮ ਦਾ ਹੋਸਟ ਗੁਰਜੰਟ ਸਿੰਘ ਨਥੇਹਾ। ਪਹਿਲਾਂ ਤਾਂ ਇੱਕ ਗੱਲ ਦੀ ਮਾफ़ੀ ਚਾਹਾਂਗੇ ਕਿ ਅੱਜ ਅਸੀਂ ਦਿੱਤੇ ਹੋਏ ਸਮੇਂ 'ਤੇ ਲਾਈਵ ਨਹੀਂ ਹੋ ਸਕੇ, ਕੁਝ ਤਕਨੀਕੀ ਕਾਰਨ ਸੀ। ਅਤੇ ਹੁਣ ਅਸੀਂ ਤੁਹਾਡੇ ਨਾਲ ਰੂਬਰੂ ਹੋਏ ਹਾਂ ਇੱਕ ਵੱਖਰਾ ਅਤੇ ਕਰੰਟ ਵਿਸ਼ਾ ਲੈ ਕੇ। ਕਰੰਟ ਵਿਸ਼ਾ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੱਲ੍ਹ ਵਾਲੀ ਮੀਟਿੰਗ ਤੋਂ ਬਾਅਦ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ। NDA ਦੇ ਨਾਲ, ਭਾਜਪਾ ਦੇ ਨਾਲ ਜਿਹੜਾ 23-24 ਸਾਲ ਦਾ ਗੱਠਜੋੜ ਕੀਤਾ ਹੋਇਆ ਸੀਗਾ, ਉਹਦੇ ਨਾਲੋਂ ਨਾਤਾ ਤੋੜ ਲਿਆ ਗਿਆ ਹੈ। ਇਸ ਭਾਜਪਾ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਤਾ ਤੋੜਨ ਦੇ ਸੰਬੰਧ ਦੇ ਵਿੱਚ ਅੱਜ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਨੌਜਵਾਨ ਅਤੇ ਕਿਸਾਨ ਆਗੂ ਬਿੱਕਰ ਸਿੰਘ ਜੀ ਖਾਲਸਾ। ਸੋ ਸਭ ਤੋਂ ਪਹਿਲਾਂ ਤਾਂ ਬਿੱਕਰ ਸਿੰਘ ਜੀ, ਤੁਹਾਡਾ ਇਸ ਮੁੱਦੇ 'ਤੇ ਸਟੂਡੀਓ ਵਿੱਚ ਆਉਣ ਵਾਸਤੇ ਧੰਨਵਾਦ ਕਰਦੇ ਹਾਂ, ਜਿਉਂ ਆਖਦੇ ਹਾਂ ਜਿਨ੍ਹਾਂ ਨੇ ਤੁਸੀਂ ਸਮਾਂ ਕੱਢਿਆ। ਧੰਨਵਾਦ ਜੀ, ਬਹੁਤ ਵਧੀਆ ਤੁਸੀਂ ਵਿਸ਼ਾ ਚੁਣਿਆ ਕੀਤਾ। ਅਤੇ ਮੈਂ ਆਪਦੀ ਇੰਟਰੋਡਕਸ਼ਨ ਕਰਾ ਰਿਹਾ। ਮੈਂ ਬਿੱਕਰ ਸਿੰਘ, ਪਿੰਡ ਨਥੇਹਾ, ਜ਼ਿਲ੍ਹਾ ਬਠਿੰਡਾ, ਤਹਿਸੀਲ ਤਲਵੰਡੀ ਸਾਬੋ। ਅਸੀਂ ਇਹ ਜੋ ਚੱਲ ਰਿਹਾ ਹੈਗਾ ਵਿਸ਼ੇ, ਆਪਾਂ ਵੀ ਅੱਜ ਤੁਸੀਂ ਗੱਲ ਕਰੀ, ਮੈਨੂੰ ਨਾਲ ਕਾਲ ਕਰਕੇ ਵੀ ਆਪਾਂ ਇਸ ਗੱਲ 'ਤੇ ਵਿਸ਼ੇ 'ਤੇ ਬੋਲ ਰਹੇ ਹਾਂ। ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਗਠਬੰਧਨ ਸੀ ਨਾ, ਟੁੱਟਿਆ। ਉਹ ਗਠਬੰਧਨ ਟੁੱਟਣ ਨਾਲ ਸਾਰੇ ਮੀਡੀਆ 'ਚ, ਸਾਰੇ ਕਿਤੇ ਅੱਜ ਉਹੀ ਚੱਲ ਰਿਹਾ ਰਾਤ ਦਾ। ਅਤੇ ਤੁਸੀਂ ਉਸ ਤੋਂ ਹਟ ਕੇ ਇੱਕ ਬਹੁਤ ਵਧੀਆ ਚੁਣਿਆ ਵੀ ਤੁਸੀਂ ਨਾਲ ਨਾਲ ਕਿਸਾਨੀ ਮੁੱਦਾ ਵੀ ਬਰਾਬਰ ਲੈ ਕੇ ਚੱਲ ਰਹੇ ਹੋ। ਜੀ ਬਿਲਕੁਲ। ਆਪਾਂ ਉਹ ਨਾ ਕਿਤੇ ਪਿੱਛੇ ਛੁੱਟੀਏ। ਜਿਹੜੀ ਤੁਹਾਡੀ ਚੰਗੀ ਸੋਚ ਮੈਨੂੰ ਵਧੀਆ ਲੱਗੀ ਵੀ, ਕਿਉਂਕਿ ਜਿਹੜੀਆਂ ਇਹ ਪਾਰਟੀਆਂ ਇਹ ਤਾਂ ਆਪੋ ਆਪਣੇ ਏਜੰਡੇ ਹੀ ਹੁੰਦੇ ਆ। ਪਾਰਟੀਆਂ ਤਾਂ ਉਹਨਾਂ ਦਾ ਏਜੰਡਾ 'ਤੇ ਚੱਲਣਾ ਹੁੰਦਾ ਹੈ ਜੀ। ਅਤੇ ਪਹਿਲਾਂ ਇਹਨਾਂ ਨੇ ਹਰਸਿਮਰਤ ਕੌਰ ਜੀ ਸੀਗੇ, ਆਪਣੇ ਮੰਤਰੀ ਮੰਡਲ 'ਚ ਸੀਗੇ ਸੈਂਟਰ ਦੇ 'ਚ। ਉਹਨਾਂ ਨੇ ਜਦੋਂ ਬਿੱਲ ਆਇਆ, ਜੋ ਦੇਖਾ ਆਪਾਂ ਪਿੱਛੋਂ ਦਿਖ ਗਏ। ਇਹ ਫੂਡ ਪ੍ਰੋਸੈਸਿੰਗ ਮੰਤਰੀ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਬਿੱਲ ਇਹਨਾਂ ਕੋਲ ਹੀ ਜਾਣਾ ਸੀ, ਕਿਉਂਕਿ ਜਿਹੜਾ ਇਹ ਮੁੱਦਾ ਹੈ ਇਹ ਫੂਡ ਪ੍ਰੋਸੈਸਿੰਗ ਨਾਲ ਹੀ ਜੁੜਿਆ ਹੋਇਆ। ਬਿਲਕੁਲ ਜੀ। ਜਿਹੜਾ ਉਹਦੇ 'ਚ ਫੂਡ ਪ੍ਰੋਸੈਸਿੰਗ ਹੋਣੀ ਆ, ਉਹਦੇ ਬਾਰੇ ਮੁੱਦਾ ਜੁੜਿਆ ਹੋਇਆ, ਉਸ ਕਰਕੇ ਇਹਨਾਂ ਕੋਲ ਆਇਆ। ਇਹਨਾਂ ਨੇ ਉਹ ਤਾਂ ਸਾਈਨ ਕਰਤੇ। ਸਾਈਨ ਕਰਕੇ ਫਿਰ ਬਾਅਦ ਚਾਹਦੇ ਵੀ ਇਹ 6 ਮੁੱਖ ਮੰਤਰੀਆਂ ਦੇ ਵਿੱਚ ਕੈਪਟਨ ਸਾਹਿਬ ਵੀ ਸੀਗੇ ਅਤੇ ਹੋਰ ਵੀ ਜਿਹੜੇ ਕਾਂਗਰਸ ਦੇ 2 ਮੁੱਖ ਮੰਤਰੀ ਸੀਗੇ, ਅਤੇ ਇਹਨਾਂ ਨੇ ਸਾਰਿਆਂ ਨੇ ਸਹਿਮਤੀ ਦਿੱਤੀ। ਜੀ, ਤੁਹਾਡੀ ਗੱਲ ਮੈਂ ਵਿੱਚੋਂ ਕੱਟਣੀ ਚਾਹੂੰਗਾ। ਦਰਸ਼ਕ ਵੀਰਾਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਅੱਜ ਦਾ ਸਾਡਾ ਵਿਸ਼ਾ NDA ਨਾਲੋਂ ਆਪਣਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗੱਠਜੋੜ ਟੁੱਟਿਆ ਹੈ, ਉਹਨੂੰ ਲੈ ਕੇ ਜ਼ਿਆਦਾ ਨਹੀਂ ਹੋਵੇਗਾ। ਥੋੜ੍ਹੀ ਬਹੁਤੀ ਗੱਲ ਉਸ ਵਿਸ਼ੇ 'ਤੇ ਕੀਤੀ ਜਾਊਗੀ। ਸਾਡਾ ਮੇਨ ਮੁੱਦਾ ਹੋਊਗਾ ਕਿ ਅੱਜ ਜਿੱਥੇ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜਿਆ, ਉੱਥੇ ਕਿਸਾਨ ਵੀਰਾਂ ਦਾ ਪੂਰੇ ਦੇਸ਼ ਦੇ ਵਿੱਚ, ਖਾਸ ਤੌਰ 'ਤੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੂਰੇ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਜਿਹੜੇ ਧਰਨੇ ਮੁਜ਼ਾਹਰੇ ਕੇਂਦਰ ਸਰਕਾਰ ਦੇ ਖਿਲਾਫ, ਜਿਹੜੇ ਉਹਨਾਂ ਨੇ 3 ਬਿੱਲ ਪਾਸ ਕੀਤੇ ਨੇ ਜਿਹੜੇ ਕਿ ਕਿਸਾਨ ਵਿਰੋਧੀ ਹੈ, ਉਸ ਮੁੱਦੇ ਨੂੰ ਨਾਲੋਂ ਨਾਲ ਲੈ ਕੇ ਚੱਲਾਂਗੇ। ਔਰ ਇਸ ਗੱਲਬਾਤ ਦੇ ਨਾਲ ਸਾਡੇ ਨਾਲ ਜੁੜੇ ਹੋਏ ਨੇਗੇ ਬਿੱਕਰ ਸਿੰਘ ਜੀ, ਔਰ ਨਾਲ ਇੱਕ ਸਾਡੇ ਹੋਰ ਸ਼ਖਸ ਨੇਗੇ ਜਿਹੜੇ ਕਿ ਪੇਸ਼ੇ ਵਜੋਂ ਬੇਸ਼ੱਕ ਉਹ ਕਿਸਾਨ ਵੀ ਨੇ, ਔਰ ਨਾਲ ਇੱਕ ਇਹ ਕਹਿ ਲਈਏ ਵੀ ਇੱਕ ਆਪਣੀ ਲੈਬ ਚਲਾ ਰਹੇ ਨੇ। ਜਾਣੀ ਕਿ ਮੇਰੇ ਕਹਿਣ ਦਾ ਭਾਵ ਕਿ ਰੇਸ਼ਮ ਸਿੰਘ ਜੀ ਦਾਦੂ, ਉਹ ਵੀ ਸਾਡੇ ਨਾਲ ਇੱਕ ਸਮਾਜ ਸੇਵੀ ਦੇ ਤੌਰ 'ਤੇ, ਇੱਕ ਕਿਸਾਨ ਹੋਣ ਦੇ ਨਾਤੇ ਉਹ ਵੀ ਜੁੜੇ ਆ। ਉਹਨਾਂ ਨਾਲ ਵੀ ਆਪਾਂ ਜਿਹੜੀ ਗੱਲਬਾਤ ਹੈ ਉਹ ਸਾਂਝੀ ਕਰਾਂਗੇ। ਅਤੇ ਹੁਣ ਆਪਾਂ ਜਿਹੜਾ ਵਿਸ਼ਾ ਹੈਗਾ ਉਸ ਵਿਸ਼ੇ ਵੱਲ ਨੂੰ ਬਿੱਕਰ ਸਿੰਘ ਜੀ ਹੈਗੇ ਕਿ ਜਿਹੜਾ NDA ਨਾਲੋਂ ਅਕਾਲੀ ਦਲ ਨੇ ਨਾਤਾ ਤੋੜ ਲਿਆ ਹੈ, ਔਰ ਇੱਕ ਪਾਸੇ ਕਿਸਾਨਾਂ ਦਾ ਸੰਘਰਸ਼ ਚੱਲੀ ਜਾ ਰਿਹਾ ਹੈ। ਤੁਹਾਨੂੰ ਮੇਰੇ ਹਿਸਾਬ ਨਾਲ ਇਹ ਨਹੀਂ ਲੱਗਦਾ ਵੀ ਜਿਹੜਾ ਕਿਸਾਨਾਂ ਦੇ ਸੰਘਰਸ਼ ਨੂੰ ਇੱਕ ਤਾਰ ਪੀੜੋ ਕਰਨ ਦਾ ਇੱਕ ਮਨਸੂਬਾ ਲੱਗਦਾ ਇਹ ਬਿਲਕੁਲ ਜੀ, ਇਹ ਹੈ ਹੀ। ਇਹ ਤਾਂ ਪਹਿਲੇ ਦਿਨ ਤੋਂ ਤੁਸੀਂ ਫੇਸਬੁੱਕ 'ਤੇ ਵੀ ਆਪਾਂ ਦੇਖਦੇ ਹਾਂ, ਹੋਰ ਵੀ ਮਿੱਤਰਾਂ ਪਿਆਰਿਆਂ 'ਚ ਜਿੰਨੇ ਇਕੱਠੇ ਹੁੰਦੇ ਹਾਂ, ਸੁਣਦੇ ਹਾਂ, ਆਪਣੇ ਪਿੰਡਾਂ 'ਚ ਖੁੰਡ ਚਰਚਾ ਹੁੰਦੀ ਹੈ ਜੀ। ਆਪਣੇ ਉੱਥੇ ਬੈਂਚ ਬਣਿਆ, ਉੱਥੇ ਵਗ ਜਾਂਦੇ ਹਾਂ, ਬੋਰਡ ਥੱਲੇ, ਉੱਥੇ ਗੱਲਾਂ ਹੁੰਦੀਆਂ ਰਹਿੰਦੀਆਂ। ਇਹ ਪਹਿਲਾਂ ਤੋਂ ਚੱਲ ਰਿਹਾ ਵੀ ਜਿੱਦੇ ਤੋਂ ਇਹ ਮੰਨ ਲਓ ਵੀ ਆਪਣੀ ਗੱਲ ਵੀ ਚੱਲ ਰਹੀ ਸੀ ਵੀ ਉਹ ਹਰਸਿਮਰਤ ਜੀ ਨੇ ਵੀ ਸਾਈਨ ਕਰਤੇ, ਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਵੀ ਸਾਈਨ ਕਰਤੇ। ਬਿਲਕੁਲ ਜੀ। ਸਾਰੇ 10 ਸਾਲ ਪਹਿਲਾਂ ਇਹੀ ਮੰਨ ਲਓ ਵੀ ਕਾਂਗਰਸ ਵਾਲੇ ਲਾ ਲਓ, ਇਹ ਇਹਦੇ ਸੰਸਦ 'ਚ ਬਾਹਾਂ ਲਾਰ ਕਹਿੰਦੇ ਸੀ ਵੀ ਇਹ ਬਿੱਲ ਆਉਣੇ ਚਾਹੀਦੇ ਆ। ਫਿਰ 2019 ਦੇ ਇਹਨਾਂ ਦੇ ਚੋਣ ਮੈਨੀਫੈਸਟੋ 'ਚ ਸੀ,
ਇੱਕ ਸੁਖਬੀਰ ਜੀ ਦੱਸ ਰਹੇ ਆ ਹੁਣ ਕਿ ਵੀ ਇਹ ਸੁਖਬੀਰ ਬਾਦਲ ਕਹਿੰਦੇ ਵੀ 2017 ਚ ਕੈਪਟਨ ਨੇ ਇਹ ਬਿੱਲ ਜਿਹੜਾ ਆਪਣੇ ਵਿਧਾਨ ਸਭਾ 'ਚ ਤਾਂ ਪਾਸ ਕਰਤਾ ਸੀ ਵੀ ਜਦੋਂ 2017 ਚ ਵਿਧਾਨ ਸਭਾ 'ਚ ਪਾਸ ਕਰਤਾ ਸੀ ਫਿਰ ਤੁਸੀਂ ਉਦੋਂ ਕਿਉਂ ਨਾ ਰੌਲਾ ਪਾਇਆ? ਉਹ ਉਦੋਂ ਪਾਸ ਕਰਤਾ ਸੀ, ਲੋਕਾਂ ਨੂੰ ਫਿਰ ਤੁਸੀਂ ਚੱਕਰ 'ਚ ਕਿਉਂ ਰੱਖਿਆ, ਲੋਕਾਂ ਨੂੰ ਕਿਉਂ ਨਹੀਂ ਦੱਸਿਆ? ਹਾਂਜੀ ਹਾਂਜੀ ਬਿਲਕੁਲ, ਤੁਸੀਂ ਉਦੋਂ ਦੇ ਦੱਸੋ। ਫਿਰ ਜੇ ਆਪਾਂ ਇਹਨਾਂ ਦੀ ਗੱਲ ਤੇ ਵਿਸ਼ਵਾਸ ਕਰੀਏ ਵੀ ਇਹਨਾਂ ਨੇ ਗਠਬੰਧਨ ਮੰਨ ਲਓ ਵੀ ਤੋੜ ਲਿਆ, ਵੈਸੇ ਤਾਂ ਇਹ ਜਿਹੜੀਆਂ ਆਪਣੇ ਪਿੰਡਾਂ ਦੀ ਖੁੱਲ੍ਹ ਚਰਚਾ ਉਹ ਕਹਿੰਦੇ ਆ ਵੀ ਇਹ ਗਠਬੰਧਨ ਇਹਨਾਂ ਟੁੱਟਿਆ ਨਹੀਂ। ਜਿਵੇਂ ਹੁਣ ਬਿਹਾਰ 'ਚ ਨਤੀਸ਼ ਕੁਮਾਰ ਨੇ ਸੀ ਬਿਲਕੁਲ ਜੀ ਕਿ ਅੱਡ ਚੋਣਾਂ ਵੀ ਲੜ ਲਈਆਂ, ਚੋਣਾਂ ਲੜ ਕੇ ਉਹਨਾਂ ਨੇ ਅਖੀਰ ਨੂੰ ਮਗਰੋਂ ਸਰਕਾਰ ਵੀ ਬਣਾ ਲਈ ਸੀ, ਫਿਰ ਆ ਕੇ ਉਹ ਇੱਧਰ ਹੀ ਰਲ ਗਏ। ਜੀ ਜੀ ਉਹਨਾਂ ਦਾ ਇਹਨਾਂ ਨਾਲ ਇਸੇ ਇੱਕ ਦੂਜੇ ਕੋਲੇ ਇਹਨਾਂ ਦੇ ਭੇਦ ਹੁੰਦੇ ਆ, ਬਿਲਕੁਲ ਹੁੰਦੇ। ਜਦੋਂ ਇੰਨਾ ਚਿਰ ਕੋਈ ਅਲਾਇੰਸ ਰਹਿ ਗਿਆ ਪੂਰੇ ਭੇਦ ਹੁੰਦੇ ਆ। ਖਾਸ ਕਰਕੇ ਆਪਾਂ ਸੰਕੋਚ ਮੈਂ ਥੋੜਾ ਜਿਹਾ ਘੱਟ ਕਰਦਾ ਬੋਲਣ ਤੋਂ, ਸ਼੍ਰੋਮਣੀ ਅਕਾਲੀ ਦਲ ਦੇ ਤੇ ਭਾਜਪਾ ਦੇ ਤਾਂ ਖਾਸ ਕਰਕੇ ਜਿੰਨਾ ਕੋਈ ਜ਼ਿਆਦਾ ਤਾਲੁਕਾਤ ਸੀਗੇ, ਹਾਂ ਜ਼ਿਆਦਾ ਇੱਕ ਤਰ੍ਹਾਂ ਦੀ ਇਹ ਵਪਾਰਕ ਪਾਰਟੀ ਜੀ ਬਣ ਕੇ ਰਹਿ ਗਈ ਸੀਗੀ ਤੇ ਉਸ ਹਿਸਾਬ ਨਾਲ ਸਾਰਾ ਕੁਝ ਇਹਨਾਂ ਦਾ ਇੱਕ ਦੂਜੇ ਕੋਈ ਭੇਦ ਹੁੰਦੇ, ਬਿਲਕੁਲ ਹੁੰਦੇ। ਐਡਾ ਸੌਖਾ ਤਾਂ ਨਹੀਂ ਵੀ ਲੱਗਦਾ ਲੋਕਾਂ ਨੂੰ ਵੀ ਇਹ ਅਲੱਗ ਹੋ ਜਾਣਗੇ ਤੇ ਇਹ ਹੋ ਸਕਦਾ। ਹੁਣ ਜਿਵੇਂ 25 ਤਰੀਕ ਦਾ ਸੰਘਰਸ਼ ਸੀ ਕਿਸਾਨਾਂ ਦਾ, 25 ਤਰੀਕ ਨੂੰ ਅਕਾਲੀ ਦਲ ਨੇ ਪਹਿਲਾਂ ਤਾਂ ਦੇਖੋ ਜਿੱਦੇ ਉਹ ਬਿੱਲ ਪਾਸ ਹੋਣਾ ਉਹਦੇ ਅਸਤੀਫਾ ਦਿੰਦੇ ਆ ਇਹ, ਫਿਰ ਇਹ ਆਦੇ ਸੁਖਬੀਰ ਬਾਦਲ ਅੱਜ ਕਹਿ ਰਿਹਾ ਵੀ ਅਸੀਂ ਨਾ ਇਹਨੂੰ ਤੁਸੀਂ ਜਦੋਂ ਆਪਦੇ ਵਕੀਲਾਂ ਨਾਲ ਤੇ ਥੱਲੇ ਰਹਿ ਕਰੀ, ਜਦੋਂ ਸਾਨੂੰ ਮੰਤਰੀ ਨੇ ਇੱਕ ਨੇ ਚਿੱਠੀ ਦੇਤੀ ਲਿਖਤੀ ਰੂਪ ਚ ਵੀ ਇਹਦਾ ਅਸੀਂ ਉਹ ਨਹੀਂ ਹੁੰਦਾ, MSP ਖਤਮ ਨਹੀਂ ਹੁੰਦਾ, ਸਰਕਾਰੀ ਭਾਅ ਚੱਲੂਗਾ, ਖਰੀਦ ਚੱਲੂਗੀ। ਤੇ ਅੱਜ ਤਾਂ ਇਹ ਆਦੇ ਵੀ ਅਸੀਂ ਜਦੋਂ ਆਪਦੇ ਥੱਲੇ ਵਕੀਲਾਂ ਨਾਲ ਤੇ ਹੋਰ ਬੁੱਧੀਜੀਵੀਆਂ ਨਾਲ ਸਲਾਹ ਕਰੀ, ਉਹਦੇ ਵੀ ਤਾਂ ਮੰਤਰੀ ਦੀ ਚਿੱਠੀ ਦਾ ਤਾਂ ਕੋਈ ਵੈਲਿਊ ਨਹੀਂ। ਜਦੋਂ ਸੰਸਦ ਚੋਂ ਪਾਸ ਹੁੰਦਾ ਕਾਨੂੰਨ ਤੇ ਮੰਤਰੀ ਦਾ ਤਾਂ ਉਹਦੇ ਚ ਕੁਛ ਰਹਿੰਦਾ ਨਹੀਂ ਵੀ ਤੁਸੀਂ ਉਹਦੇ ਤੁਹਾਨੂੰ ਪਤਾ ਲੱਗ ਗਿਆ, ਤੁਸੀਂ ਫਿਰ ਦੂਜੇ ਦਿਨ ਵੀ ਉਹ ਚਿੱਠੀ ਦਿਖਾਈ ਜਾਂਦੇ ਹੋ ਮੀਡੀਆ 'ਚ ਆ ਕੇ, ਬਿਲਕੁਲ ਉਸ ਤੋਂ ਬਾਅਦ ਵੀ ਤੁਸੀਂ ਆਖੀ ਜਾਂਦੇ ਸਹਿਮਤ ਹੋਈ ਜਾਂਦੇ ਉਹ ਚਿੱਠੀ ਨਾਲ, ਹਾਲਾਂਕਿ ਜੋ ਤੁਹਾਨੂੰ ਪਤਾ ਹੈ ਇਹ ਚਿੱਠੀ ਦੀ ਕੋਈ ਵੈਲਿਊ ਨਹੀਂ। ਬਿਲਕੁਲ ਜੀ ਤੇ ਫਿਰ ਤੁਸੀਂ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਹੇ ਹੋ? ਫਿਰ ਤੁਸੀਂ ਉਹਦੇ ਖਿਲਾਫ ਹੋ ਗਏ। ਬਾਕੀ ਇਹ ਨਾ ਉਹ ਚਿੱਠੀ ਦੇ ਵਿੱਚ ਕੁਝ ਵੀ ਲਿਖਿਆ ਹੋਵੇ ਵੀ MSP ਰਹੂਗਾ ਜਾਂ ਨਾ ਰਹੂਗਾ, ਜਿਹੜੇ ਆਰਡੀਨੈਂਸ ਜਾਰੀ ਕੀਤੇ ਆ ਆਰਡੀਨੈਂਸ ਦੇ ਵਿੱਚ ਕਿਤੇ ਵੀ ਇਹ ਮਦ ਨਹੀਂ ਹੈ ਵੀ MSP ਜਿਹੜਾ ਉਹ ਜਾਰੀ ਰਹੂਗਾ। ਠੀਕ ਹੈ, ਮੋਦੀ ਸਾਹਿਬ ਵੀ ਜਿਹੜੇ ਉਹ ਵਰਬਲੀ ਕਹਿ ਰਹੇ ਆ ਗੱਲਾਂ ਬਾਤਾਂ ਦੇ ਵਿੱਚ ਇਹ, ਪਰ ਉੱਥੇ ਲਿਖਿਆ ਤਾਂ ਕਿਤੇ ਹੈ ਨਹੀਂ। ਕਿਸਾਨਾਂ ਦਾ ਸੰਘਰਸ਼ ਹੀ ਹੁਣ ਇਸ ਚੀਜ਼ ਤੇ ਹੈ ਨਾ ਵੀ ਦੇਖੋ ਪਹਿਲਾਂ ਤਾਂ ਗੱਲ ਇਹ ਹੈ, ਕਿਸਾਨ ਇਹ ਆਖ ਰਹੇ ਹੈ ਜਿਵੇਂ ਆਦੇ ਹੁੰਦੇ ਵੀ ਯਾਰ ਇੱਕ ਤਾਂ ਪਹਿਲਾਂ ਕਹਿੰਦੇ ਸੀ ਯਾਰ ਕਿਸਾਨ ਤਾਂ ਉਹੀ ਅੜ ਰਹੇ ਹੈ ਇੱਕ ਮੁੱਦੇ ਤੇ ਵੀ ਬਿੱਲ ਵਾਪਸ ਲਓ, ਵਾਪਸ ਹੋਣਾ ਗਲਤ ਹੈ ਇਹ ਤਾਂ ਫਾਇਦੇਮੰਦ ਹੈ। ਫਿਰ ਕਿਸਾਨਾਂ ਨੇ ਦੋ ਗੱਲਾਂ ਦਿੱਤੀਆਂ, ਇੱਕ ਤਾਂ ਦੇਤੀ ਵੀ ਤੁਸੀਂ ਇਹ ਜਿਹੜਾ ਬਿੱਲ ਹੈ 2 ਰਾਜਾਂ 'ਚ ਨਾ ਲਾਗੂ ਕਰੋ, ਬਿਲਕੁਲ ਜੀ, ਪੰਜਾਬ ਹਰਿਆਣੇ 'ਚ, ਜੇ ਦੂਜੀਆਂ ਸਟੇਟਾਂ 'ਚ ਚੰਗਾ ਹੁੰਦਾ ਹੈ ਅਸੀਂ ਆਪ ਅਸੀਂ ਲਵਾਂਗੇ ਤੁਹਾਥੋਂ, ਬਿਲਕੁਲ ਵੀ ਸਾਡੇ ਵੀ ਲਿਆਓ ਇਹ ਬਿੱਲ ਤੇ ਤੁਸੀਂ ਉਦੋਂ ਲਿਆ ਸਕਦੇ ਹੋ। ਬਿਲਕੁਲ ਜੀ ਬਿਲਕੁਲ ਸਹੀ ਗੱਲ। ਇੱਕ ਤੁਸੀਂ ਇਹਦੇ ਤੇ ਤੁਹਾਡੀ ਗੱਲ ਤਾਂ ਵਿਚਾਲੇ ਆ, ਮੈਂ ਇਹ ਗੱਲ ਇਹ ਤੇ ਹੋਰ ਕਰਨੀ ਚਾਹੂੰਗਾ ਕਿ ਬਿਹਾਰ ਦੇ ਵਿੱਚ ਬਿੱਲ ਲਾਗੂ ਹੋਇਆ ਸੀ। ਹਾਂਜੀ ਹਾਂਜੀ, ਬਿਹਾਰ ਦੇ ਵਿੱਚ ਬੰਦ ਕਿਉਂ ਹੋਇਆ? ਉੱਥੇ ਵਾਪਸ ਕਿਉਂ ਲਿਆ ਗਿਆ? ਵਾਪਸ ਫਿਰ ਕਾਰਨ ਤਾਂ ਉਹੀ ਹੈ ਨਾ, ਜੇ ਉਹਦੇ ਨੁਕਸਾਨ ਲੋਕਾਂ ਨੇ ਦੇਖੇ, ਉਹ ਜਿਹੜੇ ਆਪਣੇ ਇੱਥੇ ਹੁਣ 10-10 ਕਿੱਲਿਆਂ ਦੇ ਮਾਲਕ ਉਹ ਇੱਥੇ ਆ ਕੇ ਕਹਿੰਦੇ ਸਰ ਤਾਂ ਆਪਣੇ 3-3 ਕਿੱਲੇ ਵਾਲਿਆਂ ਦੇ ਦਿਹਾੜੀ ਕਰਦੇ ਫਿਰਦੇ ਆ। ਬਿਲਕੁਲ ਬਿਲਕੁਲ, ਉਹ ਕਿਉਂ ਕਰਦੇ ਆ? ਜੇ ਉੱਥੇ ਉਹ ਬਿੱਲ ਲਾਗੂ ਹੋਇਆ ਉਹਦੇ ਤਾਂ ਕਰਕੇ ਸਾਨੂੰ ਤਾਂ ਬਿਲਕੁਲ ਕਿਉਂਕਿ ਪੰਜਾਬ ਵਾਲਿਆਂ ਨੂੰ ਬਿਹਾਰ ਦੇ ਜਿਹੜੇ ਨਤੀਜੇ ਆ ਉਹ ਦੇਖ ਲੈਣੇ ਚਾਹੀਦੇ ਆ ਕਿ ਬਿਹਾਰ ਦੇ ਜਿਹੜੇ ਲੋਕ ਆ ਇੰਨੀ ਜ਼ਮੀਨ ਵਾਲੇ ਲੋਕ ਵੀ ਇੱਥੇ ਆ ਕੇ ਸਾਡੇ ਦਿਹਾੜੀਆਂ ਕਰਦੇ, ਮਿਹਨਤਕਸ਼ ਜ਼ਿਆਦੇ ਨੇ। ਆਪਣੇ ਪੰਜਾਬ ਦੇ ਬੰਦਿਆਂ ਤੋਂ ਵੀ ਬਿਹਾਰ ਦੇ ਲੋਕ ਮਿਹਨਤਕਸ਼ ਜ਼ਿਆਦੇ ਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਬਿਲਕੁਲ ਬਿਲਕੁਲ। ਤੇ ਜਦੋਂ ਅਸੀਂ ਆੜਤ ਆ ਆਪਣੀ ਮਾਨਸਾ, ਉੱਥੇ ਆੜਤੀਏ ਵੀ ਗੱਲਾਂ ਕਰਦੇ ਹੁੰਦੇ ਆ, ਅਰੇ ਵੀ ਅਸੀਂ ਉੱਥੋਂ ਲਿਆਉਂਦੇ ਆ ਝੋਨਾ ਇੱਥੇ ਲਿਆ ਕੇ ਆਪਣੇ ਮੰਡੀਆਂ 'ਚ ਵੇਚਦੇ ਆ। ਬਿਲਕੁਲ ਜੀ ਵੇਚਦੇ ਆ, ਉੱਥੋਂ ਲਿਆ ਕੇ ਆਦੇ ਕਿ ਸਾਨੂੰ 400 ਰੁਪਏ ਕੁਆਂਟਲ ਤੇ ਸਾਰਾ ਟੋਟਲ ਬਚ ਰਹਿੰਦਾ ਹੈ, ਖਰਚਾ ਕੱਢ ਕੇ ਸਾਰੀ ਚੀਜ਼ ਦਾ, ਲੇਬਰ ਦਾ, ਸਾਰੇ ਕਿਸੇ ਦਾ ਕੱਢ ਕੇ ਬਚ ਰਹਿੰਦਾ ਹੈ। ਬਿਲਕੁਲ, ਇਹਦਾ ਮਤਲਬ ਫਿਰ ਉਹ ਫੇਲ ਹੈ ਸਿਸਟਮ, ਉੱਥੇ ਫੇਲ ਹੋਇਆ ਤਾਂ ਹੀ ਹੈ ਨਾ। ਬਿਲਕੁਲ ਜੀ, ਵੀ ਇਸੇ ਕਰਕੇ ਕਿਸਾਨਾਂ ਨੇ ਇੱਕ ਤਾਂ ਇਹ ਮੰਗ ਰੱਖਤੀ ਵੀ 2 ਰਾਜਾਂ 'ਚ ਸਾਡੇ ਲਾਗੂ ਨਾ ਕਰੋ, ਜਦੋਂ ਸਾਨੂੰ ਜ਼ਰੂਰਤ ਹੋਈ ਅਸੀਂ ਲਾਗੂ ਕਰਾ ਲਾਂਗੇ, ਮੰਗ ਰੱਖਾਂਗੇ ਅਸੀਂ, ਉਦੋਂ ਤੁਸੀਂ ਕਰ ਸਕਦੇ ਹੋ। ਇੱਕ ਤੁਸੀਂ ਇੱਕ ਬਿੱਲ ਹੋਰ ਲਿਆਓ, ਜਾਂ ਇਸੇ ਬਿੱਲ 'ਚ ਹੀ ਪਾ ਦਿਓ ਵੀ MSP ਤੇ ਸਰਕਾਰੀ ਖਰੀਦ ਜਾਰੀ ਰਹੂਗੀ। ਬਿਲਕੁਲ ਜੀ ਬਿਲਕੁਲ, ਉਹ ਲਿਖਤੀ ਰੂਪ ਹੋ ਜੂ, ਬਿੱਲ ਬਣ ਜੂਗਾ, ਕਾਨੂੰਨ ਬਣ ਜੂਗਾ ਤੇ ਉਹ ਲੋਕਾਂ ਨੂੰ ਵੀ ਉਸ ਗੱਲ ਦਾ ਬਿਲਕੁਲ, ਕਿਸਾਨ ਵੀ ਇਸ ਚੀਜ਼ ਤੇ ਸਹਿਮਤ ਹੋ ਜਾਣਗੇ। ਬਿਲਕੁਲ, ਤੇ ਇਹ ਕਰ ਨਹੀਂ ਰਹੇ। ਜੇ ਕੋਈ ਮਨ 'ਚ ਖੋਟ ਆ ਜਾਂ ਕਿਸੇ ਵੀ ਤਰੀਕੇ ਦਾ ਹੋਇਆ ਨਾ, ਇਹਦੇ ਨਾਲ
ਅਸਰ ਤਾਂ ਪਊਗਾ, ਬਿਲਕੁਲ ਬਿਲਕੁਲ ਅਸਰ ਪੈਂਦਾ। ਲੋਕ ਇਸ ਗੱਲ ਨੂੰ ਸਹਿਮਤ ਵੀ ਹੋਣਗੇ ਵੀ ਯਾਰ ਠੀਕ ਹੈ ਕਰੋ। ਤੇ ਇਹ ਕਿਉਂ ਅੜਦੇ ਆ? ਇਹ ਮੈਂ ਪਿੱਛੇ ਜਿਹੇ ਇੱਕ ਦਿਨ ਉਹ ਸੁਣ ਰਿਹਾ ਸੀਗਾ ਆਪਣਾ ਮਿੰਟੂ ਗੁਰੂਸਰੀਏ ਦੀ ਜਿਹੜੀ ਸਟੇਟਮੈਂਟ ਸੀ। ਉਹ ਆਦਾ ਵੀ ਇਹ ਨਾ ਜਦੋਂ ਆਪਣੇ 2018 'ਚ ਜਾ ਕੇ ਹੁੰਦੀ ਹੈ ਨੋਟਬੰਦੀ, ਉਹ 2015 'ਚ ਇਹ ਲੀਕੀ ਗਈ ਸੀ। ਹਾਂਜੀ ਹਾਂਜੀ। ਉਹ ਖੇਤੀ ਬਿੱਲਾਂ ਵਾਲੀ ਨਹੀਂ ਉਹ ਨੋਟਬੰਦੀ ਵਾਲੀ ਉਦੋਂ ਤੋਂ ਅੱਜ ਤੋਂ ਆਦੇ 18 'ਚ ਉਹਨਾਂ ਨੇ ਉਹ ਬਿਲ ਗੇਟ ਨੇ ਕਹਿਤਾ ਸੀਗਾ ਵੀ ਇਹ ਨਾ ਜਿਹੜੇ ਭਾਰਤ ਪਾਕਿਸਤਾਨ ਜਿਹੜੇ ਇਹ ਦੇਸ਼ ਹੈ ਇਹ ਮੰਨ ਲਓ ਵੀ ਆਪਣੇ ਕਹਿੰਦੇ ਆ ਵੀ ਆਪਣੇ ਮੋਬਾਈਲ 'ਤੇ ਉਹ ਕਰਨਾ ਟਰਾਂਸਲੇਸ਼ਨ ਉਹ ਕਰਨ ਬੰਨੀ ਵੱਧ ਰਿਹਾ ਹੈ, ਦੇਸ਼ ਵਧਾ ਰਿਹਾ ਹੈ। ਫਿਰ ਉਹਨਾਂ ਨੇ ਜੋ ਨੋਟਬੰਦੀ ਕਰੀ ਫੇਰ ਹੀ ਚੱਲਿਆ ਹੁਣ ਆਪਣਾ ਪੇਟੀਐਮ ATM ਜਿਹੜੇ ਵਗੈਰਾ ਉਹ ਡਿਜੀਟਲ ਇੰਡੀਆ ਬਣਾਉਣ ਦੀ 15 'ਚ ਸਕੀਮ ਹੋ ਗਈ ਸੀ। ਤੇ ਉਹ ਜਰਮਨੀ 'ਚ ਬੈਠੇ ਉਹਨਾਂ ਨੇ ਇੱਕ ਸ਼ਖਸ ਨੇ ਦੱਸਤਾ ਸੀ ਵੀ ਇਹ ਚੀਜ਼ ਦਾ ਇਹ ਹੋਣਾ ਹੈ। ਬਿਲਕੁਲ ਜਾ ਕੇ 3 ਸਾਲਾਂ 'ਚ ਉਹ ਅਸੀਂ ਟੀਚਰ ਸਾਡਾ 3 ਸਾਲਾਂ ਬਾਅਦ ਹੀ ਨੋਟਬੰਦੀ ਹੁੰਦੀ ਹੈ। ਹੁਣ ਉਹਨਾਂ ਨੇ 18 'ਚ ਕਹਿਤਾ ਸੀ ਵੀ ਇੰਡੀਆ 'ਚ ਜਿਹੜੀ ਖੇਤੀ ਹੈ ਉਹ ਕੰਟਰੈਕਟ ਖੇਤੀ ਕਰਾਈ ਜਾਊ। ਹਾਂ ਠੇਕੇ ਤੇ ਹੋਊਗੀ ਇਹ ਕਰਾਈ ਜਾਊਗੀ, ਇਹਦੇ 'ਚ ਇਨਵੈਸਟਮੈਂਟ ਹੋਊਗੀ। ਬਿਲਕੁਲ ਅੱਜ ਉਹ ਚੀਜ਼ ਹੁੰਦੀ ਹੈ। ਇਹਦਾ ਮਤਲਬ ਮੋਦੀ ਦੇ ਉੱਤੇ ਕੋਈ ਨਾ ਕੋਈ ਪਾਵਰ ਹੈ ਜੋ ਪਹਿਲਾਂ ਦੱਸ ਰਹੀ ਹੈ, ਪਹਿਲਾਂ ਕਰਾਉਂਦੀ ਹੈ, ਜਿਹੜੀ ਬਾਹਰੋਂ ਹੋ ਰਿਹਾ ਇਹਦਾ ਮਤਲਬ ਇੱਥੋਂ ਨਹੀਂ ਹੋ ਰਿਹਾ। ਬਿਲਕੁਲ ਤੇ ਇਸੇ ਕਰਕੇ ਕੋਈ ਵੀ ਸਰਕਾਰ ਮੈਨੂੰ ਨਹੀਂ ਲੱਗਦਾ ਵੀ ਜਦੋਂ ਸਰਕਾਰ ਹੁੰਦੀ ਹੈ ਇਹਦੇ ਹੁੰਦੇ ਆ ਲੋਕਾਂ ਦੀ ਮਾਂ-ਬਾਪ ਹੁੰਦੀ ਹੈ ਬਿਲਕੁਲ ਤੇ ਕੋਈ ਆਪਦਾ ਪੁੱਤ ਧੀ ਨੂੰ ਇੰਨਾ ਨਾਰਾਜ਼ ਕਰੂ ਤੇ ਉਹ ਸੜਕਾਂ ਤੇ ਬੈਠਾ ਤੇ ਆਪ ਘਰੇ ਬੈਠਾ ਸੌਂਦਾ। ਆਪਾਂ ਨੂੰ ਤਾਂ ਨਹੀਂ ਲੱਗਦਾ ਵੀ ਮੋਦੀ ਨੂੰ ਵੀ ਇਹ ਗੱਲ ਚੰਗੀ ਲੱਗਦੀ ਹੋਊ। ਤੇ ਇਹ ਤੋਂ ਐ ਸਿੱਧ ਹੁੰਦਾ ਵੀ ਉੱਤੇ ਪਾਵਰ ਹੈ ਕੋਈ ਜਿਹੜੀ ਮੋਦੀ ਨੂੰ ਕਰਨੀ ਹੁੰਦੀ। ਨਹੀਂ ਤੁਹਾਡੀ ਗੱਲ ਦੇ ਵਿੱਚੋਂ ਮੈਂ ਫੇਰ ਕੱਟਣੀ ਚਾਹੂੰਗਾ ਕਿ ਮੋਦੀ ਦੇ ਉੱਪਰ ਐਸੀ ਕਿਹੜੀ ਪਾਵਰ ਬੈਠੀ ਹੈ ਵੀ ਜਿਹੜਾ ਮੋਦੀ ਉਹਨਾਂ ਦੇ ਥੱਲੇ ਲੱਗ ਰਿਹਾ ਹੈਗਾ? ਕੀ ਮੋਦੀ ਕੋਲੇ ਕੋਈ ਇਦਾਂ ਦਾ ਹੈ ਨਹੀਂ ਸੋਲੂਸ਼ਨ ਵੀ ਉਹਨਾਂ ਨੂੰ ਟੁੱਟ ਕੇ ਜਵਾਬ ਦੇ ਦੇ ਵੀ ਮੈਂ ਆਪਣੇ ਦੇਸ਼ ਦੇ ਲੋਕ ਨਹੀਂ ਖਰਾਬ ਕਰਨੇ ਚਾਹੁੰਦਾ? ਦੇਖੋ ਜੀ, ਜੇ ਆਪਾਂ ਸੋਚੀਏ ਵੀ ਜੇ ਉਹ ਜਵਾਬ ਦਿੰਦੇ ਹੁੰਦੇ ਇਹ ਤਾਂ ਦੇ ਸਕਦੇ ਸੀ। ਮੋਦੀ ਸਾਹਿਬ ਨੂੰ ਆਪਾਂ ਕਰੜੇ ਫੈਸਲੇ ਲੈਣ 'ਚ ਮੰਨਦੇ ਹਾਂ ਵੀ ਕਰੜੇ ਫੈਸਲੇ ਲੈ ਲੈਂਦੇ ਆ। ਬਿਲਕੁਲ ਉਹ ਏਡਾ ਵੀ ਨਹੀਂ ਲੈ ਸਕਦੇ ਵੀ ਜੇ ਬਿੱਲ ਲਿਆਂਦਾ ਉਹਨੂੰ ਜਾਂ ਰੋਕ ਲਓ। ਜਿਵੇਂ ਹੁਣ ਅਕਾਲੀ ਦਲ ਆਖ ਰਿਹਾ ਵੀ ਅਸੀਂ ਆਖਿਆ ਸੀਗਾ ਵੀ ਜਿਹੜੀ ਸੰਸਦੀ ਕਮੇਟੀ ਆ ਉਹਦੇ ਕੋਲ ਲੈ ਜਾਓ ਬਿੱਲ ਨੂੰ, ਕਿਹੜਾ ਰੋਕ ਲਓ। ਇਹ ਰੋਕ ਵੀ ਨਹੀਂ ਰਹੇ ਵੀ ਇਹ ਚੀਜ਼ਾਂ ਦੇ ਪਿੱਛੇ ਕੋਈ ਨਾ ਕੋਈ ਪਾਵਰਾਂ ਹੋਰ ਹੈ ਜਿਹੜੀਆਂ ਕੰਮ ਕਰ ਰਹੀਆਂ। ਹੁਣ ਪਹਿਲਾਂ ਤਾਂ ਚਲੋ ਆਪਾਂ ਇਹਨਾਂ ਦੇ ਅਕਾਲੀ ਦਲ ਦੇ ਸੰਬੰਧ ਟੁੱਟਣ ਦੀ ਗੱਲ ਫਿਰ ਆ ਜਾਂਦੀ ਹੈ। ਤੁਸੀਂ ਆਪਾਂ ਉਹ ਗੱਲ ਵੀ ਵਿੱਚ ਰੱਖਣੀ ਹੈ ਵੀ ਜਦੋਂ ਇਹ ਉਹਦੇ ਤੋਂ ਕਹਿ ਰਹੇ ਹੈ ਵੀ ਅਸੀਂ ਤੋੜਾਂਗੇ ਸੰਬੰਧ ਤੋੜਾਂਗੇ, ਤੁਸੀਂ ਜਾਂ ਤਾਂ ਉਦੋਂ ਹੀ ਤੋੜੋ ਜਿਸ ਦਿਨ ਤੁਹਾਨੂੰ ਪਤਾ ਲੱਗ ਜਾਂਦਾ ਹੈ। ਤੁਹਾਨੂੰ ਮੰਨਦੇ ਨਹੀਂ, ਮੋਦੀ ਸਰਕਾਰ ਮੰਨਦੀ ਨਹੀਂ ਤੁਹਾਡੀ। ਤੁਸੀਂ ਉਹਦੇ ਮੀਡੀਆ 'ਚ ਆਉਂਦੇ ਹੋ, ਬਾਦਲ ਸਾਹਿਬ ਨੂੰ ਤੁਸੀਂ ਵੱਡੇ ਬਜ਼ੁਰਗਾਂ ਨੂੰ ਵੀ ਲਿਆਏ ਲਿਆ ਕੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਇਹ ਬਿੱਲ ਸਹੀ ਹੈ। ਬਿਲਕੁਲ ਉਹਨਾਂ ਤੋਂ ਵੀ ਜਿਹੜੀ ਹੈ ਇੱਕ ਵੀਡੀਓ ਕਲਿੱਪ ਸ਼ੇਅਰ ਕਰਵਾਇਆ ਗਿਆ, ਉਹ ਤੋਂ ਵੀ ਕਰਵਾਇਆ ਗਿਆ। ਤੁਸੀਂ ਉਦੋਂ ਉਹਨਾਂ ਤੋਂ ਕਹਿੰਦੇ ਵੀ ਭਾਈ ਦੇਖੋ ਇਹਦੇ ਬਾਰੇ ਅਸੀਂ ਗਾਹਾਂ ਸਰਕਾਰ ਕੋਲੇ ਪੱਖ ਰੱਖ ਰਹੇ ਹਾਂ ਕਿਸਾਨਾਂ ਦਾ। ਜੇ ਤਾਂ ਸਰਕਾਰ ਮੰਨਦੀ ਆ ਗੱਲਾਂ ਇਹਦਾ ਮਤਲਬ ਜ਼ਿਆਦਾ ਤੁਹਾਨੂੰ ਪਤਾ ਨਹੀਂ ਵੀ ਇਹਦੇ ਬਾਰੇ ਵੀ ਬਿੱਲ ਬਾਰੇ ਪਤਾ ਹੀ ਨਹੀਂ ਸੀ ਤੁਹਾਨੂੰ ਵੀ ਇਹ ਚੀਜ਼ ਹੋ ਜੂ, ਤੁਹਾਨੂੰ ਉਹਲੇ 'ਚ ਰੱਖਿਆ ਗਿਆ ਜਾਂ ਤੁਸੀਂ ਜਾਣਬੁੱਝ ਕੇ ਕਰਦੇ ਹੋ। ਐਡਾ ਜਾਣਬੁੱਝ ਕੇ ਤਾਂ ਨਹੀਂ, ਬਿੱਲ ਦਾ ਤਾਂ ਨਹੀਂ ਪਤਾ। ਇਹ ਤਾਂ ਨਹੀਂ ਹੈ ਗੱਲ ਵੀ ਬਿੱਲ ਦਾ ਨਾਂ ਪਤਾ। ਹਾਂਜੀ ਬਿਲਕੁਲ ਬਿੱਲ ਦਾ ਪਤਾ ਹੋਊਗਾ, ਬਿੱਲ ਦਾ ਪਤਾ ਹੋਊਗਾ। ਫਿਰ ਤੁਸੀਂ ਉਹਦੇ ਬੰਨੀ ਇੰਨਾ ਸਟੈਂਡ ਲੈਂਦੇ ਹੋ। ਤੁਸੀਂ ਠੀਕ ਹੈ ਰੱਖਦੇ, ਤੁਹਾਨੂੰ ਪਤਾ ਨਾ ਹੁੰਦਾ ਅੰਦਰ ਕੋਲ ਗੱਲ ਰੱਖਦੇ, ਜਾਂ ਤੁਸੀਂ ਮੀਡੀਆ 'ਚ ਵੀ ਆ ਕੇ ਕਹਿ ਸਕਦੇ ਵੀ 1-2 ਗੱਲਾਂ ਤੇ ਸਾਡੇ ਵਿਚਾਰਕ ਮਤਭੇਦ ਹੈ, ਉਹ ਜਦੋਂ ਸਿੱਧ ਹੋਏ ਫਿਰ ਬਿੱਲ ਇਹ ਸਹੀ ਹੋਊਗਾ, ਉਹਨਾਂ ਚਿਰ ਅਸੀਂ ਨਹੀਂ। ਤੁਸੀਂ ਕਲੀਅਰ ਤਾਂ ਕਰੋ ਨਾ, ਕਲੀਅਰ ਕਰੋ। ਠੀਕ ਹੈ, ਲੋਕਾਂ ਕੋਲੇ ਗੱਲ ਇਹਨਾਂ ਨੇ ਕਲੀਅਰ ਕਿਤੇ ਨਹੀਂ ਕਰੀ। ਬਾਅਦ 'ਚ ਜਦੋਂ ਕਿਸਾਨਾਂ ਨੇ ਧਰਨੇ ਲਾ ਲਏ ਇਹਨਾਂ ਤੇ ਦਬਾਅ ਬਣਿਆ ਕਿਸਾਨਾਂ ਨੇ ਬਾਦਲ ਪਿੰਡ ਜਾ ਕੇ ਧਰਨਾ ਲਾ ਲਿਆ ਜਿਹੜਾ ਤੇ ਇੱਕ ਪਿੰਡ ਬੋਰਡ ਲੱਗਣ ਲੱਗ ਗਏ ਵੀ ਜਿਹੜਾ ਇਹਦਾ ਸਮਰਥਨ ਕਰੂਗਾ ਉਹਨੂੰ ਪਿੰਡਾਂ 'ਚ ਨਹੀਂ ਵੜਨਾ। MP MLA ਕਿਸੇ ਪਾਰਟੀ ਦਾ ਉਹਨਾਂ ਨੂੰ ਵੜਨ ਨਹੀਂ ਦੇਣਾ। ਇਹਨਾਂ ਨੇ ਉੱਥੋਂ ਫਿਰ ਇਹਨਾਂ ਨੇ ਆਖਿਆ ਵੀ ਆਪਾਂ ਕਿਹੜੇ ਲੋਟ ਵੜ ਗਏ ਪਿੰਡਾਂ 'ਚ ਜਾ ਕੇ। ਬਿਲਕੁਲ ਇਹਨਾਂ ਨੇ ਉੱਥੋਂ ਅਸਤੀਫਾ ਦਿੱਤਾ। ਬਿਲਕੁਲ ਜੀ। ਨਹੀਂ ਉਹਨਾਂ ਚਿਰ ਇਹ ਕਿਉਂ ਦਿੰਦੇ ਸੀਗੇ ਕਿਤੇ ਵੀ ਚੀਜ਼ ਦਾ ਦੇਖ ਕੇ ਵੀ ਯਾਰ ਆਪਣਾ ਤਾਂ ਕੰਮ ਪਹਿਲਾਂ ਇਹਨਾਂ ਦਾ ਇਰਾਦਾ ਸੀਗਾ ਵੀ ਆਪਾਂ ਕਹਿ ਦਿਆਂਗੇ ਯਾਰ ਉਦੋਂ ਗੈਰ ਹਾਜ਼ਰ ਹੋ ਜਾਾਂਗੇ। ਜਿਵੇਂ ਅਕਾਲੀ ਦਲ ਪਰ ਸ਼ੁਰੂ ਤੋਂ ਇਹਨਾਂ ਦਾ ਜ਼ਿਆਦਾ ਇਹੀ ਹੋਇਆ ਹੈ ਵੀ ਇਹ ਜਿਹੜੀ ਚੀਜ਼ ਤੇ ਨਹੀਂ ਸਹਿਮਤ ਜੀ ਨਾ ਤਾਂ ਦੋਨੇ ਪਾਸੇ ਲੱਤ ਰੱਖ ਜਾਂਦੇ ਆ ਵੀ ਉੱਥੇ ਜਾਂਦੇ ਨਹੀਂ। ਠੀਕ ਹੈ ਜੀ, ਵੀ ਆਪਾਂ ਕਹਿ ਦਿਆਂਗੇ ਵੀ ਅਸੀਂ ਤਾਂ ਉੱਥੇ ਹੈ ਹੀ ਨਹੀਂ ਸੀ, ਅਸੀਂ ਵੋਟ ਨਾ ਹੱਕ 'ਚ ਪਾਈ ਨਾ ਵਿਰੋਧ 'ਚ ਪਾਈ। ਉਹ ਜਦੋਂ ਇਹਨਾਂ ਦਾ ਕਿਸਾਨ ਯੂਨੀਅਨਾਂ ਨੇ ਇਹ ਕਹਿਤਾ ਕਿਸਾਨਾਂ ਨੇ ਵੀ ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣਾ, ਵੀ ਜਿਹੜਾ ਵਿਰੋਧ 'ਚ ਹੈ
ਉਹਨਾਂ ਦੇ ਬਿੱਲ ਦੇ ਵਿਰੋਧ 'ਚ ਹੈ, ਹੂੰ। ਜਾਂ ਜਿਹੜਾ ਨਹੀਂ ਵੋਟ ਪਾਉਂਦਾ ਬਿਲਕੁਲ, ਜਾਂ ਪੱਖ ਜਾਂ ਚ ਕੁਝ ਵਿਰੋਧ ਚ ਬੋਲਦੇ ਨਹੀਂ ਹੈ। ਹਾਂ। ਬਿਲਕੁਲ। ਉਹਨਾਂ ਨੂੰ ਇਹਨਾਂ ਨੂੰ ਉਹ ਬੇਬਸੀ ਕਾਰਨ ਇਹਨਾਂ ਨੇ ਅਸਤੀਫਾ ਦੇਣ ਦੀ ਸੋਚੀ। ਹੂੰ ਵਿੱਚ ਲੋਕ ਇਹ ਕਹਿ ਰਹੇ ਆ ਵੀ ਇਹ ਮੋਦੀ ਨਾਲ ਬੀਜੇਪੀ ਨਾਲ ਰਲ ਕੇ, ਹੂੰ ਇਹਨਾਂ ਦਾ ਪਹਿਲਾਂ ਤੋਂ ਇਹ ਚੀਜ਼ ਦਾ ਚੱਲ ਰਿਹਾ ਸੀ ਵੀ ਪਹਿਲਾਂ ਆਪਾਂ ਕੁਛ ਤਾਂ ਬੰਦੇ ਇਹ ਕਹਿ ਰਹੇ ਵੀ ਢੀਂਡਸੇ ਹੋਰਾਂ ਨੂੰ ਅਲੱਗ ਕੱਢ ਕੇ ਹੂੰ ਵੀ ਜੇ ਤਾਂ ਇਹ ਅਕਾਲੀ ਦਲ ਬਾਦਲ ਸਾਹਿਬ ਆਦੇ ਕਿ ਵੀ ਜੇ ਆਪਾਂ ਸੁਖਬੀਰ ਨੂੰ ਮੰਨ ਲਓ ਪ੍ਰਧਾਨ ਹਟਾਤਾ, ਹੂੰ ਅਕਾਲੀ ਦਲ ਦੀ ਇਮੇਜ ਫੇਰ ਵੀ ਨਹੀਂ ਲੋਟ ਆਉਣੀ। ਹੂੰ ਜ਼ਿਆਦਾ ਹੀ ਵਿਗੜ ਰਹੀ ਹੈ ਲੋਕਾਂ ਦੇ ਮਨਾਂ 'ਚ ਨਾ ਵੀ ਤੁਸੀਂ ਕਿਉਂ ਨਾ ਵੱਖਰਾ ਹੋ ਜਾਓ। ਬਿਲਕੁਲ ਜੀ, ਬਿਲਕੁਲ। ਉਹ ਢੀਂਡਸੇ ਹੋਰਾਂ ਵਾਲਾ ਦਲ ਇੱਕ ਵੱਖਰਾ ਹੋਇਆ। ਹੂੰ ਹੁਣ ਇਹ ਚਰਚਾ ਚੱਲ ਰਹੀ ਹੈ ਵੀ ਜਿਹੜੇ ਇਹ ਢੀਂਡਸੇ ਹੋਰੀ ਹੈ ਕੋਸੇ 'ਚੋਂ ਅਕਾਲੀ ਦਲ 'ਚੋਂ ਹੋਰ ਵਗ ਜਾਣਗੇ ਉੱਧਰ ਜਾ ਕੇ ਉਹ ਸੰਧੀ ਕਰਨਗੇ। ਨਹੀਂ, ਹੁਣ ਤੁਹਾਡੇ ਕਹਿਣ ਦਾ ਭਾਵ ਜਿਹੜਾ ਢੀਂਡਸਾ ਗਰੁੱਪ ਹੈ ਉਹ ਵੀ ਇਹਨਾਂ ਦਾ ਹੀ ਗਰੁੱਪ ਹੈ। ਇਹਨਾਂ ਦਾ ਹੀ ਹੈ ਜੀ, ਬਿਲਕੁਲ। ਇਹਦੀ ਠੀਕ ਹੈ। ਤਾਂ ਕੋਈ ਔਸਾਈ ਗੱਲ ਹੀ ਨਹੀਂ। ਦੇਖੋ ਜਿਹੜੇ ਬੰਦੇ ਨੇ ਸਾਰੀ ਉਮਰ ਹੂੰ ਇਧਰੋਂ ਸੱਤਾ ਦਾ ਰਸ ਭੋਗਿਆ, ਹੂੰ ਫਿਰ ਹਾਲਾਂਕਿ ਢੀਂਡਸਾ ਵੱਖ ਹੋ ਗਏ, ਪਰਮਿੰਦਰ ਢੀਂਡਸਾ ਇੱਧਰ ਹੈ, ਫਿਰ ਕਦੇ ਉਹ ਹੋ ਜਾਂਦੇ ਆ ਉੱਥੇ। ਇੱਕ ਹੋਰ ਗੱਲ, ਸੰਗਰੂਰ ਏਰੀਏ 'ਚ ਤੇ ਇਹਨਾਂ ਨੇ ਹਜੇ ਤੱਕ ਆਪਦੇ ਜਿਹੜੇ ਹਲਕਾ ਇੰਚਾਰਜ ਜਿਹੜਾ ਇਹ ਉਹਦੀ ਲਾਉਂਦੇ ਹੁੰਦੇ ਜਾਂ ਉਹ ਨਹੀਂ ਲਾਏ। ਹੂੰ ਕਿਤੇ ਨਾ ਕਿਤੇ ਤਾਂ ਇਹਨਾਂ ਚੀਜ਼ਾਂ ਦੀ ਗੱਲ ਮਤਲਬ ਇਹਨਾਂ ਨੂੰ ਸ਼ੱਕ ਦੀ ਆਉਂਦੀ ਸੂਈ ਹੈ ਜਿਹੜੀ ਉਹ ਸ਼ੱਕ ਦੀ ਸਾਹਮਣੇ ਸੂਈ ਆਉਂਦੀ ਹੈ। ਆਉਂਦੀ ਹੈ ਸਾਹਮਣੇ। ਇਹਨਾਂ ਦੀ ਇਹ ਵੀ ਆਉਂਦੀ ਹੈ ਵੀ ਜਿਹੜਾ ਉੱਥੋਂ ਬੀਜੇਪੀ ਨਾਲ ਹੁਣ ਹੋ ਸਕਦਾ ਢੀਂਡਸੇ ਹੋਰੀ ਨਾਲ ਰਲ ਕੇ ਲੜ ਪੈਣ, ਹੂੰ ਜਾਂ ਹੋ ਸਕਦਾ ਇਹ ਤਿੰਨੀ ਅੱਡ ਲੜ ਪੈਣ ਹੂੰ ਬਾਅਦ ਚ, ਬਾਅਦ 'ਚ ਇਕੱਠੇ ਹੋ ਜਾਣਾ। ਬਾਅਦ ਚ ਇਕੱਠੇ ਹੋ ਜਾਣਾ। ਹੂੰ। ਜਿਵੇਂ ਇੱਥੇ ਹੁਣ ਹਰਿਆਣੇ 'ਚ ਹੋਇਆ ਹੈ। ਹਾਂਜੀ ਹਾਂਜੀ, ਬਿਲਕੁਲ। ਹਰਿਆਣੇ 'ਚ ਅਕਾਲੀ ਦਲ ਅਲੱਗ ਲੜਿਆ ਤੇ ਉਹਨਾਂ ਦਾ ਬੰਦੇ ਨੂੰ ਇਹਨਾਂ ਨੇ ਟਿਕਟ ਦੇਤੀ ਆਪਦੇ ਚਿਰ ਲਾ ਕੇ, ਬਿਲਕੁਲ। ਤੇ ਉਹਨਾਂ ਦੇ ਐਮਐਲਏ ਨੂੰ ਉਹਨਾਂ ਨੇ ਟਿਕਟ ਦੇਤੀ ਹੂੰ 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 ਤੇ ਕਾਲਿਆਂ ਵਾਲੀ ਸੀਟ ਤੇ ਆਪਣੇ ਦੇਖ। ਬਿਲਕੁਲ ਬਿਲਕੁਲ ਹੋਇਆ। ਤੇ ਬਾਅਦ ਚ ਇਹਨਾਂ ਨੇ ਜਦੋਂ ਜੇਜੀਪੀ ਨਾਲ ਬਾਦਲ ਸਾਹਿਬ ਨੇ ਸੰਨ ਚ ਪੈ ਕੇ ਸਮਝੌਤਾ ਕਰਾ ਕੇ ਸਰਕਾਰ ਬਣਾਈ। ਹੂੰ। ਬਿਲਕੁਲ ਜੀ, ਬਿਲਕੁਲ। ਜਿਹੜਾ ਅੱਜ ਦੁਸ਼ੰਦ ਚਟਾਲਾ ਜਾਂ ਚਟਾਲਾ ਪਰਿਵਾਰ ਹੈ, ਅੱਜ ਬਾਦਲ ਸਾਹਿਬ ਤੋਂ ਬਾਹਰ ਉਹ ਅੱਜ ਵੀ ਨਹੀਂ। ਹੂੰ ਜੇ ਇਹ ਤੋ ਆਪਾਂ ਗੱਲ ਇੱਕ ਵਾਰੀ ਪੰਜਾਬ ਦੀ ਕਰੀਏ। ਹੂੰ। ਪੰਜਾਬ ਸਰਕਾਰ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਉਹਦਾ ਕੀ ਰੋਲ ਰਿਹਾ ਇਹਨਾਂ ਬਿੱਲਾਂ ਦੇ ਸੰਬੰਧ ਦੇ ਵਿੱਚ, ਇਹਨਾਂ ਨੂੰ ਪਾਸ ਕਰਵਾਉਣ ਦੇ ਵਿੱਚ ਜਾਂ ਇਹਨਾਂ ਨੂੰ ਰੋਕਣ ਦੇ ਵਿੱਚ? ਦੇਖੋ ਜੀ, ਜਿੰਨੀ ਕੁ ਆਪਣੇ ਕੋਲੇ ਮੀਡੀਆ ਰਾਹੀਂ ਪਹੁੰਚਦੀ ਹੈ ਗੱਲ, ਜੀ, ਜਾਂ ਆਪਣੇ ਕੋਈ ਸੋਰਸ ਹੁੰਦੇ ਆ ਜਾਂ ਪਿੰਡਾਂ 'ਚ ਜਿਵੇਂ ਆਮ ਉਹ ਬਿਲਕੁਲ ਹੁੰਦਾ ਹੈ, ਬਿਲਕੁਲ ਬਿਲਕੁਲ। ਉਹਦੇ ਰਾਹੀਂ ਤਾਂ ਇਹੀ ਹੈ ਵੀ ਇੱਕ ਤਾਂ ਦੇਖੋ ਜਿਹੜਾ ਕਾਂਗਰਸ ਸੀ ਇਹਨਾਂ ਦਾ 19 ਚ ਦਾ ਏਜੰਡੇ 'ਚ ਸੀ, ਹੂੰ। ਇੰਟਰਨੈਸ਼ਨਲ ਪੱਧਰ ਦੇ ਉਸ 'ਚ ਬਿਲਕੁਲ। ਸੀਗਾ ਇਹਨਾਂ ਨੇ ਵੀ ਅਸੀਂ ਆਹ ਬਿੱਲ ਲਿਆਵਾਂਗੇ, ਕੰਟਰੈਕਟ ਖੇਤੀ ਕਰਾਵਾਂਗੇ ਅਸੀਂ, ਤੇ ਇਹ ਥਾਂ ਥਾਂ ਉਹ ਬਣਨਗੇ ਵੱਡੇ ਮੌਲ। ਹੂੰ ਤੇ ਇੱਕ ਇਹ ਉਹਨਾਂ ਦੇ ਮੰਤਰੀ ਨੇ ਵੀ ਆਪਣੇ ਨੇ ਕਹਿਤਾ, ਕੇਂਦਰੀ ਨੇ ਵੀ ਭਾਈ ਇਹ ਕੈਪਟਨ ਸਾਹਿਬ ਨੇ ਵੀ ਸਾਈਨ ਕਰੇ ਆ। ਹੂੰ ਉਦੋਂ ਦੇ ਤਾਂ ਇਹ ਵੀ ਨਹੀਂ ਬੋਲੇ, ਨਾ ਹੀ ਅਕਾਲੀ ਦਲ ਬੋਲਿਆ ਹੂੰ ਵੀ ਭਾਈ ਕੈਪਟਨ ਵੀ ਸਾਈਨ ਕਰਕੇ ਗਿਆ। ਤੇ ਬਿਲਕੁਲ ਉਸ ਦਿਨ ਮੌਕਾ ਸੀ ਅਕਾਲੀ ਦਲ ਜੇ ਸੱਚਮੁੱਚ ਸੱਚਾ ਹੁੰਦਾ, ਹੂੰ ਜਦੋਂ ਕੈਪਟਨ ਨੇ ਸਾਈਨ ਕਰੇ ਸੀ ਉਦੋਂ ਅਸਤੀਫਾ ਦੇ ਕੇ ਕਹਿੰਦੇ ਵੀ ਭਾਈ ਕੈਪਟਨ ਤਾਂ ਦੇਖੋ ਗਦਾਰੀ ਕਰ ਗਿਆ, ਹੂੰ ਅਸੀਂ ਤਾਂ ਫਿਰ ਵੀ ਕਿਸਾਨਾਂ ਨਾਲ ਖੜੇ ਆ। ਹੂੰ ਹੋ ਸਕਦਾ ਇਹ ਕੁਛ ਨਾ ਕੁਛ ਫਰਕ ਪੈਂਦਾ। ਬਿਲਕੁਲ ਜੀ, ਬਿਲਕੁਲ। ਉਹਨਾਂ ਦੀ ਅੱਜ ਆਦੇ ਹੁੰਦੇ ਕੱਦ ਤੇ ਉਹ ਉੱਚਾ ਹੋਣਾ ਸੀ ਹਰਸਿਮਰਤ ਕੌਰ ਦਾ ਇਦੋਂ, ਬਿਲਕੁਲ ਹੋਣਾ ਸੀ। ਤੇ ਕਿਸਾਨਾਂ ਦੇ ਬਿਲਕੁਲ ਜੀ, ਨਾਲ ਖੜੇ ਹਾਂ ਵੀ ਸੋਹਣੇ ਬਿਲਕੁਲ ਲੱਗਦੇ ਹੋਣਾ ਸੀ, ਬਿਲਕੁਲ ਹੋਣਾ ਸੀ। ਤੇ ਜਿੱਥੋਂ ਤੱਕ ਰਹੀ ਗੱਲ, ਆਪਾਂ ਹੁਣ ਉਹ ਤੁਸੀਂ ਕਰਿਆ ਸੀ ਬਿੱਲਾਂ ਦੀ ਗੱਲ, ਹੂੰ ਬਿੱਲਾਂ 'ਚ ਇੱਕ ਤਾਂ ਜਿਹੜਾ ਇਹਨਾਂ ਨੇ ਪਾਇਆ ਕੰਟਰੈਕਟ ਖੇਤੀ 'ਚ ਵੀ ਇਹ ਕਦੋਂ ਵੀ ਵਪਾਰੀ ਕੈਂਸਲ ਕਰ ਸਕਦਾ। ਹੂੰ ਅੱਜ ਕੰਟਰੈਕਟ ਕਰ ਰਿਹਾ ਤੁਹਾਡੇ ਨਾਲ, ਗਾਹਾਂ ਜਾ ਕੇ ਉਹਨੇ ਕਹਿਤਾ ਵੀ ਇਹਦੇ 'ਚ ਮੰਨ ਲਓ ਵੀ ਸਹੀ ਨਹੀਂ, ਹੂੰ ਕੋਈ ਸਬਜ਼ੀ ਲਾ ਲਈ, ਆਲੂ ਲਾ ਲਿਆ, ਮੰਨ ਲਾ ਛੋਟਾ ਵੱਡਾ ਹੋ ਗਿਆ, ਹੂੰ ਉਹ ਆਦੇ ਹੁੰਦੇ ਉਹ ਜਤਿੰਦਰ ਪੰਨੂ ਵੀ ਆਦੇ ਸੀ ਵੀ ਜੇ ਗੋਲ ਆਏ ਤਾਂ ਨਹੀਂ ਹੁਣ ਧਰਤੀ 'ਚ ਇਹ ਤਾਂ ਹੈ ਨਹੀਂ, ਕਹਿ ਨਹੀਂ ਸਕਦੇ ਆਪਾਂ ਵੀ ਗੋਲ ਹੀ ਕਹੂਗਾ, ਬਿਲਕੁਲ ਬਿਲਕੁਲ ਹੈ ਜਾਂ ਮੂਲੀ ਆ ਵੀ ਉਹ ਸਿੱਧੀ ਹੋਊਗੀ। ਬਿਲਕੁਲ ਜੀ, ਬਿਲਕੁਲ। ਹਾਂ, ਉਹ ਦਸਾਂਗੜ ਵੀ ਹੋ ਸਕਦੀ ਹੈ, ਉਹ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਜੀ। ਜੇ ਉਹਨੇ ਆਖਿਆ ਵੀ ਰੇਟ ਆਪਾਂ ਸਹੀ ਲੈਣਾ ਹੈ, ਹੂੰ ਉਹਦੇ ਤੇ ਉਹ ਵਪਾਰੀ ਨੂੰ ਆਖੂ ਵੀ ਜਾਂ ਕੰਪਨੀ ਨੂੰ ਵੀ ਮੈਨੂੰ ਤਾਂ ਰੇਟ ਸਹੀ ਦਿਓ, 3 ਦਿਨਾਂ 'ਚ ਮੈਨੂੰ ਭਾਈ ਮਾਲ ਮੇਰਾ ਚੱਕੋ ਤੇ 3 ਦਿਨਾਂ 'ਚ ਪੇਮੈਂਟ ਹੋਣੀ ਚਾਹੀਦੀ ਹੈ। ਹੂੰ ਉਹ ਕਹਿੰਦੇ ਜੀ ਸਾਡੇ ਤਾਂ ਫਿੱਟ ਨਹੀਂ। ਬਿਲਕੁਲ ਜੀ। ਇਹਨਾਂ ਨੇ ਇੱਕ ਗੱਲ ਪਾਤੀ ਇਹਦੇ 'ਚ ਵੀ ਤੀਜੀ ਧਿਰ ਜਿਹੜੀ ਉਹਦੀ ਗ੍ਰੇਡਿੰਗ ਕਰੂਗੀ, ਹੂੰ ਉਹ ਦੇਖੂਗੀ ਵੀ ਸਹੀ ਹੈ ਮਾਲ ਕਿ ਨਹੀਂ। ਤੀਜੀ ਧਿਰ ਕੌਣ ਹੋਊ? ਉਹ ਕੋਈ ਇੱਥੇ ਟਰੰਪ ਤਾਂ ਆਉਂਦਾ ਨਹੀਂ, ਹੂੰ ਬਿਲਕੁਲ। ਇਹ ਆਪਣੇ ਵਾਲੇ ਸਿਸਟਮ 'ਚੋਂ ਬੰਦੇ ਹੋਣਗੇ, ਇਹਦੇ ਵਿੱਚੋਂ ਨਿਕਲਣਗੇ ਤੇ ਬੰਦੇ। ਉਹ ਦੱਸੋ ਤੁਸੀਂ ਅੱਜ ਤੱਕ ਕੀ ਫੈਸਲੇ ਹੁੰਦੇ ਆ, ਵਪਾਰੀ ਦੀ ਕਰਾਉਣਗੇ ਕਿ ਉਹ ਜ਼ਿਮੀਂਦਾਰ ਦੀ ਕਰਾਉਣਗੇ? ਹੂੰ ਇੱਕ ਆਪਣੇ ਗੰਨਾ ਹੈ, ਹੂੰ ਹਾਂਜੀ ਹਾਂਜੀ, ਸ਼ੂਗਰ ਮਿੱਲਾਂ ਨਾਲ ਉਹ ਵੀ ਕੰਟਰੈਕਟ ਖੇਤੀ ਹੁੰਦੀ ਹੈ, ਬਿਲਕੁਲ। ਉਹ ਬੀਜ ਵੀ ਦਿੰਦੇ ਆ, ਸਾਰਾ ਕੁਝ ਦਿੰਦੇ ਆ, ਬਜਾਉਂਦੇ ਆ ਵੀ ਆਹ ਰੇਟ ਚੱਕਾਂਗੇ ਅਸੀਂ ਇੰਨੀ ਤਰੀਕ ਨੂੰ, ਇੰਨੇ ਸਮੇਂ ਵਾਸਤੇ ਤੁਹਾਡੇ ਨਾਲ ਇੰਨੇ contact ਕਰਦੇ ਆ। ਹਾਂ ਇੰਨੇ ਸਮੇਂ 'ਚ ਤੁਹਾਡੀ ਇਹ ਤੁਲਾਈ ਹੋ ਜੂ, ਹੂੰ। ਇੰਨੇ ਚਿਰ ਬਾਅਦ ਤੁਹਾਨੂੰ ਪੈਸੇ ਮਿਲ ਜਾਣਗੇ। ਬਿਲਕੁਲ। ਉਹ ਆਪਾਂ ਦੇਖ ਹੀ ਰਹੇ ਹਾਂ, 2-2 ਸਾਲ ਪੈਸੇ ਨਹੀਂ ਮਿਲਦੇ। ਹੂੰ ਉੱਥੇ ਫਿਰ ਇਹ ਕੀ ਹੋਊਗਾ? ਉਹਦੇ 'ਚ ਹਜੇ ਕੋਰਟ ਜਾਣ ਦਾ ਰਸਤਾ ਹੈ। ਬਿਲਕੁਲ।
ਇਹਦੇ 'ਚ ਤਾਂ ਇਹਨਾਂ ਇਹਦੇ 'ਚ ਕੋਰਟ ਦਾ ਖਾਤਮਾ ਕੋਰਟ ਦਾ ਕੀਤਾ। ਰਸਤਾ ਜਿਹੜਾ ਸਭ ਤੋਂ ਵੱਡੀ ਗੱਲ ਬਲੌਕ ਇਹ ਕੀਤਾ ਹੋਇਆ ਹੈ ਬਿਲਕੁਲ। ਹਾਂ ਉਹ ਕਰਤਾ। ਇੱਕ ਜਮਾਖੋਰੀ ਅਨਲਿਮਟਿਡ ਕਰਤੀ ਇਹ 'ਚ ਹਾਂਜੀ ਹਾਂਜੀ ਵੀ ਜਿਹੜਾ ਕੋਈ ਵੀ ਵਪਾਰੀ ਜਾਂ ਕੰਪਨੀ ਅਨਲਿਮਟਿਡ ਜਮ੍ਹਾਂ ਕਰ ਸਕਦਾ ਹੈ ਅਨਾਜ। ਮੰਨ ਲਓ ਸਾਰੇ ਪੰਜਾਬ ਦਾ ਇੱਕ ਬੰਦਾ ਵੀ ਖਰੀਦ ਇੱਕ ਬੰਦਾ ਸਕਦਾ, ਖਰੀਦ ਸਕਦਾ ਬਿਲਕੁਲ ਜੀ। ਉਹਦੇ ਤੇ ਕੋਈ ਨਹੀਂ ਅੱਗੇ ਹੁੰਦਾ ਵੀ ਜੋ ਰੇਟ ਵੱਧਦੇ ਕਿਸੇ ਚੀਜ਼ ਦੇ ਉਹਦੇ ਗਦਾਮਾਂ ਤੇ ਛਾਪੇ ਵੱਜਦੇ ਤੇ ਉਹ ਭਾਈ ਅਗਲਾ ਕੱਢਦਾ, ਵਪਾਰੀ ਕੋਈ ਕੁਛ ਨਾ ਕੁਛ ਰੇਟ ਸੀਮਤ ਹੋ ਜਾਂਦਾ। ਹੁਣ ਇਹ ਫਿਰ ਕੀ ਕਰਨਗੇ? ਇੱਕ ਵਪਾਰੀ ਕੋਲੇ ਮੰਨ ਲਓ ਉਹਨੇ ਸਾਰੇ ਪੰਜਾਬ ਦੀ ਖਰੀਦ ਲਈ, ਤੁਸੀਂ ਨਾ ਬੜਾ ਜਿਵੇਂ ਸਬਜ਼ੀ ਲਾ ਲਓ ਕੋਈ ਜਾਂ ਚੱਲ ਕਣਕ ਹੀ ਲਾ ਲਓ, ਖਰੀਦ ਕੇ ਤੇ ਹੁਣ ਇਹ ਤਾਂ ਰੋਜ਼ ਦੀ ਰੋਜ਼ ਚੀਜ਼ ਚੱਲਦੀ ਹੈ, ਰੋਜ਼ ਖਾਣੀ ਹੈ ਬੰਦੇ ਨੇ। ਬਿਲਕੁਲ। ਉਹਨੇ ਬੰਦ ਕਰਤੀ 5 ਦਿਨ, ਹਾਂਜੀ ਬੰਦ ਕਰਤੀ। ਉਹਦੇ ਤੇ ਕਿਹੜਾ ਕੋਈ ਇਹ ਤੁਸੀਂ ਉੱਤੇ ਕੋਈ ਛਾਪਾ ਕੋਈ ਮਾਰ ਇਤਰਾਜ਼ ਲਓਗੇ? ਨਹੀਂ ਤੇ ਕੋਈ ਛਾਪਾ ਨਹੀਂਗਾ। ਜੋ ਤੁਸੀਂ ਉਹਨਾਂ ਨੂੰ ਲਾਇਸੈਂਸ ਹੀ ਦੇਤਾ ਵੀ ਰੱਖ ਸਕਦੇ ਹੋ, ਭਈ ਉਹ ਆਖੋ ਮੈਂ ਤਾਂ ਨਹੀਂ ਵੇਚਣੀ ਹਜੇ, ਮੈਂ ਹੋਰ ਮਹਿੰਗੀ ਕਰਕੇ ਵੇਚੂੰ। ਬਿਲਕੁਲ। ਇੱਕ ਵਪਾਰੀ ਦਾ ਕਿਸੇ ਵੀ ਚੀਜ਼ ਦਾ ਆਪਣੇ ਲਿਮਟ ਹੁੰਦੀ ਹੈ ਵੀ ਤੁਸੀਂ ਇਹਦੇ ਤੇ 10% ਮੁਨਾਫਾ ਲੈ ਸਕਦੇ ਹੋ ਜਾਂ 5% ਮੁਨਾਫਾ ਲੈ ਸਕਦੇ ਹੋ ਬਿਲਕੁਲ। ਉਹ ਜਾਇਜ਼ ਵੀ ਹੈ। ਹਾਂ ਜਾਇਜ਼ ਵੀ ਹੈ। ਉਹਦੇ ਤੇ ਕੋਈ ਮੁਨਾਫਾ ਨਹੀਂ। ਜ਼ਿਮੀਂਦਾਰ ਤੋਂ ਮੰਨ ਲਓ ਉਹੀ ਚੀਜ਼ 15 ਰੁਪਏ ਖਰੀਦੀ ਤੇ ਵਪਾਰੀ ਚਾਹੇ 200 ਨੂੰ ਵੇਚ ਦੇ, ਬਿਲਕੁਲ। ਉਹਦਾ ਕੋਈ ਰੇਟ ਫਿਕਸ ਨਹੀਂ ਹੈ, ਉਹਦਾ ਕੋਈ ਰੇਟ ਫਿਕਸ ਨਹੀਂ। ਉਹਦੇ ਨਾਲ ਜ਼ਿਮੀਂਦਾਰ ਤੇ ਕਿੰਨਾ ਨੁਕਸਾਨ ਹੋਊਗਾ। ਜ਼ਿਮੀਂਦਾਰ ਦੇ ਨਾਲ ਦੂਜਾ ਜ਼ਿਮੀਂਦਾਰ ਦੀ ਚੀਜ਼ ਜ਼ਿਮੀਂਦਾਰ ਨੂੰ ਦੇਣ ਵਾਸਤੇ ਬਹੁਤ ਮਹਿੰਗੀ ਉਹਨੂੰ ਲੈਣੀ ਪਊਗੀ। ਹਾਂ ਆਮ ਦਿਹਾੜੀਦਾਰ ਲਾ ਲਓ, ਨੌਕਰੀ ਪੇਸ਼ਾ ਬੰਦਾ, ਹਰੇਕ ਬੰਦਾ ਚੀਜ਼ ਮੁੱਲ ਲੈ ਕੇ ਖਾਂਦਾ ਹੈ ਤੇ ਉਹ ਕਿੱਥੋਂ ਉਹ ਕਰੂਗਾ। ਇੱਕ ਇਹ ਬਿੱਲ ਇਹਨਾਂ ਨੇ ਚੌਥਾ ਬਿੱਲ ਹੋਰ ਤਿਆਰ ਨਾਲ ਕਰ ਰੱਖਿਆ, ਜਿਹੜਾ ਕਰਤਾ ਇਹਨਾਂ ਨੇ ਵੀ ਜਿਹੜੀ ਲੇਬਰ ਹੈ ਅੱਗੇ ਸੀ ਵੀ 99 ਬੰਦਿਆਂ ਤੋਂ ਥੱਲੇ ਜੇ ਤੁਹਾਡੇ ਫੈਕਟਰੀ 'ਚ ਜਾਂ ਕਿਤੇ ਕੰਪਨੀ 'ਚ ਕੰਮ ਕਰਦਾ ਹੈ ਉਹਨੂੰ ਬਿਨਾਂ ਨੋਟਿਸ ਦਿੱਤੇ ਤੋਂ ਤੁਸੀਂ ਕੱਢ ਸਕਦੇ ਹੋ। ਬਿਲਕੁਲ ਜੀ। ਹਾਂ ਪਹਿਲਾਂ ਸੀਗਾ। ਹੁਣ ਇਹਨਾਂ ਨੇ ਉਹ 399 ਕਰਤੇ। 299 ਠੀਕ ਹੈ। 299 ਕਰਤੇ ਵੀ 300 ਬੰਦਾ ਜੇ ਤੁਹਾਡੇ ਹੇਠਾਂ ਕੰਮ ਕਰਦਾ ਤੁਸੀਂ ਕੋਈ ਨੋਟਿਸ ਦੇਣ ਦੀ ਲੋੜ ਨਹੀਂ, ਤੁਸੀਂ ਕੱਢ ਦਿਓ, ਕੱਢ ਸਕਦੇ। ਤੇ ਉਹ ਲੇਬਰ ਦਾ ਕੀ ਹੋਊ? ਜਿਹੜਾ ਬੰਦਾ ਮਿਹਨਤ ਕਰਦਾ ਕਿਤੇ ਲੱਗ ਗਿਆ ਤੇ ਉਹਦਾ ਸੜਕਾਂ ਤੇ ਆਊਗੀ ਜੀ। ਸੜਕਾਂ ਤੇ ਆਊਗੀ। ਹਜੇ ਤੱਕ ਤਾਂ ਇਹ ਨਾ, ਜੇ ਹੁਣ ਕਾਂਗਰਸ ਨੂੰ ਵੀ ਆਪਾਂ ਤਾਂ ਕਹਦੇ ਆ ਪੰਜਾਬ ਸਰਕਾਰ ਜੇ ਵਿਰੋਧ ਕਰਦੀ ਹੈ ਬਿੱਲ ਦਾ, ਪਹਿਲਾਂ ਤਾਂ ਟੋਟਲ ਜਾਣਕਾਰੀ ਨਹੀਂ ਲੋਕਾਂ ਨੂੰ। ਬਿਲਕੁਲ। ਬਿੱਲ ਬਾਰੇ ਪਤਾ ਵੀ ਨਹੀਂ ਹੈ ਬਹੁਤੇ ਪਤਾ ਲੋਕਾਂ ਨੂੰ। ਨਹੀਂ। ਬਿਲਕੁਲ। ਤੁਸੀਂ ਇਹਦਾ ਪੰਜਾਬੀ 'ਚ ਤਰਜਮਾਨਾ ਕਰਕੇ ਪਿੰਡਾਂ 'ਚ ਪਹੁੰਚਾਇਆ ਜਾਵੇ। ਬਿਲਕੁਲ। ਇੱਕ ਤੁਹਾਡੇ ਖੇਤੀਬਾੜੀ ਅਫਸਰ ਹੈ, ਉਹ ਆ ਕੇ ਪਿੰਡ ਦੱਸਣ ਲੋਕਾਂ ਨੂੰ। ਬਿਲਕੁਲ। ਕੈਂਪ ਵਗੈਰਾ ਲਾਉਣ ਸਾਰੇ ਲੋਕਾਂ ਨੂੰ ਇਕੱਠੇ ਕਰਕੇ। ਸਰਕਾਰ ਚਾਹੇ ਤਾਂ 2 ਦਿਨਾਂ 'ਚ ਸਾਰੇ ਜਾਣਕਾਰੀ ਪਹੁੰਚਾ ਸਕਦੀ ਹੈ। ਤੇ ਇਹ ਕਿਉਂ ਨਹੀਂ ਕਰ ਰਹੇ? ਕਿਤੇ ਨਾ ਕਿਤੇ ਤਾਂ ਇਹਨਾਂ ਤੇ, ਜਿਵੇਂ ਹੁਣ ਉਹ ਵੀ ਆਖੀ ਜਾਂਦੇ ਉੱਥੇ ਮੁੱਖ ਮੰਤਰੀ ਨੇ ਸਾਈਨ ਕਰਤੇ ਇਹਨਾਂ ਨੇ। ਹੁਣ ਰਹੀ ਗੱਲ ਇਹਨਾਂ ਦੀ ਸਮਝੌਤਾ ਟੁੱਟਣ ਦੀ, ਉਹ ਵੀ ਇਸੇ 'ਚ ਹੀ ਕਿਸੇ ਨਾ ਕਿਸੇ ਕੜੀ ਦਾ ਹਿੱਸਾ ਲੱਗਦਾ ਹੈ ਵੀ ਇਹ ਅੱਡੋ ਅੱਡ ਲੋਕਾਂ ਦਾ ਉਧਰੋਂ ਦਾ ਧਿਆਨ ਹੀ ਪੱਟ ਦਿਓ। ਨਾ ਤਾਂ ਕੱਲ ਦੀ ਖਬਰ ਆਈ ਹੈ ਹੋਰ ਕੋਈ ਕਿਸਾਨ ਸੰਘਰਸ਼ ਦੀ, ਉਹ ਪਿੱਛੇ ਰਹਿ ਗਿਆ। ਕਰੋਨਾ ਦਾ ਦੌਰ ਚੱਲੀ ਜਾਂਦਾ, ਕਰੋਨਾ ਵੀ ਖਤਮ ਲੱਗਦਾ ਹੈ। ਕਰੋਨਾ ਦਾ ਖਤਮ ਹੈ ਜੀ, ਬਿਲਕੁਲ। ਕਿਉਂਕਿ ਜੇ ਆਪਾਂ 24 ਤਰੀਕ ਤੋਂ ਦੇਖੀਏ, ਅੱਜ 26 ਤਰੀਕ ਹੋ ਗਈ, ਕਰੋਨਾ ਦੀ ਇੱਕ ਵੀ ਖਬਰ ਟੀਵੀ ਤੇ ਕਿਸੇ ਵੀ ਚੈਨਲ ਤੇ ਅਖਬਾਰਾਂ ਦੇ ਵਿੱਚ ਨਹੀਂ ਹੈ ਜੀ। ਜੇ ਹੈ ਤਾਂ ਖਬਰ ਕਿਸਾਨਾਂ ਦੇ ਘੋਲ ਦੀ ਹੈ, ਇਹਨਾਂ ਦੇ ਜਿਹੜਾ ਕੋਈ ਟੁੱਟਿਆਗਾ, ਸੰਘਰਸ਼ ਟੁੱਟਿਆਗਾ, ਤਾਂ ਰਾਤ ਦੀ ਇਹਦੀ ਖਬਰ ਹੈ। ਰਾਤ ਦੀ ਤਾਂ ਹੁਣ ਦੇਖੋ ਇਹ ਚੱਲੀ ਜਾਂਦੀ ਹੈ। ਇਹ ਤਾਂ ਤੁਸੀਂ ਅੱਜ ਫਿਰ ਵਿਸ਼ਾ ਰੱਖਿਆ ਵੀ ਨਾਲ ਆਪਾਂ ਕਿਸਾਨੀ ਦਾ ਲੈ ਕੇ ਚੱਲਣਾ। ਬਿਲਕੁਲ। ਹਾਂਜੀ ਹਾਂ। ਨਾਲ ਬਿੱਲਾਂ ਲੈ ਕੇ ਚੱਲਣਾ। ਚਲੋ ਇਹਨਾਂ ਦਾ ਵੀ ਜਿਹੜਾ ਕੋਈ ਤੋੜ ਵਿਛੋੜਾ ਹੋਇਆ ਉਹਦੀ ਵੀ ਗੱਲ ਵਿੱਚ ਬਿਲਕੁਲ ਕਰਨੀ ਹੈ। ਤੁਹਾਨੂੰ ਮੈਂ ਤਾਂ ਵਧਾਈ ਦੇ ਪਾਤਰ ਹਾਂ ਜਿਹੜਾ ਤੁਸੀਂ ਇਹ ਗੱਲ ਨਾਲ ਲੈ ਕੇ ਚੱਲ ਰਹੇ ਹੋ। ਨਹੀਂ ਜ਼ਿਆਦਾ ਚੈਨਲਾਂ ਤੇ ਵੱਡਿਆਂ ਤੇ ਡਿਬੇਟ ਹੋ ਰਹੀ ਹੈ, ਉਹਨਾਂ ਤੇ ਸਿਰਫ ਇਹਨਾਂ ਦੇ ਤੋੜ ਵਿਛੋੜੇ ਦੀ ਵੀ ਕਿਉਂ ਹੋਇਆ, ਕੀ ਕਰਿਆ ਇਹਨਾਂ ਨੇ, ਕੀ ਕਰਿਆ। ਇੱਕ ਸੁਖਬੀਰ ਬਾਦਲ ਪਿੰਡ ਰੈਲੀਆਂ ਕਰਦੇ ਫਿਰਦੇ ਹੁਣ ਇਹਨਾਂ ਦਾ ਬਿੱਲਾਂ ਨਾਲ ਤਾਂ ਕੋਈ ਨਾ ਤਾਂ ਇਹਨੇ ਤੁਸੀਂ ਇਹ ਦੇਖੋ ਵੀ ਅਕਾਲੀ ਦਲ ਦੀਆਂ ਰੈਲੀਆਂ ਹੀ ਲਾਓ, ਜਦ ਰੈਲੀਆਂ ਹੋ ਗਈਆਂ ਜਾਂ ਧਰਨੇ ਲੱਗੇ, ਉਹਨਾਂ ਤੇ ਮੋਦੀ ਸਰਕਾਰ ਮੁਰਦਾਬਾਦ ਦੇ ਕਿੰਨੇ ਨਾਅਰੇ ਲੱਗੇ? ਬਿਲਕੁਲ ਲੱਗੇ। ਇੱਕ ਵੀ ਨਹੀਂ ਲੱਗਿਆ, ਕਿਤੇ ਨਹੀਂ ਲਾਉਂਦੇ। ਇਹ ਮੋਦੀ ਸਰਕਾਰ ਮੁਰਦਾਬਾਦ ਤਾਂ ਕਹਿੰਦੀ ਨਹੀਂ, ਕਹਿਣਗੇ ਕਿਵੇਂ? ਅੱਛਾ, ਇੱਕ ਮੈਨੂੰ ਇਹ ਦੱਸੋ ਵੀ ਜਿਹੜਾ 24 ਤਰੀਕ ਤੋਂ ਸੰਘਰਸ਼ ਛਿੜਿਆ ਹੋਇਆ ਹੈ, ਉਹ ਕਿਸਾਨਾਂ ਦਾ ਸੰਘਰਸ਼ ਹੈ ਜਾਂ ਅਕਾਲੀ ਦਲ ਦਾ ਸੰਘਰਸ਼ ਹੈ, ਕਾਂਗਰਸ ਦਾ ਸੰਘਰਸ਼ ਹੈ ਜਾਂ ਆਮ ਆਦਮੀ ਪਾਰਟੀ ਦਾ ਸੰਘਰਸ਼ ਹੈ? ਦੇਖੋ ਜੀ, ਸੰਘਰਸ਼ ਤਾਂ ਇਹ ਕਿਸਾਨਾਂ ਦਾ ਹੈ। ਕਿਸਾਨਾਂ ਦਾ ਠੀਕ ਹੈ। ਵਿੱਚ ਪਾਰਟੀਆਂ ਬਣਨ ਦੀ ਕੋਸ਼ਿਸ਼ ਕਰ ਰਹੀਆਂ, ਚਾਹੇ ਉਹ ਕਲਾਕਾਰਾਂ ਦੇ ਥਰੂ ਲਾ ਲਓ, ਚਾਹੇ ਕਿਤੇ ਵੀ ਲਾ ਲਓ, ਕਿਤੇ ਉਹ ਚੀਜ਼ਾਂ ਵੀ। ਜਦੋਂ ਕੋਈ ਪਾਰਟੀ ਜਾ ਕੇ ਅਕਾਲੀ ਦਲ ਨੇ 25 ਤਰੀਕ ਦਾ ਚੱਕਾ ਜਾਮ ਰੱਖਤਾ, ਜਦੋਂ ਉਹ ਪਹਿਲਾ ਸੰਘਰਸ਼ ਵਿੱਢੀ ਬੈਠੇ ਆ, ਤੁਸੀਂ ਇੱਕ ਦਿਨ ਬਾਅਦ ਚ ਕਰ ਲਓ। ਬਿਲਕੁਲ ਜੀ। ਜਾਂ ਇੱਕ ਦਿਨ ਪਹਿਲਾਂ ਕਰ ਲਓ, ਜਾਂ ਤੁਸੀਂ ਇਹ ਕਹਿ ਦਿਓ ਵੀ ਅਸੀਂ ਭਾਈ ਹੁਣ ਜਦੋਂ ਇਹਨਾਂ ਨੇ ਜਿਹੜੇ ਲਾਏ ਸੀਗੇ ਧਰਨੇ, ਉੱਥੇ ਲੰਗਰ ਪਾਣੀ ਸਾਰਾ ਗੁਰਦੁਆਰੇ 'ਚ ਆਇਆ। ਬਿਲਕੁਲ ਆਇਆ ਜੀ, ਬਿਲਕੁਲ। ਜਿਹੜੇ ਕਿਸਾਨਾਂ ਦਾ ਵੀ ਕਹਿੰਦੇ ਭਾਈ ਜਿੱਥੇ ਕਿਸਾਨ ਸੰਘਰਸ਼ ਕਰਨਗੇ, ਸ਼੍ਰੋਮਣੀ ਅਕਾਲੀ ਦਲ ਉੱਥੇ ਲੰਗਰ ਚਾਹ ਪਾਣੀ ਦੀ ਸੇਵਾ ਉਹਨਾਂ ਦਾ ਹੋਊਗਾ। ਬਿਲਕੁਲ। ਨਹੀਂ, ਤੁਹਾਨੂੰ ਨਹੀਂ ਲੱਗਦਾ ਸੀ, ਜੇ ਤੁਸੀਂ ਇਹ ਗੱਲ ਪਹਿਲਾਂ ਵੀ ਕਹੀ ਹੈ ਵੀ ਕਿਸਾਨਾਂ ਦਾ ਸੰਘਰਸ਼ ਸੀਗਾ,
ਅਕਾਲੀ ਦਲ ਵਾਲੇ ਆਪਣਾ ਆਮ ਆਦਮੀ ਪਾਰਟੀ ਵਾਲੇ ਜਾਂ ਕਾਂਗਰਸ ਵਾਲੇ ਕਹਿ ਲਗੇ ਜੀ ਕਿ ਉਹ ਕਿਸਾਨ ਨਹੀਂ? ਕਿਸਾਨ ਨਹੀਂ? ਹਾਂਜੀ ਕਿਸਾਨ ਹੈ ਨਾ। ਹਾਂਜੀ। ਜੇ ਉਹ ਕਿਸਾਨ ਹੈ ਤਾਂ ਉਹ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਕਿਉਂ ਨਹੀਂ ਬੈਠੇ ਉਹ? ਦੇਖੋ ਆਪਾਂ ਤਾਂ ਇੱਕ ਦੋ ਥਾਂ ਤਾਂ ਦੇਖੀਆਂ, ਹੂੰ। ਇਹਦੇ 'ਚ ਇਹ ਹੁੰਦਾ ਜੀ ਜਿੰਨਾ ਚਿਰ ਆਪਾਂ ਨਹੀਂ ਇਹਨਾਂ ਨੂੰ ਮੇਰੀ ਸੁਣੋ ਗੱਲ। ਹਾਂਜੀ। ਜੇ ਕਿਸਾਨਾਂ ਦਾ ਸੰਘਰਸ਼ ਸੀ ਹਾਂਜੀ ਤਾਂ ਖੰਡਾ ਚੌਂਕ ਦੇ ਵਿੱਚ ਕੇਸਰੀ ਝੰਡੀਆਂ ਜਿਹੜੀਆਂ ਅਕਾਲੀ ਦਲ ਦੀਆਂ ਉਹ ਕਿਉਂ ਝੁੱਲੀਆਂ? ਮੈਂ ਇਹੀ ਗੱਲ ਕਹਿ ਰਿਹਾ ਸੀ ਤੁਹਾਨੂੰ। ਉਰਲੇ ਪਾਸੇ ਜਿੱਥੇ ਆਪਣਾ ਰਵਿਦਾਸ ਚੌਂਕ ਹੈ ਉੱਥੇ ਕਿਸਾਨਾਂ ਦਾ ਸੰਘਰਸ਼ ਸੀ। ਮੈਂ ਖੁਦ ਉਸ ਕਿਸਾਨ ਸੰਘਰਸ਼ ਦੇ ਵਿੱਚ ਰਿਪੋਰਟਿੰਗ ਕਰਨ ਗਿਆ। ਉੱਥੇ 2 ਬੰਦਿਆਂ ਦੇ ਕਿਸੇ ਪੋਲੀਟੀਕਲ ਬੰਦੇ ਸੀਗੇ ਜਿਨ੍ਹਾਂ ਦੇ ਗਲ ਦੇ ਵਿੱਚ ਕੋਈ ਉਹਨਾਂ ਦਾ ਨਿਸ਼ਾਨ ਪਾਇਆ ਹੋਇਆ ਸੀ। ਹਾਂਜੀ ਕਿਸਾਨਾਂ ਦੇ ਜਿਹੜੇ ਉੱਥੇ ਸੰਘਰਸ਼ ਦੇ ਵਿੱਚ ਲੋਕ ਬੈਠੇ ਸੀ, ਉਹਨਾਂ ਲੋਕਾਂ ਨੇ ਉਹਨਾਂ ਦੇ ਗਲਾਂ ਦੇ ਵਿੱਚੋਂ ਉਹ ਟੈਗ ਲਹਾਏ, ਕਹਿੰਦੇ ਵੀ ਇਹ ਸੰਘਰਸ਼ ਕਿਸੇ ਪਾਰਟੀ ਦਾ ਨਹੀਂ ਹੈ, ਇੱਥੇ ਪਾਰਟੀ ਦਾ ਕੋਈ ਵੀ ਨਿਸ਼ਾਨ ਨਹੀਂ ਹੋਣਾ ਚਾਹੀਦਾ ਸੀ। ਪਰ ਕੀ ਉਹਨਾਂ ਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀਗਾ ਜੇਕਰ ਅਸੀਂ ਇਹ ਸੋਚਦੇ ਸੀਗੇ ਵੀ ਇਹ ਸੰਘਰਸ਼ ਜਿਹੜਾ ਕਿਸਾਨਾਂ ਦਾ ਹੈ? ਇਹ ਬਿਲਕੁਲ ਜੀ ਪਾਰਟੀਆਂ ਨੂੰ ਸਾਰੀਆਂ ਨੂੰ ਆਉਣਾ ਚਾਹੀਦਾ ਸੀਗਾ। ਆਉਣਾ ਚਾਹੀਦਾ ਸੀ ਬਗੈਰ ਝੰਡੇ ਤੋਂ। ਬਗੈਰ ਝੰਡੇ ਤੋਂ ਬਿਲਕੁਲ ਆਉਣਾ ਚਾਹੀਦਾ ਸੀ ਬਗੈਰ ਝੰਡੇ ਤੋਂ। ਉੱਥੇ ਜੇ ਉਹ ਬਗੈਰ ਝੰਡੇ ਤੋਂ ਆਉਂਦੇ ਸੀ, ਚਾਹੇ ਉਹ ਆਪਾਂ ਇਹ ਕਹਿ ਲਈਏ ਵੀ ਉਹ ਅਕਾਲੀ ਸੀ ਜਾਂ ਕਾਂਗਰਸੀ ਸੀ, ਬਹੁਤੇ ਕਾਂਗਰਸੀ ਅਕਾਲੀ ਆਮ ਆਦਮੀ ਪਾਰਟੀ ਵਾਲੇ ਆਏ ਵੀ ਹੈ, ਉਹਨਾਂ ਨੂੰ ਆਪਾਂ ਉੱਥੇ ਪਾਰਟੀ ਦਾ ਲੈਬਲ ਨਹੀਂ ਲਾਵਾਂਗੇ ਉਹਨਾਂ ਤੇ, ਕਿਉਂਕਿ ਉਹ ਕਿਸਾਨ ਬਣ ਕੇ ਆਏ। ਜੇ ਬਾਕੀ ਦੇ ਸਾਰੇ ਵੀ ਆਉਂਦੇ ਸੀ ਤਾਂ ਉਹਨਾਂ ਨੂੰ ਕਿਸੇ ਪਾਰਟੀ ਦਾ ਨਹੀਂ ਸੀ ਕਿਹਾ ਜਾਣਾ, ਉਹਨਾਂ ਨੂੰ ਕਿਸਾਨ ਹੀ ਕਿਹਾ ਜਾਣਾ ਸੀ। ਪਰ ਇਹ ਨਹੀਂ ਹੋਇਆਗਾ। ਇਹ ਬਿਕਰ ਸਿੰਘ ਆਪਣੇ ਤੁਸੀਂ ਦੇਖਿਆ ਵੀ ਛੋਟੇ ਭਰਾ ਹਰਿਆਣੇ ਦੇ ਵਿੱਚ ਨੇੜੇ ਆਪਣੇ ਕਾਲੀ ਮੰਡੀ ਦੇ ਵਿੱਚ ਵੀ ਕਿਸਾਨ ਨੇ ਧਰਨਾ ਬਹੁਤ ਤਗੜਾ ਪ੍ਰਦਰਸ਼ਨ ਕਰਿਆ ਸੀ ਜੀ। ਉੱਥੇ ਤੁਸੀਂ ਦੇਖਿਆ ਰਾਜਨੀਤੀ ਲੋਕ ਵੀ ਸਾਰੀਆਂ ਪਾਰਟੀਆਂ ਦੇ ਆਏ ਸੀਗੇ ਜੀ, ਤੇ ਧਾਰਮਿਕ ਜਿੰਨੇ ਆਪਣੇ ਮਹਾਂਪੁਰਖ ਧਾਰਮਿਕ ਆਗੂ ਸੀਗੇ ਜਿਹੜੇ, ਬਿਲਕੁਲ ਠੀਕ ਹੈ ਜੀ। ਉੱਥੇ ਕੋਈ ਕਿਸੇ ਲੋਗੋਂ ਨਹੀਂ ਲੱਗਿਆ ਸੀਗਾ ਬਿਲਕੁਲ। ਆ ਪੰਜਾਬ ਦੇ ਵਿੱਚ ਕਿਉਂ ਇਸ ਤਰ੍ਹਾਂ ਹੁੰਦਾ ਜੀ? ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਲੱਗੇ ਤਾਂ ਇਹਨਾਂ ਨੇ ਸੁਖਬੀਰ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ 4 ਟਰੈਕਟਰ ਤੇ ਚੜ੍ਹ ਕੇ ਆਉਂਦੇ ਨੇ ਆਪਣੇ ਮਹਿਲ ਦੇ ਵਿੱਚੋਂ, ਪਿੰਡ ਬਾਦਲ ਤੋਂ ਕਿੰਨਾ ਵੱਡਾ ਕਾਫਲਾ ਲੈ ਕੇ ਆਉਂਦੇ ਨੇ, ਤਾਂ ਕਿ ਉਹ ਕਿਸਾਨਾਂ ਵਾਸਤੇ ਗਏ ਸੀ ਕਿ ਆਪਣੇ ਵਾਸਤੇ ਗਏ ਸੀ? ਉੱਥੇ ਜਿਹੜੇ ਝੰਡੇ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੱਗੇ ਸੀਗੇ ਇਹਨਾਂ ਦੇ। ਮੈਂ ਤਾਂ ਇਹ ਗੱਲ ਪਹਿਲਾਂ ਕਰ ਰਿਹਾ ਜੀ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰੋਗਰਾਮ ਉਹਨਾਂ ਨੇ ਬਰਾਬਰ ਵੱਖਰਾ ਰੱਖਿਆ। ਤੁਸੀਂ ਦੇਖੋਗੇ ਬਗਰਾੜੀ ਧਰਨਾ ਲੱਗਿਆ ਸੀ। ਹਾਂਜੀ ਧਰਨਾ ਲੱਗਿਆ, ਉਹਨਾਂ ਨੇ ਇੱਕ ਦਿਨ ਰੋਸ ਮਾਰਚ ਰੱਖਿਆ ਬਰਾਬਰ ਇਹਨਾਂ ਪਾਰਟੀਆਂ ਨੇ, ਅਕਾਲੀਆਂ ਨੇ ਵੀ ਕਾਂਗਰਸਾਂ ਨੇ ਵੀ। ਇੱਕ ਨੇ ਉਧਰ ਰੱਖਤੀ ਰੈਲੀ, ਇੱਕ ਨੇ ਉਧਰ ਰੱਖਤੀ। ਬਿਲਕੁਲ ਜੀ। ਉਹਨੂੰ ਤੋੜਨ ਵਾਸਤੇ ਸੀ ਨਾ, ਲੋਕਾਂ ਧਿਆਨ ਭਟਕਾਉਣ, ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਕਰਨ ਵਾਸਤੇ। ਇਹ ਜ਼ਿਕਰੀ ਇੱਥੇ ਹੋਇਆ। ਇੱਥੇ ਇਹ ਹੈ ਵੀ ਜਿਵੇਂ ਤੁਸੀਂ ਹਰਿਆਣੇ ਦੀ ਗੱਲ ਕਰੀ ਨਾ, ਹਰਿਆਣੇ 'ਚ ਚੋਣਾਂ ਨਹੀਂ ਅਜੇ ਹੋ ਕੇ ਹਟੀਆਂ। ਬਿਲਕੁਲ ਇੱਥੇ 2022 ਦੀਆਂ ਚੋਣਾਂ, ਇਹ ਤਾਂ ਚੋਣਾਂ ਨੇੜੇ ਆ ਰਹੀਆਂ ਨੇ, ਤਿਆਰੀ ਹੈ। ਬਿਲਕੁਲ ਤੁਸੀਂ ਦੇਖੋਗੇ ਜਦੋਂ ਇੱਥੇ ਆਪਣੇ ਆਖਰ ਅਕਾਲੀ ਦਲ ਹਰਸਿਮਰਤ ਆਈ ਸੀ ਕਿ ਮੱਥਾ ਟੇਕਣ ਆਏ ਸੀਗੇ। ਬਿਲਕੁਲ। ਉਹ ਮੱਥਾ ਟੇਕਣ ਨਹੀਂ, ਉਹਨਾਂ ਨੇ ਸਨਮਾਨਿਤ ਕਰਨਾ ਸੀ। ਸਾਰੇ ਪੰਜਾਬ 'ਚੋਂ ਆਪਦੇ ਵਰਕਰ ਬੁਲਾਏ ਸੀ। ਇੱਥੇ ਉਹਨਾਂ ਨੂੰ ਕਿਰਪਾਨ ਵੀ ਦਿੱਤੀ ਗਈ, ਭੇਟ ਕਰੀ, ਸਾਰਾ ਕੁਛ ਉਹ ਕਰਿਆ ਵੀ ਸਨਮਾਨਿਤ। ਦੇਖ ਜਦੋਂ ਆਪਾਂ ਕੋਈ ਜੰਗ ਜਿੱਤਦੇ ਆ ਉਦੋਂ ਬਾਅਦ ਸਨਮਾਨਿਤ ਹੁੰਦਾ। ਬਿਲਕੁਲ ਕਿਤੇ ਵੀ ਚੀਜ਼ 'ਚ ਜਦੋਂ ਤੁਸੀਂ ਤਾਂ ਸਮਾਂ ਦੀ ਉੱਥੇ ਦਸਤਖਤ ਕਰਕੇ ਕਿਹੜਾ ਤਾਂ ਬਿੱਲ ਬਣਵਾਇਆ ਏ, ਠੀਕ ਹੈ, ਚਲੋ ਤੁਹਾਡੀ ਜ਼ਮੀਰ ਜਾਗੀ, ਕਿਸੇ ਲੋਟ ਪ੍ਰੈਸ਼ਰ ਪਿਆ ਤੁਹਾਡੇ ਤੇ, ਤੁਸੀਂ ਅਸਤੀਫਾ ਦਿੱਤਾ। ਅਜੇ ਤਾਂ ਅਸਤੀਫਾ ਹੀ ਦਿੱਤਾ ਨਾ, ਜੰਗ ਨਹੀਂ ਨਾ ਜਿੱਤੀ। ਬਿਲਕੁਲ। ਜਦੋਂ ਤੁਸੀਂ ਉਦੋਂ ਤੋਂ ਚੱਲਦੇ ਹੋ, ਉੱਥੇ ਤੁਸੀਂ ਸਨਮਾਨਿਤ ਕਰਨ ਵਾਸਤੇ ਲੋਕਾਂ ਨੂੰ ਸਾਰੇ ਪੰਜਾਬ 'ਚੋਂ ਬੰਦੇ ਸਾਧਦੇ ਹੋ। ਆਪਾਂ ਵੀ ਦੇਖਿਆ ਉੱਥੇ ਉਹ ਤੋਤਾ ਸਿੰਘ ਵਰਗੇ ਅੱਡੋ ਅੱਡ ਵਿਧਾਇਕਾਂ ਦੇ ਹਲਕਿਆਂ ਦੇ ਆਏ ਸੀਗੇ ਸਾਰੇ ਦੇ, ਕੋਈ ਫਲਾਣੇ ਉਸ ਦਾ, ਕੋਈ ਫਲਾਣੇ ਹਲਕੇ ਦਾ, ਸਾਰੇ ਹਲਕਿਆਂ 'ਚੋਂ ਲੋਕ ਇਕੱਠੇ ਹੋਏ ਸੀ। ਇੱਥੋਂ ਤੱਕ ਕਿ ਕੁਛ ਬੰਦੇ ਹਰਿਆਣੇ ਦੇ ਵੀ ਆਏ ਸੀ ਜੀ। ਬਿਲਕੁਲ। ਇਹਨਾਂ ਨੂੰ ਬੁਲਾਇਆ ਗਿਆ ਸੀ। ਹਾਂ, ਉੱਥੇ ਇੱਕ ਮਲੂਕਾ ਸਾਹਿਬ ਨੇ ਦਿੱਤਾ ਸੀ ਬਿਆਨ, ਆਦਾ ਵੀ ਤੁਸੀਂ ਕੱਲ ਨੂੰ ਆਪਾਂ 25 ਤਰੀਕ ਨੂੰ, 24 ਤਰੀਕ ਦੀ ਗੱਲ ਹੈ, 24 ਤਰੀਕ ਦੀ, ਹਾਂ 25 ਤਰੀਕ ਨੂੰ ਆਪਾਂ ਬਰਾਬਰ ਆਪਾਂ ਧਰਨੇ ਦੇਣੇ ਆ ਹਲਕੇ ਵਾਈਜ਼ ਵੱਖ-ਵੱਖ, ਤੇ ਤੁਸੀਂ ਵੱਧ ਤੋਂ ਵੱਧ ਇਕੱਠ ਕਰੋ। ਕੱਲ ਨੂੰ ਜੇ ਪੂਰਾ ਜ਼ੋਰ ਸ਼ੋਰ ਨਾਲ ਤੁਸੀਂ ਇਕੱਠ ਕਰੋਗੇ, ਪਰਸੋਂ ਸਰਕਾਰ ਤੁਹਾਡੀ। ਉਹਨਾਂ ਨੇ ਅਕਾਲੀ ਦਲ ਨੂੰ ਇਹ ਸ਼ਬਦ ਆਖੇ ਵੀ ਪਰਸੋਂ ਸਰਕਾਰ ਤੁਹਾਡੀ। ਇਹਦਾ ਮਤਲਬ ਬਿੱਲ ਤਾਂ ਕੋਈ ਉਹਦੇ 'ਚ ਹੈ ਹੀ ਨਹੀਂ ਨਾ, ਬਿੱਲ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਗਿਆ। ਆਪਣਾ ਹੀ ਦੂਸਰੀ ਗੱਲ 2022 ਦੀਆਂ ਵੋਟਾਂ ਪੱਕੀਆਂ। ਦੂਸਰੀ ਗੱਲ ਫੇਰ ਖੜ ਜਾਓ ਜੀ। ਇੱਕ ਗੱਲ ਸੁਖਬੀਰ ਬਾਦਲ ਜੀ ਨੇ ਕੱਲ ਆਖੀ, ਮੈਂ ਸੁਣੀ ਜਾਂਦਾ ਸੀ, ਉਹ ਆਦੇ ਵੀ ਤੁਸੀਂ ਆਪਾਂ ਲੈ ਕੇ ਚੱਲਣਾ ਜਿਹੜਾ ਚੰਡੀਗੜ੍ਹ ਤੇ ਰੋਸ ਮਾਰਚ ਅੱਡੋ ਅੱਡਾ ਸ਼ਹਿਰਾਂ 'ਚੋਂ, ਸਾਰੇ ਤਾਕਤਾਂ 'ਚੋਂ। ਇੱਧਰੋਂ ਆਖਿਆ ਉਹਨੇ ਪਟਿਆਲੇ ਬੰਨੂ ਲਾ ਲਓ ਵੀ ਇਹਦੇ ਵੀ ਟਰੈਕਟਰਾਂ ਤੇ ਹੋ ਜੂ, ਅਸੀਂ ਦੂਰੋਂ ਗੱਡੀਆਂ ਤੇ ਆਵਾਂਗੇ ਬਠਿੰਡੇ ਬੰਨੂ ਦਾ, ਤੇ ਵੀ ਮੈਂ ਤੁਹਾਡਾ ਉਹਦਾ ਪਾਣੀ ਚੈੱਕ ਕਰੂੰ। ਅੱਛਾ।
ਕਿੰਨੇ ਕ ਪਾਣੀ ਚੋਂ ਤੁਸੀਂ ਇਕੱਠ ਤੋਂ ਵੇਖ ਕੇ ਇਹਦਾ 5-5 ਟਰੈਕਟਰ ਇੱਕ ਪਿੰਡ ਚੋਂ ਜ਼ਰੂਰ ਲਿਆਇਓ। ਤੇ ਪਾਣੀ ਚੈੱਕ ਕਰਨਾ ਸੀ ਕਿ ਵੋਟਾਂ ਚੈੱਕ ਕਰਨੀਆਂ ਸੀ? ਵੋਟਾਂ ਹੀ ਆ ਤਾਂ ਪਤਾ ਲੱਗ ਜੂ। ਉਹਨਾਂ ਨੇ ਇਹੀ ਗੱਲ ਆਖੀ ਸ਼ਬਦ ਆਦਾ ਵੀ ਮੈਂ ਤੁਹਾਡਾ ਪਾਣੀ ਚੈੱਕ ਕਰਕੇ ਦੱਸ ਦੂੰ ਵੀ ਸਰਕਾਰ ਤੁਹਾਡੀ ਹੈ ਕਿ ਨਾ। ਠੀਕ ਹੈ, ਉੱਥੋਂ ਦਾ ਪਤਾ ਲੱਗ ਜੂ। ਇੱਕ ਸਾਲ ਰਹਿ ਗਿਆ, ਜੱਜ ਕੇ ਜ਼ੋਰ ਲਾਓ, ਸਰਕਾਰ ਤੁਹਾਡੀ। ਜਾਣੀ ਕਿ ਕਿਸਾਨਾਂ ਦਾ ਸੰਘਰਸ਼ ਫੇਰ ਦਬਿਆ ਗਿਆ ਥੱਲੇ। ਫੇਰ ਮਤਲਬ ਹੀ ਨਹੀਂ ਜੀ ਕਿਸਾਨਾਂ ਦੇ ਸੰਘਰਸ਼ ਦੀ ਗੱਲ ਨਾ ਅੱਜ ਅਕਾਲੀ ਦਲ ਕਰ ਰਿਹਾ, ਨਾ ਅੱਜ ਬੀਜੇਪੀ ਨੇ ਤਾਂ ਕਰਨੀ ਕੀ ਹੈ। ਬਿਲਕੁਲ ਬਿਲਕੁਲ। ਨਾ ਅੱਜ ਕਾਂਗਰਸ ਕਰ ਰਹੀ ਹੈ, ਨਾ ਅੱਜ ਆਪ ਕਰ ਰਹੀ ਹੈ। ਬਿਲਕੁਲ, ਸਭ ਆਪੋ ਆਪਣੀਆਂ ਰੋਟੀਆਂ ਸੇਕ ਰਹੇ ਆ। ਸਭ ਆਪੋ ਆਪਣੀਆਂ ਰੋਟੀਆਂ ਕਿਸਾਨਾਂ ਦਾ ਇੱਕ ਮੋਢਾ ਵਰਤ ਰਹੇ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ ਮੋਢਾ ਵਰਤ ਰਹੇ ਆ ਜਿੱਥੇ ਕਿਤੇ ਨਾ ਕਿਤੇ। ਅੱਛਾ, ਇੱਕ ਗੱਲ ਵਿੱਚ ਇਹ ਆਈ ਸੀ, ਗੱਲ ਇੰਨਾ ਕੁ ਹੈ ਜਿਹੜਾ 25 ਤਰੀਕ ਦਾ ਸੰਘਰਸ਼ ਹੈ ਉਹਦੇ 'ਚ ਕਾਂਗਰਸ ਲਾ ਲਓ, ਆਪ ਲਾ ਲਓ, ਇਹਨਾਂ ਨੇ ਵੱਖਰਾ ਨਹੀਂ ਆਪਦਾ ਬਰਾਬਰ ਰੱਖਿਆ। ਇੰਨਾ ਕੁ ਚਲੋ ਫਿਰ ਵੀ ਚਾਹੇ ਨਹੀਂ ਆਏ ਉਹ, ਇੰਨਾ ਕੁ ਤਾਂ ਹੈ ਉਹਨੂੰ ਜ਼ਿਆਦਾ ਰਾਜਨੀਤਿਕ ਬਣਾਉਣ ਤੋਂ ਪਾਸਾ ਵੀ ਰਿਹਾ। ਇੱਕ ਤਰ੍ਹਾਂ ਇਹ ਵੀ ਜੇ ਸੋਚਿਆ ਜਾਵੇ ਨਾ, ਚਾਹੇ ਕਿਤੇ ਵੀ ਫਰਕ ਪੈਂਦਾ ਹੈ। ਇੱਥੇ ਅਕਾਲੀ ਦਲ ਨੇ ਬਰਾਬਰ ਬੱਸਾਂ ਭੇਜੀਆਂ। ਬਿਲਕੁਲ ਬਿਲਕੁਲ। ਆਪਣੇ ਇੱਥੇ ਬੱਸ ਸਟੈਂਡ ਤੇ ਧਰਨਾ ਲੱਗਿਆ ਸੀਗਾ ਸਾਡੇ ਪਿੰਡ, ਉੱਥੇ ਵੀ ਗੱਲ ਇਹ ਹੋਈ ਵੀ ਯਾਰ ਐਂ ਕਰਕੇ ਇਹਨਾਂ ਨੂੰ ਉੱਤੋਂ ਭਾਈ ਸਾਨੂੰ ਇਹਦੇ ਧਰਨੇ ਵਾਲੇ ਲਾ ਲਓ ਵੀ ਤਾਂ ਤੋਂ ਜਿਹੜੇ ਯੂਨੀਅਨ ਆਇਆਂ ਦਾ ਫੋਨ ਆ ਗਿਆ ਵੀ 9:30 ਵਜੇ ਤੋਂ ਪਹਿਲਾਂ ਟਪਾ ਦਿਓ, ਉਸ ਤੋਂ ਬਾਅਦ ਕੋਈ ਟੱਪਣ ਨਹੀਂ ਦੇਣਾ। ਠੀਕ ਹੈ। ਇੱਥੇ ਗੁਰਦੁਆਰਾ ਸਾਹਿਬ ਲੌਸਮੈਂਟ ਕਰਾਤੀ ਭਾਈ 9:30 ਵਜੇ ਤੋਂ ਬਾਅਦ ਟੱਪਣ ਨਹੀਂ ਦੇਣਾ। ਚਲੋ ਇਹਨਾਂ ਨੂੰ ਉੱਥੋਂ ਮੋੜਿਆ, ਇਹ ਬੱਸ ਲੈ ਕੇ ਦੂਜੇ ਰਸਤੇ ਵਗ ਗਿਆ, ਉਹਦਾ ਕਿਤੇ ਵੀ ਗਏ। ਬਿਲਕੁਲ ਜੀ। ਵੀ ਉਹਦੇ ਨਾਲ ਜੇ ਕਿਤੇ ਖਰੋ ਤਾਂ ਅਕਾਲੀ ਦਲ ਜਿਹੜੇ ਸਾਡੇ ਪਿੰਡ ਦੇ ਵਰਕਰ ਸੀ ਚੰਗੇ ਰਹੇ ਵੀ ਉਹ ਮੁੜਿਆ। ਬਿਲਕੁਲ ਜੀ, ਨਹੀਂ ਤਾਂ ਰੌਲਾ ਵੀ ਪੈ ਸਕਦਾ ਸੀ। ਹਾਂ, ਉੱਥੇ ਰੌਲਾ ਪੈਂਦਾ, ਲੜਦੇ ਕੌਣ? ਬਿਲਕੁਲ, ਕਿਸਾਨ ਹੀ ਲੜਦੇ। ਕਿਸਾਨ ਲੜਦੇ ਤੇ ਕਿਸਾਨਾਂ ਦੇ ਧਰਨੇ ਤੇ ਸੰਘਰਸ਼ ਤੇ ਅਸਰ ਪੈਂਦਾ। ਬਿਲਕੁਲ ਪੈਣਾ। ਹਾਲਾਂਕਿ ਚਾਹੇ ਕੁਛ ਵੀ ਸੰਘਰਸ਼ ਵਾਲੇ ਲਾਈ ਬੈਠੇ ਸੀ ਧਰਨਾ, ਆਪਾਂ ਇਹ ਵੀ ਨਹੀਂ ਆਦੇ ਆਪਾਂ ਧਰਨੇ 'ਚ ਸੀਗੇ, ਉਸ ਸਾਈਡ ਹੀ ਸੀਗੇ, ਆਪਾਂ ਐਵੇਂ ਆਖਦੇ ਧਰਨਾ ਲਾਉਣ 'ਚ ਸੀ ਵੀ ਉਹਦੇ 'ਚ, ਕਿਉਂਕਿ ਇੱਕ ਜਦੋਂ ਸੰਘਰਸ਼ ਹੁੰਦੇ ਇਹਨਾਂ 'ਚ ਇੱਕ ਬੰਦੇ ਦੀ ਚੱਲਦੀ ਨਹੀਂ ਹੁੰਦੀ। ਬਿਲਕੁਲ। ਜੇ ਕੋਈ ਆਖੇ ਵੀ ਯਾਰ ਕੋਈ ਨਹੀਂ ਟਪਾ ਦਿਓ, ਨਹੀਂ ਚੱਲਦੀ ਹੁੰਦੀ, ਇਹ ਵੀ ਨਹੀਂ ਕਰ ਸਕਦਾ ਅਗਲਾ। ਫਿਰ ਉੱਥੇ ਜੋ ਦੂਜੇ ਉਹਦੇ ਭਾਈ ਟੱਪਣ ਨਹੀਂ ਦੇਣਾ, ਰੋਕਤਾ। ਜੇ ਉਹ ਦੂਜੇ ਬੰਦੇ ਅੜ ਜਾਂਦੇ, ਉੱਥੇ ਲੜਾਈ ਹੁੰਦੀ ਆਪਸ ਸਮੇਂ ਉਹ ਹੁੰਦਾ। ਉਹਦੇ ਨਾਲ ਫਿਰ ਵੀ ਕੁਛ ਨਾ ਕੁਛ ਜਿਹੜੇ ਅਕਾਲੀ ਦਲ ਨਾਲ ਪਰਿਵਾਰ ਜੁੜੇ ਸੀ ਉਹਨਾਂ 'ਚੋਂ ਬੰਦੇ ਆਉਣ ਤੋਂ ਗਰੇਜ ਕਰਿਆ ਧਰਨੇ 'ਚ। ਕਿਉਂ ਵੀ ਅਸੀਂ ਤਾਂ ਯਾਰ ਸਾਡਾ ਤਾਂ ਪਾਰਟੀ ਨਾਲ ਜੁੜੇ ਸੀ ਨਾ, ਉਹ ਪਾਰਟੀ ਨਾਲ ਜੁੜੇ ਸੀ। ਉਹ ਕਿਸਾਨ ਬਣ ਕੇ ਨਹੀਂ ਗਏ, ਉਹ ਅਕਾਲੀ ਦਲ ਦੇ ਅਕਾਲੀ ਬਣ ਕੇ ਗਏ। ਬਿਲਕੁਲ। ਤੇ ਮੈਂ ਗੱਲ ਕਰ ਰਿਹਾ ਸੀ ਵਿੱਚੋਂ, ਮੈਂ ਦੁਬਾਰਾ ਭੁੱਲ ਨਾ ਜਾਵਾਂ। ਆਪਣੀ ਗੱਲ ਚੱਲ ਰਹੀ ਸੀਗੀ ਹਰਸਿਮਰਤ ਕੌਰ ਨੂੰ ਸਨਮਾਨਿਤ ਕਰਨ ਦੀ। ਹਾਂਜੀ। ਅਕਾਲੀਆਂ ਨੇ ਸਨਮਾਨਿਤ ਕੀਤਾ, ਸ਼੍ਰੋਮਣੀ ਕਮੇਟੀ ਨੇ ਸਨਮਾਨਿਤ ਕੀਤਾ, ਕਾਂਗਰਸ ਵਾਲਿਆਂ ਨੇ ਜਾਂ ਆਮ ਆਦਮੀ ਪਾਰਟੀ ਵਾਲਿਆਂ ਨੇ ਵਿਰੋਧ ਕੀਤਾ ਵੀ ਉੱਥੋਂ ਸਨਮਾਨਿਤ ਨਹੀਂ ਹੋਣਾ ਚਾਹੀਦਾ ਸੀ। ਇੱਕ ਗੱਲ ਵਿੱਚੋਂ ਅਕਾਲੀਆਂ ਵੱਲੋਂ ਇਹ ਆਈ ਕਿ ਉੱਥੇ ਕੋਈ ਵੀ ਸਨਮਾਨਿਤ ਹੋ ਸਕਦਾ ਹੈ, ਚਾਹੇ ਉਹ ਆਮ ਆਦਮੀ ਪਾਰਟੀ ਵਾਲਾ ਵੀ ਕਿਉਂ ਨਾ ਹੋਵੇ, ਉਹ ਕਾਂਗਰਸ ਵਾਲਾ ਵੀ ਕਿਉਂ ਨਾ ਹੋਵੇ, ਸ਼੍ਰੋਮਣੀ ਕਮੇਟੀ ਉਹਨਾਂ ਨੂੰ ਵੀ ਸਨਮਾਨਿਤ ਕਰੂਗੀ। ਔਰ ਦੂਸਰੇ ਦਿਨ ਗੱਲ ਇਹ ਆਈ 25 ਦੇ ਧਰਨੇ ਦੇ ਵਿੱਚ ਕਿ ਆਮ ਆਦਮੀ ਪਾਰਟੀ ਦਾ, ਵੈਸੇ ਉਹਨਾਂ ਨੇ ਨਾਮ ਨਹੀਂ ਲਿਆ, ਉਹ ਕਹਿੰਦੇ ਵੀ ਜਿਹੜੇ ਵਿਰੋਧ ਕਰਦੇ ਸੀ, ਜਿਹੜੇ ਕਾਲੀਆਂ ਝੰਡੀਆਂ ਦਿਖਾਉਂਦੇ ਸੀ, ਤਾਂ ਇਟ ਮੀਨਸ ਵੀ ਕਾਲੀਆਂ ਝੰਡੀਆਂ ਆਮ ਆਦਮੀ ਪਾਰਟੀ ਨੇ ਦਿਖਾਈਆਂ ਜਾਂ ਕਾਂਗਰਸੀਆਂ ਨੇ ਦਿਖਾਈਆਂ। ਅਕਾਲੀ ਦਲ ਵੱਲੋਂ ਇਹ ਕਿਹਾ ਗਿਆ ਕਿ ਕਾਂਗਰਸ ਵਾਲੇ ਜਾਂ ਆਮ ਆਦਮੀ ਪਾਰਟੀ ਵਾਲੇ ਹੁਣ ਇੱਥੇ ਤਲਵੰਡੀ ਸਾਬੋ ਦੇ ਵਿੱਚ ਲੀਡਰ ਵੜ ਕੇ ਦੇਖਣ, ਸਾਡੇ ਅਕਾਲੀ ਦਲ ਦੇ ਵਰਕਰ ਹੈ ਉਹਨਾਂ ਨੂੰ ਫਿਰ ਕਿਵੇਂ ਸਨਮਾਨਿਤ ਕਰਦੇ ਹੈ, ਕਿਵੇਂ ਲਾਉਂਦੇ ਤੁਸੀਂ ਉਹਨੂੰ? ਉਹ ਤਾਂ ਅੱਜ ਵੀ ਆਖਿਆ ਸੁਖਬੀਰ ਬਾਦਲ ਜੀ ਨੇ, ਆਦਾ ਵੀ ਉੱਥੇ ਝੰਡੀਆਂ ਦਿਖਾ ਰਹੇ ਸੀ, ਤੇ ਜੇ ਆਦਾ ਵੀ ਅਸੀਂ ਆਪਦੇ ਸ਼ੇਰਾਂ ਨੂੰ ਖੋਲ ਦਿੰਦੇ, ਛੱਡ ਦਈਏ, ਕਹਿਦੇ ਆਦਾ ਥਾਪੜਾ ਦੇ ਦਈਏ, ਤੇ ਮੇਰੇ ਸ਼ੇਰ ਕੀ ਹਾਲਤ ਕਰਨਗੇ। ਉਹ ਲੋਕਾਂ ਨੂੰ ਆਪਣੀਆਂ ਰੋਟੀਆਂ ਸੇਕਣ ਵਾਸਤੇ ਲੋਕਾਂ ਨੂੰ ਲੜਾ ਰਹੇ। ਬਿਲਕੁਲ ਜੀ। ਜੇ ਕਾਨੂੰਨੀ ਹੱਕ ਹੈ, ਕੋਈ ਝੰਡੀਆਂ ਦਿਖਾਉਂਦਾ ਹੈ, ਉਹਦੇ ਕੋਲ ਉਹਦਾ ਰਾਈਟ ਹੈਗਾ, ਬਿਲਕੁਲ ਉਹਦੇ ਕੋਲ ਹੱਕ ਹੈ, ਕੋਈ ਗੱਲ ਨਹੀਂ ਦਿਖਾਈ ਜਾਣ ਦਿਓ, ਤੁਸੀਂ ਆਪਦਾ ਕੰਮ ਕਰੀ ਜਾਓ, ਜੇ ਤੁਸੀਂ ਗਲਤ ਨਹੀਂ ਤਾਂ ਬਿਲਕੁਲ ਕਰੀ ਜਾਓ। ਜਿੱਥੋਂ ਤੱਕ ਇਹ ਆਦੇ ਵੀ ਹੁਣ ਵਿੱਚ ਤਾਂ ਖਬਰ ਇਹ ਵੀ ਆਈ ਵੀ ਉੱਥੇ ਮੋਹਨ ਸਿੰਘ ਬੰਗੀ ਜੀ ਨੇ ਉਹਨਾਂ ਨੂੰ ਸਨਮਾਨਿਤ ਕਰਤਾ, ਸਰੋਪਾ ਪਾਇਆ ਉਹਨਾਂ ਤੇ। ਪਿੱਛੇ ਜੇ ਇੱਕ ਨਾ ਜਿਹੜੇ ਉਹ 25 ਮੈਂਬਰੀ ਕਮੇਟੀ 'ਚ ਸੀ, ਉਹਨਾਂ ਤੇ ਰੋਕ ਲੱਗੀ ਸੀ ਵੀ ਉਹ ਕਿਸੇ ਵੀ ਸਰਕਾਰ ਅੰਤਰਿਮ ਕਮੇਟੀ ਸੀ, ਜਿਹੜੀ ਅੰਤਰਿਮ ਕਮੇਟੀ ਸੀ, ਸ਼੍ਰੋਮਣੀ ਕਮੇਟੀ ਤੇ ਕਿਸੇ ਵੀ ਉਸ 'ਚ ਭਾਗ ਨਹੀਂ ਲੈ ਸਕਦੇ, ਜਿਹੜੇ 328 ਸਰੂਪਾਂ ਦੇ ਮਾਮਲਿਆਂ ਦੇ ਵਿੱਚ। ਬਿਲਕੁਲ ਉਹਨਾਂ ਦੇ ਵਿੱਚ ਇਹਨਾਂ ਨੂੰ ਕਿਹਾ ਸੀਗਾ, ਉੱਥੇ ਸਨਮਾਨਿਤ ਕਰਤਾ ਵੀ ਉਹ ਜਦੋਂ ਉਹ ਇੱਕ ਤਰ੍ਹਾਂ ਦੇ ਆਪਾਂ ਜਿਹੜੀ ਧਾਰਮਿਕ ਸੰਸਥਾਵਾਂ ਹੁੰਦੀਆਂ, ਇਹ ਅਕਾਲ ਤਖਤ ਹੈ, ਇੱਥੋਂ ਫੈਸਲੇ ਨੂੰ ਪਹਿਲਾਂ ਤਾਂ ਲੋਕ ਸਿਰ ਮੱਥੇ ਬਾਹਲਾ ਜ਼ਿਆਦਾ ਮੰਨਦੇ ਸੀ, ਹੁਣ ਫਰਕ ਪਿਆ। ਦੂਸਰੇ ਦਿਨ ਉਹਨਾਂ ਨੂੰ ਦੂਸਰੇ ਦਿਨ ਅਕਾਲੀ ਦਲ ਦੀ ਸਟੇਜ ਤੋਂ ਬੋਲਦਿਆਂ ਵੀ ਸੁਣਿਆ ਗਿਆ ਹੈਗਾ। ਹਾਂਜੀ,
ਉਹੀ 25 ਮੈਂਬਰੀ ਕਮੇਟੀ ਦੇ ਅੰਤਰਿਮ ਕਮੇਟੀ ਦੇ ਮੈਂਬਰ ਜਿਹੜੇ ਕਾਰਨ ਤਾਂ ਗੱਲ ਤਾਂ ਜੇ ਸ਼੍ਰੋਮਣੀ ਕਮੇਟੀ ਨੂੰ ਤਾਂ ਦੇਖੋ ਜੀ ਅਕਾਲੀ ਦਲ ਆਪਦੇ ਇੱਕ ਨਾ ਪਰਿਵਾਰ ਵਾਂਗੂ ਵਰਤਦਾ ਹੈ, ਘਰ ਸਮਝਦੇ। ਨਿੱਜੀ ਜਾਇਦਾਦ ਵਾਂਗੂ ਵਰਤ ਰਹੇ ਆ। ਬਿਲਕੁਲ ਬਿਲਕੁਲ ਬਿਲਕੁਲ। ਉਹਨਾਂ ਨੇ ਇੱਕ ਦੋ ਗੱਲਾਂ ਇਹ ਹੁੰਦੀਆਂ ਆਪਣਾ ਵੀ ਕਿੱਥੇ ਤਾਂ ਸ਼੍ਰੋਮਣੀ ਕਮੇਟੀ ਵੱਖ ਰੱਖਣੀ ਸਾਰਾ। ਹੁਣ ਲੜਾਈ ਕੀ ਹੈ, ਜੇ ਪਿੱਛੇ ਜੇ ਨਿਗਾਹ ਵੀ ਮਾਰ ਗਈ ਢੀਂਡ ਸਾਖੀਆਂ, ਸਾਡੀ ਤਾਂ ਸ਼੍ਰੋਮਣੀ ਕਮੇਟੀ ਤੇ ਆਪਣੀ ਤਾਂ ਜ਼ਿਆਦਾ ਉਹ ਹੈ ਕੇਂਦਰਤ ਹੈ। ਬਿਲਕੁਲ ਆਪਾਂ ਇੱਧਰੋਂ ਇਹ ਆਦੇ ਵੀ ਜੇ ਸ਼੍ਰੋਮਣੀ ਕਮੇਟੀ ਬਾਦਲ ਦਲ ਕੋਲੇ ਅਕਾਲੀ ਦਲ ਕੋਲ ਢੀਂਡਸੇ ਕੋਲ ਰਹਿੰਦੀ ਹੈ, ਆਪਣਾ ਸਾਰਾ ਸਿੱਖੀ ਦਾ ਆਪਾਂ ਆਪਣੇ ਕੋਲੇ ਮੋਹਰੇ ਠਹੈ। ਬਿਲਕੁਲ ਬਿਲਕੁਲ। ਉਹਨੂੰ ਜ਼ਿਆਦਾ ਕਿਉਂ ਲੋਝਦੇ ਆ ਇਹ ਆਦੇ ਇਹ ਆਮ ਜਨਤਾ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਖੁੰਡ ਜੱਤ ਆਪਾਂ ਜ਼ਿਆਦਾ ਸੁਣਦੇ ਆ। ਬਿਲਕੁਲ ਜੀ, ਬਿਲਕੁਲ ਬਿਲਕੁਲ। ਉੱਥੋਂ ਗੱਲਾਂ ਵਿੱਚੋਂ ਨਿਕਲ ਕੇ ਆਉਂਦੀਆਂ ਇਹ ਆਦੇ ਵੀ ਜਿਹੜੇ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੋ ਗਿਆ ਉਹ ਉਸੇ ਦਾ ਹੀ ਅਕਾਲੀ ਦਲ, ਉਸੇ ਦਾ ਸਰਕਾਰ ਤੇ ਹੈ, ਅਕਾਲੀ ਦਲ ਉਸੇ ਦੀ ਸਰਕਾਰ ਤੇ ਹੈ। ਬੀਜੇਪੀ ਇਹਨਾਂ ਨੂੰ ਜਿਹੜਾ ਬੀਜੇਪੀ ਨੇ ਗਠਬੰਧਨ ਕੋਈ ਇਹਨਾਂ ਦੇ ਜ਼ਿਆਦਾ ਉਸ ਕਰਕੇ ਹੀ ਰੱਖਿਆ ਸੀ, ਕਿਉਂਕਿ ਹੁਣ ਜਿਵੇਂ ਬੀਜੇਪੀ ਵਾਲੇ ਆਖ ਰਹੇ ਆ ਇਹ ਰੇਤੇ ਦੀਆਂ ਖੱਡਾਂ ਵੀ ਇਹਨਾਂ ਨੇ ਕਰੀਆਂ, ਫਲਾਨਾ ਵੀ ਇਹਨਾਂ ਨੇ ਕਰਿਆ, ਜਿਹੜੇ ਕੰਮ ਜ਼ਿਆਦਾ ਵੀ ਅਕਾਲੀ ਦਲ ਤੇ ਲਾਉਂਦੇ ਆ ਉਹ ਇਲਜ਼ਾਮ ਵੀ ਇਹਨਾਂ ਨੇ ਪੁੱਠੇ ਸਿੱਧੇ ਕੰਮ ਜ਼ਿਆਦਾ ਇਹਨਾਂ ਨੇ ਕਰੇ। ਨਸ਼ਿਆਂ ਦੇ ਮੁੱਦੇ 'ਚ ਤਾਂ ਅਸੀਂ ਇਹਨਾਂ ਦਾ ਉਹ ਕਰਿਆ, ਬਿਲਕੁਲ ਸਾਥ ਦਿੱਤਾ। ਉਹ ਤਾਂ ਇਹ ਕਹਿ ਰਹੇ ਆ ਬੀਜੇਪੀ ਵਾਲੇ ਆ ਤੇ ਅਸੀਂ ਬੋਲੇ ਨਹੀਂ, ਉਦੋਂ ਚੁੱਪ ਰਹੇ। ਉਹ ਫਿਰ ਹੁਣ ਟੁੱਟ ਗਈ ਤੜਕ ਕਰਕੇ। ਹਾਂ ਮਗਰੋਂ ਤਾਂ ਫਿਰ ਦੇਖ ਕੇ ਆਪਾਂ ਜੇ ਕਿਸੇ ਨੂੰ ਨਾ ਵੈਸੇ ਵੀ ਕਿਸੇ ਨੂੰ ਖੰਘ ਹੋਈ ਹੋਵੇ, ਖੰਘੂਰਾ ਮਾਰਦੇ ਕਰਦੇ, ਤਾਂ ਉਹ ਵੀ ਫਿਰ ਐਵੇਂ ਲੱਗਦਾ ਵੀ ਮੈਨੂੰ ਕਿਹਾ ਹੁੰਦਾ ਗਾ। ਹਾਂ ਵਿਕਰ ਸਿੰਘ ਜੀ, ਜਦੋਂ ਕਿਸਾਨਾਂ ਦੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ, ਤਾਂ ਇਹਨਾਂ ਨੂੰ ਪਹਿਲਾਂ ਕੀ ਲੋੜ ਪਈ ਜੀ 24 ਸਾਲ ਪਹਿਲਾਂ ਵੀ ਇਹਨਾਂ ਨਾਲ ਗਠਬੰਧਨ ਕਰਨ ਦੀ ਬੀਜੇਪੀ ਨਾਲ? ਦੇਖੋ ਜੀ, ਅੱਜ ਮੈਂ ਸੁਣੀ ਜਾਂਦਾ ਸੀ ਇਹਨਾਂ ਦੇ ਜਿਹੜੇ ਉਹ ਨਾਂ ਨਹੀਂ ਮੇਰੇ ਚੇਤੇ ਆਉਂਦਾ, ਜਿਹੜਾ ਇਹਨਾਂ ਦੇ ਵਿਚਾਲੇ ਸੀ ਬੰਦਾ ਫੇਸਬੁੱਕ ਤੇ ਆਈ ਜਾਂਦਾ ਸੀ, ਉਹਦਾ ਵੀ ਮੈਂ ਸਮਝੌਤਾ ਕਰਾਉਣ 'ਚ ਸੀਗਾ, ਅੱਗੇ ਸੀਗਾ। ਠੀਕ ਹੈ। ਇਹ ਟੌੜੇ ਵਰਗੇ ਤੇ ਜਿਹੜੇ ਦੂਜੇ ਬੰਦੇ ਸੀ ਇਹ ਤਾਂ ਕਰ ਰਹੇ ਸੀਗੇ ਕਾਂਗਰਸ ਨਾਲ। ਹਾਂਜੀ, ਟਾਈ ਅਪ। ਠੀਕ ਹੈ, ਟਾਈ ਅਪ ਜਿੱਦਾਂ ਇਹਨਾਂ ਦਾ ਹੁੰਦਾ ਹੈ। ਉਹ ਆਦਾ ਵੀ ਮੈਂ ਜਾ ਕੇ ਇਹਨਾਂ ਨੂੰ ਆਦਾ ਬਾਦਲ ਸਾਹਿਬ ਨੂੰ ਆਖਿਆ ਵੀ ਜੇ ਤੁਸੀਂ ਕਾਂਗਰਸ ਨਾਲ ਕਰਦੇ ਹੋ ਤਾਂ ਇਹਦੇ ਨਾਲੋਂ ਤੁਸੀਂ ਕਿਉਂ ਨਾ ਬੀਜੇਪੀ ਨਾ ਕਰੋ। ਆਦਾ ਬਾਦਲ ਸਾਹਿਬ ਨੇ ਤੁਰਤਾ ਕਿ ਮੈਂ ਆਖਿਆ ਵੀ ਜਿਹੜੇ ਇਹ ਚੰਦੂ ਮਾਜਰੇ ਆ ਕੇ ਸਾਰੇ ਵਿੱਚ ਸੀ ਟੋੜੇ ਆਏ ਦਲ 'ਚ ਵੀ ਇਹ ਤਾਂ ਕਰ ਰਹੇ ਆ। ਆਦਾ ਮੈਂ ਉਹਨੂੰ ਪੱਕਾ ਦੱਸਿਆ ਉਹਨਾਂ ਨੂੰ, ਬਾਦਲ ਸਾਹਿਬ ਨੇ ਆ ਤੁਰਤ ਹੀ ਫੈਸਲਾ ਲਿਆ ਵੀ ਆਪਾਂ ਚੱਲ ਉਹਦੇ ਕੋਲੇ ਵਾਜਪਾਈ ਕੋਲੇ। ਆਦਾ ਅਸੀਂ ਦੋਨੇ ਗਏ, ਵਾਜਪਾਈ ਨੇ ਚੰਗਾ ਸਾਡਾ ਸਤਿਕਾਰ ਕੀਤਾ। ਉੱਥੇ ਅਸੀਂ ਇਹਦਾ ਵੀ ਫੈਸਲਾ ਲੈ ਕੇ ਵੀ ਭਾਈ ਠੀਕ ਹੈ ਅਸੀਂ ਉਹ ਦੇਵਾਂਗੇ ਤੇ ਲਿਖਤੀ ਸਮਰਥਨ ਦੇਤਾ ਵਾਜਪਾਈ ਨੂੰ ਦੇਤਾ। ਜਦੋਂ ਇਹ ਆਏ ਟੌੜਾ ਸਾਹਿਬ ਹੋਰੀ ਇਹ ਮੰਨ ਲਾ ਦੂਜੇ ਪਾਸੇ ਸੀਗੇ ਵਿੱਚੋਂ, ਇਹ ਆਦੇ ਵੀ ਆਪਾਂ ਉਹ ਆਦਾ ਬਾਦਲ ਸਾਹਿਬ ਆਦੇ ਵੀ ਮੈਂ ਤਾਂ ਕਰਤਾ ਵੀ ਆਪਾਂ ਇੱਧਰ ਹੀ ਕਰਾਂਗੇ, ਕਾਂਗਰਸ ਨਾਲ ਆਪਣਾ ਚੱਲਦਾ ਨਹੀਂ। ਉਹ ਫਿਰ ਕੋਈ ਇਹਨਾਂ ਨੇ ਉਦੋਂ ਸਿਰਫ ਆਪਦੇ ਹਿੱਤਾਂ ਵਾਸਤੇ ਕਰਿਆ ਜੀ। ਜੇ ਹੁਣ ਕੋਈ ਉਹਨਾਂ ਨੇ ਐ ਨਹੀਂ ਰੱਖਿਆ ਵੀ ਸਾਡੇ ਆਹ ਮੁੱਦਾ ਹੋਊਗਾ, ਉਹਨਾਂ ਦੇ ਦੱਸਣ ਮੁਤਾਬਕ ਹੈ ਵੀ ਇਹ ਨਹੀਂ ਦੱਸਿਆ ਉਹਨਾਂ ਨੇ ਵੀ ਕੋਈ ਸੰਵਿਧਾਨ ਨਹੀਂ ਬਣਾਇਆ ਹਾਂ ਵੀ ਪੰਜਾਬ ਦੇ ਆਹ ਕੰਮ ਕਰਨੇ ਹੋਣਗੇ ਤੁਹਾਨੂੰ, ਜਾਂ ਅਸੀਂ ਸਿੱਖੀ ਦਾ ਬਰਾਬਰ ਰੱਖਣਾ ਆਪਦਾ। ਬਿਲਕੁਲ ਸਾਡਾ ਇਹਦੇ 'ਚ ਨਾ ਕੋਈ ਇੰਟਰਫੇਅਰ ਹੋਵੇ। ਉਹ ਤਾਂ ਫਿਰ ਕੋਈ ਹੈ ਹੀ ਨਹੀਂ, ਸੰਬੰਧ ਹੀ ਨਹੀਂ ਨਾ ਇਸ ਚੀਜ਼ ਇਹਨਾਂ ਚੀਜ਼ਾਂ ਨਾਲ। ਹਾਂ ਇਹਨਾਂ ਨੇ ਨਹੀਂ, ਲੋਕਾਂ 'ਚ ਤਾਂ ਵਿਚਰਦੇ ਇਹ ਕਿਸਾਨ ਤੇ ਸਿੱਖ ਬਣ ਕੇ ਸੀ ਨਾ। ਲੋਕਾਂ ਜ਼ਰੂਰ ਵਿਚਰਦੇ ਸੀ, ਲੋਕਾਂ 'ਚ ਤਾਂ ਇਸੇ ਉਸ ਦੀ ਵੋਟਾਂ ਲੈਂਦੇ ਰਹੇ ਇਹ ਹੁਣ ਤੱਕ ਵੀ ਅਸੀਂ ਕਿਸਾਨ ਆ ਤੇ ਇੱਕ ਸਿੱਖ ਆ। ਆਮ ਬਜ਼ੁਰਗ ਤਾਂ ਆਪਣੇ ਇੱਕ ਦੋ ਹਜੇ ਵੀ ਹੈਗੇ ਆ, ਉਹ ਕਹਿੰਦੇ ਆ ਬਾਦਲ ਵਰਗਾ ਤਾਂ ਤੱਕੜੀ ਤਾਂ ਬਾਬੇ ਨਾਨਕ ਦੀ ਹੈ, ਤੱਕੜੀ ਤੋਂ ਬਿਨਾਂ ਕਿਵੇਂ ਪਾਵਾਂਗੇ। ਬਿਲਕੁਲ ਆਮ ਜਿਹੜੀਆਂ ਖੁੰਡ ਚਰਚਾਵਾਂ ਦੇ ਵਿੱਚ ਇਹ ਚੀਜ਼ ਹੁੰਦੀ ਹੈ, ਬਿਲਕੁਲ ਹੁੰਦੀ ਹੈ। ਅੱਜ ਵੀ ਹੈ ਕਿਸੇ ਪੰਜਾਬ ਦੇ ਵਿੱਚ। ਹਾਂ ਤੇ ਹੁਣ ਚਲੋ ਨੌਜਵਾਨ ਕੁਛ ਆਏ, ਕੁਛ ਇੱਕ ਤੀਜੀ ਧਿਰ ਅੱਜ ਤੱਕ ਕਾਇਮ ਹੋਣ ਨਹੀਂ ਦਿੱਤੀ ਬਰਾਬਰ ਇਹਨਾਂ ਨੇ। ਬਿਲਕੁਲ ਜੀ, ਬਿਲਕੁਲ। ਅਸੀਂ 17 ਦੀਆਂ ਵੋਟਾਂ ਸੀ, ਅਸੀਂ ਨਾ ਇੱਕ ਆਪਣੇ ਮਿੱਤਰ ਪਿਆਰੇ ਅਸੀਂ ਬਠਿੰਡੇ ਜਾ ਰਹੇ ਹਾਂ ਕਿਸੇ ਕੰਮ, ਉਹ ਕਾਂਗਰਸ ਵੱਲ ਸੀ ਤੇ ਮੈਨੂੰ ਉਹ ਆਦਾ ਯਾਰ ਵੀ ਸਰਕਾਰ ਕਿਹਦੀ ਬਣੂ, 20 ਕੁ ਦਿਨ ਪਹਿਲਾਂ ਦੀ ਗੱਲ ਹੋਊਗੀ ਅਜੇ ਉਸ ਤੋਂ ਵੋਟਾਂ ਤੋਂ। ਮੈਂ ਕਿਹਾ ਯਾਰ ਮੈਨੂੰ ਲੱਗਦਾ ਆਪ ਆਏ ਦੀ ਸਰਕਾਰ ਬਣ ਸਕਦੀ ਹੈ, ਬਹੁਤ ਜ਼ਿਆਦਾ ਪ੍ਰਚਾਰ ਜ਼ੋਰ ਹੋ ਲੱਗਿਆ ਸੀ ਜਾਂਦਾ, ਕੋਈ ਕਿੰਨਾ ਆਖੀ ਜਾਂਦਾ ਹੈ। ਬਿਲਕੁਲ ਮੈਂ ਕਿਹਾ ਯਾਰ ਇਹਨਾਂ ਦੇ ਲੱਗਦਾ ਚਾਂਸ, ਉਹ ਆਦਾ ਵੀ ਇਹਨਾਂ ਦੀ ਤਾਂ ਨਹੀਂ ਬਣਨ ਦੇ, ਇਹ ਤਾਂ ਵੀ ਕਾਂਗਰਸ ਤੇ ਅਕਾਲੀਆਂ ਸਮਝੌਤਾ ਹੋ ਗਿਆ ਤੇ ਕਾਂਗਰਸ ਦੀ ਬਣੂ ਸਰਕਾਰ। ਮੈਂ ਕਿਹਾ ਯਾਰ ਜਦੋਂ ਤੁਹਾਨੂੰ ਇੰਨਾ ਪਤਾ ਹੈ ਕਿ ਸਮਝੌਤਾ ਹੋ ਗਿਆ ਤੇ ਤੁਸੀਂ ਵੋਟ ਪਾਉਂਦੇ ਹੋ ਅਕਾਲੀ ਦਲ ਤੋਂ ਸਰਕਾਰ ਨੂੰ ਪਰੇ ਕਰਨ ਵਾਸਤੇ, ਸਰਕਾਰ ਚੋਂ ਅਕਾਲੀ ਦਲ ਨੂੰ ਪਾਸੇ ਕਰਨ ਵਾਸਤੇ ਪਾਉਂਦੇ ਹੋ ਵੀ ਆਪਾਂ ਉਹਨਾਂ ਦਾ ਬਦਲ ਲਿਆਗੇ ਵੀ ਚੰਗਾ ਲਿਆਗੇ। ਬਿਲਕੁਲ ਜਦੋਂ ਉਹੀ ਹੈ ਉਹ ਫਿਰ ਕਿਉਂ ਪਾਉਂਦੇ ਹੋ? ਫਿਰ ਤੁਸੀਂ ਨੂੰ ਰਹਿਣ ਦਿਓ। ਉਹ ਜਾਂ ਸਾਡੇ ਰਿਸ਼ਤੇਦਾਰ ਨੇ ਫਲਾਣੇ ਨੇ ਕਹਿਤਾ ਤੇ ਉਹ ਕਹਿੰਨੇ ਕਹਿਤਾ, ਜਿਵੇਂ ਕਰਦੇ ਹੁੰਦੇ ਆਪਣੇ ਆਮ ਉਹ ਚੀਜ਼ਾਂ ਹੁੰਦੀਆਂ ਗੱਲਾਂ ਇਹ ਹੈ ਜੀ। ਜ਼ਿਆਦੇ
ਰਾਜਨੀਤੀ ਹਰੇਕ ਚੀਜ਼ ਤੇ ਰਾਜਨੀਤੀ ਹੋਣ ਲੱਗੀ, ਉਹ ਮਾੜੀ ਹੈ। ਜੋ ਅਕਾਲੀ ਦਲ ਦਾ ਤਾਂ ਬਿਲਕੁਲ ਹੀ ਇਹ ਗੱਲ ਨਾਲ ਸੰਬੰਧ ਨਹੀਂ ਸੀ। ਬਿਲਕੁਲ। ਅੱਜ ਆਪਾਂ ਥਾਂ ਪੜ੍ਹਦੇ ਹਾਂ, ਜਿਹੜੇ ਜਥੇਦਾਰ ਪਹਿਲਾਂ ਵਾਲੇ ਹੁੰਦੇ ਸੀਗੇ ਵੀ ਉਹ ਕਿਸੇ ਦੇ ਘਰੇ ਆਟਾ ਨਹੀਂ ਹੁੰਦਾ ਸੀ, ਕਿਸੇ ਦੇ ਪਾਣੀ ਨਹੀਂ ਹੁੰਦਾ ਸੀ, ਛੱਤਾਂ 'ਚ ਆਉਂਦੀਆਂ ਸੀ, ਮੰਤਰੀਆਂ ਤੱਕ ਬਣੇ ਰਹਿੰਦੇ ਤੇ ਉਹ ਆਪਦਾ ਉਹ ਨਹੀਂ ਕਰਦੇ ਸੀਗੇ। ਬਿਲਕੁਲ। ਤੇ ਅੱਜ ਤੁਸੀਂ ਜਥੇਦਾਰਾਂ ਦੇ ਮਹਿਲ, ਅੱਜ ਤਾਂ ਸਭ ਤੋਂ ਪਹਿਲਾਂ ਆਪਣਾ ਹੀ ਦੇਖਿਆ ਜਾਂਦਾ ਹੈ। ਹਾਂ ਬਿਲਕੁਲ। ਜਦੋਂ ਦੁਨੀਆ ਮਰਦੀ ਹੈ ਮਰਨ ਦਿਓ, ਮਰਦੀ ਹੈ ਮਰਨ ਦਿਓ, ਪਹਿਲਾਂ ਆਪਣਾ ਸਵਾਰੋ। ਹਾਂ, ਇਹ ਅਕਾਲੀ ਦਲ ਨੂੰ ਬਹੁਤ ਵੱਡੀ ਢਾਹ ਲੱਗੀ ਜੀ। ਜਦੋਂ ਕਿ ਇੱਕ ਉਹ ਲਿਮਟਿਡ ਰੌਲਾ ਵੀ ਲੋਕ ਬਹੁਤ ਪਾਉਂਦੇ ਆ, ਇੱਕ ਕੰਪਨੀ ਬਣ ਕੇ ਰਹਿ ਗਈ। ਅਸੀਂ ਪਹਿਲਾਂ ਤੋਂ, ਮੇਰੇ ਦਾਦਾ ਜੀ ਤੋਂ ਲਾ ਲਓ, ਮੇਰੇ ਡੈਡੀ ਜੀ ਲਾ ਲਓ, ਅਸੀਂ ਅਕਾਲੀ ਦਲ ਨਾਲ ਹੀ ਜੁੜੇ ਸੀ ਪੁਰਾਣੇ ਪਹਿਲਾਂ ਤੋਂ। ਤੇ ਜਦੋਂ ਕੋਈ ਆਪਾਂ ਚੀਜ਼ ਬਣਾਈ ਹੁੰਦੀ ਹੈ, ਹਾਂਜੀ ਹਾਂਜੀ, ਉਹਦੇ 'ਚ ਗਲਤ ਹੁੰਦਾ ਸਿਸਟਮ, ਮਕਾਨ ਬਣਾਇਆ, ਘਰ ਬਣਾਇਆ, ਪਰਿਵਾਰ ਬਣਾਇਆ ਇੱਕ, ਬਿਲਕੁਲ। ਉਹਦੇ 'ਚ ਗਲਤ ਹੁੰਦੀ ਹੈ। ਦੁੱਖ ਕਿਹਨੂੰ ਹੁੰਦਾ ਹੈ? ਜਿਹੜਾ ਉਹਦਾ ਪਰਿਵਾਰ ਦਾ ਮੈਂਬਰ ਹੈ, ਸਾਰਿਆਂ ਨੂੰ ਹੋਊਗਾ। ਸਾਰਿਆਂ ਨੂੰ ਦੁੱਖ ਹੁੰਦਾ ਹੈ। ਮੰਨ ਲਓ ਆਪਣੇ ਇੱਕ ਪਰਿਵਾਰ ਅਲੱਗ ਹੁੰਦੇ ਆ ਆਪਾਂ ਘਰ ਚੋਂ, ਉਹਦਾ ਦੁੱਖ ਤਾਂ ਹੁੰਦਾ ਵੀ ਯਾਰ ਆਹ ਗਲਤ ਹੁੰਦਾ ਹੈ। ਤੇ ਮਜਬੂਰੀਆਂ ਹੁੰਦੀਆਂ, ਫਿਰ ਬੰਦੇ ਨੂੰ ਮਜਬੂਰੀ ਬਸ ਲੈਣੇ ਵੀ ਪੈਂਦੇ ਫੈਸਲੇ। ਇਸ ਕਰਕੇ ਅਕਾਲੀ ਦਲ ਇੱਕ ਤਾਂ ਜ਼ਿਆਦਾ ਜਿਹੜਾ ਇੱਕ ਕੰਪਨੀ ਜੀ ਬਣ ਕੇ ਰਹਿ ਗਿਆ। ਬਿਲਕੁਲ। ਬਾਦਲ ਸਾਹਿਬ ਦੇ ਜਿੰਨਾ ਪਰਿਵਾਰ ਦੇ ਨਾਲ ਜਿਹੜੇ ਬੰਦੇ, ਤੁਸੀਂ ਜਿਹੜੀ ਗੱਲ ਸੱਚੀ ਕਹਿਤੀ, ਉਹਨੂੰ ਤਾਂ ਪਾਸੇ ਸਾਈਡ ਲਾਈਨ ਕਰਤਾ ਇਹਨਾਂ ਨੇ। ਨਵੇਂ ਬੰਦੇ ਲਿਆਂਦੇ, ਨਵੇਂ ਬੰਦੇ ਆਪਣੇ, ਤੁਸੀਂ ਤਲਵੰਡੀ ਹਲਕੇ ਹੀ ਲਾ ਲਓ, ਜੀਤਮਿੰਦਰ ਸਿੱਧੂ ਸਾਹਿਬ ਪਹਿਲਾਂ ਆਜ਼ਾਦ ਸੀ, ਫਿਰ ਕਾਂਗਰਸ 'ਚ ਵਾਗੇ, ਫਿਰ ਇਹਨਾਂ ਨੇ ਲਿਆਂਦੇ ਅਕਾਲੀ ਦਲ 'ਚ। ਹਾਂ, ਅਕਾਲੀ ਦਲ 'ਚ, ਹਾਲਾਂਕਿ ਅਕਾਲੀ ਦਲ ਦੀ ਸਰਕਾਰ ਵਧੀਆ ਚੱਲੀ ਜਾਂਦੀ ਸੀ, ਬਸ ਇਹਨਾਂ ਕੋਲੇ ਇੱਕ ਵਿਧਾਇਕ ਘੱਟ ਸੀਗਾ, ਬਹੁਮਤ ਕੱਲੀ ਅਕਾਲੀ ਦਲ ਕੋਲੇ। ਬੀਜੇਪੀ ਦੀ ਲੋੜ ਨਹੀਂ ਰਹਿਣੀ ਵੀ ਆਪਾਂ ਨੂੰ ਜੇ ਅਕਾਲੀ ਦਲ ਦਾ ਇੱਕ ਮੈਂਬਰ ਹੋਰ ਜਿੱਦਾਂ, ਸਿਰਫ ਇੰਨੇ ਪਿੱਛੇ ਸਿੱਧੂ ਸਾਹਿਬ ਲਿਆਂਦੇ। ਉਹਨਾਂ ਨੇ ਚਲੋ ਆ ਕੇ, ਆਪਾਂ ਇਹ ਨਹੀਂ ਕਹਿੰਦੇ ਵੀ ਕੰਮ ਵੀ ਕਰਾਏ ਪਿੰਡਾਂ 'ਚ, ਜ਼ਰੂਰ ਕਰਾਏ। ਬਿਲਕੁਲ। ਧੜੇ ਬੰਦੀਆਂ ਵੱਧ ਬਣ ਗਈਆਂ। ਧੜੇ ਬੰਦੀਆਂ ਇਹ ਬਣੀਆਂ, ਇੱਕ ਤਾਂ ਉਹ ਦੂਜੀ ਪਾਰਟੀ 'ਚੋਂ ਆਏ ਸੀ। ਬਿਲਕੁਲ। ਦੂਜੀ ਪਾਰਟੀ 'ਚੋਂ ਜਿਹੜੇ ਅਕਾਲੀ ਦਲ ਦੇ ਪੁਰਾਣੇ ਉਹ ਸੀਗੇ ਬੰਦੇ, ਉਹ ਤਾਂ ਇਹ ਮਹੱਦੇ ਸੀ, ਜਿਹੜੇ ਅਸੀਂ ਸਿਸਟਮ ਮਹੱਦੇ ਸੀ, ਅਸੀਂ ਅਕਾਲੀ ਦਲ ਵੀ ਸਾਡਾ ਅਸੀਂ ਹੁਣ ਦਬ ਗਏ ਜਮਾ। ਹਾਂ, ਵੀ ਇਹ ਬਾਅਦ 'ਚ ਆਏ ਆ, ਇਹ ਬੰਦਿਆਂ ਦਾ ਆਪਣਾ ਕਿੱਥੇ ਤਾਂ ਉਹ ਮਾਨ ਸਤਿਕਾਰ ਲਾ ਲਓ, ਚਾਹੇ ਲਾ ਲਓ, ਕੰਮ ਲਾ ਲਓ, ਜਾਂ ਕੋਈ ਸਹੀ। ਤੇ ਇੱਕ ਕਹਿੰਦਾ ਤਾਂ ਹਰੇਕ ਹੀ ਹੁੰਦਾ ਆਪਦੇ ਆਪ ਨੂੰ ਵੀ ਮੈਂ ਸਹੀ ਹਾਂ। ਅਸੀਂ ਐਂ ਸੋਚਦੇ ਸੀ ਵੀ ਅਸੀਂ ਸਹੀ ਚੱਲ ਰਹੇ ਹਾਂ, ਯਾਰ ਇਹ ਗਲਤ ਕਰ ਰਹੇ ਸੀਗੇ। ਬਿਲਕੁਲ। ਹਾਂ, ਅਖੀਰ ਨੂੰ ਸਾਨੂੰ ਸਾਈਡ ਲਾਈਨ ਹੋਣਾ ਪਿਆ। ਇਹ ਵੀ ਇਸੇ ਕਰਕੇ ਕਿਤੇ ਨਹੀਂ ਸੁਣੀ ਗਈ। ਖਾਨਾ ਸਾਹਿਬ ਇੱਕ ਦਰਵੇਸ਼ ਸਿਆਸਤਦਾਨ ਸੀਗੇ, ਇਹਦੇ 'ਚ ਕੋਈ ਦੋ ਰਾਏ ਨਹੀਂ, ਕੋਈ ਕੁਛ ਕਹੀ ਜਾਵੇ, ਆਪਣੇ ਅੱਡੋ ਅੱਡ ਬਾਕੀ ਬੰਦਾ ਹੀ ਸੋਚ ਹੁੰਦੀ ਹੈ ਮੇਰੇ ਦਿਮਾਗ ਬਿਲਕੁਲ। ਹਾਂ, ਭੁੰਦਰ ਸਾਹਿਬ ਹੈ, ਸਿਆਸਤਦਾਨ ਹੈਗਾ, ਠੰਡੇ ਸਿਆਸਤਦਾਨ ਹੈ, ਲੋਕਾਂ 'ਚ ਕਿਤੇ ਵੀ ਹੈ ਨਾ ਵਿਚਰਦੇ ਆ ਲੋਕਾਂ 'ਚ। ਇੱਕ ਨਾ ਲੀਡਰ ਜਿਹੜਾ ਸ਼ਾਂਤ ਤੇ ਠੰਡੇ ਸੁਭਾਅ ਦਾ ਹੋਣਾ ਜ਼ਰੂਰੀ ਹੈ। ਬਿਲਕੁਲ। ਹਾਂ, ਇਹ ਇਹਨਾਂ ਲੀਡਰਾਂ ਦੀ ਗੱਲ ਮੰਨਣ 'ਚ ਖਾਨਾ ਸਾਹਿਬ ਸੀ। ਉਹ ਕਹਿੰਦੇ ਸੀ ਵੀ ਲੜਿਓ ਨਾ, ਲੜਾਈ ਤੋਂ ਬਚਿਓ। ਲੀਡਰ ਵੋਟਾਂ ਤਾਂ ਕੁਛ ਨਹੀਂ ਹੁੰਦੀਆਂ, 6 ਮਹੀਨਿਆਂ ਬਾਅਦ ਆ ਜਾਣਗੀਆਂ। ਬਿਲਕੁਲ। ਉਹਨਾਂ ਦਾ ਇਹ ਹੋਣਾ ਸੀ। ਸਾਡੀ ਭਾਈਚਾਰਕ ਸਾਂਝ ਇੱਕ ਅਲੱਗ ਚੀਜ਼ ਹੈ, ਉਹ ਸਿਆਸਤ ਇੱਕ ਅਲੱਗ ਹੁੰਦੇ ਸੀ। ਤੇ ਜਦੋਂ ਇਹ ਨਵੇਂ ਲੀਡਰ ਆ ਗਏ, ਉਹ ਕੁਛ ਨਾ ਕੁਛ ਕਹਿੰਦੇ, ਚਾਹੇ ਉਹ ਕੰਮ ਵਾਸਤੇ ਸੀ ਵੀ ਯਾਰ ਕੰਮ ਕਰੋ, ਕੁਛ ਨਹੀਂ ਹੁੰਦਾ ਯਾਰ, ਇਹ ਤਾਂ ਚੱਲੀ ਜਾਂਦਾ ਹੁੰਦਾ ਹੈ। ਬਿਲਕੁਲ। ਤੇ ਆਪਣੀ ਜਿੱਤ ਹੈਗੀ ਹੈ, ਹੋਊ ਵੀ। ਲੋਕਾਂ ਨੇ ਵੀ ਜਦੋਂ ਜੀਤਮਿੰਦਰ ਸਿੱਧੂ ਸਾਹਿਬ ਇੱਧਰ ਆਏ, ਚੰਗਾ ਸਾਥ ਦਿੱਤਾ, ਵਧੀਆ ਮਾਰਜਨ ਤੇ ਚੰਗੇ ਉਸ ਤੇ ਜਿੱਤੇ ਸੀਗੇ। ਤੇ ਬਾਅਦ 'ਚ ਭਾਈ ਲੋਕਾਂ ਦਾ ਵਿਰੋਧ ਹੋਇਆ, ਕੁਛ ਆਪ ਪਾਰਟੀ ਆਈ, ਲੋਕਾਂ ਨੂੰ ਤੀਜਾ ਬਾਦਲ ਦਿਸਣ ਲੱਗ ਗਿਆ। ਕੋਈ ਆਸ ਵੱਜੀ, ਲੋਕਾਂ ਦੀ ਆਸ ਵੱਜੀ। ਜੇ ਕੋਈ ਆਖੇ ਇੱਥੇ ਬਲਜਿੰਦਰ ਕੌਰ ਜਿੱਤੇ ਵੀ ਉਹਨਾਂ ਦੀ ਸ਼ਖਸੀਅਤ ਨੂੰ ਵੋਟ ਪੈਗੀ, ਬਿਲਕੁਲ ਨਹੀਂ। ਪਾਰਟੀ ਦੇ ਨਾਂ ਨੂੰ ਵੋਟ ਪਈ, ਪਾਰਟੀ ਦੇ ਨਾਂ ਨੂੰ ਇੱਕ ਮੂਵਮੈਂਟ ਚੱਲੀ, ਤੇ ਉਹਦੇ 'ਚ ਅਗਲਾ ਕਹਿੰਦਾ ਵੀ ਯਾਰ ਆਪਾਂ ਬਾਦਲ ਦੇਖੀਏ। ਬਿਲਕੁਲ। ਲੋਕ ਇੱਕ ਨਵਾਂ ਸੰਘਰਸ਼ ਦੇਖਿਆ ਉਹਨਾਂ ਨੇ ਵੀ ਨਵੀਂ ਇੱਕ ਲੀ ਚੱਲੀ ਹੈ। ਕੁਛ ਇਹ ਬਦਨਾਮ ਵੱਧ ਹੋ ਗਏ। ਮੁੱਦੇ ਚੋਣਾਂ ਨੇੜੇ ਆ ਕੇ ਖੜੇ ਹੁੰਦੇ ਆ, ਹਜੇ ਤੱਕ ਆਮ ਲੋਕਾਂ ਨੂੰ ਤੇ ਸਾਨੂੰ ਇਹ ਨਹੀਂ ਪਤਾ ਲੱਗਿਆ। ਆਪ ਵੀ ਰੋਜ਼ ਤੁਰੇ ਫਿਰਦੇ ਆ, ਭਕਾਈ ਵੀ ਬਹੁਤ ਕਰਦੇ ਆ। ਦੇਖੋ ਜੀ, ਤੁਹਾਨੂੰ ਵੀ ਪਤਾ, ਆਪਾਂ ਜਿੰਨਾ ਹੁੰਦਾ ਵੀ ਯਾਰ ਕਿਤੋਂ ਆਹ ਚੀਜ਼ ਦੇਖੀਏ, ਮਿਲਦੀ ਆ, ਆਪਾਂ ਕੋਸ਼ਿਸ਼ ਕਰਦੇ ਆ ਪਰ ਲੱਭਣ ਦੀ। ਵੀ ਜਦੋਂ ਵੋਟਾਂ ਆਉਂਦੀਆਂ, ਇੱਕ ਤਾਂ ਪਹਿਲਾਂ ਹੁੰਦਾ ਸੀ SYL ਦਾ ਮੁੱਦਾ, ਹੁਣ ਵੀ ਹੈਗਾ ਆ। ਹੁਣ ਪਿੱਛੇ ਜੇ ਬਸ ਥੋੜਾ ਜਿਹਾ ਸਮਾਂ ਠਹਿਰ ਜੋ, ਹੋਰ ਆਉਣ ਵਾਲਾ ਹੀ ਹੈ। ਕੋਰਟਾਂ 'ਚੋਂ ਫੈਸਲੇ ਉਦੋਂ ਹੀ ਆਉਂਦੇ ਆ ਜਦੋਂ ਵੋਟਾਂ ਨੇੜੇ ਆ ਜਾਂਦੀਆਂ। ਕੋਰਟ ਆਏ ਕਹਿੰਦੇ ਬਈ ਤੁਸੀਂ ਇਹਦੇ ਤੇ ਤਰੀਕ ਪੈ ਜਾਂਦੀ ਹੈ। ਆਪ ਸਮੇਂ ਹੁਣ ਆ ਗਿਆ ਪਿੱਛੇ ਜੇ ਕੋਰਟ ਦਾ, ਵੀ ਤੁਸੀਂ ਪੰਜਾਬ ਹਰਿਆਣਾ ਬਹਿ ਕੇ ਤੁਸੀਂ ਆਪ ਸਮੇਂ ਦੀ ਸੰਧੀ ਕਰ ਲਓ ਵੀ ਕੋਰਟ ਨੂੰ ਨਾ ਹੋਣਾ ਪਵੇ। ਉਹ ਵੋਟਾਂ ਦੇ ਨੇੜੇ 3 ਸਾਲ ਕੋਈ ਨਹੀਂ ਬੋਲਦਾ।
ਮਗਰੋਂ ਜਾ ਕੇ ਹੋ ਜਾਂਦਾ ਹੈ। ਤੇ ਆ ਸਰੂਪਾਂ 3 ਸਾਲ ਇਹਨਾਂ ਮੁੱਦਿਆਂ ਤੇ ਵੀ ਕੋਈ ਨਹੀਂ ਬੋਲਦਾ ਤੇ 3 ਸਾਲ ਕੋਈ ਆਪਦੇ ਲੋਕਾਂ ਦਾ ਵਿਕਾਸ ਵੀ ਕੋਈ ਨਹੀਂ ਹੁੰਦਾ। ਕੋਈ ਨਹੀਂ ਹੁੰਦਾ। ਲਾਸਟ ਵਾਲੇ 2 ਸਾਲਾਂ ਦੇ ਵਿੱਚ 1.5 ਸਾਲ ਦੇ ਵਿੱਚ ਜਾ ਕੇ ਇਹ ਵਿਕਾਸ ਦੀ ਗੱਲ ਹੁੰਦੀ ਹੈ। ਆ ਹੁਣ ਚੱਲਿਆ ਹਾਂ 328 ਸਰੂਪਾਂ ਵਾਲਾ ਮਸਲਾ ਚੱਲ ਬਿਲਕੁਲ ਵਿਕਰਮ ਸਿੰਘ ਜੀ, ਤੁਸੀਂ ਜਿਹੜੀ ਗੱਲ ਕਰੀ ਹੈ SYL ਨਹਿਰ ਦੀ, ਇਹ ਮੁੱਦਾ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ 10 ਸਾਲ, ਹਾਂਜੀ ਹਾਂਜੀ ਠੀਕ ਹੈ ਜੀ। ਉਧਰੋਂ ਹਰਿਆਣੇ ਦੇ ਵਿੱਚ BJP ਸਰਕਾਰ ਹਾਂਜੀ ਸੀ, ਹਾਂਜੀ ਤਾਂ ਇਹਨਾਂ ਦਾ BJP ਨਾਲ ਗਠਬੰਧਨ ਸੀਗਾ, ਹਾਂਜੀ ਹਾਂਜੀ ਉਹ ਕੱਲ ਰਾਤੀ ਟੁੱਟਿਆ ਜੀ। ਹਾਂਜੀ ਹਾਂਜੀ। ਤਾਂ ਫਿਰ ਇਹ ਮੁੱਦਾ ਦਾ ਹੱਲ ਕਰ ਸਕਦੇ ਜੀ, ਕਰਨ ਤੇ ਹੁੰਦੇ ਜੀ। ਜੇ ਜੀ ਸ਼੍ਰੋਮਣੀ ਅਕਾਲੀ ਦਲ ਆਪਾਂ ਦੇਖੋ ਅੱਡੋ ਅੱਡ ਸੋਚ ਹੁੰਦੀ ਹੈ। ਆਮ ਲੋਕ ਜਿਹੜੇ ਕਹਿੰਦੇ ਆ ਜੇ ਬਾਦਲ ਸਾਹਿਬ ਚਾਹਣ ਨਾ, ਬਾਦਲ ਸਾਹਿਬ ਕੀ ਨਹੀਂ ਕਰ ਸਕਦੇ, ਪ੍ਰਕਾਸ਼ ਸਿੰਘ ਬਾਦਲ ਜੇ ਚਾਹਣ, ਹਰਿਆਣੇ 'ਚ ਕੀ ਹਰੇਕ ਸਿਆਸਤਦਾਨ ਇਹਨਾਂ ਦੀ ਇੰਨਾ ਸਤਿਕਾਰ ਕਰਦਾ ਹੈ। ਬਿਲਕੁਲ ਚੰਗੀ ਠੰਡੇ ਸਿਆਸਤਦਾਨ ਸੀ, ਚੰਗੀ ਇੱਜ਼ਤ ਹੈ, ਹਰੇਕ ਬੰਦਾ ਕੁਛ ਵੀ ਹੱਲ ਕਰਾ ਸਕਦੇ ਆ। ਜਾਣੀ ਕਿ ਇਹ ਕਹ ਲਓ ਵੀ ਸਿਆਸਤਦਾਨਾਂ ਦੇ ਗੁਰੂ ਵੀ ਹੈ, ਉਹ ਗੁਰੂ ਵੀ ਹੈ। ਹਰੇਕ ਬੰਦਾ ਜਿੰਨਾ ਕੁ ਹੁੰਦਾ, ਠੀਕ ਆ, ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰਾ ਕੁਝ ਹੀ ਹੁੰਦਾ ਹੈ। ਕੁਛ ਨਾ ਕੁਛ ਇੱਕ ਤਾਂ ਬੰਦਾ ਇਹ ਵੀ ਗੱਲ ਨਹੀਂ ਸੁਣਦਾ ਕਿਸੇ ਦੀ। ਮੰਨ ਲਓ ਵੀ ਆਪਾਂ ਵਗ ਜੀਏ ਕਿਸੇ ਕੋਈ, ਯਾਰ ਵੀ ਆਹ ਹੱਲ ਕਰਾਈਏ, ਅਗਲਾ ਉਹ ਤਾਂ ਵਿੱਚ ਨਹੀਂ ਵੜਨ ਦਿੰਦਾ ਜੀ। ਇੱਕ ਬੰਦੇ ਨੂੰ, ਸਿਆਣੇ ਨੂੰ ਅਗਲਾ ਵਿੱਚ ਸੱਦ ਕੇ ਲੈ ਜਾਂਦਾ ਵੀ ਯਾਰ ਤੂੰ ਆ ਵਿੱਚ, ਵੀ ਯਾਰ ਗੱਲ ਦਾ ਹੱਲ ਕਰੀਏ। ਬਿਲਕੁਲ ਬਾਦਲ ਸਾਹਿਬ ਇਹ ਹੈ ਵੀ ਜੇ ਉਹਨਾਂ ਨੂੰ ਅੱਜ ਵੀ 2-3 ਮੁੱਖ ਮੰਤਰੀ ਬੈਠੇ, ਕੁਛ ਵੀ ਬੈਠੇ, ਅੱਜ ਵੀ ਕਿਸੇ ਫੈਸਲੇ ਤੇ ਹੈ, ਉਹਨਾਂ ਦੀ ਕੋਈ ਗੱਲ ਛੇ ਟਾਲਦਾ ਨਹੀਂ ਲੱਗਦਾ ਇਹ ਅੱਡ ਹੋਊਗਾ। ਗੱਲ ਕਰ ਇਹ ਕੁਛ ਨਾ ਕੁਛ ਰਾਜਨੀਤੀ ਹੁੰਦੀ ਹੈ। ਬਾਦਲ ਸਾਹਿਬ ਨੇ ਦੇਖੋ ਜੀ, ਉਹ ਤਾਂ ਦੇ ਵੀ ਉਦੋਂ ਕੈਪਟਨ ਨੇ ਡੱਕ ਲਾਇਆ, ਇੰਦਰਾ ਗਾਂਧੀ ਨੇ ਡੱਕ ਲਾਇਆ, ਉਹ ਕਰਿਆ। ਬਾਦਲ ਸਾਹਿਬ ਨੇ ਬਾਅਦ ਚ ਜ਼ਮੀਨ ਦਿੱਤੀ, ਉਹ ਅਖਬਾਰਾਂ ਦੀਆਂ ਕਟੀਆਂ ਹੁਣ ਵੀ ਆਈ ਜਾਂਦੀਆਂ। ਇਹ ਦੇਵੀ ਲਾਲ ਜੀ ਦੇ ਵੀ ਸਾਡਾ ਜੇ ਕੋਈ ਉਹ ਸਾਂਝ ਸੀ ਤਾਂ ਕਰਕੇ ਬਾਦਲ ਸਾਹਿਬ ਨੇ ਦੇਖੋ ਦਿੱਤੀ, ਉਹਨੇ 2 ਕਰੋੜ ਰੁਪਈਆ ਦਿੱਤਾ, ਮੰਨ ਲਓ ਚਾਹੇ ਦਿੱਤਾ, ਉਹ ਸਰਕਾਰ ਨੂੰ ਦਿੱਤਾ, ਕੁਛ ਵੀ ਦਿੱਤਾ, ਜਗ੍ਹਾ ਦਾ ਦਿੱਤਾ, ਕੁਛ ਵੀ ਕਰਿਆ। ਬਿਲਕੁਲ ਤੇ ਵੀ ਉਹ ਇਹਨਾਂ ਦੀ ਸਾਂਝਾਂ ਹੈਗੀਆਂ ਅੱਜ ਵੀ ਹੈ। ਜਦੋਂ ਤੁਸੀਂ ਕਿਸੇ BJP ਨਾਲੋਂ ਹਰਿਆਣੇ 'ਚ ਅੱਡ ਲੜ ਕੇ ਤੁਸੀਂ ਵੀ ਅਲੱਗ ਲੜੇ ਹੋ ਤੇ ਚਟਾਲੇ ਕੇ ਵੀ ਅਲੱਗ ਲੜੇ ਹੋ, ਤੇ ਚਟਾਲੇ ਕਿਆ ਤੁਸੀਂ ਸਮਝੌਤਾ ਕਰਾ ਸਕਦੇ ਹੋ, ਤੇ ਪਾਵਰ ਦਾ ਤਾਂ ਬੰਦੇ ਦਾ ਆਪਾਂ ਨੂੰ ਪਤਾ ਲੱਗਦਾ ਹੀ ਹੈ ਨਾ। ਬਿਲਕੁਲ ਤੇ ਰਹੀ ਗੱਲ ਹੁਣ ਜਿਹੜੀ ਜ਼ਿਆਦਾ ਤੁਸੀਂ ਫਿਰ ਉਹ ਆਪਾਂ ਆਉਂਦੇ ਆ ਵੀ ਇਹਨਾਂ ਸੋ ਮੈਂ ਥੋੜਾ ਜਿਹਾ, ਤੁਸੀਂ ਹੋਰ ਵਿਸ਼ੇ ਨੂੰ ਟੱਚ ਕਰ ਲਿਆ ਸੀਗਾ। ਹਾਂਜੀ ਗੱਲ ਤੇ ਹਾਂਜੀ, ਆਪਾਂ ਅਕਾਲੀ ਸਰਕਾਰ ਬਾਰੇ ਤਾਂ ਬਹੁਤ ਕੁਝ ਕਰ ਲਈਆਂ ਗੱਲਾਂ ਵੀ ਅਕਾਲੀ ਸਰਕਾਰ ਨੂੰ ਜਾਣੀ ਕਿ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਸੀਗਾ, ਠੀਕ ਹੈ। ਉਹਨਾਂ ਨੇ ਜਿਹੜਾ ਹੁਣ ਆਪਣੀ ਵਿੱਚ ਗੱਲ ਕਾਂਗਰਸ ਦੀ ਵੀ ਚੱਲੀ ਹੈ, ਸਰਕਾਰ ਹੈ, ਉਹਨੇ ਕਿੰਨਾ ਕੁ ਰੋਲ ਨਿਭਾਇਆ ਹੈਗਾ। ਹੁਣ ਗੱਲ ਇੱਥੇ ਇਹ ਆਉਂਦੀ ਹੈ ਵੀ ਜਿਹੜੀ ਹਾਈ ਪਾਵਰ ਹੈ, ਹਾਈ ਕਮਾਂਡ ਕਹਿ ਲਈਏ ਦਿੱਲੀ ਦੀ ਜਿਹੜੀ ਕਾਂਗਰਸ ਹੈਗੀ, ਉਹਦੇ ਵਿੱਚ ਵੀ ਕੋਰ ਕਮੇਟੀ ਜਿਹੜੀ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਉਸ ਕੋਰ ਕਮੇਟੀ ਦੇ ਮੈਂਬਰ ਪਤਾ ਨਹੀਂ ਸੀਗਾ ਵੀ ਜਾਂ ਬਿੱਲ ਤਿਆਰ ਹੋ ਗਏ ਹੈ। ਜੇ ਪਤਾ ਸੀ ਤਾਂ ਜੁਲਾਈ 2019 ਦੇ ਵਿੱਚ ਕਹਿੰਦੇ ਇਸ ਗੱਲ ਦਾ ਪਤਾ ਲੱਗ ਜਾਂਦਾ ਜਾਂ ਤਿਆਰ ਹੁੰਦੇ, ਉਦੋਂ ਤੋਂ ਚੁੱਪ ਕਿਉਂ ਸੀਗਾ? ਕੈਪਟਨ ਸਾਹਿਬ ਤਾਂ ਦੇਖੋ ਆਪਣੇ ਇੱਕ ਕੇਂਦਰੀ ਮੰਤਰੀ ਨੇ ਦੇਖਿਆ ਸੰਸਦ 'ਚ ਗਿਆ, ਸੰਸਦ 'ਚ ਤੁਸੀਂ ਦੇਖਿਆ ਗਲਤ ਬਿਆਨ ਨਹੀਂ ਦੇ ਸਕਦੇ, ਰਿਕਾਰਡ ਚੜ੍ਹਦਾ ਹੈ, ਬਿਲਕੁਲ ਲਾਈਵ ਹੁੰਦਾ ਸਾਰਾ ਕੁਝ, ਤੱਥ ਹੁੰਦੇ ਆ। ਉਹਨਾਂ ਨੇ ਕਹਿਤਾ ਵੀ ਕੈਪਟਨ ਸਾਹਿਬ ਤਾਂ ਆਪ ਸਾਈਨ ਕਰਕੇ ਆਏ ਹੈ। ਬਿਲਕੁਲ। ਫਿਰ ਸ਼ਿਵ ਸੈਨਾ ਉਹਦਾ ਬਿੱਲ ਦਾ ਪੱਖ ਕਰਦੀ ਹੈ। ਉੱਥੇ ਸਰਕਾਰ ਕਿਹਦੀ ਹੈ? ਮਹਾਰਾਸ਼ਟਰ 'ਚ ਸ਼ਿਵ ਸੈਨਾ ਦੀ ਸਰਕਾਰ ਬਣਾਉਣ ਵਾਲੀ ਕਾਂਗਰਸ ਹੈ। ਬਿਲਕੁਲ। ਕੀ ਇਹ ਸ਼ਿਵ ਸੈਨਾ ਇਹਨਾਂ ਤੋਂ ਵੱਖਰੀ ਚੱਲ ਕੇ ਉਹ ਕਰ ਦਿੰਦੀ ਸਮਰਥਨ ਜੇ ਕਾਂਗਰਸ ਚਾਹੁੰਦੇ ਕੋਈ ਨਹੀਂ। ਇਹ ਬਿਲਕੁਲ ਰਾਜਨੀਤੀ ਹੋ ਰਹੀ ਹੈ। ਜਿੰਨਾ ਕੁ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਆਪ ਵਾਲਿਆਂ ਨੂੰ, ਚਾਹੇ ਇਹਨਾਂ ਦਾ ਹਜੇ ਤੱਕ ਕੋਈ ਐਡੇ ਉਹ ਵੱਡਾ ਉਹ ਕੰਮ ਨਹੀਂ ਗਾ, ਇਹ ਨਵਾਂ ਕੰਮ ਹੈ ਨਾ ਜੀ। ਹਾਂ, ਇਹ ਨਵਾਂ ਕੰਮ ਕਰਕੇ ਕਿਸੇ ਨਾਲ ਲਿੰਕ ਘੱਟ ਹੈ ਇਹਨਾਂ ਦੇ ਹਜੇ, ਇਹ ਵਿਰੋਧ ਜ਼ਰੂਰ ਕਰੀ ਗਏ ਹੈ, ਜਿੰਨਾ ਕਰੀ ਗਿਆ। ਭਗਵੰਤ ਮਾਨ ਨੇ ਕਰਿਆ, ਕੁਛ ਵੀ ਕਰਿਆ। ਫਿਰ ਇੱਕ ਇਹ ਮੁੱਦਾ ਸੀਗਾ ਇਹਨਾਂ ਦਾ, ਭਗਵੰਤ ਮਾਨ ਨੇ ਕਿਹਾ ਵੀ ਤੁਸੀਂ ਗ੍ਰਾਮ ਸਭਾਵਾਂ ਤੋਂ ਮਤੇ ਪਵਾ ਕੇ ਦਿਓ, ਵੀ ਤੁਸੀਂ ਸਾਨੂੰ ਦਿਓ ਚਾਹੇ ਸਰਕਾਰ ਨੂੰ ਭੇਜੋ, ਉਹਨੂੰ ਸੁਪਰੀਮ ਕੋਰਟ ਵਿੱਚ ਅਸੀਂ ਸਬੂਤ ਦੇ ਤੌਰ ਤੇ ਪੇਸ਼ ਕਰ ਸਕੀਏ। ਆਪਾਂ ਆਮ ਆਦਮੀ ਪਾਰਟੀ ਦਾ ਵੀ ਵਿਸ਼ਾ ਜਿਹੜਾ ਉਹ ਛੂਹਾਂਗੇ, ਆਪਾਂ ਉਸ ਵੇਲੇ ਇਹ ਆਮ ਆਦਮੀ ਪਾਰਟੀ ਦੀਆਂ ਗੱਲਾਂ ਕਰਾਂਗੇ। ਹੁਣ ਇੱਕ ਵਾਰੀ ਕਾਂਗਰਸ ਦਾ ਜਿਹੜਾ ਆਪਾਂ ਮੁੱਦਾ ਚੱਕ ਰਹੇ ਹਾਂ, ਉਹਦੇ ਵਿੱਚ ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ, ਉਹਨਾਂ ਨੂੰ ਵੀ ਇਸ ਗੱਲ ਦਾ ਭਲੀ ਭਾਂਤ ਪਤਾ ਹੋਊਗਾ ਕਿ ਇਹ ਬਿੱਲ ਪਾਸ ਹੋ ਰਹੇ ਹੈ ਜਾਂ ਇਹ ਬਿੱਲ ਤਿਆਰ ਹੋ ਗਏ ਹੈ, ਫਲਾਣੀ ਤਰੀਕ ਨੂੰ ਪਾਸ ਹੋਣੇ ਹੈ। ਉਹਨਾਂ ਨੇ ਵੀ ਆ ਕੇ ਜਨਤਾ ਦੇ ਵਿੱਚ ਕਿਉਂ ਨਹੀਂ ਰੌਲਾ ਪਾਇਆ? ਉਹਨਾਂ ਦੇ ਦੇਖੋ ਕਾਪੀਆਂ ਆਈ ਜਾਂਦੀਆਂ ਆਪਣੇ ਕੋਲ, ਮੋਬਾਈਲਾਂ ਤੇ ਆਈ ਜਾਂਦੀਆਂ। ਬਿਲਕੁਲ ਵੀ ਇਹ ਵੀ ਬੁਲਾਏ ਗਏ ਬਿਲਕੁਲ ਬੁਲਾਏ ਗਏ ਵੀ ਹੋਣਗੇ, ਉੱਥੇ ਜਾ ਕੇ ਵੀ ਪਤਾ ਕਰਿਆ ਹੋਊ। ਬਿਲਕੁਲ।
ਫਿਰ ਇੱਕ 17 'ਚ ਜਦੋਂ ਤੁਸੀਂ ਸਰਕਾਰ ਬਣਨ ਸਾਰ ਇਹ ਬਿੱਲ ਪਾਸ ਕਰਦੇ ਆ, ਬਿਲਕੁਲ ਬਿੱਲ ਪਾਸ ਕਰਦੇ ਆ, ਉਦੋਂ ਬਾਅਦ ਇਹ ਉਹ ਫਿਰ ਆਪ ਕਿਉਂ ਕਰਦੇ ਹੋ ਤੁਸੀਂ ਪਾਸ? ਫਿਰ ਉਦੋਂ ਨਾ ਤਾਂ ਅਕਾਲੀ ਦਲ ਬੋਲਿਆ, ਨਾ ਆਪ ਬੋਲੀ ਹੈ, ਚਾਹੇ ਤਾਂ ਇਹਨਾਂ ਨੂੰ ਪਤਾ ਨਹੀਂ ਸੀ ਬਿਲਕੁਲ। ਜਾਂ ਅਕਾਲੀ ਦਲ ਨੂੰ ਫਿਰ ਉਹ ਗੱਲ ਉਹੀ ਆ ਜਾਂਦੀ, ਅਗਲਾ ਕਹਿੰਦਾ ਯਾਰ ਇਹਨਾਂ ਨੂੰ ਟਾਰਗੇਟ ਜ਼ਿਆਦਾ ਕਿਉਂ ਹੁੰਦਾ? ਇਹ ਪੁਰਾਣੀ ਪਾਰਟੀ ਕਰਕੇ ਭੇਤ ਹੈ। ਬਿਲਕੁਲ, ਜਿਹੜੇ ਇਹ ਹੋ ਸਕਦਾ ਆਪਾਂ ਗੱਲ ਕਰ ਲਈਏ ਵੀ ਆਮ ਆਦਮੀ ਪਾਰਟੀ ਨੂੰ ਹਜੇ ਉਨੀਆਂ ਗੱਲਾਂ ਦਾ ਨਾ ਪਤਾ ਹੋਵੇ, ਇਹਨਾਂ ਤੇ ਕਾਂਗਰਸੀਆਂ ਨੇ ਲੁਕੋ ਰੱਖਿਆ ਹੋਵੇ ਤੇ ਅਕਾਲੀ ਹੈ ਜਿਹੜੇ ਉਹ ਇਸ ਕਰਕੇ ਚੁੱਪ ਹੋ ਗਏ ਹੁਣ ਵੀ ਚਲ ਆਪਾਂ ਕੀ ਲੈਣਾ ਹੈ। ਬਾਕੀ ਗੁਰਜੰਟ ਸਿੰਘ ਜੀ ਇਹ ਵੀ ਪਤਾ ਨਾ, ਕੱਲ ਪ੍ਰਕਾਸ਼ ਸਿੰਘ ਬਾਦਲ ਵੱਡੇ ਬਾਲ ਸਾਹਿਬ ਕਿਸਾਨਾਂ ਵਾਲੀ ਕੀਤਾ ਹੀ ਬਹੁਤ ਕੁਛ ਇਹਨਾਂ ਨੇ, ਪਹਿਲਾਂ ਬਹੁਤ ਕੁਛ ਕੀਤਾ ਇਹਨਾਂ ਨੇ। ਪਰ ਗੱਲ ਤਾਂ ਇਹ ਹੈ ਨਾ ਵੀ ਜਿਹੜਾ ਪਹਿਲਾਂ ਸਾਰਾ ਕੀਤਾ ਸੀਗਾ ਉਹ ਇਹ ਕਿਸਾਨੀ ਦੇ ਜਿਹੜੇ ਵਿਰੋਧੀ ਬਿੱਲ ਆ ਗਏ 3, ਇਹ ਸਾਰਾ ਉਹ ਕੀਤਾ ਕਰਾਇਆ ਸਭ ਤੇ ਪਾਣੀ ਫਿਰ ਜੂਗਾ ਨਾ। ਦੇਖੋ ਜੀ ਅਸੀਂ ਸਾਡੇ ਬਾਣ ਮਾਰੂ ਹੈਗੇ ਆਪਣੇ ਜ਼ਿਆਦੇ, ਬਿਲਕੁਲ ਜੀ। ਅਸੀਂ ਪੱਧਰ ਕਰਕੇ ਮਿੱਟੀਆਂ ਚੱਕ ਕੇ ਝਰੀਆਂ ਲਾ ਮੋਟਰਾਂ ਲਾ ਕੇ ਸਾਰਾ ਕੁਝ ਪੱਧਰ ਕਰਕੇ ਹੁਣ ਫਸਲ ਹੋਣ ਲੱਗੀ। ਹੁਣ ਤੁਹਾਡੀ ਗੱਲ ਜਿਹੜੀ ਵਿੱਚੋਂ ਮੈਂ ਕੱਟਣੀ ਚਾਹੂੰਗਾ ਕਿ ਜੇ ਤੁਹਾਡੇ ਪਿੰਡਾਂ ਦੇ ਬਾਣ ਪੱਧਰ ਕੀਤੇ ਹੈ ਤਾਂ ਉਹਦੇ ਪਿੱਛੇ ਵੀ ਜਿਹੜੀ ਅਕਾਲੀ ਸਰਕਾਰ ਦਾ ਬਹੁਤ ਵੱਡਾ ਹੱਥ ਸੀਗਾ, ਬਾਦਲ ਸਰਕਾਰ ਦਾ। ਹਾਂ, ਉਹਨਾਂ ਨੇ ਵੀ ਸਬਸਿਡੀਆਂ ਦੇ ਕੇ ਲੋਕਾਂ ਨੂੰ ਟਰੈਕਟਰਾਂ ਦੇ ਨਾਲ ਸਬਸਿਡੀਆਂ ਦਿੱਤੀਆਂ ਜੀ, ਕਰਾਹੇ ਲਵਾਏ ਵੀ ਸੀ ਆਪਣੇ ਥਾਂ ਉਹ ਸਰਕਾਰੀ ਲੱਗੇ ਸੀਗੇ, ਕਰੇ ਕੰਮ ਕੀਤੇ। ਜਦੋਂ ਆਪਾਂ ਕੰਮ ਹੋ ਗਿਆ, ਸਾਰਾ ਭਾਂਡਾ ਬਣ ਗਿਆ, ਬਿਲਕੁਲ ਸਾਰਾ ਜਿਵੇਂ ਆਦੇ ਹੁੰਦੇ ਮਗਰੋਂ ਹੁਣ ਤਾਂ ਯਾਰ ਸੁੱਖ ਲੈਣ ਦਾ ਟਾਈਮ ਆਇਆ, ਤੇ ਜਦੋਂ ਉਦੋਂ ਥਾਲੀ ਚੱਕੀ ਜਾਵੇ ਮੂਹਰੋਂ ਪਰੋਸੀ ਬਰਸਾਈ, ਬਿਲਕੁਲ ਉਦੋਂ ਹੁੰਦਾ ਜੇ ਆਪਣੇ ਕੋਈ ਨਹੀਂ ਇੰਤਜ਼ਾਮ, ਬੰਦਾ ਪਾਣੀ ਪੀ ਡੰਗ ਲਾ ਲੂਗਾ ਕੁਛ ਟਾਈਮ ਵੀ ਯਾਰ ਜਦੋਂ ਹੈ ਹੀ ਨਹੀਂ ਹੁਣ ਕਿੱਥੋਂ ਖਾਵਾਂਗੇ। ਜਦੋਂ ਪਰੋਸੀ ਪਈ ਤੁਸੀਂ ਬਣਾ ਵੀ ਲਈ, ਸਾਰਾ ਕੁਝ ਕਰ ਲਿਆ, ਸਾਰਾ ਕੁਝ ਹੋ ਗਿਆ, ਬੈਠੇ ਆ ਬਸ ਹੁਣ ਤਾਂ ਬੁਰਕੀ ਤੋੜਨ ਵਾਲਾ ਕੰਮ ਹੈ। ਇਹ ਹੈ ਜੀ ਜਦੋਂ ਸਾਰਾ ਕੁਝ ਕਰਕੇ ਬਾਲ ਸਾਹਿਬ ਨੇ ਕੋਸ਼ਿਸ਼ ਕਰੀ, ਸਾਰਾ ਕੁਝ ਕਰਕੇ ਬਣਾ ਲਿਆ, ਲੋਕਾਂ ਦਾ ਸਿਸਟਮ ਵਧੀਆ ਚੱਲ ਪਿਆ ਚੰਗਾ। ਜਿਹੜੇ ਆਪਣੇ ਤਾਂ ਮਾਲਵਾ ਏਰੀਆ ਸੀ, ਖਾਸ ਕਰਕੇ ਆਪਣਾ ਪਿੰਡ ਤਾਂ ਜਮੀ, ਸਾਡਾ ਪਿੰਡ ਤਾਂ ਉਹ ਹੈਗਾ ਜੀ ਜ਼ਿਆਦਾ ਉੱਚਾ ਨੀਵਾਂ ਕਰਕੇ ਹੁਣ ਲੋਕਾਂ ਦੇ ਫਸਲਾਂ ਹੋਣ ਲੱਗ ਗਈਆਂ, ਮੋਟਰਾਂ ਦੇ ਬਿੱਲ ਮਾਫ ਹੋ ਗਏ, ਮੋਟਰਾਂ ਲੱਗ ਗਈਆਂ, ਸਾਰਾ ਕੁਝ ਚੰਗੇ ਕੰਮ ਕਰੇ ਬਾਦਲ ਸਾਹਿਬ ਨੇ। ਬਿਲਕੁਲ ਗੱਲ ਕਰ ਹੁਣ ਜਦੋਂ ਸਾਰਾ ਕੁਝ ਜਾਂਦਾ ਹੱਥ ਚੋਂ ਦਿੰਦਾ ਫਿਰ ਅਗਲਾ ਉਹਦਾ ਗੁੱਸਾ ਜ਼ਿਆਦਾ ਹੁੰਦਾ ਨਾ, ਅਗਲਾ ਕਹਿੰਦਾ ਉਦੋਂ ਇੰਨਾ ਨਾ ਹੀ ਖਪਦੇ। ਬਿਲਕੁਲ ਹੌਲੀ ਹੌਲੀ ਕਰੀ ਜਾਂਦੇ ਆਪਾਂ। ਹਾਂ ਹੌਲੀ ਕਰੀ ਜਾਂਦੇ, ਮੋਟਰਾਂ ਦਾ ਲਵਾਈਆਂ ਨਾ ਲਵਾਉਂਦੇ ਯਾਰ ਕੀ ਕਰਾਉਣੀਆਂ ਸਿਆਪੇ, ਅਗਲਾ ਫਿਰ ਕਰਦਾ। ਹੁਣ ਉਹ ਤਾਂ ਔਖੇ ਹੋ ਕਰ ਲਿਆ ਤੇ ਹੁਣ ਬਣਿਆ ਬਣਾਇਆ ਭਾਂਡਾ ਤਾਂ ਕਿਸੇ ਜਿਹੜੀ ਰਿਣੀ ਚਣੀ ਕੋਲੇ ਸੀਗੀ ਉਹ ਵੀ ਸਾਰੀ ਲਾਤੀ, ਮਿਹਨਤ ਕਰੀ, ਭੁੱਖੇ ਮਰੇ ਲੋਕ। ਤੇ ਹੁਣ ਜਦੋਂ ਉਹ ਖੂੰਦੇ ਆ ਉਹਦਾ ਤਾਂ ਗੁੱਸਾ ਸਮਾਂ ਦੀ ਉਲਟਾ ਪਊਗਾ। ਕਿਸਾਨ ਉਸੇ ਬੰਦੇ ਤੇ ਹੀ ਰੋਸ ਕਰਨਗੇ ਜਿਹੜੇ ਬੰਦੇ ਨੇ ਪਹਿਲਾਂ ਇਹ ਸਾਰਾ ਕੁਝ ਸਹੀ ਕਰਵਾਇਆ ਹੋਊ ਵੀ ਹੁਣ ਤੂੰ ਆ ਕੇ ਸਾਡੀ ਰੋਟੀ 'ਚ ਕਿਉਂ ਲੱਤ ਮਾਰਦਾ। ਅੱਖਾਂ ਮਿਚ ਕੇ ਵੋਟਾਂ ਅਕਾਲੀ ਦਲ ਨੂੰ ਪਾਉਂਦੇ ਸੀ। ਬਿਲਕੁਲ ਵੀ ਯਾਰ ਆਪਣੀ ਪਾਰਟੀ ਆ, ਜਦੋਂ ਉਹੀ ਬੰਦਾ ਧੋਖਾ ਕਰੇ ਨਾ, ਬਿਲਕੁਲ ਜਾਂ ਤੁਹਾਡੇ ਨਾਲ ਬੇਸ਼ੱਕ ਦੀ ਮੰਨ ਲਓ ਇਹਨਾਂ ਦੀ ਮੰਨ ਲਓ ਵੀ ਨਹੀਂ ਕਰਦੇ ਧੋਖਾ, ਤੁਹਾਡੇ ਮਨ 'ਚ ਵਹਿ ਗਈ ਗੱਲ, ਮੰਨ ਲਓ ਮੈਂ ਤੁਹਾਡੇ ਕੋਲ ਆਉਣਾ ਜਾਂਦਾ ਤੇ ਤੁਸੀਂ ਮੇਰੀ ਗੱਲ ਤੇ ਤੁਹਾਨੂੰ ਯਕੀਨ ਨਹੀਂ, ਉਹਦੇ ਵਾਸਤੇ ਮੈਂ ਇੱਕ ਅੱਜ ਫੇਸਬੁੱਕ ਤੇ ਵੀ ਕਮੈਂਟ ਕਰਿਆ ਸੀ ਇਸ ਗੱਲ ਦਾ ਵੀ ਅਕਾਲੀ ਦਲ 2022 ਦੀ ਤਾਂ ਝਾਕ ਦੇਵੇ ਛੱਡ, ਜੇ ਇਹਨਾਂ ਨੇ ਪੈਰਾਂ ਸਿਰ ਖੜੇ ਹੋਣਾ, ਜੇ ਪਾਰਟੀ ਖਤਮ ਕਰਨੀ ਹੈ, ਲੀਡਰ ਬਚਾਉਣੇ, ਉਹ ਤਾਂ ਗੱਲ ਹੈ ਵੱਖਰੀ, ਨਵੇਂ ਸਿਰੋਂ ਅਕਾਲੀ ਦਲ ਦਾ ਗਠਨ ਹੋ ਜੇ, ਸੰਘਰਸ਼ ਲੋਕਾਂ ਦੀ ਲੜਾਈ ਜਿਵੇਂ ਪਹਿਲਾਂ ਲੜਦਾ ਸੀ ਅਕਾਲੀ ਦਲ ਉਹ ਲੜੀ ਜਾਵੇ, ਸੱਤਾ ਦੀ ਤਾਂ ਭੁੱਲ ਜੇ, ਉਹ ਤਾਂ ਆਟੋਮੈਟਿਕ ਹੀ ਲੋਕ ਦੇ ਦੇਣਗੇ ਜੋ ਤੁਸੀਂ ਲੜੋਗੇ। ਜਦੋਂ ਤੁਸੀਂ ਅੱਜ ਹੀ ਐ ਮਥੀ ਜਾਂਦੇ ਹੋ 22 'ਚ ਸਰਕਾਰ ਆਪਣੀ ਆਊ, 22 'ਚ ਆਊਗੀ, ਫਿਰ ਤਾਂ ਤੁਸੀਂ ਸਰਕਾਰ ਦੇ ਵਾਸਤੇ ਲੜਦੇ ਹੋ, ਲੋਕਾਂ ਵਾਸਤੇ ਨਹੀਂ। ਬਿਲਕੁਲ ਇਸ ਕਰਕੇ ਅਕਾਲੀ ਦਲ ਨੂੰ ਬਿਲਕੁਲ ਵੀ ਇਹ ਤਾਂ ਸਰਕਾਰ ਵਾਲਾ ਤਾਂ ਗੱਲ ਕਹਿਣੀ ਨਹੀਂ ਚਾਹੀਦੀ ਕਿਤੇ ਵੀ ਆਪਾਂ ਸਰਕਾਰ ਬਣਾਵਾਂਗੇ, ਵੀ ਆਪਾਂ ਜੇ ਲੜਾਈ ਲੜਨੀ ਉਹ ਵੀ ਮੁੱਦੇ ਦੀ ਜਿਹੜੀ ਗੱਲ ਚੱਲ ਰਹੀ ਆ ਉਸ ਮੁੱਦੇ ਤੇ ਮਤਲਬ ਲੜਿਆ ਜਾਵੇ, ਮੁੱਦੇ ਤੇ ਲੜਿਆ ਜਾਵੇ ਤੇ ਲੋਕ ਆਪੇ ਆਟੋਮੈਟਿਕ ਲੋਕਾਂ ਨੂੰ ਦਿੰਦਾ। ਜੇ ਉਹ ਮੁੱਦਾ ਸਾਡਾ ਹੱਲ ਹੁੰਦਾ ਤਾਂ ਲੋਕ ਤੁਹਾਡੇ ਨਾਲ ਜੁੜਨਗੇ। ਦੇਖੋ ਜੀ ਮੈਂ ਵੋਟਾਂ 'ਚ ਖੜਾ ਹੋ ਜਾ ਜੀ, ਤੁਹਾਡੇ ਨਾਲ ਮੈਂ ਤੁਹਾਡਾ ਕੰਮ ਕਰਤਾ, ਤੁਹਾਨੂੰ ਵੀ ਪਤਾ ਹੈ ਵੀ ਆਹ ਬੰਦੇ ਨੇ ਕਰਿਆ, ਤੇ ਮੈਨੂੰ ਇਹ ਕਹਿਣ ਦੀ ਲੋੜ ਨਹੀਂ ਵੀ ਯਾਰ ਮੈਂ ਫਲਾਣੇ ਬੰਦੇ ਨੇ ਮੇਰਾ ਕੰਮ ਕੀਤਾ ਸੀ, ਮੈਂ ਜਿੱਤੂਗਾ ਜਾਂ ਮੈਨੂੰ ਵੋਟ ਪਾਈ, ਮੈਨੂੰ ਜੇ ਇਹ ਕਹਿਣਾ ਫਿਰ ਮੈਂ ਕਰਿਆ ਨਹੀਂ। ਬਿਲਕੁਲ ਇਸ ਕਰਕੇ ਅਕਾਲੀ ਦਲ ਨੂੰ ਚੁੱਪ ਕਰਕੇ ਲੋਕਾਂ ਦੀ ਲੜਾਈ ਲੜਨੀ ਚਾਹੀਦੀ ਹੈ, ਚੁੱਪ ਕਰਕੇ, ਜੇ ਤਾਂ ਸੱਚਾ ਹੈ। ਬਿਲਕੁਲ ਜੇ ਉਹੀ ਨਤੀਸ਼ ਕੁਮਾਰ ਹੋਰਾਂ ਵਾਂਗੂ ਆਪਾਂ ਦੂਜਿਆਂ ਨੂੰ ਖੁੱਡੇ ਲੈਣ ਲਾਉਣ ਵਾਸਤੇ ਇਹ ਖੇਡਾਂ ਖੇਡੀਆਂ ਜਾਂਦੀਆਂ ਵੀ ਆਪਾਂ ਕਿਹਨਾਂ ਤੋੜ ਦੋ ਲੈਂਸ, ਜੇ ਤਾਂ ਜਿਵੇਂ ਉਹ ਇਹਨਾਂ ਦਾ 58 59 ਦਾ ਰੌਲਾ ਪੈ ਰਿਹਾ ਸੀਗਾ ਤੇ ਵੀ ਜੇ ਤਾਂ
ਭਾਈ ਅਸੀਂ ਵੱਧ ਲੈ ਕੇ ਤਾਂ ਤੁਹਾਡਾ ਮੁੱਖ ਮੰਤਰੀ ਬਣ ਜੂ, ਤੁਸੀਂ ਵੱਧ ਲੈ ਕੇ ਤਾਂ ਤੁਹਾਡਾ ਬਣ ਜੂ। ਆਉਣਾ ਇਹਨਾਂ ਦੇ ਦੋਨਾਂ ਦੇ ਬੱਲੇ ਕੁਝ ਵੀ ਨਹੀਂ। ਜੀ ਰੇਸ਼ਮ ਜੀ ਕੀ ਕਹਿਣਾ ਚਾਹੋਗੇ ਵਿਕਰ ਸਿੰਘ ਜੀ ਆਪਣੇ ਜਦੋਂ ਦੇ ਛੋਟੇ ਬਾਲ ਸਰਦਾਰ ਸੁਖਬੀਰ ਸਿੰਘ ਜੀ ਬਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਨੇ, ਸ਼੍ਰੋਮਣੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੇ, ਤਾਂ ਉਸ ਤੋਂ ਬਾਅਦ ਦੇਖੋ ਜਿੰਨੇ ਵੱਡੇ ਬਜ਼ੁਰਗ ਬਾਲ ਸਾਹਿਬ ਜੇਲ੍ਹਾਂ ਕੱਟੀਆਂ ਜਾਂ ਜਿੰਨਾ ਵੀ ਸੰਘਰਸ਼ ਉਹਨਾਂ ਨੇ ਕੀਤਾ, ਹਾਂ ਬ੍ਰਹਮਪੁਰਾ ਹੋਰ ਵੀ ਜਿੰਨੇ ਵੀ ਤੁਸੀਂ ਲਾ ਲਓ, ਢੀਂਡਸਾ ਸਾਹਿਬ ਉਹ ਸਾਰੇ ਹੋ ਗਏ ਤੁਸੀਂ, ਤਾਂ ਤੁਹਾਨੂੰ ਨਹੀਂ ਲੱਗਦਾ ਵੀ ਸੁਖਬੀਰ ਬਾਲ ਦੇ ਇਹਨੂੰ ਪਾਸੇ ਕਰਕੇ ਕੋਈ ਪਾਰਟੀ ਨੁਕਸਾਨ ਜ਼ਿਆਦਾ ਨਹੀਂ ਹੋਇਆ ਕੁਝ? ਇਹ ਜੀ ਜਦੋਂ ਤਾਂ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ 'ਚ ਨਾ, ਜਦੋਂ ਸੈਂਟਰ 'ਚ ਮੰਤਰੀ ਬਣਨਾ ਸੀ ਇਹਨਾਂ ਦਾ ਵਾਜਪਾਈ ਸਰਕਾਰ 'ਚ, ਉਦੋਂ ਸੁਖਬੀਰ ਬਾਦਲ ਜੀ ਨੂੰ ਬਣਾਤਾ। ਹਾਂਜੀ ਬਿਲਕੁਲ। ਸਭ ਤੋਂ ਗਲਤ ਫੈਸਲਾ ਬਾਦਲ ਸਾਹਿਬ ਦਾ ਉਦੋਂ ਸੀ, ਪੁੱਤਰ ਮੋਹ 'ਚ ਫਸ ਗਏ। ਅਕਾਲੀ ਦਲ ਦਾ ਨੁਕਸਾਨ ਉੱਥੋਂ ਹੋਣਾ ਸ਼ੁਰੂ ਹੋ ਗਿਆ ਸੀ ਜੀ। ਜਿਹੜੇ ਪੁਰਾਣੇ ਲੀਡਰ ਸੀ, ਤੁਹਾਨੂੰ ਨਹੀਂ ਲੱਗਦਾ ਵੀ ਉੱਥੇ ਟਪਲਾ ਖਾ ਗਏ ਉਹ ਏਡੇ ਵਾਲੇ ਸਿਆਸਤਦਾਨ? ਹਾਂਜੀ ਇਸ ਜਗ੍ਹਾ ਤੇ ਬਿਲਕੁਲ ਖਾ ਗਏ, ਜਾਂ ਉਹਨਾਂ ਨੇ ਕੋਈ ਹੋਰ ਉਹ ਕੋਈ ਸੋਚ ਸੋਚੀ ਹੋਵੇ। ਪੁੱਤਰ ਮੋਹ 'ਚ ਫਸ ਗਏ, ਬਿਲਕੁਲ ਕੁਛ ਹੋ ਗਿਆ, ਉੱਥੋਂ ਉਹ ਗਲਤ ਫੈਸਲਾ ਲੈ ਗਏ। ਫਿਰ ਨੌਕਰੀਆਂ ਕੱਢੀਆਂ ਇੱਥੋਂ ਤੱਕ ਜੀ। ਆਪਾਂ ਰਿਕਾਰਡਿੰਗ 'ਚ ਵੀ ਕਹਿ ਦਿੰਦੇ ਆ ਬੰਦੇ, ਆਪਾਂ ਨੂੰ ਵੀ ਬਹੁਤ ਬੰਦੇ ਕਹਿੰਦੇ ਆ, ਬਿਲਕੁਲ, ਜਿਹੜੇ ਕਿ ਵਿੱਚੋਂ ਆਪਾਂ ਨਾਮ ਨਹੀਂ ਲੈ ਸਕਦੇ ਕਿਸੇ ਦਾ ਜੀ। ਬੀਬਾ ਸੁਰਿੰਦਰ ਕੌਰ ਜੀ ਨੇ ਨੌਕਰੀਆਂ ਦੇ ਅੱਡੋ ਅੱਡ ਰੇਟ ਰੱਖਤੇ ਸੀ। ਬਿਲਕੁਲ ਉਹਨਾਂ ਨੂੰ ਜਾ ਕੇ ਮਿਲਦਾ ਅਗਲਾ ਵੀ ਆਹ ਨੌਕਰੀ ਤੇ ਭਾਈ ਇੰਨੇ ਪੈਸੇ ਲੱਗਣਗੇ, ਉਹ ਦੇ ਆਉਂਦੇ। ਉੱਥੋਂ ਅਕਾਲੀ ਦਲ ਗਿਰਾਵਟ ਬੰਨੀ ਜਾਣ ਲੱਗ ਗਿਆ ਸੀ। ਜਾਣੇ ਸੀ ਜਿਹੜਾ ਤੁਹਾਡੇ ਸਿਧਾਂਤ ਛੱਡਤੇ, ਜਦੋਂ ਤੁਸੀਂ ਪੈਸਾ ਮੁੱਖ ਬਣਾ ਲਿਆ। ਇਹ ਪਾਰਟੀ ਨੇ ਸੰਘਰਸ਼ ਕਰੇ ਸੀ। ਜੇ ਤਾਂ ਇਹ ਉਹ ਗੱਲ ਤੇ ਸੋਚਦੇ ਵੀ ਯਾਰ ਆਪਣੇ ਕੋਲੇ ਕਿੰਨੀਆਂ ਕੁ ਤਾਂ ਜਾਇਦਾਦਾਂ ਸੀ, ਜਿਵੇਂ ਹੁਣ ਆਪ ਵਾਲੇ ਆ, ਉਹ ਜਿੱਤੇ ਆ ਜਾਂ ਕੇਜਰੀਵਾਲ ਹੋਰੀ ਜਿੱਤੇ, ਕੋਈ ਪੈਸੇ ਦੇ ਸਿਰ ਤੇ ਨਹੀਂ। ਉਹੀ ਇਹ ਗੱਲ ਰੱਖਦੇ ਵੀ ਯਾਰ ਆਪਾਂ ਪੈਸੇ ਦੇ ਸਿਰ ਤੇ ਨਹੀਂ ਜਿੱਤੇ, ਆਪਾਂ ਲੋਕਾਂ ਦੇ ਕੰਮਾਂ ਦੇ ਆਧਾਰ ਤੇ ਜਿੱਤੇ, ਹਾਂ ਪਿਆਰ ਸਤਿਕਾਰ ਕਰਕੇ ਜਿੱਤੇ ਆ, ਆਪਾਂ ਪੈਸਾ ਨਾ ਇਕੱਠਾ ਕਰੋ। ਇਹ ਉਹ ਕਾਂਗਰਸਾਈ ਨੀਤੀ ਇਹਨਾਂ ਨੇ ਕਰ ਲਈ, ਪੈਸਾ ਇਕੱਠਾ ਕਰ ਲਓ, ਆਪਾਂ ਪੈਸਾ ਵੰਡਿਆ ਤੇ ਜਿੱਤ ਜਾਂਦੇ। ਇਹ ਉਹ ਚੀਜ਼ ਨੂੰ ਜੋ ਤਰਜੀਹ ਦੇਣ ਲੱਗ ਗਏ। ਫਿਰ ਇਹ ਆ ਕੇ 12 'ਚ ਲਾ ਲਓ, ਫਿਰ ਜਿੱਤ ਗਏ। ਜਦੋਂ ਜਿੱਤ ਗਏ ਦੁਬਾਰੇ ਤੇ ਸੁਖਬੀਰ ਬਾਦਲ ਜੀ ਪ੍ਰਧਾਨ ਬਣਾਤੇ। ਪ੍ਰਧਾਨ ਬਣਾਏ 'ਚ ਉਹਦੀ ਪ੍ਰਧਾਨਗੀ 'ਚ ਜਿੱਤੇ ਸੀ ਇਹ ਦੁਬਾਰੇ 12 ਪ੍ਰਧਾਨਗੀ ਜਿੱਤੇ ਸੀ। ਤੇ ਉਦੋਂ ਤੋਂ ਤਾਂ ਜਮੀ ਜਿਹੜੇ ਵੱਡੇ ਲੀਡਰ ਸੀ ਉਹ ਸੋਚਣ ਲੱਗ ਗਏ ਵੀ ਯਾਰ ਆਪਣਾ ਇੱਥੇ ਕੀ ਵੱਟਿਆ ਜਾਊ, ਦਾਲ ਨਹੀਂ ਗਲਦੀ ਹੁਣ ਆਪਣੀ ਇੱਥੇ। ਫਿਰ ਉਧਰੋਂ ਮਜੀਠੀਆ ਜੀ ਆ ਗਏ। ਫਿਰ ਤਾਂ ਇੱਕ ਪਰਿਵਾਰ ਦਾ ਕਬਜ਼ਾ ਜਿਹਾ ਹੋ ਗਿਆ, ਜਿੰਨਾ ਕੁ ਇਹਨਾਂ ਨੂੰ ਕੋਈ ਪਲੂਸੀ ਜਾਂਦਾ ਸੀ। ਤੇ ਵੱਡੇ ਬਾਦਲ ਸਾਹਿਬ ਕੋਲੋਂ ਪਾਵਰ ਘਟ ਗਈ। ਉਹ ਇੱਕ ਆਮ ਨਾ ਜਿਹੜੇ ਪਿੰਡਾਂ 'ਚ ਕਹਿ ਦਿੰਦੇ ਆ ਕਿ ਯਾਰ ਤੇਰਾ ਬਾਦਲ ਵਾਲਾ ਮਾਜਨਾ ਹੈ, ਉਹ ਮਾਜਨਾ ਇਹ ਨਹੀਂਗਾ। ਉਹਨਾਂ ਦਾ ਮਾਜਨਾ ਇਹ ਹੈ ਕਿ ਵੀ ਗੱਲ ਇੰਨਾ ਹੀ ਪਚਾ ਜਾਂਦੇ ਆ ਉਹ। ਤੁਸੀਂ ਮੰਨ ਲਓ ਵੀ ਆਦੇ ਵੀ ਤੁਸੀਂ ਆਦੇ ਹੁੰਦੇ ਆਪਣੇ ਜਿਹੜਾ ਉਹ ਪੁੱਛਦੇ ਜੇ ਹੁੰਦੇ ਕੀ ਜਿਹੜਾ ਕਸਾਬ ਦੀ ਕਰੀ ਸੀ ਜਾਂਚ, ਉਹ ਡਿਟੈਕਟਿਵ ਕਹਿੰਦੇ ਹੁੰਦੇ ਕਿਹੜੀ ਲਾ ਕੇ ਮਤਲਬ ਉਹ ਤੋਂ ਸਾਰਾ ਸੱਚ ਉਗਲ ਦਿੰਦਾ ਬੰਦਾ। ਹਾਂ ਬਿਲਕੁਲ ਹਾਂ ਆਦੇ ਤੁਸੀਂ ਜੇ ਉਹ ਵੀ ਕਰ ਲਓ ਬਾਦਲ ਸਾਹਿਬ ਤਾਂ ਵੀ ਨਹੀਂ ਦੱਸਣਾ ਇਹਨਾਂ ਨੇ। ਜਾਣੀ ਕਿ ਇੰਨੇ ਸ਼ਾਂਤ ਸੁਭਾਅ ਦੇ ਆ, ਇੰਨੇ ਸ਼ਾਂਤ ਸੁਭਾਅ ਦੇ, ਇੰਨਾ ਮਾਜਦਾ ਗੱਲ ਪੜਦਾ ਰੱਖਣ ਦਾ। ਬਿਲਕੁਲ। ਜਦੋਂ ਫਿਰ ਇੱਥੇ ਕੈਪਟਨ ਦੀ ਸਰਕਾਰ ਫਿਰ ਬਣ ਗਈ, ਇੱਕ ਬੀਜੇਪੀ ਦਾ ਜ਼ਿਆਦਾ ਵਿੱਚ ਇੰਟਰਫੇਅਰ ਹੋ ਗਿਆ ਕੰਮਾਂ 'ਚ, ਉਹ RSS ਦਾ ਹੋ ਗਿਆ। ਕੈਪਟਨ ਦੀ ਸਰਕਾਰ ਬਣ ਗਈ, ਉਹਨਾਂ ਨੇ 7 'ਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਤਾ। ਇਹਨਾਂ ਨੇ ਅੱਜ ਜਾ ਕੇ 10 'ਚ ਉਹ ਭੰਗ ਕਰਤਾ। ਕਿਉਂਕਿ ਉਹ ਜਿਹੜਾ ਸੀਗਾ ਇਹ ਬੀਜੇਪੀ ਦੇ, ਜਿਵੇਂ ਹੁਣ ਦੀਵਾਲੀ ਹੈ, ਇਹਨਾਂ ਦੀ ਦੀਵਾਲੀ ਤੇ ਜਿਹੜਾ ਆਪਣਾ ਬੰਦੀ ਛੋੜ ਸੀ ਉਹ ਅਲੱਗ-ਅਲੱਗ ਹੋ ਗਏ। ਕਿਤੇ ਨਾ ਕਿਤੇ ਇਹ ਹਿੰਦੂ ਧਰਮ ਨੂੰ ਖਤਰਾ ਸਮਝਣ ਲੱਗ ਗਏ। ਹਾਲਾਂਕਿ ਇਹ ਤਾਂ ਸਿਆਸਤਦਾਨ ਸਮਝਦੇ, ਧਰਮ ਨੂੰ ਖਤਰਾ ਕਿਸੇ ਨੂੰ ਨਹੀਂ ਹੁੰਦਾ। ਬਿਲਕੁਲ ਧਰਮ ਤਾਂ ਸੱਚ ਹੈ। ਦੇਖੋ ਸੱਚ ਨੇ ਸੱਚ ਰਹਿਣਾ ਹੁੰਦਾ ਹੈ। ਜੇ ਉਹਦੇ ਨਾਲ ਜੇ ਵੱਧ ਜੁੜ ਜਾਣਗੇ ਤਾਂ ਕੋਈ ਨਹੀਂ, ਜੇ ਘੱਟ ਜੁੜ ਜਾਣਗੇ ਤਾਂ ਕੋਈ ਨਹੀਂ, ਉਹਦੇ ਨਾਲ ਤਾਂ ਕੁਛ ਨਹੀਂ ਹੁੰਦਾ। ਉਹ ਝੂਠ ਨਹੀਂ ਬਣਦਾ ਤੇ ਉਹ ਪੱਕਾ ਸੱਚ ਨਹੀਂ ਬਣਦਾ। ਇਹ ਚੀਜ਼ ਹੈ, ਧਰਮ ਨੂੰ ਖਤਰਾ ਨਹੀਂ ਹੁੰਦਾ। ਇਹ ਸਿਆਸਤਦਾਨ ਧਰਮ ਨੂੰ ਖਤਰਾ ਮੰਨ ਕੇ ਵੀ ਯਾਰ ਇਹਦੇ ਨਾਲ ਕਰਕੇ ਲੋਕਾਂ 'ਚ ਉਹ ਕਰਕੇ ਤੇ ਉਹ ਤੋਂ ਡਰਦਿਆਂ ਨੇ ਇਹਨਾਂ ਨੇ ਉਹ ਭੰਗ ਕਰਤਾ। ਫਿਰ ਅਕਾਲ ਤਖਤ ਤੋਂ ਇਹ ਫੈਸਲੇ ਕਰਨ ਲੱਗ ਗਏ, ਜਿਵੇਂ ਹੁਕਮਨਾਮਾ ਜਾਰੀ ਕਰਤਾ ਅਕਾਲੀ ਦਲ ਵਾਲੇ। 12 'ਚ ਇਹਨਾਂ ਨੇ ਉਹ ਸੱਚੇ ਸੌਦੇ ਦੇ ਖਿਲਾਫ ਕਰਤਾ, ਫਿਰ ਉਹਦੀ ਮਾਫੀ ਦੇਤੀ। ਕਿਤੇ ਕਿਵੇਂ ਕਰ ਲਿਆ ਇਹਨਾਂ ਨੇ ਅਕਾਲ ਤਖਤ ਨੂੰ ਢਾਹ ਸ਼੍ਰੋਮਣੀ ਅਕਾਲੀ ਦਲ ਕਰਕੇ ਜ਼ਿਆਦਾ ਲੱਗੀ ਹੈ। ਕਾਂਗਰਸ ਨੇ ਅਕਾਲ ਤਖਤ ਅਟੈਕ ਕਰਕੇ ਢਾਹਤਾ ਸੀ।
ਕੋਈ ਵੀ ਸਰਕਾਰਾਂ ਅੱਜ ਕਿਸੇ ਨੂੰ ਵੀ ਕਹਿ ਦਿਓ, ਅੱਜ ਤਾਂ ਹਜੇ ਪ੍ਰਬੰਧ ਵੱਧ ਹੈ ਲੋਕਾਂ ਕੋਲੇ। ਉਹਨਾਂ ਵੇਲਿਆਂ 'ਚ ਤਾਂ ਪ੍ਰਬੰਧ ਨਹੀਂ ਸੀ, ਨਾ ਤਾਂ ਅਕਾਲ ਤਖਤ ਤੇ ਹਮਲੇ ਦੀ ਲੋੜ ਸੀ। ਬਿਲਕੁਲ ਜੇ ਇਹਨਾਂ ਨੇ ਕਰਨਾ ਸੀ 2 ਮਹੀਨੇ ਬੈਠੇ ਰਹਿੰਦੇ, ਉਹ 3 ਬੈਠੇ ਰਹਿੰਦੇ ਮੰਨ ਲਓ। ਬਿਲਕੁਲ। ਜੇ ਇਹਨਾਂ ਨੇ ਭਿੰਡਰਾਂ ਇਹਨੂੰ ਫੜਨਾ ਸੀ, ਉਹ ਆਪ ਹੀ ਆ ਜਾਂਦਾ ਬਾਹਰ। ਬਿਲਕੁਲ, ਜਦੋਂ ਅੰਦਰੋਂ ਖਤਮ ਹੋ ਗਿਆ ਸਾਰਾ ਕੁਝ ਆਪਣੇ ਆਪ ਹਾਂ, ਪਿੱਛੇ ਜੇ RTI ਆਈ ਸੀ, ਇੱਕ ਨੇ ਪਾਈ ਸੀ, ਉਹਦਾ ਸਿੰਧੂ ਵੀਰ ਨੇ ਪਾਈ ਸੀ, ਉਹਦਾ ਵੀ ਭਿੰਡਰਾਂ ਤੇ ਕੋਈ FIR ਵੀ ਨਹੀਂ ਬਿਲਕੁਲ ਉਹਨਾਂ ਤੇ। ਇਹ ਸਿਆਸਤ ਖੇਡੀ ਜਾਂਦੀ ਹੈ ਪੰਜਾਬ 'ਚ। ਬਿਲਕੁਲ ਜੀ ਬਿਲਕੁਲ। ਲੋਕ ਕੁਛ ਨਾ ਕੁਛ ਹੁਣ ਅੱਗੇ ਨਾਲੋਂ ਸਿਆਣੇ ਹੋਏ ਹੈ। ਜੇ 17 ਦੀਆਂ ਚੋਣਾਂ ਤੋਂ ਪਹਿਲਾਂ ਬਗਰਾੜੀ ਵਾਲਾ ਕਾਂਡ ਹੁੰਦਾ, ਉਹਦੇ ਨਾਲ ਲੋਕਾਂ ਨੇ ਸਿਆਸਤਦਾਨਾਂ ਨੂੰ ਰੋਟੀਆਂ ਸੇਕਦੇ ਦੇਖ ਲਿਆ। ਬਿਲਕੁਲ। ਹੁਣ ਜਦੋਂ 328 ਸਰੂਪਾਂ ਵਾਲਾ ਮਾਮਲਾ ਆਇਆ, ਉੱਥੇ ਵੀ ਲੋਕਾਂ ਨੂੰ ਲੋਕਾਂ ਨੇ ਇਹ ਚੀਜ਼ ਨੂੰ ਕਰ ਲਿਆ ਵੀ ਯਾਰ ਇਹ ਤਾਂ ਸਿਆਸਤ ਹੈ। ਬਿਲਕੁਲ ਬਿਲਕੁਲ। ਜਿਹੜਾ ਉਹ ਸਕੱਤਰ ਸੀ, ਹੁਣ ਜਾ ਕੇ ਕਹਿੰਦਾ 15 'ਚ ਉਹਦੀ ਬਦਲੀ ਹੋਈ ਆ, ਉਦੋਂ ਨਾ ਉਹਨੇ ਦੱਸਿਆ। ਹੁਣ ਜੋ ਵੋਟਾਂ 22 ਦੀਆਂ ਨੇੜੇ ਆ ਗਈਆਂ, ਉਦੋਂ ਹੀ ਉਦੋਂ ਹੀ ਕਿਉਂ ਮੂੰਹ ਖੁੱਲਦਾ ਹੈਗਾ। ਫਿਰ ਤੁਸੀਂ ਇਹ ਦੇਖੋ ਜੀ, ਰਾਜਨੀਤੀ ਇੱਥੇ ਇੰਨੀ ਹੈ, ਜਿਹੜੇ ਆਮ ਲੋਕ ਵੀ ਦੇਖਦੇ ਆ। ਇੱਕ ਦਰਬਾਰ ਸਾਹਿਬ ਅੰਮ੍ਰਿਤਸਰ ਆ, ਉਹ ਨਿਹੰਗ ਸਿੰਘ ਹੁੰਦਾ, ਉਹਨੂੰ ਕੁੱਟਿਆ ਜਾਂਦਾ ਹੈ ਟਾਸਕ ਫੋਰਸ ਦੁਆਰਾ। ਬਿਲਕੁਲ। ਕੁੱਟਿਆ ਜਾਂਦਾ ਹੈ, ਵਿੱਚ ਪੱਤਰਕਾਰਾਂ ਦੇ ਵੀ ਮਾਰੀਆਂ ਜਾਂਦੀਆਂ। ਉਹਦਾ ਵੀ ਮੁੱਦਾ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਹਾਂ, ਲੋਕਾਂ ਨੇ ਉਹ ਮੁੱਦਾ ਵੀ ਬਣਿਆ ਨਹੀਂ ਲੋਕਾਂ ਦੀ, ਬਸ ਉਹ ਇਹਨਾਂ ਦੀਆਂ ਪਿਛਲੀਆਂ ਗੱਲਾਂ ਕਰਕੇ, ਜਾਣੀ ਕਿ ਲੋਕ ਸਮਝ ਗਏ ਗੱਲ ਨੂੰ ਵੀ ਯਾਰ ਇਹ ਰਾਜਨੀਤੀ ਹੈ। ਵੀ ਰਾਜਨੀਤੀ ਹੈ ਕਿਤੇ ਵੀ ਚੀਜ਼ ਦੀ। ਕਿਸੇ ਦਾ ਕੋਈ ਹੋ ਜੇ, ਇਹਦਾ ਆਪਣੇ ਆ ਸ਼ਰਾਬ ਵਾਲਾ ਕਾਂਡ ਕਾਂਗਰਸ ਦਾ ਹੋ ਗਿਆ ਹੁਣ। ਬਿਲਕੁਲ। ਉਹਦਾ ਸਾਧੂ ਸਿੰਘ ਧਰਮਸੋਤ ਦਾ ਹੋ ਗਿਆ, ਵਜੀਫਿਆਂ ਵਾਲਾ ਹੋ ਗਿਆ, 2-3 ਮਾਮਲੇ ਹੋ ਗਏ। ਉਹਨਾਂ ਦੇ ਪਹਿਲਾਂ ਸਿੱਟ ਬਣਦੀ ਹੈ। ਬਾਦਲ ਸਾਹਿਬ ਤੋਂ ਲੈ ਕੇ ਲਾ ਲਓ, ਉਹ ਇਹ ਸਿੱਖ ਕੇ ਰਾਜਨੀਤਿਕ ਪਾਰਟੀਆਂ ਇਹ ਸਿੱਟ ਬਣਾਉਂਦੇ ਆ। ਸਿੱਟ ਬਣਾ ਕੇ ਜਿੱਥੇ ਕਿਤੇ ਲੀਕਿੰਗ ਹੁੰਦੀ ਹੈ ਵੀ ਇੱਥੇ ਜੇ ਸਬੂਤ ਪਏ ਆ, ਉਹਨਾਂ ਨੂੰ ਸਾਫ਼ ਕਰਕੇ ਮਗਰੋਂ CBI ਨੂੰ ਦੇ ਦਿੰਦੇ ਆ। ਬਿਲਕੁਲ। ਅੱਜ ਤੱਕ ਨਾ ਤਾਂ ਸਿੱਟ ਸਿਰੇ ਤੇ ਪਹੁੰਚੀ ਹੈ, ਨਾ CBI ਪਹੁੰਚੀ ਹੈ। ਰਾਜਨੀਤੀ ਤਾਂ ਜੀ ਦੇਖੋ, ਇਹ ਵੈਸੇ ਆਮ ਇੱਕ ਮਖੌਲ ਜਿਹੀ ਵਾਲੀ ਗੱਲ ਹੈ। ਦੀਵਾਲੀ ਦੇ ਸਮੇਂ ਤੇ ਨਾ ਪਹਿਲਾਂ ਲੋਕ ਸਿੱਟ ਛੱਡਦੇ ਹੁੰਦੇ। ਹਾਂਜੀ। ਦੇਖਿਆ ਹੋਣਾ ਤੁਸੀਂ, ਉਹ ਸਿੱਟ ਤੋਂ ਲੋਕ ਬੜਾ ਡਰਦੇ ਹੁੰਦੇ ਸੀ। ਪਰ ਜਿਹੜੀ ਇਹ ਸਿਆਸਤ ਦੀ ਸਿੱਟ ਹੈਗੀ, ਇਹਦੇ ਤੋਂ ਲੋਕ ਡਰ ਹੀ ਨਹੀਂ ਰਹੇਗੇ। ਲੋਕਾਂ ਨੂੰ ਜੀ ਪਤਾ ਹੁੰਦਾ। ਜਿਹੜਾ ਪਹਿਲਾਂ ਤਾਂ ਪਲੈਨਿੰਗਾਂ ਨਾਲ ਹੁੰਦਾ, ਜਿਹੜੇ ਹਿਸਾਬ ਨਾਲ ਇੱਥੇ ਰਾਜਨੀਤੀ ਆਪਣੇ ਨਾ ਚੰਗੀ ਰਾਜਨੀਤੀ ਨਹੀਂ ਪੰਜਾਬ 'ਚ। ਬਿਲਕੁਲ, ਗੰਧਲੀ ਰਾਜਨੀਤੀ ਹੈ। ਗੰਧਲੀ ਰਾਜਨੀਤੀ। ਦੇਖੋ ਜੀ, ਜੇ ਤੁਹਾਡਾ ਵਿਰੋਧ ਹੈ ਤਾਂ ਵਿਰੋਧ ਰੱਖੋ। ਬਿਲਕੁਲ। ਜਿਹੜੀ ਗੱਲ ਤੇ ਤੁਸੀਂ ਸਟੈਂਡ ਤੇ ਖੜ ਕੇ ਸਟੈਂਡ ਤੇ ਰਹੋ। ਬਿਲਕੁਲ। ਜਿਹੜੇ ਰਲ ਕੇ ਜੇ ਖੇਡਣਾ, ਇਹ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣਾ ਹੈ। ਬਿਲਕੁਲ। ਪਰ ਉਹ ਲੋਕ ਕਿੰਨਾ ਕੁ ਚਿਰ ਬਰਦਾਸ਼ਤ ਕਰਨਗੇ? 17 ਵਾਲੀ ਚੋਣ 'ਚ ਦੇਖ ਲਓ, ਹਰੇਕ ਬੰਦਾ ਅੱਜ ਵੀ ਕਹਿੰਦਾ ਕੀ ਕੈਪਟਨ ਸਾਹਿਬ ਲੰਬੀ ਤੇ ਜਿੱਤਣ ਵਾਸਤੇ ਗਏ ਸੀ। ਬਿਲਕੁਲ। ਇੱਕ ਕਾਗਜ਼ ਭਰਨ ਜਾਂਦੇ ਆ, ਉਹ ਭਰ ਕੇ ਕਾਗਜ਼ ਮੁੜਿਆ ਆਉਂਦੇ ਆ। ਉਹ ਕਾਂਗਰਸ ਦੀਆਂ ਵੋਟਾਂ ਰੋਕ ਲਈਆਂ ਉਹਨਾਂ ਨੇ, ਤੇ ਦੂਜੀਆਂ ਬਈ ਜਿਹੜੀਆਂ ਅਕਾਲੀ ਦਲ ਨੂੰ ਪੈ ਜਾਣਗੀਆਂ, ਕਿਤੇ ਇਹ ਨਾ ਹੋਵੇ ਤੀਜਾ ਜਿੱਤ ਜੇ। ਤੀਜੇ ਨੂੰ ਰੋਕਣ ਵਾਸਤੇ ਤੋਤਾ ਸਿੰਘ ਦਾ ਆਪ ਦਾ ਬਿਆਨ ਆਇਆ ਸੀਗਾ ਉਦੋਂ ਬਾਅਦ, ਜਦੋਂ ਹਰੇ ਆ ਇਹ ਕਹਿੰਦਾ ਅਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ। ਤੁਹਾਨੂੰ ਮੇਰੇ ਕੋਲ ਕਟਿੰਗ ਵੀ ਪਈ ਹੋਊ ਸ਼ਾਇਦ ਘਰੇ, ਤੁਸੀਂ ਵੀ ਦੇਖੀ ਹੋਊ ਕਿਤੇ। ਜੀ। ਤੇ ਉਹ ਨਾ ਆਦਾ ਵੀ ਅਸੀਂ ਵੋਟਾਂ ਕਾਂਗਰਸ ਨੂੰ ਪਾਈਆਂ ਸੀ ਆਪ ਨੂੰ ਰੋਕਣ ਲਈ। ਜਦੋਂ ਐਡਨੀ ਸਿਆਸਤ ਗਿਰ ਜੇ, ਸਿਆਸਤਦਾਨਾਂ ਤੋਂ ਵਿਸ਼ਵਾਸ ਉੱਠਣਾ ਲੋਕਾਂ ਦਾ ਲਾਜ਼ਮੀ ਹੈ। ਬਿਲਕੁਲ ਜੀ, ਬਿਲਕੁਲ। ਜਦੋਂ ਵਿਸ਼ਵਾਸ ਉੱਠ ਜੇ ਜੀ ਸਰਕਾਰਾਂ ਤੋਂ, ਸਿਆਸਤ ਤੋਂ, ਫਿਰ ਇਹ ਤਾਂ ਇੰਨਾ ਕੁ ਹੋ ਗਿਆ ਜੀ। ਪੰਜਾਬ ਪੜ੍ਹਾਈ ਲਿਖਾਈ 'ਚ ਠੀਕ ਹੈ। ਕੁੱਲ ਮਿਲਾ ਕੇ ਨਾ ਹਰੇਕ ਬੰਦੇ ਦੀ ਸੋਚ ਇਹ ਹੋ ਗਈ ਬੱਚੇ ਪੜ੍ਹਾਈਏ ਆਪਾਂ। ਪ੍ਰਾਈਵੇਟ ਸਕੂਲ ਆ ਗਏ ਕੁਛ, ਹਾਲਾਂਕਿ ਇਹਨਾਂ ਨੇ ਤਾਂ ਕਰਤਾ ਸੀਗਾ ਵੀ 9ਵੀਂ ਤੱਕ ਫੇਲ ਨਹੀਂ ਹੋਣਾ ਕਰਨਾ। ਉਹਦੇ 'ਚ ਕਿਤੇ ਜਿਹੜੇ ਪਿੰਡਾਂ 'ਚ ਛੋਟੇ ਪ੍ਰਾਈਵੇਟ ਸਕੂਲ ਬਣ ਗਏ। ਬਿਲਕੁਲ ਜੀ, ਬਿਲਕੁਲ। ਹੁਣ ਜਦੋਂ ਕਿਤੇ ਗੱਲ ਚੱਲਦੀ ਆ ਕੇ ਮਾੜੀ ਜੀ ਇਹ ਸਕੂਲਾਂ ਤੇ ਕਸ ਕਰਦੇ ਆ ਕੇ ਜਿਹੜੇ ਛੋਟਿਆਂ ਤੇ ਕਰ ਦਿੰਦੇ ਆ। ਜਿਹੜੇ ਮੰਨ ਲਓ ਵੀ ਸਾਲ ਦਾ ਬੱਚੇ ਤੋਂ 10-12 ਹਜ਼ਾਰ ਰੁਪਇਆ ਲੈ ਕੇ ਚੰਗੀ ਪੜ੍ਹਾਈ ਕਰਾਉਂਦੇ ਆ, ਉਹਨਾਂ ਨੂੰ ਲਿਮਟ ਆਪਦੀ ਉਸ ਮੁਤਾਬਕ ਨਾ ਚੰਗੀ ਕਰਾਉਂਦੇ ਆ। ਬਿਲਕੁਲ। ਜਿਹੜੇ 5-7 ਲੱਖ ਸਾਲ ਦਾ ਲੈਂਦੇ ਆ, ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਬਿਲਕੁਲ ਨਹੀਂ। ਕੋਈ ਵੀ ਆ ਕੇ ਕਾਨੂੰਨ ਲਾਗੂ ਹੋਊਗਾ ਅਖੀਰ ਨੂੰ ਛੋਟੇ ਲੈਵਲ ਤੇ ਹੋਊਗਾ, ਆਮ ਜਨਤਾ ਤੇ ਧਿਆਨ ਤੇ। ਇਹ ਤਾਂ ਹੈ ਹੀ। ਫਿਰ ਵੱਡੀਆਂ ਮੱਛੀਆਂ ਛੋਟੀਆਂ ਖਾਂਦੀਆਂ ਨਾ। ਫਿਰ ਇਹ ਨਾ ਉਹੀ ਗੱਲ ਆ ਦੇ ਨਾ, ਜਿਹੜਾ ਵੱਡੀ ਚੀਜ਼ ਹੈ ਛੋਟੇ ਨੂੰ ਖਤਮ ਕਰ ਦਿੰਦੀ ਹੈ। ਬਿਲਕੁਲ। ਜਿਵੇਂ ਪਹਿਲਾਂ ਹੁਣ ਜੱਕੇ ਹੁੰਦੇ, ਸਾਈਕਲ ਹੁੰਦੇ, ਬੱਸਾਂ ਆ ਗਈਆਂ, ਬੱਸਾਂ ਤੇ ਹੋ ਗਏ, ਬੱਸਾਂ ਨੂੰ ਹੁਣ ਕਾਰਾਂ ਖਾਈ ਜਾਂਦੀਆਂ। ਸਰਕਾਰੀ ਸੀ, ਉਹਨਾਂ ਨੂੰ ਪ੍ਰਾਈਵੇਟ ਵਾਲੀਆਂ ਖਾ ਗਿਆ। ਉਹਨਾਂ ਨੇ AC ਵਾਲੀਆਂ ਬਣਾਤੀਆਂ ਤੇ ਥੋੜ੍ਹੀਆਂ ਜਿਹੀਆਂ ਵੱਡੀਆਂ ਬਣਾਤੀਆਂ, ਸੀਟਾਂ ਸੋਹਣੀਆਂ ਲਾਤੀਆਂ। ਬਿਲਕੁਲ। ਉਹ ਖਾ ਗਈਆਂ। ਇਸ ਕਰਕੇ ਸਮੇਂ 'ਚ ਇਹੋ ਜਿਹਾ ਹੁਣ ਖੇਤੀ ਦਾ ਇਹੀ ਹਾਲ ਹੋਇਆ। ਕੋਈ ਵੱਡੀਆਂ ਕੰਪਨੀਆਂ ਖੇਤੀ ਨੂੰ ਖਾ ਜਾਣਗੀਆਂ ਬਸ।
ਜਦੋਂ ਤੁਸੀਂ ਕਿਸਾਨਾਂ ਨੂੰ, ਇੱਕ ਤਾਂ ਇਹ ਹੈ ਵੀ ਜਾਂ ਤਾਂ ਤੁਸੀਂ ਆ ਕਿ ਕੰਟਰੈਕਟ ਤੇ ਖੇਤੀ ਹੋਊ, ਜਦੋਂ ਤੁਸੀਂ ਕੰਟਰੈਕਟ ਕਰ ਲਿਆ ਕਿਸੇ ਨਾਲ, ਉਹਨੂੰ ਵਪਾਰੀ ਤੋੜ ਸਕਦਾ ਹੈ ਕਿ ਕਦੋਂ ਵੀ, ਕੋਰਟ ਤੁਸੀਂ ਜਾ ਨਹੀਂ ਸਕਦੇ, ਫਿਰ ਕੰਟਰੈਕਟ ਕਾਹਦਾ ਹੈ, ਫਿਰ ਕੰਟਰੈਕਟ ਕਾਹਦਾ ਹੈ? ਤੁਸੀਂ ਜਦੋਂ ਤੋੜ ਸਕਦੇ ਹੋ ਫਿਰ ਇਹਦੇ 'ਚ ਕੀ ਰਹਿ ਗਿਆ? ਬਿਲਕੁਲ, ਕੋਰਟ 'ਚ ਤੁਸੀਂ ਜਾ ਫਿਰ ਤਾਂ ਕਿਸਾਨ ਨੂੰ ਵਿਸ਼ਵਾਸ ਹੀ ਨਹੀਂ ਹੈ ਵੀ ਕਦੋਂ ਵੀ ਟੁੱਟ ਸਕਦਾ, ਕਦੋਂ ਵੀ ਟੁੱਟ ਸਕਦਾ। ਜਦੋਂ ਉਹਨੇ ਕਹਿਤਾ ਵੀ ਮੈਂ ਭਾਈ ਮੇਰਾ ਇੰਨੇ ਦਿਨਾਂ 'ਚ ਫਸਲ ਚੱਕੀ ਨਹੀਂ, ਮੰਨ ਲਓ ਫਸਲ ਉਹਨੇ ਵੱਢ ਲਈ, ਵੱਢ ਕੇ 3 ਦਿਨਾਂ 'ਚ ਨਹੀਂ ਚੱਕੀ ਗਈ ਜਾਂ 2 'ਚ ਨਹੀਂ ਚੱਕੀ ਗਈ, ਜਿਹੜੀ ਹੱਥਾਂ ਨੂੰ ਚੱਕਣ ਵਾਲੀ ਹੱਥਾਂ ਨੂੰ ਨਹੀਂ ਚੱਕੀ ਗਈ, ਉਹ ਫਸਲ ਖਰਾਬ ਹੋ ਗਈ, ਉਹਦਾ ਜ਼ਿੰਮੇਵਾਰ ਕੌਣ ਹੈ? ਕਿਸਾਨ ਦੀ ਫਸਲ ਬਚਾ ਕੇ ਵੀ ਕੰਟਰੈਕਟ ਤੋੜ ਸਕਦਾ ਹੈ, ਤੋੜ ਸਕਦਾ। ਕਿੱਥੇ ਜਾਊਗਾ? ਫਸਲ ਕੱਟ ਕੇ ਕਿਸਾਨ ਨੇ ਰੱਖ ਲਈ ਹੈ, ਫਿਰ ਵੀ ਕੰਟਰੈਕਟ ਟੁੱਟ ਗਿਆ, ਫਿਰ ਕਿੱਧਰ ਜਾਊਗਾ? ਇਹਨਾਂ ਨੇ ਫਸਲ ਤੋਂ ਬਾਅਦ ਇਹ ਕਿਹਾ ਜਦੋਂ ਫਸਲ ਹੋ ਗਈ, ਪਹਿਲਾਂ ਤਾਂ ਜਦੋਂ ਇਹ ਆਦੇ ਅਸੀਂ ਵਿਚੋਲੇ ਬਾਹਰ ਕੱਢਣੇ, ਵਿਚੋਲੇ ਖਤਮ ਕਰਤੇ। ਜਿਹੜਾ ਤੁਸੀਂ ਕੰਟਰੈਕਟ ਕਰਦੇ ਆ ਜਿਹੜੇ ਬੰਦੇ, ਕੰਪਨੀਆਂ ਕਰਦੀਆਂ ਤੇ ਕਿਸਾਨ ਹੈ, ਉਹ ਕੌਣ ਆ? ਉਹ ਨਹੀਂ ਵਿਚੋਲਾ ਬਣ ਗਿਆ। ਬਿਲਕੁਲ, ਵਿਚੋਲਾ ਇਹ ਨਹੀਂ ਪਤਾ ਲੱਗੇ ਵਿਚੋਲਗਿਆ ਕਹਿੰਦੇ ਕਿਹਨੂੰ ਕਹਿੰਦੇ ਆ? ਇਹਦਾ ਮਤਲਬ ਜਿਹੜੇ ਵੱਡੇ ਕੰਪਨੀਆਂ ਵਾਲੇ ਉਹ ਵਿਚੋਲਗੇ ਨਹੀਂ, ਜੋ ਉੱਥੋਂ ਫਸਲ ਖਰੀਦ ਕੇ ਉਹ ਮਹਿੰਗੇ ਵੇਚਣਗੇ, ਉਹ ਵਿਚੋਲਗੀ ਹੈ। ਫਿਰ ਉਹਨਾਂ ਨੇ ਇਹ ਵੀ ਤੁਹਾਨੂੰ ਬੀ ਵੀ ਉਹਨਾਂ ਨੇ ਡਿਸਾਈਡ ਕਰਨਾ ਕੀ ਵੇਚਣਾ ਤੁਸੀਂ। ਹਾਂ, ਇੱਕ ਨਾ ਉਹ ਉਹਨਾਂ ਦੇ ਆਈ ਜਾਂਦੀ ਸੀ ਮਿੰਟੂ ਗੁਰੂ ਸਰਗੇ ਦੀ ਡਿਬੇਟ 'ਚ, ਉਹਦੇ 'ਚ ਗੱਲ ਹੋਈ, ਉਹਦਾ ਵੀ ਇੱਕ ਇਹ ਮਨਸੈਂਟੋ ਆ ਜਾਂਦਾ ਬੀਜ ਵਗੈਰਾ, ਇਹ ਬਾਹਰ ਜਾਣੋਂ ਹਟ ਗਿਆ। ਸਪਰੇਅ ਤਾਂ ਜਿਵੇਂ ਰਾਉਂਡ ਅਪ ਹੈ, ਇਹਦੇ 'ਚ ਤਾਂ ਕਲੀਅਰ ਹੋ ਗਿਆ ਵੀ ਇਹਦੇ ਨਾਲ ਕੈਂਸਰ ਹੁੰਦਾ ਹੈ। ਪੰਜਾਬ 'ਚ ਇਹਨਾਂ ਨੇ ਬੰਦ ਵੀ ਕਰਤੀ, 17 ਦੀ ਬੰਦ ਕਰੀ ਹੈ ਤੇ ਚੱਲੀ ਜਾਂਦਾ, ਸਟਾਕ ਪਿਆ ਜਿਹੜਾ ਨਿਕਲੀ ਜਾਂਦਾ। ਹਾਂ, ਨਵੀਂ ਵੀ ਬਣੀ ਜਾਂਦੀ ਹੋਊਗੀ, ਇੰਨੀ ਤਾਂ ਨਹੀਂ ਸਟਾਕ ਨਿਕਲੀ ਜਾਂਦਾ। ਬਿਲਕੁਲ, ਨਵੀਂ ਵੀ ਬਣੀ ਜਾਂਦੀ, ਸਾਰਾ ਕੁਝ ਚੱਲੀ ਜਾਂਦਾ। ਉਹ ਕਾਗਜ਼ਾਂ ਦੇ ਵਿੱਚ ਬੰਦ ਕਰਤੀ। ਉਹ ਬਾਹਰਲੇ ਦੇਸ਼ਾਂ 'ਚ ਇਹ ਚੀਜ਼ਾਂ ਹੈ ਹੀ ਨਹੀਂ। ਉੱਥੇ ਇਹਨਾਂ ਦਾ ਜਿਹੜਾ ਬੀਜ ਸੀ ਵੱਡੀਆਂ ਕੰਪਨੀਆਂ ਦਾ, ਉਹ ਵੀ ਜਿਹੜਾ ਪਸੰਦ ਨਹੀਂ ਆਇਆ, ਉਹ ਵੀ ਕੈਂਸਲ ਕਰਤਾ ਉਹਨਾਂ ਨੇ, ਇਹਦੇ ਵੀ ਲੈਂਦੇ ਨਹੀਂ। ਪਤਾ ਨਹੀਂ ਕਿੰਨੇ ਮਿਲੀਅਨ ਡਾਲਰ ਦਾ ਇਹਨਾਂ ਨੂੰ ਮਨਸੈਂਟੋ ਨੂੰ ਅਮਰੀਕਾ 'ਚ ਬੈਨ ਹੋ ਗਿਆ, ਜੁਰਮਾਨਾ ਪੈ ਗਿਆ, ਫਾਈਨ ਲੱਗ ਗਿਆ ਉਹ, ਤੇ ਵੀ ਵਗੈਰਾ ਇਹਨਾਂ ਦੇ ਜਾਣੋਂ ਬੰਦ ਹੋ ਗਏ। ਹੁਣ ਉਹੀ ਕੰਪਨੀਆਂ, ਹੁਣ ਇੰਨੇ ਅਰਬਾਂ ਕਰੋੜਾਂ ਦੀਆਂ ਕੰਪਨੀਆਂ, ਬਿਲਕੁਲ, ਤੇ ਜੇ ਉਹਨਾਂ ਨੂੰ ਫੇਲ ਕਰਦੇ ਆ ਤਾਂ ਸਾਰਾ ਸਿਸਟਮ ਹਿੱਲ ਜੂਗਾ। ਫਿਰ ਇਹਨਾਂ ਨੇ ਸੋਚਿਆ ਵੀ ਯਾਰ ਇਹ ਆਪਾਂ ਹੱਲ ਕੀ ਕਰ ਗਿਆ, ਆਹ ਜਿਹੜੀ ਠੇਕੇਦਾਰੀ ਸਿਸਟਮ ਲਿਆ ਕੇ ਕੰਪਨੀਆਂ ਆਉਣਗੀਆਂ, ਉਹ ਆਖਣਗੀਆਂ ਆਹ ਬੀ ਬੀਜਣਾ ਤੁਸੀਂ ਆਹ ਕੰਪਨੀ ਦਾ, ਵੀ ਬਾਹਰ ਤਾਂ ਸਾਡੀ ਦਾਲ ਨਹੀਂ ਗਲੀ, ਇੱਥੋਂ ਦੇ ਲੋਕਾਂ ਤੇ ਅਸੀਂ ਚਲਾਵਾਂਗੇ ਹੁਣ ਚੰਮਦੀਆਂ। ਫਿਰ ਆਹ ਸਪਰੇਅ ਕਰਨੀ ਹੈ, ਉਹੀ ਸਪਰੇਅ ਕਰਨੀ ਪਊ ਤੁਸੀਂ। ਬਿਲਕੁਲ, ਫਿਰ ਤੁਹਾਡੀ ਫਸਲ ਜਦੋਂ ਹੋ, ਚਾਹੇ ਤੁਹਾਡੀ ਉਹ ਬੀ, ਤੁਹਾਡੀ ਜ਼ਮੀਨ ਜਿਹੜੀ ਉਸ ਬੀ ਨੂੰ ਮਾਫਕ ਹੈ ਚਾਹੇ ਨਹੀਂ ਹੈ, ਤੁਹਾਨੂੰ ਮਾਫਕ ਹੈ, ਤੁਹਾਡੀ ਸਿਹਤ ਨੂੰ ਮਾਫਕ ਹੈ ਜਾਂ ਨਹੀਂ ਹੈ, ਨਾ ਉਹ ਤਾਂ ਉਹਨਾਂ ਨੇ ਆਪਦਾ ਫਾਇਦਾ ਦੇਖਣਾ, ਉਹਨਾਂ ਨੇ ਉਧਰੋਂ ਪੈਸੇ ਬਣਾਉਣੇ ਆ, ਉਹ ਬਣ ਗਏ ਉਹਨਾਂ ਦੇ, ਉਧਰੋਂ ਬਣ ਗਏ। ਫਿਰ ਉਦੋਂ ਬਾਅਦ ਜਦੋਂ ਫਸਲ ਹੋ ਗਈ, ਉਹ ਨਾ ਇੱਕ ਆ ਕੇ ਵੀ ਤੀਜੀ ਧਿਰ ਗ੍ਰੇਡਿੰਗ ਕਰੂਗੀ, ਆ ਕੇ ਉਹਨੂੰ ਦੇਖੂਗੀ ਵੀ ਚੈੱਕ ਹੈਗੀ ਗ੍ਰੇਡ ਸਹੀ ਹੈ ਇਹਦਾ, ਸਹੀ ਹੈ ਬਿਲਕੁਲ। ਤੀਜੀ ਧਿਰ ਹੁਣ ਫਿਰ ਗੱਲ ਉਹੀ ਆਉਂਦੀ ਹੈ ਵੀ ਇੱਥੇ ਹੁਣ ਕੋਈ ਯੂਐਨ 'ਚ ਤਾਂ ਆਉਂਦੀ ਨਹੀਂ, ਇੱਥੋਂ ਵਾਲੇ ਬੰਦੇ ਹੀ ਹੋਣਗੇ, ਵਿਚੋਲੇ ਆਉਣਗੇ। ਇੱਥੋਂ ਵਾਲੇ ਬੰਦੇ ਉਹ ਕਰੂਗਾ, ਉਹ ਵਪਾਰੀ ਦਾ ਕਰੂ ਕਿ ਕਿਸਾਨ ਦੀ ਕਰੂ, ਉਹ ਕਹਿ ਦੂਗਾ ਵੀ ਇਹ ਤਾਂ ਯਾਰ ਤੇਰਾ ਪਾਸ ਨਹੀਂਗਾ ਗ੍ਰੇਡਿੰਗ, ਇਹ ਤਾਂ ਸਹੀ ਨਹੀਂ, ਇਹ ਤਾਂ ਸੀ ਗ੍ਰੇਡ ਆ, ਜਾਂ ਇਹ ਤਾਂ ਕੁਛ ਵੀ ਕਹਿ ਦੇ ਵੀ ਇਹ ਤਾਂ ਇਹ ਗ੍ਰੇਡਿੰਗ ਹੈ, ਇਹ ਤਾਂ ਸਹੀ ਨਹੀਂਗਾ। ਕਿਸਾਨ ਮਾਰਿਆ ਗਿਆ, ਕਿਸਾਨ ਉਹਨੂੰ ਕਿੱਥੇ ਲਿਜਾਊ? ਕਿਤੇ ਨਹੀਂ ਲਿਜਾ ਸਕਦਾ। ਬਿਲਕੁਲ। ਫਿਰ ਖਰਾਬ ਹੋ ਗਈ ਫਸਲ, ਉੱਥੇ ਕਿਸਾਨ ਕੋਲੇ ਵਿਕਲਪ ਕੀ ਹੈ? ਆ ਕਿ ਵੀ ਤੁਸੀਂ SDM ਕੋਲ ਜਾ ਸਕਦੇ ਹੋ। SDM ਤਾਂ ਆਪਾਂ ਨੂੰ ਇਹ ਪਤਾ ਹੈ ਵੀ ਅੱਜ ਕੱਲ ਕਿਹੜੇ ਲੋਟ, ਅੱਜ ਕੱਲ ਕਿ ਪੰਜਾਬ 'ਚ ਤਾਂ ਖਾਸ ਕਰਕੇ ਪਤਾ ਹੈ ਵੀ ਕਿਹੜੇ ਲੋਟ ਤਾਂ ਪਹਿਲਾਂ ਲੱਗਦੇ ਆ। ਲੀਡਰ ਕਿਵੇਂ ਨਹੀਂ, SDM ਵੀ ਇੱਥੇ ਕੁਛ ਨਹੀਂ ਨਾ ਕਹੂਗਾ ਫਿਰ, ਕਿਉਂਕਿ SDM ਨੇ ਜੇ ਗੱਲ ਕਹਿਤੀ ਤਾਂ ਫਿਰ ਉਹਦੇ ਕੋਲੇ ਪਾਵਰ ਹੀ ਨਹੀਂ ਕੋਈ ਵਿਚਾਰੇ ਕੋਲੇ ਕਹਿਣ ਦੀ। ਹਾਂ, ਉਹਦੇ 'ਚ ਜਦੋਂ ਪਹਿਲਾਂ ਲਿਖਤਾ ਵੀ ਭਾਈ ਤੋੜ ਸਕਦੇ ਹੋ ਤੁਸੀਂ, ਤੋੜ ਸਕਦੇ ਹਾਂ, ਬਿਲਕੁਲ ਸਮਝੌਤਾ ਤੋੜ ਸਕਦੇ ਹੋ, ਉਹ ਵੀ ਮੈਂ ਤਾਂ ਤੋੜ ਸਕਦਾ ਭਾਈ, ਮੇਰੇ ਨਹੀਂ ਫਿੱਟ, ਜਦੋਂ ਇਹ ਆ ਗ੍ਰੇਡਿੰਗ ਇਹਦੀ ਨਹੀਂ ਆ ਰਹੀ ਹੈਗੀ ਤਾਂ ਮੈਂ ਇਹ ਕੀ ਕਰਾਉਣੀ ਹੈ। ਪਹਿਲਾਂ ਇੱਕ ਤਾਂ ਗੱਲ ਇਹ ਸੀਗਾ ਵੀ ਜਿਵੇਂ ਮੰਨ ਲਓ ਝੋਨੇ ਦਾ ਬੀਜ ਲਾ ਲਓ ਜਾਂ ਕਣਕ ਲਾ ਲਓ, ਵੀ 1925 ਨੂੰ ਸੀ, ਘੱਟ ਤੋਂ ਘੱਟ ਪ੍ਰਾਈਸ ਸੀ ਉਹ, ਵੀ ਇਦੋਂ ਵੱਧ ਕਿੰਨੀ ਵੀ ਖਰੀਦ ਸਕਦੇ ਹੋ ਜਾਂ ਵੇਚ ਸਕਦੇ ਹੋ, ਵੀ ਇਦੋਂ ਘੱਟ ਰੇਟ ਤੁਹਾਨੂੰ ਦੇਣਾ ਨਹੀਂਗਾ, ਵੀ ਇਹ ਤੁਹਾਡਾ ਲਾਸਟ ਰੇਟ ਹੈਗਾ। ਹੁਣ ਕੀ ਹੋ ਗਿਆ, ਹੁਣ ਜਿਹੜਾ A ਗ੍ਰੇਡ ਵਾਲਾ ਹੋਇਆ ਉਹਨੂੰ 1925 ਮਿਲੂ, ਜਿਹੜਾ B ਵਾਲੇ ਨੂੰ C ਵਾਲਾ ਕੋਈ ਵੀ ਹੋਇਆ ਉਹਨੂੰ ਤਾਂ ਥੱਲੇ ਹੀ ਆਊ ਉਦੋਂ। ਬਿਲਕੁਲ। ਹੁਣ ਉਹ ਵੱਧ ਤੋਂ ਵੱਧ ਰੇਟ ਕਰਤਾ,
ਹੁਣ ਤਾਂ ਇਹੀ ਚੀਜ਼ ਹੋ ਗਈ ਨਾ, ਉਦੋਂ ਘੱਟ ਮਿਲੂਗਾ ਤੁਹਾਨੂੰ, ਰੇਟ ਵੱਧ ਤਾਂ ਮਿਲਣ ਦੇ ਚਾਂਸ ਹੀ ਨਹੀਂ, ਇਹ ਤੋਂ ਉੱਤੇ ਤਾਂ ਜਾ ਹੀ ਨਹੀਂ ਸਕਦਾ ਕੋਈ ਗ੍ਰੇਡ। ਨਾ ਬਿਲਕੁਲ ਨਹੀਂ ਜਾਂਦਾ ਕਿ ਜਾਊਗਾ? ਨਹੀਂ ਜਾਂਦਾ। ਨਹੀਂ ਜਾਂਦਾ। ਵੀ ਉਹ ਤੁਹਾਡਾ ਹੁਣ ਜਿਹੜਾ ਰੇਟ ਪਹਿਲਾਂ ਘੱਟ ਤੋਂ ਘੱਟ ਸੀ ਉਹ ਹੁਣ ਵੱਧ ਤੋਂ ਵੱਧ ਕਰਤਾ। ਬਿਲਕੁਲ ਘੱਟ ਤੋਂ ਘੱਟ 200 ਵੀ ਹੋ ਸਕਦਾ, 500 ਵੀ ਹੋ ਸਕਦੇ ਆ, 1500 ਵੀ ਹੋ ਸਕਦਾ, ਕਿੰਨਾ ਵੀ ਹੋ ਸਕਦਾ। ਬਿਲਕੁਲ। ਤੇ ਵੱਧ ਤੋਂ ਵੱਧ ਤੁਹਾਨੂੰ ਮੰਨ ਲਓ 1950 ਹੈ ਤੇ 1950 1900 ਮਿਲੂਗਾ, ਜੇ A ਉਹ 100 ਦੇ ਵਿੱਚੋਂ ਇੱਕ ਨੂੰ ਮਿਲੂ ਵੱਧ ਤੋਂ ਵੱਧ। ਹਾਂ, ਜੇ A ਗ੍ਰੇਡ ਹੋਇਆ ਬਿਲਕੁਲ ਬਿਲਕੁਲ। ਹਾਂ, ਇਹ ਗੱਲ ਵਿਕਰ ਸਿੰਘ ਜੀ ਫਿਰ ਉੱਥੇ ਆਉਂਦੀ ਹੈ ਕਿ ਕਿਸਾਨੀ ਤਾਂ ਸਾਰਾ ਆਪਣੇ ਪੰਜਾਬ ਤਾਂ ਹੈ ਹੀ ਕਿਸਾਨੀ ਸਿਰ ਤੇ, ਹੋਰ ਤਾਂ ਕੋਈ ਆਪਣੇ ਸਾਧਨ ਵੀ ਹੈ ਨਹੀਂਗਾ। ਗੱਲ ਤਾਂ ਉਹੀ ਹੈ ਜੀ, ਇਹ ਕੀਰਾਂ ਤਾਂ ਇਹੀ ਆ ਇਹਦੇ ਨਾ। ਰੇਸ਼ਮ ਜੀ, ਜੇ ਕਿਸਾਨ ਬੋਲ ਰਹੇ ਆ ਤਾਂ ਹਰਿਆਣਾ ਜਾਂ ਪੰਜਾਬ ਦੇ ਹੀ ਬੋਲ ਰਹੇ, ਇਸੇ ਕਰਕੇ ਬੋਲ ਰਹੇ ਆ ਕਿਉਂਕਿ ਇੱਥੇ ਜਿਹੜੀ ਕਿਸਾਨੀ ਤਬਕਾ ਜ਼ਿਆਦਾ ਹੈ, ਖੇਤੀ ਇੱਥੇ ਜ਼ਿਆਦਾ ਹੁੰਦੀ ਹੈ, ਫਸਲ ਜਾਨੀ ਕਿ ਸਰਕਾਰੀ ਖਰੀਦ ਹੈ। MSP ਤੇ ਝੋਨੇ ਕਣਕ ਤੇ ਸਰਕਾਰੀ ਖਰੀਦ ਹੈ। ਨਰਮੇ ਤੇ MSP ਇਹਦੇ ਸੀ, MSP ਖਤਮ ਨਹੀਂ ਕਰਦੇ। MSP ਦਾ 18 ਕੇ 20 ਚੀਜ਼ਾਂ ਤੇ ਹੈ, 2 ਤੀ ਮਿਲਦੀ ਹੈ ਨਾ, ਕਣਕ ਝੋਨੇ ਤੇ ਮਿਲਦੀ ਹੈ। ਝੋਨੇ ਦਾ ਨਰਮੇ ਦਾ ਲਾ ਲਓ ਪਿਛਲੇ ਸਾਲ 5500 ਸੀ ਤੇ ਵਿਕਿਆ ਕਿਸੇ ਦਾ 4800 ਤੋਂ ਵੱਧ ਹੈ ਹੀ ਨਹੀਂ। ਹੁਣ ਵੀ ਐਵੇਂ ਚੱਲ ਰਿਹਾ ਹੈ, ਇਹ ਹੁਣ ਵੀ ਐਵੇਂ ਚੱਲ ਰਿਹਾ ਹੈ। ਹੁਣ ਵੀ 4200 ਵੱਧ ਤੋਂ ਵੱਧ 4300 4500 ਹੱਦ ਹੋਊਗਾ ਤੇ ਰੇਟ ਹੈ ਕਿ 5700 ਦਾ ਰੇਟ ਹੈਗਾ MSP ਦੇ ਹਿਸਾਬ ਨਾਲ ਦੇਖੀਏ ਤਾਂ। ਹਾਂ, MSP ਤਾਂ ਤੁਸੀਂ ਰੱਖ ਦਿਓਗੇ, ਮਤਲਬ ਸੈਂਟਰ ਨੇ ਕਹਿਤਾ ਉੱਥੋਂ ਵੀ ਤੁਸੀਂ, ਉਹ ਤਾਂ ਫਿਰ ਵੱਧ ਤੋਂ ਵੱਧ ਹੋ ਗਿਆ ਨਾ। ਬਿਲਕੁਲ। ਵੀ MSP ਤੁਸੀਂ ਮੰਨ ਲਓ ਵੀ ਕਣਕ ਦਾ ਰੱਖਦਾਗਾ ਉਹਨੂੰ ਵੀ ਭਾਈ 2000 MSP ਕਰਤਾ ਉੱਥੋਂ। ਬਿਲਕੁਲ ਬਿਲਕੁਲ। ਉਹ ਤਾਂ ਵੱਧ ਤੋਂ ਵੱਧ ਹੈ, ਗ੍ਰੇਡ ਦਾ ਹੋ ਗਿਆ। ਬਿਲਕੁਲ। ਉਹ ਤਾਂ ਫਿਰ ਉਦੋਂ ਥੱਲੇ ਲੈਣਗੇ, ਉੱਤੇ ਤਾਂ ਲੈਂਦੇ ਨਹੀਂ ਲੈਂਦਾ ਵੀ। ਜਾਂ ਤਾਂ ਤੁਸੀਂ ਇਹ ਕਰੋ MSP ਰੱਖ ਦਿਓ, ਰੱਖ ਕੇ ਇਹਦੇ ਨਾਲ ਇਹ ਕਰੋ ਵੀ ਭਾਈ MSP ਹੈ ਜਿਹੜਾ ਉਹ ਘੱਟੋ ਘੱਟ ਰੇਟ ਹੈ, ਘੱਟੋ ਘੱਟ। ਪਰ ਇਹਨਾਂ ਨੇ MSP ਨੂੰ ਕੀ ਕਰਤਾ, ਵੱਧ ਤੋਂ ਵੱਧ ਰੇਟ। ਹਾਂ, ਉੱਥੇ ਇਹਨਾਂ ਨੇ ਇਹ ਕਰਨਾ ਸੀਗਾ, ਬਿੱਲ 'ਚ ਵੀ ਹੁਣ ਕਰ ਸਕਦੇ ਆ ਇਹ, ਵੀ ਜਿਹੜਾ ਇਹ ਘੱਟੋ ਘੱਟ ਰੇਟ ਹੋਊਗਾ ਇਦੋਂ ਵੱਧ ਵਪਾਰੀ ਖਰੀਦ ਸਕਦਾ। ਬਿਲਕੁਲ। ਘੱਟ ਨਹੀਂ, ਉਹ ਤੁਹਾਡੀ ਜਿਹੜੀ ਜਿਣਸ ਹੈ ਉਹਦੇ ਅਕੋਰਡਿੰਗ ਚੱਲੂਗਾ। ਹਾਂ, ਉਦੋਂ ਵੱਧ ਵੀ ਤੁਹਾਡੀ ਜਿਣਸ ਜਿਵੇਂ ਵੀ ਹੈ, 0 ਗ੍ਰੇਡ ਦੀ ਹੈ ਚਾਹੇ ਉਹ, ਉਹਦਾ ਤੁਹਾਨੂੰ MSP ਰੇਟ ਮਿਲੂਗਾ ਹੀ ਮਿਲੂਗਾ। ਹਾਂ, ਉਹਦਾ MSP ਮਿਲੂਗਾ, ਉਦੋਂ ਉੱਤੇ ਤੁਹਾਨੂੰ। ਹਾਂ, ਉਹ ਗ੍ਰੇਡ ਜਿਵੇਂ ਤੁਹਾਡਾ ਅਪ ਹੁੰਦਾ ਜਾਊਗਾ ਉਵੇਂ ਤੁਹਾਡਾ ਰੇਟ ਅਪ ਹੁੰਦਾ ਜਾਊਗਾ। ਬਿਲਕੁਲ। ਸੋ ਆਪਣੀ ਗੱਲ ਚੱਲ ਰਹੀ ਸੀ, ਮਾਫ ਕਰਨਾ ਜੀ, ਗੱਲ ਚੱਲ ਰਹੀ ਸੀ ਆਪਣੀ ਕਾਂਗਰਸ ਦੀ, ਵੀ ਕਾਂਗਰਸ ਦਾ ਇਹਨਾਂ ਬਿੱਲਾਂ ਨੂੰ ਪਾਸ ਕਰਵਾਉਣ ਜਾਂ ਨਾ ਪਾਸ ਕਰਵਾਉਣ ਦੇ ਵਿੱਚ ਜਾਂ ਵਿਰੋਧ ਕਰਨ ਦੇ ਵਿੱਚ ਕਿੰਨਾ ਕੁ ਯੋਗਦਾਨ ਰਿਹਾ। ਮੁੱਖ ਮੰਤਰੀ ਸਾਹਿਬ ਦੀ ਗੱਲ ਕਰ ਲਈ ਆਪਾਂ, ਹਾਂਜੀ, ਵਿੱਤ ਮੰਤਰੀ ਸਾਹਿਬ ਦੀ ਗੱਲ ਕਰ ਲਈ, ਹਾਂਜੀ। ਹੁਣ ਆ ਗਏ ਆਪਣੇ ਖੇਤੀਬਾੜੀ ਮੁੱਖ ਸਕੱਤਰ ਕਾਹਨ ਸਿੰਘ ਜੀ ਪੰਨੂ। ਹਾਂਜੀ। ਕਿਉਂਕਿ ਉਹਨਾਂ ਦਾ ਵੀ ਮੁੱਖ ਰੋਲ ਹੈ, ਖੇਤੀਬਾੜੀ ਦੇ ਮੁੱਖ ਸਕੱਤਰ ਨੇ ਜਿਨ੍ਹਾਂ ਦੀ ਮੁੱਖ ਭੂਮਿਕਾ ਹੁੰਦੀ ਹੈ। ਉਹਨਾਂ ਨੂੰ ਵੀ ਕਹਿੰਦੇ ਇਸ ਗੱਲ ਦਾ ਪਤਾ ਸੀਗਾ ਵੀ ਬਿੱਲ ਜਿਹੜੇ ਇਹ ਪਾਸ ਹੋ ਰਹੇ ਹੈ। ਉਹਨਾਂ ਨੇ ਆ ਕੇ ਮੁੱਖ ਮੰਤਰੀ ਸਾਹਿਬ ਨਾਲ ਜਿਹੜੇ ਸੋਰਸਿਸ ਨੇ ਨਾ, ਸੋਰਸ ਜਿਹੜੇ ਸੂਤਰ ਹੁੰਦੇ ਹੈ, ਸੂਤਰ ਦੱਸ ਰਹੇ ਹੈ, ਗੱਲ ਸਾਹਮਣੇ ਵੀ ਸਾਰੀ ਇਹ ਆ ਰਹੀ ਹੈ ਕਿ ਕਾਹਨ ਸਿੰਘ ਪੰਨੂ ਨੂੰ ਵੀ ਇਸ ਗੱਲ ਦਾ ਪਤਾ ਸੀਗਾ ਬਈ ਬਿੱਲ ਪਾਸ ਹੋਣ ਜਾ ਰਹੇ ਹੈ। ਉਹਨੇ ਆ ਕੇ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ, ਪਰ ਦੋਨਾਂ ਨੇ ਗੱਲ ਪਬਲਿਕ ਦੇ ਵਿੱਚ ਨਹੀਂ ਲੈ ਕੇ ਆਂਦੀ, ਕਿਉਂਕਿ ਪਬਲਿਕ ਕਿਹਦੀ ਸੀ, ਕਾਂਗਰਸ ਦੀ ਸੀ, ਜਾਂ ਇਹ ਕਹ ਲਓ ਪੰਜਾਬ ਦੀ ਸੀ, ਕੈਪਟਨ ਸਰਕਾਰ ਦੀ ਪਬਲਿਕ ਸੀ ਨਾ। ਹਾਂਜੀ। ਕਾਹਨ ਸਿੰਘ ਪੰਨੂ ਨਾਲ ਗੱਲਬਾਤ ਹੁੰਦੀ ਹੈ, ਪਰ ਉਹ ਦੋਨੇ ਜਣੇ ਆਪਦੀ ਗੱਲਬਾਤ, ਜਾਂ ਦੋਨੇ ਕਿ ਤਿੰਨੇ ਹੀ, ਆਪਾਂ ਵਿੱਤ ਮੰਤਰੀ ਨੂੰ ਵਿੱਚ ਹੀ ਲੈ ਲਗੇ, ਤਿੰਨਾਂ ਨੇ ਗੱਲ ਨੂੰ ਦਬਾ ਕੇ ਰੱਖ ਲਿਆ। ਪਰ ਹੁਣ ਜਦੋਂ ਦੂਜੀਆਂ ਪਾਰਟੀਆਂ ਵਿਰੋਧ ਕਰਨ ਲੱਗੇ ਜਾਂ ਕਿਸਾਨ ਵਿਰੋਧ ਕਰਨ ਲੱਗ ਗਏ, ਹੁਣ ਅਸੀਂ ਵੀ ਕਿਸਾਨ ਹਤੈਸ਼ੀ ਬਣ ਗਏ। ਗੱਲ ਤਾਂ ਜੀ ਉੱਥੋਂ ਹੀ ਫੇਰ ਆਉਂਦੀ ਹੈ ਨਾ, ਵੀ ਜਦੋਂ ਕੈਪਟਨ ਸਾਹਿਬ ਨੂੰ ਤਾਂ ਪਹਿਲਾਂ ਹੀ ਪਤਾ ਹੈ, ਉਹ ਪੰਨੂ ਜੀ ਨੂੰ ਤਾਂ ਬਾਅਦ ਚ ਪਤਾ ਲੱਗਦਾ ਹੈ। ਬਿਲਕੁਲ। CM ਸਾਹਿਬ ਤਾਂ ਪਹਿਲਾਂ ਸਾਈਨ ਕਰਕੇ ਆਏ। ਬਿਲਕੁਲ। ਜੇ ਅੱਜ ਵੀ ਗੱਲ ਉਹੀ ਬਾਰ-ਬਾਰ ਆਉਂਦੀ ਹੈ ਵੀ ਜੇ ਕਾਂਗਰਸ ਖਿਲਾਫ ਹੋਵੇ ਬਿੱਲਾਂ ਦੇ, ਬਿਲਕੁਲ, ਉਹ ਪਹਿਲਾਂ ਤਾਂ ਉਹ ਤਰਜਬਾਨੀ ਕਰਕੇ ਪਿੰਡਾਂ 'ਚ ਕਾਗਜ਼ ਲਾਵੇ, ਨਾ ਪੇਜ ਲਾ ਦੇ, ਪਿੰਡਾਂ 'ਚ ਲੋਕਾਂ ਨੂੰ ਜਾਗਰੂਕ ਕਰੇ ਉਹਦੇ ਬਾਰੇ, ਕਿਉਂਕਿ ਉਹਨਾਂ ਕੋਲੇ ਸਰਕਾਰੀ ਉਹਨਾਂ ਦੇ ਨੁਮਾਇੰਦੇ ਹੈਗੇ ਆ ਜਾਗਰੂਕ ਕਰਨ ਵਾਸਤੇ, ਤੇ ਸਰਕਾਰੀ ਸਿਸਟਮ ਖੇਤੀਬਾੜੀ ਸਿਸਟਮ ਹੈਗਾ। ਬਿਲਕੁਲ। ਸਾਰੇ ਥੱਲੇ ਤੱਕ ਇੰਸਪੈਕਟਰ ਵਗੈਰਾ ਸਾਰੇ ਆ ਕੇ ਦੱਸਣ ਵੀ ਆਹ ਚੀਜ਼ਾਂ ਦਾ ਤੁਹਾਨੂੰ ਨੁਕਸਾਨ ਹੈ। ਹਾਂ, ਲੋਕ ਹਜੇ ਤੱਕ ਜਾਗਰੂਕ ਨਹੀਂ ਜਾਗਰੂਕ। ਜੇ ਆਪਾਂ ਇਹ ਗੱਲ ਕਰ ਲਈਏ ਵੀ ਜਿਹੜੇ 3 ਕਿਸਾਨ ਵਿਰੋਧੀ ਬਿੱਲ ਪਾਸ ਹੋਏ ਹੈ, ਜੇ ਆਪਾਂ ਪਬਲਿਕ ਦੇ ਵਿੱਚ ਜਾ ਕੇ ਜਿਹੜੇ ਵਿਰੋਧ ਕਰ ਰਹੇ ਲੋਕ ਨੇ, ਹਾਲਾਂਕਿ ਉਹਨਾਂ ਦੇ ਅੰਦਰ ਦਰਦ ਹੈ ਵੀ ਯਾਰ ਸਾਡੇ ਨਾਲ ਬਹੁਤ ਭੈੜੀ ਹੋਣੀ ਹੈ, ਪਰ ਜੇ ਉਹਨਾਂ ਨੂੰ 3 ਬਿੱਲਾਂ ਬਾਰੇ ਪਤਾ ਕੀਤਾ ਜਾਵੇ ਵੀ 3 ਬਿੱਲ ਕਿਹੜੇ ਨੇ, ਦੇਖਿਆ ਗਿਆ ਆਮ ਜਿਹੜੇ ਰਿਪੋਰਟਰ ਵਗੈਰਾ ਕਿਸਾਨ ਮੁਜ਼ਾਹਰਿਆਂ ਦੇ ਵਿੱਚ ਜਾ ਕੇ ਉਹਨਾਂ ਤੋਂ ਪੁੱਛ ਰਹੇ ਸੀ, ਨੌਜਵਾਨਾਂ ਤੋਂ ਜਾਂ ਬਜ਼ੁਰਗਾਂ ਤੋਂ, ਕਿ 3 ਬਿੱਲ ਕਿਹੜੇ ਆ, ਸਾਨੂੰ ਨਾਮ ਦੱਸ ਦਿਓ, ਵਿਚਾਰਿਆਂ ਨੂੰ ਨਹੀਂ ਪਤਾ ਸੀਗਾ। ਉਹ ਇੱਥੇ ਘਾਟ ਸਾਡੀ ਸਰਕਾਰ ਦੀ ਜਾਂ ਸਾਡੇ ਖੇਤੀਬਾੜੀ ਡਿਪਾਰਟਮੈਂਟ ਦੀ ਵੀ ਹੈ ਕਿ ਇਹਨਾਂ ਆਰਡੀਨੈਂਸਾਂ ਬਾਰੇ ਲੋਕਾਂ ਨੂੰ ਜਾਗਰੂਕ ਜ਼ਰੂਰ ਕਰਨਾ ਚਾਹੀਦਾ ਸੀਗਾ।
ਤਾਂ ਕਿ ਸ਼ਾਇਦ ਹੋ ਸਕਦਾ ਵੀ ਬਹੁਤਿਆਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਹੈ, ਇਸੇ ਕਰਕੇ ਉਹ ਨਜ਼ਾਰਿਆਂ ਦੇ ਵਿੱਚ ਤੁਰੇ ਫਿਰਦੇ ਹੋਣ। ਦੇਖੋ ਜੀ ਗੱਲ ਤਾਂ ਇਹ ਹੈ ਵੀ ਹੈ ਤਾਂ ਇਹ ਲੋਕਾਂ ਦੇ ਖਿਲਾਫ ਹੀ, ਲੋਕਾਂ ਦੇ ਖਿਲਾਫ ਬਿਲਕੁਲ ਬਿੱਲ ਤਾਂ ਬਿਲਕੁਲ ਜਦੋਂ ਆਪਾਂ ਨੂੰ ਇਹ ਪਤਾ ਵੀ ਪ੍ਰਾਈਵੇਟ ਸੈਕਟਰ ਆਉਂਦਾ ਹੈ ਸਰਕਾਰੀ ਦੀ ਥਾਂ ਤੇ, ਇਹ ਆਦੇ ਵੀ ਕਿਹੜਾ MSP ਵੀ ਜਾਰੀ ਰਹੂ, ਸਰਕਾਰੀ ਖਰੀਦ ਵੀ ਜਾਰੀ ਰਹੂ ਨਾਲ ਇਹ ਕਹਿ ਰਹੇ ਆ ਜਿਹੜਾ ਬਿਲਕੁਲ ਜਦੋਂ ਪਰ ਆਪਾਂ ਉੱਥੇ ਦੇਖੋ ਉੱਥੇ ਕਹਿ ਰਹੇ ਹੈ ਵੀ ਸਰਕਾਰੀ ਖਰੀਦ ਨਾਲ ਰਹੂਗੀ, MSP ਨਾਲ ਰਹੂਗਾ, ਪਰ ਉਸ ਬਿੱਲ ਦੇ ਵਿੱਚ ਕਿਤੇ ਲਿਖਿਆ ਨਹੀਂ ਹੈ ਇਹ। ਜਦੋਂ ਗੱਲ ਤਾਂ ਉਹੀ ਹੈ, ਇੱਕ ਇਹ ਜਿਵੇਂ ਆਪਣੇ ਆਧਾਰਨਾਂ ਹੁੰਦੀਆਂ ਪਿਛਲੀਆਂ ਲਈਆਂ ਜਾਂਦੀਆਂ ਜੀ ਜਿਹੜਿਆਂ ਤੋਂ ਬਿਲਕੁਲ ਥਰਮਲ ਲੱਗੇ, ਹਾਂਜੀ ਹਾਂਜੀ ਪ੍ਰਾਈਵੇਟ ਲੱਗੇ, ਬਿਲਕੁਲ ਆਦੇ ਵੀ ਆਪਾਂ ਨੂੰ ਇਹ ਤੋਂ ਬਿਜਲੀ ਸਸਤੀ ਮਿਲੂ, ਵੱਧ ਮਿਲੂ, 24 ਘੰਟੇ ਹੋ ਜੂ, ਚਲੋ ਲਾਈਟ ਵਧੀਆ ਆਉਣ ਲੱਗੀ ਆਪਣੇ ਪੰਜਾਬ 'ਚ। ਇਹ ਤਾਂ ਨਹੀਂ ਕਹਿ ਸਕਦੇ ਗੱਲ ਕਰ ਬਿੱਲ ਭਾਈ ਹੁਣ ਬਿੱਲ ਵੀ ਵਧੀਆ ਆਉਣ ਲੱਗ ਗਏ, 10,000 ਰੁਪਇਆ ਬਿੱਲ ਆਉਣ ਲੱਗ ਗਿਆ। ਕੱਲ ਇੱਕ ਆਪਣੇ ਪਿੰਡ 'ਚੋਂ, ਸਾਡੇ ਪਿੰਡ 'ਚੋਂ ਗਰੀਬ ਹੈ, SC ਪਰਿਵਾਰ ਹੈ ਉਹ, ਉਹਨਾਂ ਦੇ ਇੱਕ ਬਲਬ ਤੇ ਇੱਕ ਪੱਖਾ ਹੋਊਗਾ। ਪਹਿਲਾਂ ਉਹਨਾਂ ਦੇ ਉਹ ਜਿਹੜਾ 0 ਬੱਤੀ ਵਾਲਾ ਕਹਿੰਦੇ ਕਿ ਲਾਲ ਬੱਤੀ ਵਾਲਾ ਉਹ ਮੀਟਰ ਲੱਗਿਆ ਸੀ, ਬਿੱਲ 0 ਆਉਂਦਾ ਸੀ ਉਹਨੂੰ, ਠੀਕ ਹੈ, ਉਹ ਪੱਟ ਕੇ ਲੈ ਗਏ। ਇੱਕ ਪਰਿਵਾਰ ਨੂੰ ਤਾਂ ਆਏਗਾ 86,000 86,000 ਇੱਕ SC ਪਰਿਵਾਰ ਨੂੰ, ਜਿਹਦੇ ਇੱਕ ਪੱਖਾ ਤੇ ਇੱਕ SC ਪਰਿਵਾਰ ਲਾਈਟ ਚੱਲਦੀ ਹੈ। ਇੱਕ ਪਰਿਵਾਰ ਨੂੰ ਆਇਆ 51,000। ਅੱਛਾ, ਉਹ ਪਰਮਜੀਤ ਸਿੰਘ ਪੰਮੀ ਆਪਣੇ ਇਹਨਾਂ ਦੇ ਮੁੱਧ ਸਿੰਘ ਕੇ ਪਰਿਵਾਰ ਚੋਂ ਕਹਿੰਦੇ, ਉਹ ਇਲੈਕਟ੍ਰੀਸ਼ੀਅਨ ਦਾ ਵੀ ਪਹਿਲਾਂ ਕੰਮ ਕਰਦਾ ਹੁੰਦਾ ਸੀ। ਅੱਛਾ, ਫਿਰ ਵਾਟਰ ਵਰਕਸ ਤੇ ਕੰਮ ਕਰਨ ਲੱਗ ਗਿਆ ਸੀ ਉਹ ਇੱਕ ਤਾਂ, ਤੇ ਇੱਕ ਮੇਰੇ ਯਾਰ ਹੁਣ ਦਰਸ਼ਨ ਸਿੰਘ। ਅੱਛਾ, ਦਰਸ਼ਨ ਸਿੰਘ ਉਹ ਗੋਰੀ ਕੇ ਚੰਨਣ ਕੇ, ਅੱਛਾ, ਉਹਨਾਂ ਚੋਂ ਇੱਕ ਨੂੰ ਤਾਂ 86,000 ਆਇਆ, ਇੱਕ ਨੂੰ 51,000 ਬਿੱਲ ਆਇਆ। ਅੱਛਾ, ਮੈਨੂੰ ਉਹ ਖੁਦ ਦਿਖਾ ਕੇ ਗਏ ਹੈ, ਪਿਛਲੇ ਵੀ ਚੱਕੀ ਬਿੱਲ, ਪਿਛਲੇ ਉਹ ਸਾਡੇ ਆਹ ਦੇਖ 0 ਬਿੱਲ ਆਉਂਦਾ ਹੁੰਦਾ ਸੀ, ਉਹੀ ਮੀਟਰ ਹੈ, ਉਹੀ ਸਾਰਾ ਕੁਛ ਹੈ, ਉਹ ਪਿਛਲਾ ਵੀ ਸਾਰਾ ਕੱਢ ਕੇ ਪਤਾ। ਅੱਛਾ, ਇਹ ਦੇਖੋ ਜੀ ਜਿੱਥੋਂ ਤੱਕ ਕਾਂਗਰਸ ਦਾ ਸਵਾਲ ਆ, ਕਾਂਗਰਸ ਨੇ ਇਹਦੇ ਬਿੱਲ ਦੇ ਹਮੈਤੀ ਹੈਗੀ, ਇਹਦੇ 'ਚ ਕੋਈ ਐਵੇਂ ਵਾਧੂ, ਇਹ ਤਾਂ ਦਿਖਾਵੇਬਾਜ਼ੀ ਕਰ ਰਹੇ ਹੈ, ਚਾਹੇ ਤਾਂ ਇਹਨਾਂ ਨੇ ਵੀ ਕੰਪਨੀਆਂ ਤੋਂ ਪੈਸਾ ਲਿਆ, ਚਾਹੇ ਕੁਝ ਵੀ ਹੋਇਆ, ਬਿਲਕੁਲ ਕਿਸੇ ਤਰ੍ਹਾਂ ਦਾ ਦਬਾਅ ਹੈ ਜਾਂ ਕੋਈ ਵੀ ਹੈ। ਇਹ ਹਮੈਤੀ ਦਾ ਇੱਥੋਂ ਪਤਾ ਲੱਗਦਾ ਜੀ। ਇੱਕ ਤਾਂ ਪਹਿਲਾਂ ਤਾਂ ਇਹਨਾਂ ਨੇ ਅਕਾਲੀ ਦਲ ਆਏ ਨੇ ਕਸਰ ਨਹੀਂ ਛੱਡੇ, ਕਦੇ 328 ਸਰੂਪਾਂ ਦਾ ਮੁੱਦਾ ਲਿਆ, ਜੋ ਦੇਖ ਲਿਆ ਵੀ ਆਹ ਆ ਗਿਆ ਕੰਮ। 328 ਸਰੂਪਾਂ ਦੇ ਨਾਲ ਜਿਹੜਾ ਇੱਕ ਕੈਨੇਡਾ ਵਾਲਾ ਜਿਹੜਾ ਆਇਆ ਹੈ, ਉਹ ਵੀ ਇੱਕ ਬੱਸ ਭਰ ਕੇ ਜਿਹੜੀ ਸਰੂਪਾਂ ਦੀ ਗਈ ਹੈ, ਉਹ ਵੀ ਹੋ ਗਿਆ। ਇੱਕ ਜੀ ਦੇਖੋ ਇਹ ਹੋ ਗਿਆ ਤੁਹਾਡਾ, ਤੁਸੀਂ ਦੱਸੋਗੇ ਵੇਖੋਗੇ ਵੀ ਉਹ ਨਿੰਗ ਸਿੰਘ ਦੀ ਪੱਗ ਲਾਤੀ ਉੱਤੇ, ਵੀ ਮੁੱਦੇ ਬਣਾਓ ਵੱਧ। ਬਿਲਕੁਲ ਇਧਰੋਂ ਕੀ ਕਰਿਆ, ਸਾਡੇ ਪਿੰਡ 'ਚ ਇੱਕ ਜਿਹੜਾ ਨੇ ਪੈਨਸ਼ਨਾਂ ਲੱਗੀਆਂ ਸੀ, ਬੁਢਾਪਾ, ਵਿਧਵਾ ਜਾਂ ਅੰਗਹੀਣ, ਨਹੀਂ ਉਹ ਤੁਹਾਡੇ ਪਿੰਡ 'ਚ ਨਹੀਂ, ਉਹ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੀ। ਮੈਂ ਤੁਹਾਨੂੰ ਆਪਣੇ ਪਿੰਡ ਦੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਆਪਾਂ ਗੱਲ ਉਹੀ ਕਰ ਸਕਦੇ ਹਾਂ ਜੀ। ਦੂਜੇ ਦਾ ਦੇਖੋ ਹੈ ਪੂਰੇ ਪੰਜਾਬ 'ਚ, ਆਪਾਂ ਨੂੰ ਵੀ ਪਤਾ ਹੈ ਜੀ। ਉਹ ਨਾ ਸਾਰਿਆਂ ਨੂੰ ਲਗਭਗ 80% ਨੂੰ ਜਿਹੜੇ ਕਿ ਉਹਦੇ ਲਾਇਕ ਵੀ ਹੈ, ਜਿਹੜੇ ਸਹੀ ਹੈ, ਉਹਨਾਂ ਨੂੰ ਵੀ ਨੋਟਿਸ ਆ ਗਏ। ਕਿਸੇ ਨੂੰ 30,000 ਦਾ ਆ ਗਿਆ, ਕਿਸੇ ਨੂੰ 40,000 ਦਾ ਆ ਗਿਆ, ਵੀ ਭਰ ਕੇ ਆਓ ਤੁਸੀਂ। ਉਹ ਤਾਂ ਵੀ ਭਰ ਕੇ ਆਓ। ਫਿਰ ਇਹ ਕੀ ਕਰਿਆ, ਉਹਦੇ ਤੇ ਉੱਤੇ ਲਿਖਤਾ, ਪਿੰਨ ਨਾਲ ਲਿਖਿਆ, ਉਹ ਤਾਂ ਹੋਇਆ ਵੀ ਜਾਰੀ ਤਾਂ ਹੋਇਆਗਾ 25 ਅਗਸਤ ਨੂੰ। ਇੱਕ ਸਵਾਲ ਆਇਆ ਜੀ ਗੁਰਪ੍ਰੀਤ ਚਹਿਲ ਵੱਲੋਂ, 1509 ਬਾਸਮਤੀ 1700 ਨੂੰ ਵਿਕ ਰਹੀ ਹੈ, ਹਾਂਜੀ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? 1509 ਕਿਸਮ। ਫਿਰ ਹੁਣ ਜੇ ਮੋਦੀ ਹੋਰਾਂ ਨੂੰ ਪੁੱਛਣ ਵਾਲਾ ਹੋਵੇ ਵੀ ਇਹ ਤਾਂ ਤੁਸੀਂ ਆਦੇ ਸੀ ਜਦੋਂ ਬਿੱਲ ਆ ਗਏ ਨਾਲ ਦੀ ਨਾਲ ਹੀ ਵੱਧ ਜੂ ਸਾਰੀ ਚੀਜ਼, ਬਿਲਕੁਲ, ਹਾਂ, 1509 ਦਾ ਅੱਜ ਰੇਟ ਸਰਕਾਰੀ ਕੀ ਹੈ ਤੇ ਇੱਥੇ ਕੀ ਆਉਂਦਾ ਹੈ? ਤੁਸੀਂ ਪਿਛਲੇ ਤੋਂ ਪਿਛਲੇ ਸਾਲ ਇਹੀ 4,000-4500 ਨੂੰ ਵਿਕੀ ਹੈ, ਬਿਲਕੁਲ, ਠੀਕ ਹੈ। ਅੱਜ 1509 1700 ਨੂੰ ਵਿਕ ਰਹੀ ਹੈ, ਬਿਲਕੁਲ। ਜ਼ਿਮੀਂਦਾਰ ਲੈ ਜਾਂਦਾ, ਉਹ ਚੋਂ ਕੀ ਕੱਢੂਗਾ? ਖਰਚਾ ਵੀ ਨਹੀਂ ਮੁੜਨਾ। ਹਾਂ, ਉਹ 60-70 ਮਣ ਨਿਕਲਦੀ ਹੈ, 60 ਮਣ ਝੋਨਾ ਨਿਕਲਦਾ ਹੁੰਦਾ ਹੈ, 50-60 ਦੇ ਵਿਚਾਲੇ ਜੇ ਨਿਕਲਦਾ ਝਾੜ, ਬਿਲਕੁਲ, ਤੇ ਉਹਦੇ ਚੋਂ ਕੀ ਕੱਢੂਗਾ ਵੀ ਇਹ? ਦੱਸੋ, ਮੈਂ ਦਰਸ਼ਕ ਵੀਰਾਂ ਨੂੰ ਇੱਕ ਅਪੀਲ ਕਰ ਦੇਵਾਂ ਕਿ ਦਰਸ਼ਕ ਵੀਰੋ, ਪ੍ਰੋਗਰਾਮ ਸਾਡਾ ਚੱਲ ਰਿਹਾ ਹੈਗਾ ਕਰੰਟ ਮੁੱਦੇ ਤੇ, ਜਿਹਦੇ ਵਿੱਚ BJP ਨਾਲੋਂ ਅਕਾਲੀ ਦਲ ਨੇ ਨਾਤਾ ਤੋੜ ਲਿਆ ਹੈ। ਅਸੀਂ ਇਸ ਵਿਸ਼ੇ ਤੇ ਜ਼ਿਆਦਾ ਨਹੀਂ ਗੱਲ ਕਰਨੀ, ਅਸੀਂ ਵਿਸ਼ਾ ਰੱਖਣਾ ਹੈਗਾ ਕਿ ਸਾਡੇ ਜਿਹੜੇ ਕਿਸਾਨ ਹੈ ਉਹ ਬਿੱਲਾਂ ਦੇ ਉੱਪਰ ਸੰਘਰਸ਼ ਕਰ ਰਹੇ ਹੈ, ਬਿੱਲਾਂ ਨੂੰ ਵਾਪਸ ਕਰਵਾਉਣ ਵਾਸਤੇ। ਗੱਲਬਾਤ ਸਾਡੀ ਚੱਲ ਰਹੀ ਹੈ ਇੱਕ ਕਿਸਾਨ ਔਰ ਨੌਜਵਾਨ ਵੀਰ ਬਿੱਕਰ ਸਿੰਘ ਖਾਲਸਾ, ਉਹਨਾਂ ਦੇ ਨਾਲ ਸਾਡੀ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ, ਜਿਹਦੇ ਵਿੱਚ ਤੁਸੀਂ ਵੀ ਆਪਣੇ ਸਵਾਲ, ਜਿਵੇਂ ਹੁਣ ਗੁਰਪ੍ਰੀਤ ਚਹਿਲ ਜੀ ਨੇ
ਇੱਕ ਸਵਾਲ ਕੀਤਾ ਹੈ। ਬਾਕੀ ਦੇ ਜਿਹੜੇ ਸਾਥੀ ਦੇਖ ਰਹੇ ਹੈ, ਇੱਕ ਤਾਂ ਗੁਜ਼ਾਰਿਸ਼ ਹੈ ਕਿ ਇਸ ਚੱਲਦੇ ਪ੍ਰੋਗਰਾਮ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡੀ ਜਿਹੜੀ ਇਹ ਗੱਲਬਾਤ ਹੈ ਇਹ ਬਾਕੀ ਦੇ ਲੋਕਾਂ ਤੱਕ ਪਹੁੰਚੇ। ਔਰ ਤੁਹਾਡੇ ਜੇ ਕੋਈ ਸਵਾਲ ਹੈ ਤਾਂ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ, ਤਾਂ ਉਹਨਾਂ ਦਾ ਅਸੀਂ ਜਿਹੜਾ ਸਾਡੇ ਕੋਲੇ ਜਿਹੜੇ ਬੁਲਾਰੇ ਬੈਠੇ ਹੈਗੇ ਬਿੱਕਰ ਸਿੰਘ ਜੀ, ਉਹਨਾਂ ਕੋਲੋਂ ਅਸੀਂ ਜਵਾਬ ਵੀ ਮੰਗਾਂਗੇ। ਜਿਵੇਂ ਹੁਣ ਬਿੱਕਰ ਸਿੰਘ ਜੀਆਂ ਦੇ ਨਾਲ ਇੱਕ ਸਵਾਲ ਜਿਹੜਾ ਆਇਆ ਸੀਗਾ 1509 ਬਾਸਮਤੀ ਜਿਹੜੀ ਉਹਦਾ ਰੇਟ 1700 ਹੈ। ਅੱਜ ਦੀ ਘੜੀ ਜਿਹੜਾ ਰੇਟ 1700 ਚੱਲ ਰਿਹਾ, ਜਿਹੜਾ ਕਿ ਬਹੁਤ ਘੱਟ ਰੇਟ ਹੈਗਾ। ਸੋ ਇਸ ਤਰ੍ਹਾਂ ਦੇ ਸਵਾਲ ਜਿਹੜੇ ਤੁਸੀਂ ਹੋਰ ਪੁੱਛਣੇ ਚਾਹੋਗੇ ਉਹ ਤੁਸੀਂ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਸਾਂਝੇ ਕਰ ਸਕਦੇ ਹੋ। ਹਾਂਜੀ ਬਿੱਕਰ ਸਿੰਘ ਜੀ, ਆਪਾਂ ਮੁੱਦੇ 'ਤੇ ਅੱਗੇ ਗੱਲ ਆਪਣੀ ਅਕਾਲੀ ਦਲ ਦੀ ਵੀ ਹੋ ਗਈ। ਅਕਾਲੀ ਦਲ ਨੇ ਕੀ ਕਿਸਾਨਾਂ ਵਾਸਤੇ ਕੀਤਾ, ਕੀ ਇਹਨਾਂ ਖੇਤੀ ਬਿੱਲਾਂ ਦੇ ਸੰਬੰਧ ਦੇ ਵਿੱਚ ਦਮਗਜ਼ੇ ਮਾਰੇ ਹੈ। ਹਾਂਜੀ, ਠੀਕ ਹੈ, ਚੋਣ ਸਟੰਟ ਜਿਹੜੇ ਖੇਡੇ ਹੈ। ਦੂਸਰੇ ਪਾਸੇ ਕਾਂਗਰਸ ਨੇ ਵੀ ਬੜਾ ਮੁੱਦਾ ਭੜਕਾਉਣ ਦੀ ਖਾਤਰ ਬਹੁਤ ਕੁਝ ਕੀਤਾ ਹੈਗਾ। ਹਾਂ, ਉਹ ਗੱਲ ਚੱਲ ਰਹੀ ਸੀ ਆਪਣੀ। ਹਾਂਜੀ, ਵੀ ਉਹਦੇ ਤੇ ਇਹਨਾਂ ਨੇ ਕੱਢਤਾ ਵੀ 25 ਅਗਸਤ ਨੂੰ ਉਹ ਜਾਰੀ ਕਰਿਆ ਬਿਲਕੁਲ ਪੱਤਰ। ਉਹਦੇ 15 ਦਿਨਾਂ ਦੇ ਅੰਦਰ ਤੁਸੀਂ ਬੈਂਕ 'ਚ ਜਮ੍ਹਾਂ ਕਰਾਉਣੇ ਆ ਇਹਦੇ ਬਿਲਕੁਲ ਪੈਸੇ, ਤੇ ਲੋਕਾਂ ਕੋਲੇ ਪਹੁੰਚਦੇ ਆ ਉਹ ਕਿੱਥੇ 20 ਸਤੰਬਰ ਨੂੰ। ਬਿਲਕੁਲ 15 25 ਤੇ 15 ਮੰਨ ਲਓ ਵੀ ਤੁਸੀਂ 10 ਸਤੰਬਰ ਬਣਦਾ ਹੈ। ਬਿਲਕੁਲ 10 ਸਤੰਬਰ ਨੂੰ ਤਾਂ ਉਹ ਭਰਨੀ ਸੀ, ਤੇ ਉਹਦੇ ਕੋਲ ਤੁਹਾਨੂੰ ਜਿਹੜਾ ਨੋਟਿਸ ਮਿਲਦਾ ਉਹ 20 ਤਰੀਕ ਨੂੰ ਮਿਲਦਾ ਹੈ। ਲੇਟ ਮਿਲਦੇ ਆ ਜਾਣੀ ਕਿ। ਹਾਂ, 25 ਤਰੀਕ ਨੂੰ ਕਿਸਾਨਾਂ ਦਾ ਧਰਨੇ ਆ, ਬੰਦ ਹੈ। ਉਧਰੋਂ ਧਿਆਨ ਭਟਕਾਉਣ ਵਾਸਤੇ ਇੱਥੋਂ ਸਾਡੇ ਪਿੰਡ 'ਚੋਂ ਵੀ ਬਹੁਤ ਬੰਦੇ ਪਹਿਲਾਂ ਇਕੱਠੇ ਹੋਏ। ਆਪਾਂ ਯਾਰ ਉੱਥੇ ਉਹਦੇ ਤੇ ਇੱਕ ਕੀ ਦੱਸਦੇ ਸੀ ਮੈਂ ਗੱਲ, ਉਹਦੇ ਤੇ ਕੁਛ ਨਹੀਂ ਲਿਖਿਆ ਔਰਤਾਂ ਵੀ ਪੈਸੇ ਭਰੋ। ਉਹ ਪਿੰਨ ਨਾਲ ਉੱਤੇ ਇੱਕ ਮੰਨ ਲਓ ਵੀ ਚਾਹੇ ਤਾਂ ਇਹਨਾਂ ਨੇ ਜਿਹੜੇ ਦੀ ਡਿਊਟੀ ਲਾਈ ਸੀਗੀ ਆਪਣੇ ਆਂਗਣਵਾੜੀ ਆਏ ਵਰਕਰਾਂ ਦੀ, ਉਹ ਨੋਟਿਸ ਵੰਡਣ ਦੀ ਬਿਲਕੁਲ। ਹਾਂ, ਉਹਨਾਂ ਨੇ ਲਿਖਿਆ ਕਿ ਪਿੱਛੋਂ ਹੀ ਲਿਖਿਆ ਹੈ, ਉੱਤੇ ਪਿੰਨ ਨਾਲ ਲਿਖਿਆ ਹੋਇਆ ਸੀ ਵੀ 228 ਨੰਬਰ ਕਮਰੇ 'ਚ ਜਾ ਕੇ ਮਿਲੋ, ਬਠਿੰਡਾ DC ਦਫ਼ਤਰ। 280 ਬਿਲਕੁਲ 280 ਨੰਬਰ ਕਮਰੇ 'ਚ ਉਹਨੇ ਪਿੰਨ ਨਾਲ ਲਿਖਿਆ, ਉਹਦੇ ਵਿੱਚ ਨਹੀਂ ਕਰਿਆ, ਬਾਅਦ ਦੇ ਵਿੱਚ ਲਿਖਿਆ। ਹਾਂ, ਇਹਦਾ ਮਤਲਬ ਇਹ ਵੀ 280 ਨੰਬਰ ਕਮਰੇ 'ਚ ਸਾਰੇ ਚੱਕ ਕੇ ਅੱਧਾ ਪੰਜਾਬ ਉੱਥੇ ਤੁਰ ਜੂ, ਉੱਥੇ ਲੋਕ ਧਰਨਾ ਮਾਰ ਲੈਣਗੇ। ਬਿਲਕੁਲ ਵੀ ਸਾਡਾ ਹੱਲ ਕਰੋ। ਇੱਕ ਧਰਨਾ ਇੱਧਰ ਲੱਗਿਆ ਪਿਆ, ਇੱਕ ਬਰਾਬਰ ਹੋਰ ਲੱਗ ਜੂ। ਇਧਰ ਵਾਲੇ ਨੂੰ ਤਾਰਪੀੜੋ ਕਰ ਦਿਆਂਗੇ। ਹਾਂ, ਇਹੀ ਚੀਜ਼ ਦੇ ਮੁੱਦਿਆਂ ਦੀ ਗੱਲ ਹਰੇਕ ਬੰਦਾ ਇਹ ਸੋਚਦਾ ਵੀ ਯਾਰ ਇਹ ਗੱਲਾਂ ਹੁੰਦੀਆਂ ਸੀ। ਉਹ ਲੋਕ ਆਦੇ ਵੀ ਯਾਰ ਜਦੋਂ ਆਪਣਾ 10 ਤਰੀਕ ਨੂੰ ਭਰਨੀ ਸੀ, ਇਹ ਤਾਂ 10 ਦਿਨ ਬਾਅਦ 'ਚ ਆਪਣੇ ਕੋਲੇ ਆਉਂਦਾ, ਨੋਟਿਸ ਪਿਆ ਰਹਿਣ ਦੇ। ਬਿਲਕੁਲ ਦੇਖੀ ਜਾਊ ਜਿਵੇਂ ਕੁਝ ਬਣੂਗਾ। ਬਿਲਕੁਲ। ਤੇ ਇਸ ਕਰਕੇ ਬਹੁਤ ਕੋਸ਼ਿਸ਼ ਕਾਂਗਰਸ ਨੇ ਕਲੀਅਰ ਕਰੀ ਨਹੀਂ ਲੋਕਾਂ ਨੂੰ, ਵੀ ਲੋਕਾਂ ਨੂੰ ਉਹ ਕਰਕੇ ਤੁਹਾਨੂੰ ਦੱਸਿਆ ਸੀਗਾ ਪਿੰਡਾਂ 'ਚ ਦੇਖ ਜੇ ਇਹ ਜਾਣਕਾਰੀ ਦਿੰਦੇ, ਇਹ ਸੰਘਰਸ਼ ਇਦੋਂ ਵੀ ਕਿਤੇ ਤਿੱਖਾ ਹੋਊ ਹਜੇ। ਬਿਲਕੁਲ ਜੇ ਇਹ ਰੁਕਦਾ ਨਹੀਂ। ਜਿਉਂ-ਜਿਉਂ ਲੋਕਾਂ ਨੂੰ ਜਾਣਕਾਰੀ ਆਈ ਜਾਂਦੀ ਆ, ਹੁਣ ਜਿਉਂ-ਜਿਉਂ ਲੋਕ ਵੱਧ ਜੁੜੀ ਜਾਂਦੇ ਇਹਦੇ ਨਾਲ। ਬਿਲਕੁਲ ਇਹਦੇ ਨਾਲ ਹਜੇ ਤੱਕ ਜਿਹੜਾ ਆਮ ਤਬਕਾ ਸੀ, ਸ਼ਹਿਰੀ ਤਬਕਾ ਲਾ ਲਓ ਜਾਂ ਜਿਹੜੇ ਨੌਕਰੀ ਪੇਸ਼ਾ ਲੋਕ ਹੈ ਜਾਂ ਦਿਹਾੜੀਦਾਰ ਲੋਕ ਹੈ, ਉਹ ਥੋੜੇ ਜਿਹੇ ਘੱਟ ਸੀਗੇ। ਵੀ ਜ਼ਿਆਦਾ ਤਾਂ ਆਪਣੇ ਆਮ ਕਹਿੰਦੇ ਕਿਸਾਨਾਂ ਦਾ ਤੇ ਆੜਤੀਆਂ ਦਾ, ਇਹ ਜ਼ਿਆਦਾ ਲੋਕ ਇਹੀ ਕਹਿੰਦੇ ਸੀ ਆੜਤੀਆਂ। ਬਿਲਕੁਲ ਇਹੀ ਕਿਹਾ ਜਾਂਦਾ ਸੀ ਵੀ ਯਾਰ ਜ਼ਮੀਨ ਹੈਗੀ ਹੈ। ਪਹਿਲਾਂ ਤਾਂ ਜ਼ਿਮੀਂਦਾਰਾਂ 'ਚ ਵੀ ਭਰਮ ਸੀਗਾ ਜੀ। ਬਿਲਕੁਲ ਜ਼ਿਮੀਂਦਾਰ ਕਹਿੰਦੇ ਸੀ ਤਾਂ ਯਾਰ ਆੜਤੀਆਂ ਦਾ ਫੈਸਲਾ ਹੈ, ਮਸਲਾ ਇਹ ਤਾਂ ਆੜਤੀਏ ਖਤਮ ਹੋਣਗੇ ਇਹਦੇ ਚੋਂ, ਆਪਣਾ ਕੀ ਹੁੰਦਾ, ਆਪਣੇ ਤਾਂ ਵੱਧ ਪੈਸੇ ਮਿਲਣਗੇ। ਇਹ ਹਰੇਕ ਬੰਦੇ ਦੇ ਮਨ 'ਚ ਨਾ ਜ਼ਿਆਦਾ 80% ਬੰਦਿਆਂ ਦੇ ਮਨ 'ਚ ਇਹ ਗੱਲ ਸੀ। ਉਹ 20% ਨੇ ਹੌਲੀ ਹੌਲੀ ਜਦੋਂ ਗੱਲਾਂ ਹੁੰਦੀਆਂ ਚੱਲਣਾ ਰਾਹੀਂ ਲੋਕਾਂ ਨੂੰ ਗਿਆਨ ਆਇਆ। ਇੱਕ ਵੀ ਪਿਛਲਾ ਤੁਸੀਂ ਯਾਰ ਅਮਰੀਕਾ ਵਰਗੇ ਦੇਸ਼ਾਂ 'ਚ ਨਹੀਂ ਜਦੋਂ ਇਹ ਪਾਸ ਹੋ ਸਕਿਆ, ਬਿਲਕੁਲ ਉੱਥੇ ਕਰੋੜਾਂ ਅਰਬਾਂ ਰੁਪਈਆ ਸਬਸਿਡੀ ਦੇ ਦਿੰਦੇ ਆ। ਫਿਰ ਆਪਣੇ ਦੇਖਿਆ ਲੋਕਾਂ ਨੇ ਵੀ ਜਦੋਂ ਸ਼ੂਗਰ ਮਿੱਲਾਂ ਲੋਕਾਂ ਦਾ ਪੈਸਾ ਨਹੀਂ ਦਿੰਦੀਆਂ, ਉਹ ਤਾਂ ਇੱਥੇ ਹੀ ਹੈ। ਬਿਲਕੁਲ ਉਹ ਸਰਕਾਰਾਂ ਵਿੱਚ ਧਰਨੇ ਲਾ 2-2 ਸਾਲ ਪੈਸੇ ਨਹੀਂ ਆਉਂਦੇ, ਤੇ ਜਿਹੜਾ ਤੇਰੀ ਫਸਲ ਚੱਕ ਕੇ ਲੈ ਗਿਆ 3 ਦਿਨਾਂ ਬਾਅਦ। ਇੱਕ ਹੋਰ ਦੇਖੋ, ਕੋਈ ਉਹਦਾ ਲਾਇਸੈਂਸ ਨਹੀਂ। ਜਿਹੜਾ ਮੰਨ ਲਓ ਵੀ ਉਧਰੋਂ ਵਪਾਰੀ ਹੈ ਜਾਂ ਕੰਪਨੀ ਹੈ, ਉਹਨੂੰ ਕੋਈ ਲਾਇਸੈਂਸ ਲੈਣ ਦੀ ਲੋੜ ਨਹੀਂ। ਕੰਟਰੈਕਟ ਕਰਨ ਲਈ ਤੁਹਾਡੇ ਨਾਲ ਨਾ ਕਿਸਾਨ ਨਾ ਕਰਨਾ ਜੀ, ਉਹਨੂੰ ਲਾਇਸੈਂਸ ਦੀ ਲੋੜ ਨਹੀਂ। ਇੱਕ ਤਾਂ ਪੈਨ ਕਾਰਡ, ਇੱਕ ਆਧਾਰ ਕਾਰਡ, 2 ਚਾਹੀਦਾ, ਉਹਨਾਂ ਦੇ ਸਿਰ ਤੇ ਕਰ ਸਕਦੇ ਹੋ। ਇਹ ਦੇਖੋ ਬਹੁਤ ਮਤਲਬ ਕਿਸਾਨ ਨੂੰ ਲੁੱਟਣ ਵਾਸਤੇ ਬਹੁਤ ਸੌਖਾ ਕਰਤਾ। ਜ਼ਿਮੀਂਦਾਰ ਦੀ ਫਸਲ ਘੱਟ ਵੱਧ ਤੋਲਦੇ ਜਾਂ ਆੜਤੀਏ ਨੂੰ ਵੀ ਡਰ ਹੁੰਦਾ ਮੇਰਾ ਲਾਇਸੈਂਸ ਕੈਂਸਲ ਹੋ ਜੂ। ਇਹ ਵੀ ਹੁੰਦਾ ਨਾ, ਜੇ ਲਾਇਸੈਂਸ ਕੈਂਸਲ ਹੋ ਜੂਗਾ ਬਣੇ ਹੈ। ਤੇ ਹੁਣ ਜਦੋਂ ਲਾਇਸੈਂਸ ਹੀ ਨਾ ਹੋਇਆ, ਉਹਦਾ ਕੀ ਕਰ ਦੂਗਾ? ਬਿਲਕੁਲ ਸਰਕਾਰ ਕੋਈ ਤਾਂ ਪਾਵਰ ਰਹੀ ਨਾ, ਲੋਕਾਂ ਤੋਂ ਹੱਥ ਵੱਢ ਲਏ ਤੁਸੀਂ। ਬਿਲਕੁਲ ਜਦੋਂ ਕਾਨੂੰਨ ਹੀ ਬਣਾਤਾ, ਕੋਰਟ 'ਚ ਤੁਸੀਂ ਜਾ ਨਹੀਂ ਸਕਦੇ। ਉਹ ਲੋਕਾਂ ਨੂੰ ਜਿਉਂ-ਜਿਉਂ ਇਹਦਾ ਗਿਆਨ ਆਈ ਜਾਂਦਾ, ਪਤਾ ਲੱਗੀ ਜਾਂਦਾ, ਇਹ ਸੰਘਰਸ਼ ਤੇਜ਼ ਹੋਈ ਜਾਣਾ, ਤੇਜ਼ ਹੋਊਗਾ। ਹੁਣ ਜਿੰਨਾ ਕੋਈ ਇਹ ਲੋਕਾਂ ਨੂੰ ਸਿਆਸਤਦਾਨਾਂ ਨੇ ਤਾਂ ਇਹ ਦੇਖ ਲਿਆ ਹੁਣ ਵੀ ਯਾਰ ਆਪਾਂ 8 ਫੀਟ ਕਰਦੇ ਪਤਾ ਨਹੀਂ ਇਹ
ਆਹ ਚਲਾ ਲਿਆ, ਅਕਾਲੀ ਦਲ ਅੱਡ ਹੋ ਗਿਆ, ਕਦੇ ਉਹਨੇ ਅਸਤੀਫਾ ਦਿੱਤਾ। ਜਿੱਦੇ ਜੇ ਅਸਤੀਫੇ ਦੇਣਾ ਸੀ ਇਹਨਾਂ ਨੇ, ਜਿੱਦੇ ਤੁਸੀਂ ਮੰਤਰੀ ਪਦ ਤੋਂ ਇਹਨੇ ਉੱਦਾਂ ਹੀ ਉਸ ਤੋਂ ਦੇ ਦਿਓ, ਬਿਲਕੁਲ ਕੋਈ ਗੱਲ ਦਾ ਪ੍ਰਭਾਵ ਵੀ ਪੈਂਦਾ। ਇਹਦਾ ਮਤਲਬ ਜੇ ਅਕਾਲੀ ਦਲ ਅੱਜ ਆਖੇ ਜਿਵੇਂ ਕਹਿੰਦੇ ਹੁੰਦੇ ਇਹ ਕੁਰਬਾਨੀ ਦਿੱਤੀ, ਅਸੀਂ ਕੁਰਬਾਨੀ ਥੋਥੋਂ ਲਈ ਹੈ, ਦਿੱਤੀ ਨਹੀਂ, ਧੱਕੇ ਨਾਲ ਲੈ ਗਏ। ਜਦੋਂ ਕਿਸੇ ਲੀਡਰ ਤੋਂ ਕੋਈ ਫੈਸਲਾ ਕੰਮ ਲੋਕ ਕਰਾਉਣ, ਫਿਰ ਉਹ ਲੀਡਰ ਕਾਹਦਾ ਰਹਿ ਗਿਆ? ਜਦੋਂ ਦੀ ਤੁਸੀਂ ਆਪਦੇ ਦਿਮਾਗ ਨਾਲ, ਤੁਹਾਨੂੰ ਲੀਡ ਕਾਹਦੇ ਵਾਸਤੇ ਕਰਨ ਵਾਸਤੇ ਲਾਇਆ ਹੁੰਦਾ? ਭਾਈ ਤੂੰ ਸਿਆਣਾ ਹੈ, ਤੂੰ ਜ਼ਿਆਦਾ ਦਿਮਾਗ ਹੈ, ਜਾਂ ਤੇਰਾ ਬੋਲਣ ਦਾ ਪਤਾ ਤੈਨੂੰ ਜ਼ਿਆਦਾ ਉਸਦਾ, ਅਗਲਾ ਉਸੇ ਨੂੰ ਅੱਗੇ ਲਾਉਂਦਾ। ਬਿਲਕੁਲ ਜੀ, ਬਿਲਕੁਲ। ਤੇ ਤੁਸੀਂ ਉਹ ਫੈਸਲੇ ਲੈਣ ਵੇਲੇ ਥੋਥੋਂ ਥੱਲੜੇ ਕਰਾਉਂਦੇ, ਤੁਹਾਡੇ ਬਾਹਰ ਕੇ ਧਰਨਾ ਲਾਤਾ ਵੀ ਅਸਤੀਫਾ ਦਿਓ, ਫੇਰ ਦਿੰਦੇ ਹੋ ਤੁਸੀਂ। ਬਿਲਕੁਲ ਬਿਲਕੁਲ। ਫੇਰ ਜਦੋਂ ਲੋਕਾਂ ਨੇ ਤੁਸੀਂ ਅਸਤੀਫਾ ਦਿੱਤਾ, ਲੋਕਾਂ ਨੇ ਫੇਰ ਵੀ ਕਿਹਾ ਵੀ ਜਾਂ ਤੁਸੀਂ ਜਾਂ ਤਾਂ ਉਹ ਛੱਡੋ, ਗਠਬੰਧਨ ਛੱਡੋ, ਫੇਰ ਤੁਸੀਂ ਗਠਬੰਧਨ ਛੱਡ ਦਿਓ, ਤੁਸੀਂ ਤਾਂ ਆਟੋਮੈਟਿਕ ਹੀ ਖਤਮ ਹੋ ਗਈ ਲੀਡਰੀ ਤਾਂ ਤੁਹਾਡੀ। ਬਿਲਕੁਲ ਬਿਲਕੁਲ। ਲੀਡ ਤੁਸੀਂ ਉਦੋਂ ਹੀ ਕਰਦੇ ਹੋ ਨਾ ਕਿਸੇ ਨੂੰ, ਜਦੋਂ ਵੀ ਭਾਈ ਤੁਹਾਡੇ ਕੋਲ ਜਾਣਕਾਰੀ ਵੱਧ ਹੈ, ਤੁਹਾਡਾ ਦਿਮਾਗ ਵੱਧ ਹੈ, ਤੁਸੀਂ ਫੈਸਲੇ ਸਹੀ ਲੈ ਰਹੇ ਹੋਗੇ। ਮਗਰਲੀ ਜਨਤਾ ਸੁੱਤੀ ਰਹਿੰਦੀ ਹੈ ਵੀ ਯਾਰ ਆਪਣਾ ਲੀਡਰ ਸਹੀ ਹੈ, ਲੀਡਰ ਸਹੀ ਹੈ। ਬਿਲਕੁਲ। ਜਦੋਂ ਲੀਡਰ ਤੋਂ ਫੈਸਲੇ, ਚਾਹੇ ਜਨਤਾ ਗਲਤ ਹੋਵੇ, ਮੰਨ ਲਓ ਤੁਸੀਂ, ਜਾਂ ਤੁਸੀਂ ਉਦੋਂ, ਪਹਿਲੀ ਗੱਲ ਤਾਂ ਇਹ ਹਰਸਿਮਰਤ ਨੇ ਸਾਈਨ ਨਹੀਂ ਕਰਨੇ ਸੀ ਬਿੱਲ ਦੇ, ਜੋ ਬਿੱਲ ਬਣਦਾ ਹੈ। ਬਿੱਲ ਬਣਨਾ ਉਦੋਂ ਬਾਅਦ ਸ਼ੁਰੂ ਹੋਇਆ। ਪਹਿਲਾਂ ਫੂਡ ਪ੍ਰੋਸੈਸਿੰਗ ਨਾਲ ਜੁੜਿਆ ਮਸਲਾ ਸੀ, ਇਹ ਇਹਨਾਂ ਕੋਲੇ ਗਿਆ, ਇਹਨਾਂ ਨੇ ਜੇ ਸਾਈਨ ਕਰਕੇ ਅੱਗੇ ਫੂਡ ਪ੍ਰੋਸੈਸਿੰਗ ਦਾ ਵੀ ਇੱਕ ਜਿਹੜਾ ਬਿੱਲ ਇਹਨਾਂ ਨੇ ਸਭ ਤੋਂ ਪਹਿਲਾਂ ਪਾਸ ਕੀਤਾ ਹੈਗਾ, ਫੂਡ ਪ੍ਰੋਸੈਸਿੰਗ ਦਾ ਸੀ ਉਹ। ਹਾਂਜੀ ਹਾਂਜੀ। ਇਹ ਜਦੋਂ ਤੁਸੀਂ ਇਹਨਾਂ ਨੇ ਸਾਈਨ ਕਰਦੇ ਆ, ਉਦੋਂ ਨਹੀਂ ਬੋਲਦੇ, ਹਮਾਇਤ ਦੇਤੀ ਤੁਸੀਂ। ਬਿਲਕੁਲ। ਫਿਰ ਤੁਸੀਂ ਬਾਅਦ ਚ ਜਦੋਂ ਅਸਤੀਫਾ ਦੇ ਕੇ ਅਸਤੀਫਾ ਉਦੋਂ ਬਾਅਦ ਵੀ ਚੁੱਪ ਕਰ ਜਾਂਦੇ ਹੋ। ਫਿਰ ਤੁਸੀਂ ਉਹ ਤੋਂ ਦਿਓ ਆਪਦਾ ਗਠਬੰਧਨ ਤੋੜੋ, ਉਹਨਾਂ ਤੇ ਦਬਾਅ ਵੀ ਬਣੇ। ਲੋਕਾਂ ਨੂੰ ਗੱਲ ਕਲੀਅਰ ਨਾਲ ਦੀ ਨਾਲ ਕਰਦੇ ਰਹੋ। ਅੱਜ ਤਾਂ ਕੁਛ ਕਹੀ ਜਾਣੇ ਇਹ ਸਾਨੂੰ ਜੀ ਐ ਨਹੀਂ ਦੱਸਿਆ, ਸਾਨੂੰ ਐ, ਲੋਕਾਂ ਨੂੰ ਦੱਸਣਾ ਸੀ ਉਹਨੇ। ਬਿਲਕੁਲ ਜੀ। ਵੀ ਸਾਨੂੰ ਹਜੇ ਤੱਕ ਦੇਖੋ ਜੀ, ਜਿਹੜੀ ਗੱਲ ਬਾਰੇ ਆਪਾਂ ਇੱਥੇ ਬੈਠੇ ਹਾਂ, ਤੁਹਾਡੇ ਡਿਬੇਟ 'ਚ ਗੱਲ ਕਰੀ ਜਾਂਦੇ ਆਪਾਂ ਬੈਠੇ ਜੀ, ਜਿਹੜੀ ਗੱਲ ਬਾਰੇ ਮੈਨੂੰ ਜਾਣਕਾਰੀ ਨਹੀਂ, ਮੈਂ ਉਹ ਤੇ ਕਹਿ ਸਕਦਾ ਵੀ ਯਾਰ ਵੀ ਮੈਨੂੰ ਇਹਦੇ ਬਾਰੇ ਪਤਾ ਨਹੀਂ, ਆਪਾਂ ਜੋ ਸੁਣੀ ਨਹੀਂ ਗੱਲ। ਬਿਲਕੁਲ। ਜਦੋਂ ਮੈਂ ਉਹਦੇ ਤੇ ਦੇਖੀ ਨਹੀਂ, ਮੈਨੂੰ ਪਤਾ ਨਹੀਂ ਗੱਲ ਦਾ, ਮੈਂ ਉਹਦੇ ਪਿੱਛੇ ਸਟੈਂਡ ਲੈਣਾ। ਗਲਤ ਕੌਣ ਹੋਊ ਉਹ 'ਚ? ਗਲਤ ਉਹ 'ਚ ਲੋਕ ਤਾਂ ਨਹੀਂ, ਗਲਤ ਤਾਂ ਤੁਸੀਂ ਹੋ, ਜਾਂ ਮੋਦੀ ਨਹੀਂ ਗਲਤ ਉਹਦੇ 'ਚ। ਜਦੋਂ ਤੁਹਾਨੂੰ ਬਿੱਲ ਦਾ ਨਹੀਂ ਪਤਾ, ਤੁਸੀਂ ਸਟੈਂਡ ਕਿਉਂ ਲੈਂਦੇ ਹੋ? ਬਿਲਕੁਲ। ਸਭ ਤੋਂ ਵੱਡੀ ਤਾਂ ਉੱਥੇ ਤੁਹਾਡੀ ਲੀਡਰੀ ਖਤਮ ਹੋ ਗਈ, ਲੀਡ ਤੁਸੀਂ ਕਰਨ ਯੋਗ ਰਹੇ ਨਹੀਂ। ਜਦੋਂ ਤੁਹਾਨੂੰ ਗੱਲ ਦਾ ਪਤਾ ਨਹੀਂ, ਤੁਸੀਂ ਸਟੈਂਡ ਲਈ ਜਾਂਦੇ ਹੋ। ਫਿਰ ਇਹਨਾਂ ਨੇ ਕੁਛ ਵੀ ਕਰਿਆ, ਕੁਛ ਹੁਣ ਅਗਲਾ ਤਾਂ ਆਮ ਜਨਤਾ ਦੀ ਹੁੰਦੀ ਹੈ। ਇੱਕ ਪਿੱਛੇ ਜੇ ਚਲਾਇਆ ਸੀਗਾ ਕੰਮ, ਤਾਂ ਆਪਣੇ ਵਿਸ਼ੇ ਨਾਲ ਜਮੀ ਨਹੀਂ ਮਿਲਦਾ ਉਹ ਕੰਮ, ਕਿ ਉਹ ਨਸ਼ਿਆਂ ਦਾ ਚੱਲਿਆ ਕਿ ਡੋਪ ਟੈਸਟ ਕਰਾ ਲਓ ਸਾਰੇ ਲੀਡਰ। ਆਪਣੇ ਖੁੰਡਾਂ ਵਾਲੇ ਇੱਥੇ ਉਹਦੀ ਕਰਨ ਲੱਗ ਗਿਆ, ਤੇ ਲੀਡਰ ਤਾਂ ਚਾਹੇ ਸਾਰੇ ਮਰ ਜਾਣ, ਲੋਕ ਤਾਂ ਐਂ ਆਦੇ। ਬਿਲਕੁਲ ਬਿਲਕੁਲ। ਲੀਡਰਾਂ ਦੇ ਜਵਾਕ ਨਸ਼ੇ ਕਰਨਗੇ, ਫੇਰ ਹੀ ਇਹਨਾਂ ਨੂੰ ਪਤਾ ਲੱਗੂ ਵੀ ਨਸ਼ੇ ਕੀ ਹੁੰਦੇ ਆ। ਜਦੋਂ ਇਹ ਅਸੀਂ ਕੀ ਕਰਾਉਣਾ, ਇਹਨਾਂ ਨੂੰ ਵੀ ਸਾਫ਼ ਰਹਿਣ, ਇਹਨਾਂ ਨੇ ਉਹ ਚਲਾ ਲਿਆ। ਇਹ ਤਾਂ ਅੱਡੋ ਅੱਡ ਬਹਿ ਕੇ ਪਲੈਨਿੰਗਾਂ ਹੁੰਦੀਆਂ। ਬਿਲਕੁਲ। ਆਮ ਜਨਤਾ, ਸਾਰੀਆਂ ਜਿਹੜੀਆਂ ਪਾਰਟੀਆਂ ਨੇ, ਉਹ ਜਨਤਾ ਨੂੰ ਪਤਾ ਨਹੀਂ ਹੁੰਦਾ ਇਹਦੇ ਬਾਰੇ ਵੀ ਕੀ ਹੋ ਰਿਹਾ। ਸਾਡੀ ਅਸੀਂ ਇੱਥੇ ਐਵੇਂ ਲੜਦੇ ਰਹਿੰਦੇ ਆ, ਕਿਤੇ ਨਾ ਕਿਤੇ ਅਸੀਂ ਵੀ ਅੱਜ ਇੱਥੇ ਬੋਲੀ ਜਾ ਰਹੇ ਹਾਂ। ਮੰਨ ਲਓ ਤੁਸੀਂ ਬੁਲਾ ਰਹੇ ਹੋ ਤੁਸੀਂ ਪਿੱਛੋਂ, ਮੰਨ ਲਓ ਵੀ ਆਪਣਾ ਯਾਰ ਲੋਕ ਐਂ ਸਾਥ ਦਿੰਦੇ, ਜਾਂ ਆਹ ਗੱਲ ਸੁਣਨਾ ਚਾਹੁੰਦੇ, ਲੋਕਾਂ ਦੇ ਮੁੱਦੇ ਲੈ ਕੇ ਆਉਂਦੇ ਹੋ। ਬਿਲਕੁਲ ਬਿਲਕੁਲ। ਪਤਾ ਤੁਹਾਨੂੰ ਵੀ ਨਹੀਂ ਕਿਤੇ ਹੁੰਦਾ ਵੀ ਇਹ ਕਿੱਧਰ ਜਾ ਰਹੀ ਹੈ ਗੱਲ। ਬਿਲਕੁਲ। ਲੋਕਾਂ ਨੂੰ ਅੰਧੇਰੇ 'ਚ ਜੇ ਕੱਢੂ ਸਰਕਾਰਾਂ, ਉਹ ਹੁੰਦੀਆਂ ਅੰਧੇਰੇ 'ਚੋਂ ਕੱਢਣ। ਬਿਲਕੁਲ। ਆਹ ਕਲੀਅਰ ਹੈ। ਜਿਹੜੇ ਵਿਦੇਸ਼ਾਂ 'ਚ ਅੱਜ 20-20, 25-25 ਲੱਖ ਲਾ ਕੇ ਜਵਾਕ ਪੜ੍ਹੇ ਲਿਖੇ ਚੰਗੇ, ਉਹ ਕਿਉਂ ਜਾ ਰਹੇ ਆ? ਉਹ ਮੈਨੂੰ ਇਹ ਕਹਿੰਦੇ ਕਿ ਯਾਰ ਤੂੰ ਨਾ ਵਿੱਚ, ਮੇਰੇ ਯਾਰ ਮਿੱਤਰ ਵੀ ਇੱਕ ਯਾਰ ਫੇਸਬੁੱਕ ਤੇ ਤੂੰ ਜ਼ਿਆਦਾ ਪੋਸਟਾਂ ਪਾਉਣਾ, ਲਿਖਿਆ ਨਾ ਕਰ, ਇੰਨਾ ਜ਼ਿਆਦਾ ਨੂੰ ਲਾਈਕ ਨਹੀਂ। ਮੈਂ ਕਿਹਾ ਵੀ ਮੈਨੂੰ ਨਾ ਲਾਈਕਾਂ ਦਾ ਵਾਸਤੇ ਨਹੀਂ ਆਪਾਂ ਪਾਉਂਦੇ, ਤੁਹਾਡੇ ਬੰਦੇ ਦੀ ਆਦਤ ਹੁੰਦੀ ਹੈ। ਬਿਲਕੁਲ। ਨਾ ਤਾਂ ਮੈਂ ਕਦੇ ਐਂ ਦੇਖਿਆ ਲਾਈਕ ਕੀ ਹੈ ਜਾਂ ਕਮੈਂਟ, ਚਲੋ ਮਾੜਾ ਮੋਟਾ ਪੜ੍ਹ ਲੈਂਦੇ ਹਾਂ ਵੀ ਯਾਰ ਮੇਰੇ ਇੱਕ ਬੇਟਾ ਹੈ, ਇਕੱਲਾ ਹੀ ਹੈ, ਠੀਕ ਹੈ, 10-12 ਕਿੱਲੇ ਪੈਲੀ ਹੈ, ਵਧੀਆ ਕੰਮ ਚੰਗਾ ਡੰਗ ਲੈਂਦਾ ਹੈ। ਦੇਖੋ ਬੱਚਾ ਮੇਰਾ ਪੜ੍ਹਨ 'ਚ ਪਹਿਲੇ ਦਿਨ ਹੁਸ਼ਿਆਰ ਸੀਗਾ, ਤੁਹਾਨੂੰ ਵੀ ਪਤਾ ਹੋਊ, ਅਖਬਾਰਾਂ 'ਚ ਵੀ ਤੁਸੀਂ ਉਹ ਕਰਿਆ। 10ਵੀਂ 'ਚੋਂ ਵੀ ਉਹਦੇ 10 CGPA ਸੀ, +2 'ਚੋਂ ਨੌਨ ਮੈਡੀਕਲ 'ਚੋਂ 94% ਹੈ। ਤੇ ਪੜ੍ਹ ਲਿਖ ਕੇ ਪਹਿਲਾਂ ਐਂ ਸੀ ਵੀ ਇੱਥੇ ਯਾਰ ਜਵਾਕ ਨੂੰ ਅਫਸਰ ਬਣਾਵਾਂ ਚੰਗਾ, ਵੀ ਯਾਰ ਕਿਤੇ ਵੀ ਚੀਜ਼ ਹੁੰਦਾ। ਅਖੀਰ ਨੂੰ ਜਦੋਂ ਬੱਚੇ ਉੱਥੇ ਪੜ੍ਹਦੇ ਸੀ, ਜਿਹੜੇ ਰੀਠ ਖੇੜੀ ਪਟਿਆਲੇ +2 ਕਰਕੇ ਆਇਆ ਉਹ, ਉੱਥੇ ਹੋਸਟਲ 'ਚ ਇਹਦੇ ਨਾਲ ਬੱਚੇ ਸੀਗੇ ਬਾਹਰੋਂ, ਮੰਨ ਲਓ ਵੀ, ਤੇ ਉਹਨਾਂ ਦੇ ਪਿਓ, ਇੱਕਦਮ ਮੁੰਡੇ ਦਾ ਪਿਓ ਵਕੀਲ ਸੀ। ਉਹ ਗੱਲ ਹੀ ਕਰਨ ਲੱਗ ਗਿਆ। ਮੈਂ ਕਿਹਾ ਯਾਰ ਉਹਦਾ ਵੀ, ਉਹਨਾਂ ਦੀਆਂ ਬੇਟੀਆਂ ਪਹਿਲਾਂ ਬਾਹਰ ਗਈਆਂ ਸੀ, ਉਹ ਬੇਟੇ ਵੀ ਇਹਦਾ ਬਾਹਰ ਹੀ ਭੇਜੂਗਾ ਬੇਟੇ ਨੂੰ ਵੀ।
ਮੈਂ ਆਖਿਆ ਜੀ ਬਾਹਰ ਨੂੰ ਕੀ ਆ, ਮੈਂ ਕਿਹਾ ਇੱਥੇ ਹੀ ਵੜਾਵਾਂਗੇ ਇਸ ਤਾਂ। ਕਹਿੰਦਾ ਚਲੋ ਤੁਹਾਡੀ ਮਰਜ਼ੀ ਹੈ, ਆਪਾਂ ਤਾਂ ਕੀ ਉਹ ਕਰਨਾ ਹੈ। ਯਾਰ ਇਹਦਾ ਇੱਥੇ ਬਾਹਰ ਜਾ ਕੇ ਇਹਦਾ ਵਧੀਆ ਸਿਸਟਮ 'ਚ ਵਗ ਜੂ ਅਗਲਾ। ਇੱਥੇ ਸਿਸਟਮ ਨਹੀਂ ਯਾਰ, ਮਿਹਨਤ ਦਾ ਮੁੱਲ ਨਹੀਂ ਮਿਲਦਾ। ਮੈਂ ਕਿਹਾ ਯਾਰ ਇਹ ਤਾਂ ਕੀ ਹੁੰਦਾ, ਕੁਛ ਨਹੀਂ ਹੁੰਦਾ। ਇੱਥੇ ਪੜ੍ਹਾਵਾਂਗੇ ਜਦੋਂ ਆਪਾਂ UPSC ਵਗੈਰਾ ਦੀ ਤਿਆਰੀ ਹੋਰ ਕਰਾਵਾਂਗੇ ਬੱਚੇ ਤੇ, ਜਿਹੜਾ ਆਪਾਂ 20-25 ਲੱਖ ਬਾਹਰ ਭੇਜਣ ਤੇ ਲਾਉਣਾ ਇੱਥੇ ਲਾ ਦੇਣਾ। ਠੀਕ ਹੈ। ਚਲੋ ਸੋਚ ਕੇ ਅਸੀਂ ਪਰਿਵਾਰ ਦੀ ਵੀ ਰਾਏ ਇਹੀ ਬਣੀ ਵੀ ਆਪਾਂ ਇੱਥੇ ਰੱਖਣਾ। ਜਦੋਂ ਉਹ ਮੈਨੂੰ ਗੱਲਾਂ ਕਰਦੇ ਨੇ ਇੱਕ ਦਿਨ ਆਦਾ ਵੀ ਮੇਰਾ ਨਾ ਦੋਸਤ ਇੱਕ SDM ਪੋਸਟ ਤੇ ਹੈ, ਪਤਾ ਨਹੀਂ ਉਹਨੇ ਕਿਹਾ SDM ਦੇ ਬਰਾਬਰ ਦੀ ਪੋਸਟ ਹੈ ਕਿ SDM ਹੈ, ਮੇਰੇ ਇੰਨਾ ਪੂਰਾ ਧਿਆਨ 'ਚ ਨਹੀਂ। ਉਹ ਆਦਾ ਯਾਰ ਉਹ ਮੈਨੂੰ ਇਹਦਾ ਬਈ ਇੰਨਾ ਪੜ੍ਹੇ ਇੱਥੇ ਲੱਗੇ ਵੀ, ਤੇ ਜੇ ਕਿਤੇ ਉਹਦੀ ਬਾਹਰ ਬੂਰ ਗਏ ਹੁੰਦੇ ਅੱਜ ਨੂੰ ਯਾਰ ਲਾਈਫ ਬਣ ਜਾਂਦੀ। ਬਿਲਕੁਲ। ਉਹਦਾ ਮੈਂ ਆਖਿਆ ਯਾਰ ਤੇਰੇ ਕੋਲ ਤਾਂ ਤਹਿਸੀਲ ਦਾ ਮਾਲਕ ਹੈ ਇੱਕ ਤੂੰ, ਐਦੂ ਉੱਤੇ ਪਾਵਰ ਕੀ ਆਊ। ਬਿਲਕੁਲ। ਉਹਦਾ ਸਾਨੂੰ ਕੀ ਕਰਦੇ ਲੀਡਰਾਂ ਦਾ ਫੋਨ ਕਰਦੇ ਨੇ, ਆਹ ਕੰਮ ਕਰੋ, ਪਿੰਨ ਸਾਡਾ ਚੱਲੋ, ਜਵਾਬ ਦੇ ਅਸੀਂ ਹੋਵਾਂਗੇ, ਫਸਾਂਗੇ ਅਸੀਂ। ਤੇ ਜੇ ਤਾਂ ਲੀਡਰ ਦੇ ਮਗਰ ਨਹੀਂ ਕਰਦੇ ਫਿਰ ਤਾਂ ਤੁਹਾਡੀ ਇਹਦਾ ਪੋਸਟਿੰਗ ਇਹੋ ਜਿਹੀ ਜਗ੍ਹਾ ਕਰਨਗੇ ਜਿੱਥੇ ਤੁਸੀਂ ਵੀ ਦੁਖੀ, ਤੁਹਾਡਾ ਪਰਿਵਾਰ ਵੀ ਦੁਖੀ। ਬਿਲਕੁਲ। ਹਾਂ। ਫਿਰ ਇਹ ਨਹੀਂ ਪਤਾ ਬਰਾਬਰ ਇੱਕ ਲੌਬੀ ਇਹ ਵੀ ਚੱਲਦੀ ਹੈ, ਜਿਵੇਂ ਉਹਦਾ ਚੱਲਿਆ ਸੀ ਸੈਣੀ ਵਾਲਾ ਮਸਲਾ, ਉਹ ਜਟਾਣੇ ਦਾ ਪਰਿਵਾਰ ਆ ਕਿ ਸੈਣੀ ਨੇ ਉਹ ਤੋਂ ਉਹ ਕੀ ਨਾਂ ਸੀ ਉਹਦਾ, ਅੱਗ ਲਾ ਕੇ ਮਚਾ ਕੇ ਮਾਰਿਆ ਸੀ ਉਹ ਜੇਲ੍ਹ 'ਚ। ਉਹਨੇ ਅੱਗ ਲਾਤੀ ਸੀ ਜਟਾਣੇ ਦੇ ਪਰਿਵਾਰ ਨੂੰ। ਇੱਕ ਪਾਸੇ ਦੀ ਹੋਰ ਵੀ ਰਸਤਾ ਰੱਖਦੇ ਆ, ਇਹ ਬੰਦੇ ਨੂੰ ਮਰਵਾ ਤੱਕ ਦਿੰਦੇ ਆ। ਜੇ ਇਸ ਤਰੀਕੇ ਨਾਲ ਨਹੀਂ ਆਉਂਦਾ ਤਾਂ ਟੇਢੇ ਤਰੀਕੇ ਨਾਲ। ਮੇਰੇ ਰਿਸ਼ਤੇਦਾਰਾਂ ਨੇ ਵੀ ਵਿੱਚ ਨੇ ਇਹ ਆਖਿਆ ਮੈਨੂੰ, ਆਦੇ ਤੂੰ ਫੇਸਬੁੱਕ ਤੇ ਇੰਨਾ ਲਿਖਿਆ ਨਾ ਕਰ, ਅਕਾਲੀ ਦਲ ਦੀ ਗਾਹ ਨੂੰ ਸਰਕਾਰ ਬਣੂ, ਉਦੋਂ ਚੱਕ ਲੈਣਗੇ ਤੈਨੂੰ, ਉਦੋਂ ਤੈਨੂੰ ਇਹ ਚੱਕ ਲੈਣੀ। ਮੈਂ ਤੈਨੂੰ ਜਿਹੜੀ ਗੱਲ ਸਹੀ ਹੈ ਨਾ ਵੀ ਲੋਕਾਂ 'ਚ ਡਰ ਹੈਗਾ। ਕਿੱਥੇ ਤਾਂ ਸਰਕਾਰਾਂ ਠੀਕ ਹੈ, ਸਾਨੂੰ ਬੋਲਣ ਦੀ ਆਜ਼ਾਦੀ ਹੈ। ਅਕਾਲੀ ਦਲ ਅੱਜ ਮੈਂ ਉਹਦੇ ਨਾਲ ਹੈ ਹੀ ਨਹੀਂ, ਜਦੋਂ ਕਿਤੇ ਕੱਲ੍ਹ ਨੂੰ ਉਹਦੇ ਚੰਗੇ ਉਹ ਹੋਏ ਤਾਂ ਹੋ ਸਕਦਾ ਹੋਵਾਂ, ਪਹਿਲਾਂ ਉਹਦਾ ਚੰਗਾ ਸੀ ਉਹਦੇ ਨਾਲ ਸੀਗਾ ਮੈਂ। ਇਹ ਤਾਂ ਨਹੀਂ ਮੇਰੇ ਅੰਦਰ ਭਾਵਨਾ, ਮੈਥੋਂ ਡਰ ਹੈ ਮੈਨੂੰ। ਜਾਣੀ ਕਿ ਇਹ ਕਹਿ ਸਕਦੇ ਆ ਵੀ ਸਾਡੇ ਇੱਥੇ ਪੈਸਾ ਵੀ ਬਹੁਤ ਹੈਗਾ ਗਾ। ਹਾਂਜੀ ਠੀਕ ਹੈ, ਬੱਚੇ ਪੜ੍ਹ ਵੀ ਇੱਥੇ ਸਕਦੇ ਆ, ਪਰ ਸਾਡੇ ਸਿਸਟਮ ਹੈ ਨਹੀਂਗਾ। ਸਿਸਟਮ ਦੀ ਇੱਥੇ ਬਹੁਤ ਵੱਡੀ ਘਾਟ ਹੈ। ਇਸੇ ਕਰਕੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਅੱਜ ਸਾਡੇ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੀ ਹੈ। ਜੀ, ਆਪਾਂ ਮੁੱਦੇ ਤੇ ਅੱਗੇ, ਕਿਉਂਕਿ ਸਮਾਂ ਵੀ ਆਪਣਾ ਜਿਹੜਾ ਉਹ ਸੀਮਤ ਹੈ, ਕੁਝ ਹੀ ਮਿੰਟਾਂ ਦਾ ਜਿਹੜਾ ਆਪਣਾ ਪ੍ਰੋਗਰਾਮ ਰਹਿ ਗਿਆ ਹੈਗਾ। ਆਪਣੀ ਗੱਲ ਚੱਲ ਰਹੀ ਸੀਗੀ ਕਿਸਾਨੀ ਦੇ ਮੁੱਦੇ ਤੇ, ਜਿਹਦੇ ਵਿੱਚ ਆਪਾਂ ਦੋ ਪਾਰਟੀਆਂ ਨੂੰ ਇਹ ਕਹਿ ਲਈਏ ਵੀ ਘੜੀਸ ਲਿਆ ਤਾਂ ਕੋਈ ਅਤਕਥਨੀ ਨਹੀਂ ਹੋਊਗੀ। ਤੀਸਰੀ ਪਾਰਟੀ ਰਹੇਗੀ ਜਿਹੜੀ ਪੰਜਾਬ ਦੇ ਵਿੱਚ ਤੀਜੀ ਧਿਰ ਬਣ ਕੇ ਆਈ ਹੈ, ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦਾ ਇਹਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ, ਪਹਿਲਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਨੇ ਕੀ ਯੋਗਦਾਨ ਪਾਇਆ ਆਪਣਾ ਇਹ ਬਿੱਲਾਂ 'ਚ? ਬਿੱਲਾਂ ਦੇ ਸੰਬੰਧ ਦੇ ਵਿੱਚ ਬਿੱਲਾਂ ਦੀ ਗੱਲ ਚੱਲ ਰਹੀ ਹੈ ਆਪਣੀ। ਅਜੇ ਕਿਸਾਨ ਵਿਰੋਧੀ ਜਿਹੜੇ ਆਰਡੀਨੈਂਸ ਬਿੱਲ ਕੇਂਦਰ ਸਰਕਾਰ ਨੇ ਪਾਸ ਕੀਤੇ ਹੈ, ਉਹਨਾਂ ਨੂੰ ਰੋਕਣ ਵਾਸਤੇ ਕੀ ਸੰਘਰਸ਼ ਵਿੱਢਿਆ ਔਰ ਕੀ ਯੋਗਦਾਨ ਪਾਇਆ ਹੈਗਾ? ਦੇਖੋ ਜੀ, ਜਿਹੜਾ ਤਾਂ ਇਹਨਾਂ ਨੇ ਉੱਥੇ ਜਿਹੜਾ ਤਾਂ ਵੈਸੇ ਤਾਂ ਪਾਰਟੀਆਂ ਦਾ ਇਹ ਤਾਂ ਐਵੇਂ ਆਪਾਂ ਕਹਿ ਤਾਂ ਦਿੰਦੇ ਆ ਰੀਸ ਕੇ ਲਿਆਉਂਦੇ ਜਾਂ ਉੱਥੇ ਧਰਨਿਆਂ ਤੇ ਆ ਗਏ ਜਾਂ ਹੋਏ ਤਾਂ ਹੋ ਗਈ ਰਾਜਨੀਤੀ। ਬਿਲਕੁਲ। ਜਦੋਂ ਤੁਸੀਂ MP ਜਿੱਤਿਆ ਤਾਂ ਉਹਨੇ ਉੱਥੇ ਵੋਟਿੰਗ ਕਰਨੀ ਹੈ, ਜਾਂ ਉੱਥੇ ਨਹੀਂ, ਆਪਾਂ ਪੰਜਾਬ ਦੀ ਗੱਲ ਕਰਕੇ ਇੱਕ ਵਾਰੀ ਸੈਂਟਰ ਦੀ ਗੱਲ ਆਪਾਂ ਉੱਥੇ ਆ ਗਈ ਜੀ ਨਾ। ਉਹ ਉੱਥੇ ਬੋਲਦਾ, ਉਹਦੇ ਹੱਕ 'ਚ ਜਿਹੜਾ ਪੰਜਾਬ ਦਾ ਨਾਲ ਹੀ ਜੁੜਿਆ ਗਿਆ ਬਿੱਲ ਇਹ। ਬਿਲਕੁਲ। ਉੱਥੇ ਉਹਨੇ ਬੋਲਣਾ ਹੈ, ਉਹਦੇ ਵਿਰੋਧ 'ਚ ਬੋਲਣਾ ਹੈ। ਬਿਲਕੁਲ ਠੀਕ ਹੈ। ਫਿਰ ਤੁਸੀਂ ਰਾਜ ਸਭਾ ਮੈਂਬਰ ਗਾਹਾਂ MLA ਬਣਾਤੇ, ਉਹਨਾਂ ਨੇ ਰਾਜ ਸਭਾ ਮੈਂਬਰ ਬਣਾਤੇ, ਉਹਨਾਂ ਨੇ ਗਾਹਾਂ ਉੱਥੇ ਬੋਲਣਾ ਹੈ। ਇਹਨਾਂ ਨੇ ਆਮ ਆਦਮੀ ਪਾਰਟੀ ਨੇ ਖੈਰ ਉੱਥੇ ਰਾਜ ਸਭਾ 'ਚ ਵੀ ਬੋਲੇ, ਇਹ ਬਿਲਕੁਲ ਲੋਕ ਸਭਾ 'ਚ ਵੀ ਬੋਲੇ। ਜਿੰਨਾ ਕੁ ਜ਼ਿਆਦਾ ਸਟੈਂਡ ਲਿਆ ਇਹ ਮੰਨਣੀ ਪਊ ਗੱਲ, ਇਹਨਾਂ ਨੇ ਪਹਿਲੇ ਦਿਨ ਤੋਂ ਲਿਆ। ਬਿਲਕੁਲ, ਇਹ ਪਹਿਲੇ ਦਿਨ ਤੋਂ ਖੜੇ ਹੈ। ਜਿਹੜੇ ਦੂਜੀਆਂ ਕਾਂਗਰਸ ਦਾ ਜੋ ਕੈਪਟਨ ਸਾਈਨ ਕਰਕੇ ਆਇਆ ਜਿੱਦੇ, ਉਹਦੇ ਸਟੈਂਡ ਲੈਣਾ ਬਣਦਾ ਸੀ। ਬਿਲਕੁਲ ਜੀ, ਬਿਲਕੁਲ ਕਾਂਗਰਸ ਦਾ। ਹਾਂ, ਇਹ ਤਾਂ ਹੈ ਵੀ ਉਹਦੇ ਬਣਦਾ ਸੀ। ਮੂਰੇ ਬਿੱਲ ਆਉਂਦਾ ਹੈ, ਉਹਦੇ ਕਰੋ ਲਓ ਸਟੈਂਡ। ਬਿਲਕੁਲ। ਫਿਰ ਅਕਾਲੀ ਦਲ ਦਾ ਜਿੱਦੇ ਹਰਸਿਮਰਤ ਕੋਈ ਬਿੱਲ ਆਉਂਦਾ ਉਹਦੇ ਸਟੈਂਡ ਲੈਣਾ ਬਣਦਾ ਸੀ। ਉਹ ਜਿਵੇਂ ਆਪਣੇ ਆਮ ਕਹਾਵਤ ਜੀ ਜ਼ਿਆਦਾ ਚੱਲਦੀ ਹੈ, ਦੇਖਿਆ ਕਿ ਵਕਤੋਂ ਖੁੰਝੀ ਡੋਮਣੀ ਗਾਵੇ ਤਾਲ। ਉਹ ਗੱਲ ਹੈ। ਇਹ ਹੁਣ ਤਾਂ ਕੁਛ ਮਾਰੀ ਜਾਣ ਤੇ ਤਾਂਹੀਓ ਲੋਕਾਂ ਨੂੰ ਇਹਨਾਂ ਦੀ ਗੱਲ ਤੇ ਯਕੀਨ ਨਹੀਂ ਆ ਰਿਹਾ। ਕਾਰਨ ਇਹ ਹੈ, ਇਹ ਆਮ ਆਦਮੀ ਪਾਰਟੀਆਂ ਦਾ ਇੰਨਾ ਕੁ, ਜਿਵੇਂ ਹੁਣ ਇਹਨਾਂ ਨੇ ਉਦੋਂ ਇੱਥੇ ਹਰਸਿਮਰਤ ਨੂੰ ਜਦੋਂ ਕਾਲੀਆਂ ਝੰਡੀਆਂ ਦਿਖਾ ਵਿਰੋਧ ਕੀਤਾ, ਕਿਤੇ ਨਾ ਕਿਤੇ ਉਹ ਜਾਇਜ਼ ਵੀ ਸੀ। ਜਾਇਜ਼ ਇਸ ਕਰਕੇ ਸੀ
ਵੀ ਜਦੋਂ ਤੁਸੀਂ ਹਜੇ ਤੱਕ ਇਕੱਲਾ ਪਹਿਲਾਂ ਤਾਂ ਤੁਸੀਂ ਉਹ ਚੀਜ਼ ਉਹ ਕਰਾਏ ਅਸਤੀਫਾ ਦੇ ਕੇ ਪਹਿਲਾਂ ਬਿੱਲ ਤੇ ਸਾਈਨ ਕਰਕੇ ਤੁਸੀਂ ਬਿੱਲ ਸ਼ੁਰੂ ਕਰਤਾ ਬਣਨਾ ਬਣਵਾਇਆ ਇਹ ਨਾਲ ਲੱਗ ਕੇ ਹੁਣ ਤੁਸੀਂ ਵਿਰੋਧ 'ਚ ਆਏ ਹੋ ਫਿਰ ਤੁਸੀਂ ਸਨਮਾਨ ਤੱਕ ਰਾਜਨੀਤੀ ਕਰਦੇ ਹੋ ਇਹ 'ਤੇ ਫਿਰ ਉਹ ਰਾਜਨੀਤੀ ਆਦੇ ਹੁੰਦੇ ਇੱਕ ਨਾ ਗੱਲ ਹੈ ਆਮ ਕਹਾਵਤ ਆ ਇਹਦੇ ਵੀ ਜੇ ਰੱਸਾ ਖਿੱਚਣਾ ਆਪਾਂ ਕੋਈ ਵੀ ਲੜਾਈ ਹੁੰਦੀ ਹੈ ਜਾਂ ਧਿਰਾਂ ਹੁੰਦੀਆਂ ਇਹਨਾਂ 'ਚ ਰੱਸਾ ਹੁੰਦਾ ਹੈ ਬਿਲਕੁਲ ਵੀ ਜੇ ਇੱਕ ਨੇ ਛੱਡਤਾ ਦੂਜਾ ਤਾਂ ਖਿੱਚ ਕੇ ਲਈ ਜਾਊਗਾ ਬਿਲਕੁਲ ਲਿਜਾਊਗਾ ਉਹਨੂੰ ਆਪਦੀ ਮੌਜੂਦਗੀ ਦਰਜ ਕਰਾਉਣ ਵਾਸਤੇ ਰੱਸਾ ਤਾਂ ਖਿੱਚ ਕੇ ਰੱਖਣਾ ਪਊਗਾ ਬਿਲਕੁਲ ਇਹ ਤਾਂ ਹੋਇਆ ਇਹਨਾਂ ਦਾ ਜਿਹੜਾ ਕਾਲੀਆਂ ਝੰਡੀਆਂ ਦਿਖਾਉਣਾ ਤਾਂ ਉਹ ਦੱਸਣਾ ਵੀ ਅਸੀਂ ਵੀ ਹੈਗੇ ਆ ਇੱਥੇ ਬੈਠੇ ਆ ਉਹ ਤਾਂ ਇਹਨਾਂ ਨੇ ਇਹ ਦਿਖਾਉਣਾ ਸੀਗਾ ਤੇ ਵੀ ਤੁਹਾਡਾ ਇਹ ਜਿਹੜਾ ਤੁਸੀਂ ਐਵੇਂ ਟਕਵਾਂਜ ਕਰੀਏ ਨਾ ਵੀ ਅਸੀਂ ਬੈਠੇ ਆ ਜੇ ਇਹਦਾ ਮੂੰਹ ਮੋੜਨ ਵਾਸਤੇ ਹਾਂ ਵੀ ਇਹ ਚੀਜ਼ 'ਚ ਅਸੀਂ ਕਲੀਅਰ ਆ ਉਹ ਇਹਨਾਂ ਨੇ ਉਹ ਦਿਖਾਇਆ ਫਿਰ ਜਿੱਥੋਂ ਤੱਕ ਇੱਕ ਲੌਜਿਕ ਲੱਗਦਾ ਗੱਲ ਦਾ ਵੀ ਜਿਹੜਾ ਭਗਵੰਤ ਮਾਨ ਨੇ ਕਿਹਾ ਵੀ ਤੁਸੀਂ ਗ੍ਰਾਮ ਸਭਾਵਾਂ ਤੋਂ ਮਤੇ ਪਵਾਓ ਜਦੋਂ ਤੁਸੀਂ ਤੁਹਾਡੇ ਘਰ 'ਚ ਕੋਈ ਆਪਣੇ ਘਰੇ ਪ੍ਰੋਗਰਾਮ ਹੈ ਜਾਂ ਕੋਈ ਵੀ ਚੀਜ਼ ਹੈ ਕੋਈ ਆਖੇ ਮੈਂ ਤੇਰੇ ਘਰੇ ਯਾਰ ਆਹ ਵਪਾਰ ਕਰਨਾ ਤੇਰੇ ਨਾਲ ਬਿਲਕੁਲ ਜਾਂ ਕੋਈ ਤੇਰੇ ਮੱਝ ਵੇਚਣੀ ਹੈ ਜਾਂ ਜਿਵੇਂ ਆਪਣੇ ਜੱਟਾਂ ਦਾ ਆਉਂਦਾ ਖਰੀਦਣੀ ਹੈ ਜਾਂ ਜੇ ਤੂੰ ਕਹਿੰਦਾ ਮੈਂ ਸਹਿਮਤ ਹੀ ਨਹੀਂ ਮੇਰੇ ਘਰੇ ਨਹੀਂ ਵੜਨਾ ਤੂੰ ਤੇ ਉਹ ਕਿਵੇਂ ਵੜੂਗਾ ਜਦੋਂ ਤੁਸੀਂ ਗ੍ਰਾਮ ਸਭਾ ਜਦੋਂ ਮਿੰਨੀ ਪਾਰਲੀਮੈਂਟ ਕਹਿੰਦੇ ਆ ਪਿੰਡ ਦੀ ਇਹਦੇ ਪਾਰਲੀਮੈਂਟ ਹੁੰਦੀ ਹੈ ਪਿੰਡ ਦੀ ਪਾਰਲੀਮੈਂਟ ਦੇਸ਼ ਦੀ ਮਿੰਨੀ ਪਾਰਲੀਮੈਂਟ ਵੱਜਦੀ ਹੈ ਜਦੋਂ ਪਿੰਡ ਦੀ ਪਾਰਲੀਮੈਂਟ ਨੇ ਮਤਾ ਪਾ ਕੇ ਦਿੱਤਾ ਵੀ ਸਾਡੇ ਪਿੰਡ 'ਚ ਅਸੀਂ ਨਹੀਂ ਇਹ ਚੀਜ਼ ਨੂੰ ਆਉਣ ਦਿੰਦੇ ਬਿਲਕੁਲ ਇਹ ਲੌਜਿਕ ਬਣਦਾ ਹੈ ਪਿੱਛੇ ਜੇ ਕੱਲ ਉਹ ਕਿਹੜੇ ਸੀਗੇ ਪੱਤਰਕਾਰ ਮੇਰੇ ਧਿਆਨ 'ਚ ਨਹੀਂ ਉਹਨਾਂ ਨੇ ਵੀ ਗੱਲ ਇਹ ਕਹੀ ਆ ਤੇ ਵੀ ਪਿੱਛੇ ਨਾ ਇੱਕ ਦੋ ਵਾਰੀ ਮਤੇ ਪਏ ਸੀਗੇ ਇਹ ਤੇ ਉਹਨਾਂ ਨੇ ਇਹ ਗਿਆਨੀ ਕੇਵਲ ਸਿੰਘ ਦਾ ਨਾਮ ਲੈ ਕੇ ਦੱਸਿਆ ਸੀ ਵੀ ਉਹ ਗੱਲ ਕਹਿੰਦੇ ਸੀ ਵੀ ਅਸੀਂ ਪਤਾ ਨਹੀਂ ਰਾਮਦੇਵ ਨੇ ਕਿਤੇ ਉਹ ਲਾਉਣੀ ਸੀ ਫੈਕਟਰੀ ਉੱਥੇ ਗ੍ਰਾਮ ਸਭਾ ਨੇ ਉਹਨਾਂ ਨੇ ਮਤਾ ਪਾ ਕੇ ਦਿੱਤਾ ਤਾਂ ਉਹ ਸੁਪਰੀਮ ਕੋਰਟ 'ਚੋਂ ਉਹਨਾਂ ਦੇ ਹੱਕ 'ਚ ਹੋ ਗਿਆ ਬਿਲਕੁਲ ਵੀ ਜਦੋਂ ਗ੍ਰਾਮ ਸਭਾ ਨਹੀਂ ਚਾਹੁੰਦੀ ਉਹਦੇ 'ਚ ਤੁਹਾਡੀ ਗੱਲ ਦੇ ਵਿੱਚੋਂ ਗੱਲ ਆ ਗਈ ਕਿ ਅੱਜ ਵੀ ਮੇਰੇ ਕੋਲੇ ਮੇਰੇ ਫੋਨ ਦੇ ਉੱਪਰ ਵੀ ਕਿਸੇ ਨੇ WhatsApp ਕੀਤੇ ਆ 3-4 ਪੰਚਾਇਤਾਂ ਦੇ ਜਿਹੜੇ ਮਤੇ ਇਹਦੇ ਵਿਰੋਧ ਦੇ ਵਿੱਚ ਪੈਣੇ ਸ਼ੁਰੂ ਹੋ ਗਏ ਹੈਗੇ ਲੱਗਦਾ ਵੀ ਸ਼ਾਇਦ ਲੋਕ ਇਸ ਗੱਲ ਤੋਂ ਜਾਗਰੂਕ ਹੋਣਗੇ ਵੀ ਸਾਡੀਆਂ ਪੰਚਾਇਤਾਂ ਦੇ ਜਾਂ ਗ੍ਰਾਮ ਸਭਾਵਾਂ ਦੇ ਜਿਹੜੇ ਮਤੇ ਆ ਉਹ ਕਿਤੇ ਨਾ ਕਿਤੇ ਕਾਰਗਰ ਸਿੱਧ ਹੋਣਗੇ ਜੀ ਜਿੱਥੋਂ ਤੱਕ ਲੋਕਾਂ ਦੇ ਵੀ ਗੱਲ ਬੈਠਦੀ ਹੈ ਤੁਸੀਂ ਵੀ ਦੇਖੋ ਪੜ੍ਹੇ ਲਿਖੇ ਹੋ ਤੁਰੇ ਫਿਰਦੇ ਹੋ ਤੁਸੀਂ ਵੀ ਬੈਠੇ ਹੁੰਦੇ ਤੁਹਾਨੂੰ ਵੀ ਇਹ ਗੱਲ ਦਾ ਇੱਕ ਲੌਜਿਕ ਜਿਹਾ ਤਾਂ ਬਣਦਾ ਹੈ ਬਿਲਕੁਲ ਬਣਦਾ ਦੇਖੋ ਹੋਣਾ ਨਾ ਹੋਣਾ ਉਹ ਤਾਂ ਗੱਲ ਬਾਕੀ ਕੋਰਟਾਂ 'ਚ ਜਿੱਦਾਂ ਸਬੂਤ ਹੀ ਮੰਗੇ ਜਾਂਦੇ ਆ ਜਦੋਂ ਸਬੂਤ ਅੱਜ 12,600 ਪਿੰਡ ਆ 12,600 ਪਿੰਡ ਦੇ ਸਾਰਿਆਂ ਦੇ ਮਤੇ ਵਾਗੇ ਬਿਲਕੁਲ ਉਹ ਚੀਜ਼ ਦਿਖਾਊਗਾ ਇੱਕ ਤਰ੍ਹਾਂ ਦੀ VOTING ਹੋ ਗਈ ਉਹਦੇ ਵਿਰੋਧ ਦੇ ਵਿੱਚ ਵੀ ਯਾਰ ਉਹ ਤਾਂ ਜਦੋਂ ਵਿਰੋਧ 'ਚ ਲੋਕ ਨਹੀਂ ਚਾਹੁੰਦੇ ਤੁਸੀਂ ਉਹਨਾਂ ਨੂੰ ਸੌਖੇ ਕਰਕੇ ਕੀ ਲੈਣਾ ਜਿਵੇਂ ਇਹ ਕਹਿੰਦੇ ਲੋਕ ਸੌਖੇ ਹੋ ਜਾਣਗੇ ਤੁਸੀਂ ਸੌਖੇ ਕਰਕੇ ਜਦੋਂ ਲੋਕ ਸੌਖੇ ਹੋਣਾ ਚਾਹੁੰਦੇ ਹੀ ਨਹੀਂ ਬਿਲਕੁਲ ਉਹਨਾਂ ਨੂੰ ਤੁਸੀਂ ਨਾ ਕਰੋ ਉਹਨਾਂ ਨੂੰ ਰਹਿਣ ਦਿਓ ਵੀ ਉਹ ਲੌਜਿਕ ਬਣਦਾ ਹੈ ਇਹਨਾਂ ਨੇ ਮਤੇ ਪਵਾ ਦੇਣੇ ਸੀਗੇ 300 ਦੇ ਕਰੀਬ ਆਦੇ ਪੈ ਗਏ ਮਤੇ ਮੈਂ ਤਾਂ ਸੁਣੀ ਇਹ ਗੱਲ ਜਿੰਨੀ ਸੁਣਨ ਜੇ ਚਾਹੀਏ ਵੀ 300 ਦੇ ਕਰੀਬ ਤਾਂ ਭਗਵੰਤ ਮਾਨ ਕੋਲ ਪਹੁੰਚ ਗਈ ਜੀ ਬਾਕੀ ਪਾ ਵੀ ਰਹੇ ਹੈ ਕੁਛ ਕੀ ਹੈ ਜ਼ਿਆਦੇ ਜਿਹੜੀਆਂ ਪੰਚਾਇਤਾਂ ਕਾਂਗਰਸ ਦੀਆਂ ਹੀ ਪਿੰਡਾਂ 'ਚ ਕਾਂਗਰਸ ਦੀਆਂ ਜਾਂ ਕੁਛ ਅਕਾਲੀਆਂ ਦੀਆਂ ਨਹੀਂ ਜ਼ਿਆਦੇ ਕਾਂਗਰਸ ਦੀਆਂ 90-95% ਜ਼ਿਆਦੇ ਆ ਅਗਲਾ ਹੁਣ ਲੋਕ ਸਿਆਣੇ ਹੋ ਗਏ ਅੱਗੇ ਕੀ ਹੁੰਦਾ ਸੀ ਅਕਾਲੀ ਦਲ ਵੇਲੇ ਵੀ ਇਹੀ ਚੱਲਦਾ ਸੀ ਜੇ ਜਿੱਥੇ ਕਿਤੇ ਕਾਂਗਰਸੀ ਸਰਪੰਚ ਆ ਉੱਥੇ ਗ੍ਰਾਂਟ ਹੀ ਨਹੀਂ ਹੁੰਦੀ ਨਹੀਂ ਸੀ ਲੋਕ ਕਹਿਣ ਲੱਗੇ ਜਾਂ ਤੂੰ ਕਿਉਂ ਪੰਗਾ ਲੈਣਾ ਕਿਉਂ ਅੱਜ 18-20 ਲੱਖ ਰੁਪਇਆ ਲਾ ਕੇ ਅਗਲਾ ਕਹਿੰਦਾ ਜਿੱਤੇਗਾ ਕੱਲ ਨੂੰ ਵਿੱਚੋਂ ਬਣਾਉਣੇ ਵੀ ਹੈ ਤੂੰ ਤੇ ਜਦੋਂ ਆਏ ਨਾ ਇਹ ਪਿੰਡ ਦਾ ਕੰਮ ਨਹੀਂ ਹੋਣਾ ਨਾ ਤੇਰੇ ਐਵੇਂ ਲੱਗਣਗੇ ਬਿਲਕੁਲ ਉਹ ਭਾਈ ਇਹ ਕਰਕੇ ਹੁਣ ਲੋਕ ਉਸੇ ਪਾਰਟੀ ਦੀ ਜ਼ਿਆਦਾ ਸਾਡੇ ਪਿੰਡ 'ਚ ਸੀਗੇ 2 ਚੋਣ ਲੜੇ ਸੀਗੇ ਤੇ ਦੋਨੇ ਕਾਂਗਰਸੀ ਸੀ ਆਪ ਵਾਲਿਆਂ ਨੂੰ ਵੋਟ ਦੋਨਾਂ ਜਿੰਨੀ ਪੈ ਗਈ ਸੀ ਕਾਂਗਰਸ ਤੇ ਅਕਾਲੀਆਂ ਜਿੰਨੀ ਆਪ ਆਇਆਂ ਦਾ ਖੜਾ ਨਹੀਂ ਹੋਇਆ ਹੁਣ ਵੀ ਤਾਂ ਦੂਜੇ ਬੰਦੇ ਨੇ ਆਦੇ ਵੀ ਨਹੀਂ ਨਾ ਤਾਂ ਤੈਨੂੰ ਗ੍ਰਾਂਟ ਆਉਣੀ ਹੈ ਪਹਿਲੇ ਕਿਹੜੇ ਤਾਂ ਬਾਕੀ ਹੋ ਸਕਦਾ ਇੱਥੇ ਘਪਲੇਬਾਜ਼ੀ ਚੱਲਦੀ ਕਾਗਜ਼ ਕੈਂਸਲ ਕਰਾਤੇ ਹੋਰ ਕਰਾਤੇ ਇਹ ਹਜ਼ਾਰ ਰੌਲਾ ਵੀ ਪੈ ਸਕਦਾ ਉਹ ਜਦੋਂ ਕਿਤੇ ਪੰਚਾਇਤਾਂ ਜ਼ਿਆਦਾ 90-95% ਕਾਂਗਰਸ ਦੀਆਂ ਜਾਂ ਕਾਂਗਰਸ ਦੇ ਹੱਕ 'ਚ ਹੀ ਹੈਗੀਆਂ ਜਿਵੇਂ ਉਹਨਾਂ ਦੇ ਮੈਂਬਰ ਵੱਧ ਹੈਗੇ ਬਿਲਕੁਲ ਸਾਡੇ ਆਪਣੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਨੇੜੇ ਗਵਾਂਢੀ ਪਿੰਡ ਹੈ ਉਹ ਸਰਪੰਚ ਸੀ ਆਪ ਆਦਮੀ ਪਾਰਟੀ 'ਚ ਸੀਗਾ ਪਹਿਲਾਂ ਸਪੋਰਟਰ ਸੀ ਜੀ ਉਹਦੇ ਮੈਂਬਰ ਜ਼ਿਆਦਾ ਕਾਂਗਰਸੀ ਹੈ ਉਹ ਮੈਂਬਰਾਂ ਦੇ ਉਹਨੂੰ ਚੱਲਣਾ ਲੱਗੂਗਾ ਜੇ ਅੱਜ ਸਰਕਾਰ ਕਹੇ ਕੈਪਟਨ ਸਾਹਿਬ ਕਹਿ ਦੇਣ ਵੀ ਭਾਈ ਮਤੇ ਪਾ ਲਿਆਓ ਗ੍ਰਾਮ ਸਭਾਵਾਂ ਪਹਿਲਾਂ ਵੀ ਹੁੰਦੀਆਂ ਕਾਨੂੰਨੀ ਤੌਰ ਤੇ ਕਾਗਜ਼ੀ ਤੌਰ ਤੇ ਹੁੰਦੀਆਂ ਪੱਕੀਆਂ ਤਾਂ ਨਹੀਂ ਹੁੰਦੀਆਂ ਹਰੇਕ ਪਿੰਡ 'ਚ ਹੀ ਸਾਲ 'ਚ 2 ਵਾਰੀ ਗ੍ਰਾਮ ਜੇ ਕੈਪਟਨ ਸਾਹਿਬ ਕਹਿ ਦਿੰਦੇ ਹੈ
ਕਿ ਪੰਚਾਇਤਾਂ ਨੂੰ ਵੀ ਭਾਈ ਮਤੇ ਪਾ ਕੇ ਲੈ ਕੇ ਆਓ। ਤੁਹਾਨੂੰ ਨਹੀਂ ਲੱਗਦਾ ਵੀ ਇਹ ਗੱਲ ਜਿਹੜੀ ਆਪਣਾ ਭਗਵੰਤ ਮਾਨ ਜੀ ਨੇ ਕਹੀ ਹੈ ਉੱਥੇ ਫਿਰ ਉਹ ਕਹਿ ਦੇਣਗੇ, ਉਹ ਕੈਪਟਨ ਸਾਹਿਬ ਕਹਿ ਦੇਣਗੇ ਇਹ ਗੱਲ? ਫਿਰ ਗੱਲ ਤਾਂ ਉਹੀ ਜੇ ਤਾਂ ਜੀ ਦੇਖੋ ਸੱਚੇ ਮਨੋਂ ਹੋਵੇ ਕੋਈ ਬੰਦਾ, ਬਿਲਕੁਲ ਸੱਚੇ ਮਨੋਂ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ, ਪੰਜਾਬ ਦਾ ਭਲਾ ਚਾਹੁੰਦੇ ਆ, ਫਿਰ ਤਾਂ ਕਹਿਣਾ ਉਹ ਰਾਜਨੀਤੀ ਤੋਂ ਉੱਤੇ ਉੱਠ ਕੇ ਕਹਿ ਤਾਂ ਦਿੰਦੇ ਅਸੀਂ ਰਾਜਨੀਤੀ ਤੋਂ ਉੱਤੇ ਉੱਠ ਕੇ ਵਿਰੋਧ ਕਰੀ ਜਾਂਦੇ ਆ। ਬਿਲਕੁਲ ਫਿਰ ਤਾਂ ਚਲੋ ਜੇ ਚਾਹੇ ਭਗਵੰਤ ਮਾਨ ਨੇ ਕਹੀ ਹੈ, ਜਦੋਂ ਸਰਕਾਰ ਇੰਨੇ ਹਾਂ ਇਹ ਕੁਛ ਕਹੀ ਜਾਣ, ਇਹਨਾਂ ਨੂੰ ਲੱਗਦਾ ਵੀ ਯਾਰ ਉਹਦੇ ਚ ਭਗਵੰਤ ਮਾਨ ਦੀ ਬੱਲੇ ਬੱਲੇ ਹੋਊ ਵੀ ਕੁਛ ਕੁ % ਹੋਊ ਗੱਲ ਕਰ ਜ਼ਿਆਦੇ, ਫਿਰ ਵੀ ਇਹ ਲੋਕਾਂ ਨੂੰ ਦੀਂਦਾ ਵੀ ਯਾਰ ਜੇ ਕੈਪਟਨ ਨੇ ਚਾਹਿਆ ਤਾਂ ਹੋਇਆ। ਬਿਲਕੁਲ ਹਾਂ, ਨਹੀਂ ਭਗਵੰਤ ਮਾਨ ਦੀ ਕਹੀ ਗੱਲ ਨੂੰ ਨਹੀਂ ਮੰਨਣਾ ਸੀ ਕਿਸੇ ਨੇ, ਨਹੀਂ ਹੋ ਹੀ ਨਹੀਂ ਸਕਦਾ ਜੀ। ਜਦੋਂ ਆਪਾਂ ਨੂੰ ਪਤਾ ਹੁਣ 200 ਪੈ ਗਏ ਜਾਂ 400 ਮਤੇ ਪੈ ਗਏ, ਉਹਦੇ ਨਾਲ ਕੀ ਹੁੰਦਾ? ਨਾ ਜੇ 600 ਵੀ ਪੈ ਗਏ 12000 ਤਾਂ ਫਿਰ ਵੀ ਦੂਜੇ ਪਾਸੇ ਪਿਆ। ਬਿਲਕੁਲ ਪਿਆਗਾ। ਜੇ ਮੰਨ ਲਓ ਵੀ ਉਹ ਕੈਪਟਨ ਸਾਹਿਬ ਕਹਿਣ ਸੈਕਟਰੀਆਂ ਥਰੂ ਤੜਕੇ ਮਤੇ ਪਵਾ ਕੇ ਲੈ ਲੈਣ, ਬਿਲਕੁਲ, ਤੇ ਉੱਥੇ ਪੱਖ ਵੀ ਬਣਦਾ, ਇੱਕ ਬਣਦਾ ਉਹ ਮੰਨਿਆ ਤਾਂ ਫੇਰ ਹੀ ਜਾ ਸਕਦਾ ਨਾ ਜੀ ਪੰਜਾਬ ਦਾ ਭਲਾ ਚਾਹੁੰਦੇ ਤੁਸੀਂ। ਇਹਨਾਂ ਨੇ ਪਿੱਛੇ ਤਾਂ ਕੁਛ ਕਰਤਾ, ਦੇਖੋ ਅਕਾਲੀਆਂ ਨੇ ਵੀ ਹੁਣ ਅਗਲਾ ਅਖੀਰ ਨੂੰ ਇਹੀ ਕਹਿੰਦਾ ਹੁੰਦਾ, ਅਕਾਲੀ ਦਲ ਨੇ ਵੀ ਕੁਛ ਕਰਤਾ, ਦੇਖੋ ਬਿੱਲ ਬਣਵਾਤਾ, ਨਾਲ ਇਹਨਾਂ ਨੇ ਵੀ ਰਲ ਕੇ ਬਣਵਾਇਆ, ਕਾਂਗਰਸ ਨੇ ਵੀ ਜੋ ਕੈਪਟਨ ਨੇ ਸਾਈਨ ਕਰਕੇ, ਸਾਰੇ ਇਹਨਾਂ ਦੇ ਵਿੱਤ ਮੰਤਰੀ ਦੇ ਹੋਏ, ਖੇਤੀਬਾੜੀ ਮੰਤਰੀ ਦੇ ਹੋਏ, ਸਾਰਿਆਂ ਦੇ ਹੋ ਕੇ ਸਾਈਨ ਬਣੇ। ਬਿਲਕੁਲ ਫੇਰ ਤੁਸੀਂ ਉਹਦਾ ਪਿਛਲੀ ਗੱਲ ਤਾਂ ਛੱਡੋ, ਤੁਹਾਨੂੰ ਵੀ ਤੁਸੀਂ ਧਿਆਨ ਨਹੀਂ ਦਿੱਤਾ ਜਾਂ ਤੁਸੀਂ ਸੋਚਿਆ ਸੀ ਵੀ ਲੋਕਾਂ ਦੇ ਫਾਇਦੇਮੰਦ ਆ, ਲੋਕ ਚਾਹੁੰਦੇ ਨਹੀਂ, ਲੋਕਾਂ ਨੂੰ ਪਤਾ ਵੀ ਇਹ ਗਲਤ ਹੈ। ਬਿਲਕੁਲ, ਕਿਉਂਕਿ ਪੰਜਾਬ ਹਰਿਆਣੇ ਵਿੱਚ ਨੁਕਸਾਨ ਉਹਦਾ ਹੋਊ, ਦੂਜੀਆਂ ਸਟੇਟਾਂ 'ਚ ਸਰਕਾਰੀ ਖਰੀਦ ਪਹਿਲਾਂ ਹੀ ਹੈ ਹੀ ਨਹੀਂ, ਇੱਥੇ ਸਿਸਟਮ ਚੰਗਾ ਚੱਲਦਾ ਹੈ, ਇੱਥੇ ਉਦੋਂ ਲੋਕ ਡਰਦੇ ਆ। ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਲੋਕ ਵਿਰੋਧ ਕਰਦੇ ਆ ਵੱਧ, ਤੇ ਆਪਣੇ ਨੁਕਸਾਨ ਵੀ ਵੱਧ ਹੋਊਗਾ। ਚਲੋ ਇਹਨਾਂ ਨੂੰ ਵੀ ਪਤਾ ਲੱਗ ਗਿਆ ਹੋਊਗਾ, ਜਿਵੇਂ ਹੁਣ ਇਹ ਗਠਬੰਧਨ ਤੋੜਨ ਦਾ ਡਰਾਮਾ ਕਰਦੇ ਆ ਜਾਂ ਸਹੀ ਕਰਦੇ ਆ। ਬਿਲਕੁਲ ਵੀ ਜੇ ਅਕਾਲੀ ਦਲ ਵਾਲੇ ਕਹਿ ਦੇਣ ਵੀ ਜਿੱਥੇ ਸਾਡੀਆਂ ਪੰਚਾਇਤਾਂ ਹੈ ਉਹ ਭਾਈ ਸਾਨੂੰ ਮਤੇ ਪਾ ਕੇ ਦਿਓ, ਬਿਲਕੁਲ ਦੇ ਦੇਣਗੇ। ਜਿੱਥੇ ਕਾਂਗਰਸ ਵਾਲੇ ਕਾਂਗਰਸ ਆਏ ਦੇ ਦੇਣ, ਆਪ ਵਾਲੇ ਲੈ ਲੈਣ। ਨੇ ਕਹਿੰਦਾ ਵੀ ਸਾਡੀਆਂ ਜਿਹੜੀਆਂ ਪੰਚਾਇਤਾਂ ਭਾਈ ਜਾਂ ਸਾਡੀਆਂ ਜਾਂ ਕੋਈ ਵੀ ਹੈ, ਆਦਾ ਵੀ ਤੁਸੀਂ ਇੱਕ ਤਾਂ ਉਹਦਾ ਮਤਾ ਭੇਜ ਦਿਓ ਵੀਡੀਓ ਨੂੰ, ਇੱਕ ਸਾਨੂੰ ਭੇਜ ਦਿਓ, ਤੇ ਇੱਕ ਆਦਾ ਵੀ ਮੈਨੂੰ ਤਾਂ ਚਾਹੀਦਾ ਦਾ ਫੋਟੋ ਕਰਕੇ ਤੁਸੀਂ ਮੈਸੇਜ WhatsApp ਪਾ ਦਿਓ। ਹਾਂ ਬਿਲਕੁਲ, WhatsApp ਤੇ ਕਰ ਦਿਓ। ਉਹ ਆਦਾ ਵੀ ਇੱਕ ਤੁਹਾਡਾ ਪੈਣਾ ਚਾਹੀਦਾ ਹੈਗਾ, ਇਹ ਕਾਰਵਾਈ ਰਜਿਸਟਰ 'ਚ ਮਤਾ ਪੈਣਾ ਚਾਹੀਦਾ। ਬਿਲਕੁਲ ਲੈਟਰ ਪੈਡ ਤੇ ਨਾ ਪਾ ਕੇ ਭੇਜੋ, ਜਿਹੜਾ ਉਹਨਾਂ ਨੇ ਦੱਸਿਆ। ਬਿਲਕੁਲ, ਤੇ ਵੀ ਉਹ ਇੱਕ ਲੌਜਿਕ ਬਣਦਾ ਪੰਚਾਇਤਾਂ ਤੋਂ। ਜੇ ਕਾਂਗਰਸ ਅੱਜ ਮਤੇ ਨਹੀਂ ਪਵਾਉਂਦੀ, ਪੰਚਾਇਤਾਂ ਤੋਂ ਨਾ ਮਤੇ ਨਹੀਂ ਪਵਾਉਂਦੀ ਆਪ ਕਹਿ ਕੇ, ਬਿਲਕੁਲ, ਫੇਰ ਤਾਂ ਕਾਂਗਰਸ ਕਲੀਅਰ ਹੋ ਜੂ ਵੀ ਕਾਂਗਰਸ ਨਹੀਂ ਬਿੱਲ ਬਣਵਾਉਣ ਚ। ਹੁਣ ਤਾਂ ਬਿੱਲ ਬਣਵਾਉਣ ਚ ਤੇ ਇਹ ਪੰਜਾਬ ਦੇ ਕਿਸਾਨਾਂ ਦਾ ਭਲਾ ਨਹੀਂ ਚਾਹੁੰਦੀ, ਸਿਆਸਤ ਕਰਦੀ ਹੈ। ਹਾਂ, ਅਕਾਲੀ ਤਾਂ ਪਾਸੇ ਹਟ ਗਏ ਹੁਣ ਤਾਂ, ਮੰਨ ਲਓ। ਹਾਂ ਬਿਲਕੁਲ, ਚਾਹੇ ਦੇਖਣ ਦੇ ਤੌਰ ਤੇ ਆ, ਦਿਖਾਵੇ ਤੌਰ ਤੇ ਕਿਵੇਂ ਵੀ ਹੈ। ਬਿਲਕੁਲ ਹੁਣ ਤਾਂ ਉਹਨਾਂ ਨੇ ਆਪਣਾ ਜਿਹੜਾ ਪੱਖ ਪੇਸ਼ ਕਰਤਾ ਵੀ ਅਸੀਂ ਇਹਦੇ ਵਿਰੋਧ ਦੇ ਵਿੱਚ ਹੈਗੇ ਆ। ਨਾ ਤਾਂ ਹੁਣ ਉਹ ਸਰਕਾਰ ਚ ਹੈ, ਨਾ ਉਹਨਾਂ ਸਰਕਾਰ ਨੂੰ ਸਮਰਥਨ ਹੈ, ਨਾ ਉਹ ਮੰਤਰੀ ਪਦ, ਉਹਨਾਂ ਕੋਈ ਕੁਛ ਨਹੀਂ ਹੈ। ਹੁਣ ਤਾਂ ਚਾਹੇ ਉਹਨਾਂ ਨੇ ਆਪਣਾ ਵਿਰੋਧ ਸੀ ਜਿਹੜਾ ਉਹ ਇਸ ਤਰੀਕੇ ਨਾਲ ਸਾਹਮਣੇ ਕਰਤਾ ਵੀ ਦੋਨਾਂ ਨੇ ਅਸਤੀਫਾ ਦਿੱਤਾ। ਸਾਡੇ ਕੋਲ ਪਹੁੰਚ ਨਹੀਂ ਹੈ। ਜਿਵੇਂ ਆਪਣੇ ਹੁਣ ਆਮ ਜੇ ਗੱਲ ਹੁੰਦੀ ਹੈ, ਜਿਵੇਂ ਕੋਈ ਵੀ MLA ਜਿੱਤੇ ਜਾਂਦਾ ਹੁੰਦਾ ਹੈ, ਇੱਕ ਉਹ ਜਿਵੇਂ ਜੀਤ ਮਹਿੰਦਰ ਸਿੰਘ 3-4 ਵਾਰੀ ਲਗਾਤਾਰ ਜਿੱਤਦਾ ਰਿਹਾ ਕਿ ਯਾਰ ਇਹਦੇ ਕੋਈ ਪਾਵਰ ਹੀ ਨਹੀਂ ਸੀ। ਬਿਲਕੁਲ, ਪਹਿਲਾਂ ਇਹ ਆਜ਼ਾਦ ਸੀ ਯਾਰ, ਪਾਵਰ ਨਹੀਂ। ਫਿਰ ਉਹ ਕਾਂਗਰਸ 'ਚ ਰਿਹਾ, ਕਾਂਗਰਸ ਦੀ ਸਰਕਾਰ ਨਹੀਂ ਬਣੀ, ਉਲਟ ਹੁੰਦਾ ਰਿਹਾ ਕੰਮ। ਉਹ ਜਦੋਂ ਪਾਵਰ 'ਚ ਆ ਗਿਆ, ਉਹਨੇ ਕੰਮ ਕਰਾਏ ਲੋਕਾਂ ਦੇ, ਕਿਸੇ ਦਾ ਗਲਤ ਹੋ ਗਿਆ, ਕਿਸੇ ਦਾ ਮਾੜਾ ਹੋ ਗਿਆ, ਕਿਸੇ ਦਾ ਕੁਛ। ਚਲੋ ਚੰਗੇ ਦੇ ਵਿੱਚ ਨਾਲ ਗਲਤ ਵੀ ਹੋ ਜਾਂਦਾ ਹੁੰਦਾ, ਕੁਛ ਵੀ ਚੀਜ਼ ਹੋ ਗਈ, ਐ ਹੋ ਗਈ, ਕਿਸੇ ਦੇ ਆਪਦੇ ਨਿੱਜੀ ਬੰਦਿਆਂ ਦੇ ਹੋ ਗਏ, ਦੂਜਿਆਂ ਦੇ ਹੋਰ ਨਾ ਹੋਏ, ਵੋਟਾਂ ਤਾਂ ਸਾਰਿਆਂ ਨਹੀਂ ਪਾਈਆਂ ਹੁੰਦੀਆਂ। ਬਿਲਕੁਲ, ਉਹ ਚੀਜ਼ ਨਾਲ ਉਹਨੂੰ ਨੁਕਸਾਨ ਹੋਇਆ। ਤੇ ਐਵੇਂ ਜੇਕਰ ਹੀ ਇਹ ਚੀਜ਼ ਹੈ, ਜਦੋਂ ਤੁਸੀਂ ਉਹਨਾਂ ਨੇ ਤਾਂ ਕਹਿਤਾ ਵੀ ਇਸ ਤਾਂ ਪਾਸੇ ਨਿਕਲ ਗਏ। ਬਿਲਕੁਲ, ਉਹਦਾ ਨਿਕਲ ਵੀ ਗਏ ਲੋਕ, ਕਿ ਮੰਨਣਗੇ ਵੀ ਯਾਰ ਹੁਣ ਤਾਂ ਜਾਨੀ ਕਿ ਇਹ ਕਹਿ ਲਗੇ ਵੀ ਕਾਂਗਰਸ ਤੇ ਮੋਦੀ ਤੇ ਆਮ ਆਦਮੀ, ਭਾਜਪਾ ਤੇ ਕਾਂਗਰਸ। ਆਮ ਆਦਮੀ ਤਾਂ ਮੰਨ ਲਓ ਵੀ ਪਹਿਲਾਂ ਵੀ ਆਪਾਂ ਕਹਿੰਦੇ ਵੀ ਯਾਰ ਪਾਵਰ 'ਚ ਤਾਂ ਹੈ ਹੀ ਨਹੀਂ, ਇਹ ਤਾਂ ਬੰਦੇ ਪਾਵਰ 'ਚ ਹੀ ਨਹੀਂ। ਜਦੋਂ ਉੱਥੇ ਇਹਨਾਂ ਨੇ ਵਿਰੋਧ ਕਰਿਆ, ਉੱਥੇ ਆਦੇ ਵੀ ਇਹਨਾਂ ਦੀ ਵੋਟਿੰਗ ਵੀ ਨਹੀਂ ਕਰਾਈ ਜਾਂ ਕੁਛ ਵੀ, ਇਹ ਨਿਕਲ ਗਏ ਉਸ ਗੱਲ 'ਚ। ਹੁਣ ਤਾਂ ਵੀ ਜੇ ਤਾਂ ਕਾਂਗਰਸ ਇੱਕ ਭਾਜਪਾ, ਦੋ ਪਾਰਟੀਆਂ ਕਰ ਸਕਦੀਆਂ ਜੇ ਕਰਨ। ਅੱਜ ਵੀ ਜੇ ਭਾਜਪਾ ਵੀ ਆਪਦੀ ਜ਼ਮੀਨ ਬਚਾਉਣਾ ਚਾਹੁੰਦੀ ਹੈ ਇੱਥੇ, ਹਾਂ ਗੱਲ ਤਾਂ ਇਹੀ ਹੈ ਨਾ ਜੀ, ਜਿੰਨੇ ਕੁ ਭਾਜਪਾ ਦੇ ਬੰਦੇ ਜੁੜੇ ਹੋਏ ਹੈਗੇ, ਭਾਜਪਾ ਨਾਲ ਜੁੜੇ ਆ, ਕਿਸਾਨ ਹੀ ਹੋਣਗੇ ਨਾ ਉਹ ਵੀ, ਉਹਨਾਂ ਦੀ ਜ਼ਮੀਨ ਵੀ ਤਾਂ ਜਾਊਗੀ ਨਾ ਨਾਲ। ਹਾਂ, ਪੰਜਾਬ ਹਰਿਆਣਾ ਵੋਟਾਂ ਤਾਂ ਫਿਰ ਕਿਸਾਨਾਂ ਦੀਆਂ ਚਾਹੀਦੀਆਂ ਨਾ, ਵੋਟਾਂ ਕਿਸਾਨਾਂ ਦੀਆਂ ਚਾਹੀਦੀਆਂ। ਬਿਲਕੁਲ, ਜਦੋਂ ਆਪਣਾ ਪੰਜਾਬ ਕਿਸਾਨੀ ਖੇਤੀ ਨਾਲ ਜੁੜਿਆ ਹੋਇਆ ਹੈ, ਤੇ ਫਿਰ ਤਾਂ ਪੰਜਾਬ 'ਚ ਵੋਟਾਂ ਤਾਂ ਉਹੀ ਪੈਣਗੀਆਂ। ਜੇ ਭਾਜਪਾ ਅੱਜ ਮੋਦੀ ਦਾ ਹੀ ਸਾਥ ਦੇਈ ਜਾਂਦੀ ਹੈ ਇੱਥੋਂ ਵਾਲੀ, ਪੰਜਾਬ ਵਾਲੀ ਬਿੱਲਾਂ ਤੇ, ਬਿਲਕੁਲ, ਤੇ ਫਿਰ ਤਾਂ ਖਤਮ ਹੈਗੀ ਉਹ, ਫਿਰ ਤਾਂ ਨਹੀਂ ਅਸੀਂ ਕੁਝ ਲੈ ਸਕਦੇਗੇ। ਫਿਰ ਉਹ ਭਾਜਪਾ ਕਿਵੇਂ ਲਊ ਲੋਕਾਂ ਤੋਂ, ਵੋਟਾਂ ਲੈਣ ਕਿਵੇਂ ਆਉਣਗੇ? ਨਹੀਂ ਆਉਂਦੇ। ਵੀ ਇਸ ਕਰਕੇ ਭਾਜਪਾ ਦੀ ਵੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ, ਬਿਲਕੁਲ, ਉਹਨੂੰ ਮੋਦੀ ਨੂੰ ਕਹਿ ਕੇ ਜਾਂ ਤਾਂ ਇਹ ਬਿੱਲ 'ਚੋਂ ਬਾਹਰ ਕਢਾ ਦੇਣ ਦੋਨੇ ਸਟੇਟਾਂ, ਪੰਜਾਬ ਨਾਲ ਹਰਿਆਣਾ, ਬਿਲਕੁਲ, ਦੋਨਾਂ 'ਚੋਂ ਖਤਮ ਹੋਣਗੇ ਇਹ, ਜਾਂ
ਵੀ ਉਹ ਪੱਕਾ ਕਾਨੂੰਨ ਬਣਾ ਦੇਣ ਵੀ ਤੁਹਾਡਾ ਇਹ ਸਰਕਾਰੀ ਖਰੀਦ ਤੇ ਬਿਲਕੁਲ MSP ਜਿਹੜੀ ਤੁਹਾਡੀ ਹੋਊਗੀ ਇਹ ਜਾਰੀ ਹੋਊ ਇਹ ਜਾਰੀ ਵਿੱਚ ਹੋਊਗੀ। ਪਵਾ ਦੇਣ। ਬਿਲਕੁਲ ਬਿਲਕੁਲ ਜੇ ਭਾਜਪਾ ਤੇ ਕਾਂਗਰਸ ਦਾ ਇਹ ਹੈ ਹਜੇ ਮੌਕਾ ਇਹ ਹੈ ਵੀ ਜਿਹੜਾ ਉਹ ਭਗਵੰਤ ਮਾਨ ਨੇ ਗੱਲ ਕਹੀ ਹੈ ਤੇਰੇ ਉਸ ਵਾਲੀ ਗ੍ਰਾਮ ਸਭਾਵਾਂ ਦੇ ਮਤਿਆਂ ਵਾਲੀ, ਕਾਂਗਰਸ ਅੱਜ ਵੀ ਮਤੇ ਪਾ ਕੇ ਸਾਰੇ ਉਹਨੂੰ ਕੋਰਟ ਚ ਲਿਜਾਵੇ, ਬਿਲਕੁਲ ਕਿਤੇ ਵੀ ਸੁਪਰੀਮ ਕੋਰਟ ਚ ਕੇਸ ਪਾਵੇ। ਸਰਕਾਰ ਦਾ ਦੇਖੋ ਇੱਕ ਆਮ ਆਦਮੀ ਪਾਰਟੀ ਵਾਲੇ ਅੱਜ ਆਪਾਂ ਕਹਿੰਦੇ ਹਾਂ ਸੁਪਰੀਮ ਕੋਰਟ 'ਚ ਇਹ ਲੈ ਜਾਣ ਹਾਂਜੀ ਜਾਂ ਅਕਾਲੀ ਦਲ ਵਾਲੇ ਲੈ ਜਾਣ, ਨਹੀਂ ਕੁਛ ਵੱਟੀ ਦਾ ਜਿੰਨਾ ਸੁਣੀ ਜਾਊ ਸਰਕਾਰ ਦੀ। ਬਿਲਕੁਲ ਅਸੀਂ ਜਿੰਨਾ ਕੁ ਸਾਡੇ ਪਿੰਡ ਨਾਲ ਇੱਕ ਤੁਹਾਨੂੰ ਮੈਂ ਉਹ ਗੱਲ ਇਹਦੇ ਨਾਲ ਜੁੜਦੀ ਨਹੀਂ ਵੱਖਰੀ ਹੈ, ਕੁਛ ਜੁੜਦੀ ਜੇ ਵੀ ਹੈ ਵੀ ਜਿਹੜਾ ਪਾਵਰ ਦੀ ਗੱਲ ਹੁੰਦੀ ਹੈ। ਸਾਡੇ ਪਿੰਡ ਗੁਰਦੁਆਰਾ ਸਾਹਿਬ 'ਚ ਚੋਰੀ ਹੋ ਗਈ, ਠੀਕ ਹੈ ਜੀ। ਚੋਰੀ ਹੋ ਗਈ ਤੇ ਉਹ ਚੋਰ ਫੜ ਲਿਆ, ਚੋਰ ਚੌਂਕੀ 'ਚ ਬੈਠਾ ਰਿਹਾ, ਉਹਦੇ CCTV ਫੋਟੋਆਂ ਵੀ ਸਾਡੇ ਕੋਲੇ, ਤੇ ਕਮੇਟੀ ਉਧਰਲੇ ਪਾਸੇ ਹੋ ਗਈ, ਉਹ ਡਾਲੀ ਵਾਲਾ ਸੀਗਾ ਵੀ ਜਦ ਆਪਾਂ ਨਵਾਂ ਬੰਦਾ ਭਾਲਾਂਗੇ ਜਾਂ ਸਮਝੌਤਾ ਕਰਨੇ ਉਹਦੇ ਹੱਕ 'ਚ ਹੋ ਗਈ, ਹੱਕ 'ਚ ਹੋ ਗਈ। ਅਸੀਂ ਭੱਜੇ ਫਿਰੇ, ਅਸੀਂ ਆਖਿਆ ਯਾਰ ਆਪਾਂ ਆਮ ਨਾਗਰਿਕਾਂ, ਆਪਾਂ ਵੀ ਗੁਰੂ ਘਰ ਤਾਂ ਆਪਣਾ ਵੀ ਹੈ, ਬਿਲਕੁਲ ਸਭ ਦਾ ਜੀ, ਇਹ ਤੇ ਪਰਚਾ ਪਵਾਵਾਂਗੇ। ਅਸੀਂ ਭਾਈ ਤੁਰੇ ਫਿਰੇ, ਸਾਡੀ ਕਿਸੇ ਨੇ ਨਹੀਂ ਸੁਣੀ 8 ਦਿਨ। ਇਹਨੇ ਭਾਈ ਜਿਹੜਾ ਉਹਨਾਂ 'ਚ ਪ੍ਰਧਾਨ ਸੀ ਕਮੇਟੀ 'ਚ, ਉਹ ਭਾਈ ਛੱਡ ਕੇ ਸਾਡੇ ਬੰਨੀ ਆ ਗਿਆ। ਉਹ ਆਦਾ ਵੀ ਇਹ ਬੰਦੇ ਯਾਰ ਸੱਚੇ ਆ, ਸੱਚੀ ਗੱਲ ਕਰ ਰਹੇ ਆ, ਤਾਂ ਆਪਾਂ ਨੂੰ ਇਹਦੇ ਤੇ ਕਾਰਵਾਈ ਕਰਾਉਣੀ ਚਾਹੀਦੀ ਹੈ ਬੰਦੇ ਤੇ। ਤੇ ਉਹਨੇ ਭਾਈ ਆ ਕੇ ਫੇਰ ਉਹਦੇ ਬਿਆਨ ਹੋਏ ਪ੍ਰਧਾਨ ਦੇ, ਉਹਦੇ ਬਿਆਨਾਂ ਤੇ ਉਹਤੇ ਪਰਚਾ ਪਿਆ, ਗਵਾਹ ਅਸੀਂ ਨਾਲ ਬਣ ਗਏ, ਉਹਨੂੰ ਸਜ਼ਾ ਵੀ ਹੋਈ ਉਹਨੂੰ। ਵੀ ਕਾਰਨ ਇਹ ਹੈ ਵੀ ਜੇ ਕੁਛ ਕਰੂ ਸਰਕਾਰ ਕਰੂ ਨਾ ਪੈਂਦਾ ਉਹ ਸਾਡੇ ਨਾਲ ਵੀ ਪਰਚਾ, ਸਾਨੂੰ ਹੋਰ ਮਿਹਨਤ ਕਰਨੀ ਪੈਂਦੀ। ਬਿਲਕੁਲ ਸਾਨੂੰ ਇੱਕ ਤਾਂ ਇਹਦੇ ਨਾਲ ਲੜਨਾ ਪੈਂਦਾ, ਨਾਲ ਬਰਾਬਰ ਤੇਰੀ ਬਣਦੀ ਸੀਗੀ ਜਿਹੜੀ ਪਾਰਟੀ ਬਣਦੀ ਸੀ, ਕਮੇਟੀ ਬਣਦੀ ਸੀ ਗੁਰਦੁਆਰੇ ਦੀ। ਹਾਂ ਕਮੇਟੀ ਨਾਲ ਵੀ ਲੜਨਾ ਪੈਂਦਾ, ਇੱਕ ਕਮੇਟੀ ਨਾਲ ਵੀ ਲੜਨਾ, ਉਹਦਾ 2 ਪੱਖ ਹੁੰਦੇ ਸੀ, ਇੱਕ ਰਹਿੰਦਾ ਸੀ। ਬਿਲਕੁਲ ਹਾਂ, ਜੇ ਤੁਹਾਡੇ ਨਾਲ ਕਮੇਟੀ ਦਾ ਪ੍ਰਧਾਨ ਆ ਗਿਆ ਤਾਂ ਤੁਹਾਨੂੰ ਸੌਖਾ ਆ ਗਿਆ। ਹਾਂ ਅੱਜ ਜੇ ਅਕਾਲੀ ਦਲ ਜਾਂ ਆਪ ਵਾਲੇ ਸੁਪਰੀਮ ਕੋਰਟ ਜਾਂਦੇ ਆ, ਉਹ ਉੱਥੇ ਨਾਲ ਧਿਰ ਕਾਂਗਰਸ ਬਣੂਗੀ, ਬਿਲਕੁਲ ਪੰਜਾਬ ਸਰਕਾਰ ਵੀ ਅਗਲਾ ਖੂਬ ਯਾਰ ਪੰਜਾਬ ਦਾ ਮਸਲਾ ਹੈ, ਉਹ ਸਰਕਾਰ ਕਿਉਂ ਨਹੀਂ ਕਰ ਰਹੀ, ਉਹ ਕਰਾਉਣਾ ਚਾਹੁੰਦੀ ਹੈ, ਤੁਸੀਂ ਕਿਵੇਂ ਕਰ ਸਕਦੇ, ਉਹ ਵੀ ਚੁਣੇ ਹੋਏ ਬੰਦੇ ਆ। ਬਿਲਕੁਲ ਇਸ ਕਰਕੇ ਕਾਂਗਰਸ ਨੂੰ ਚਾਹੀਦਾ ਜਿਹੜੀ ਨਿੱਜੀ ਰਾਏ ਵੀ ਹੈ ਮੇਰੀ, ਲੋਕਾਂ ਦੀ ਵੀ ਜਿਹੜੀ ਆਪਣੇ ਖੁੰਡ ਚਰਚਾ ਹੈ ਵੀ ਕਾਂਗਰਸ ਨੂੰ ਮਤੇ ਪਵਾ ਕੇ ਗ੍ਰਾਮ ਸਭਾਵਾਂ ਤੋਂ, ਜੇ ਲੋਕਾਂ ਜੇ ਕੈਪਟਨ ਆਖੇ ਵੀ ਅੱਜ ਇਹ ਮੁੱਦਾ ਚੁੱਕਿਆ ਸੀਗਾ ਭਗਵੰਤ ਮਾਨ ਨੇ ਵੀ ਉਹਨੂੰ ਬੈਨੀਫਿਟ ਨਾ ਮਿਲੇ, ਇਹ ਨਹੀਂ ਹੁੰਦਾ ਜੀ। ਲੋਕ ਇਹ ਸੋਚਦੇ ਵੀ ਜੇ ਕਾਂਗਰਸ ਚਾਹੂ ਫਿਰ ਵੀ ਲੋਕ ਆਖਣਗੇ ਵੀ ਜੇ ਯਾਰ ਕਾਂਗਰਸ ਨੇ ਚਾਹਿਆ ਫੇਰ ਹੋਇਆ, ਉਹ ਕੀ ਕਰ ਲੈਂਦਾ। ਬਿਲਕੁਲ ਭਗਵੰਤ ਮਾਨ ਵੀ ਕੀ ਕਰ ਲੈਂਦਾ ਜਦੋਂ ਉਹਨੂੰ ਪਾ ਕੇ ਮਤੇ ਲਗਾਏ ਸੁਪਰੀਮ ਕੋਰਟ 'ਚ ਇਹ ਗਏ। ਕਾਂਗਰਸ ਅੱਜ ਵੀ ਕਿਤੇ ਨਾ ਕਿਤੇ ਸਹੀ ਸਾਬਤ ਹੋ ਸਕਦੀ ਹੈ ਜੇ ਉਹ ਆਹ ਕੰਮ ਕਰੇ ਜੀ। ਸੋ ਸਮਾਂ ਆਪਣੇ ਕੋਲੇ ਬਹੁਤ ਥੋੜਾ ਹੈਗਾ, ਲਾਸਟ ਪਲਾਂ ਦੇ ਵਿੱਚ ਆਪਾਂ ਸਮਾਪਤੀ ਵੱਲ ਪਹੁੰਚੇ ਹਾਂ, ਤੇ ਸਿਰਫ ਲਾਸਟ ਹੀ ਸਵਾਲ ਸੰਖੇਪ ਜਿਹੇ ਸ਼ਬਦਾਂ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਇਹ ਕਿੱਥੋਂ ਤੱਕ ਪਹੁੰਚੂਗਾ, ਔਰ ਕੀ ਇਸ ਸੰਘਰਸ਼ ਦੇ ਨਾਲ ਜਿਹੜੇ ਬਿੱਲ ਹੈ ਇਹ ਮੋਦੀ ਸਰਕਾਰ ਵਾਪਸ ਲੈ ਸਕਦੀ ਹੈ। ਦੇਖੋ ਵੈਸੇ ਤਾਂ ਗੱਲ ਹੈ ਉਹ ਪਾਰਟੀ ਤੇ ਨਾ ਤੇ ਨਿਰਭਰ ਹੁੰਦਾ ਹੈ ਜੀ। ਸਰਕਾਰ ਨਾਲ ਜੇ ਆਖੇ ਕਿ ਆਪਾਂ ਉਹ ਲੜਾਈ ਤਾਂ ਹਥਿਆਰ ਚੱਕ ਕੇ ਤਾਂ ਲੜ ਨਹੀਂ ਸਕਦੇ। ਬਿਲਕੁਲ ਕਿਤੇ ਵੀ ਪਹਿਲਾਂ ਪੰਜਾਬ ਨੇ ਬਹੁਤ ਸੰਤਾਪ ਹੰਢਾਇਆ ਇਹ ਚੀਜ਼ ਦਾ। ਬਿਲਕੁਲ ਕਾਨੂੰਨੀ ਲੜਾਈ ਹੈ, ਹਾਂ ਕਾਨੂੰਨੀ ਲੜਾਈ 2 ਦਹਾਕੇ ਹੋ ਗਏ, ਉਹ ਸਰਕਾਰ ਹੀ ਕਰ ਸਕਦੀ ਹੈ। ਬਿਲਕੁਲ ਜਾਂ ਇਹਦੇ 'ਚ ਇੱਕ ਲੌਜਿਕ ਹੋਰ ਹੈ ਵੀ ਇੱਕ ਤਾਂ ਆ ਕਾਂਗਰਸ ਕਰ ਸਕਦੀ ਹੈ ਵੀ ਮਤਾ ਪਵਾ ਕੇ ਕਰ ਸਕਦੀ ਹੈ ਜੀ। ਇੱਕ ਲੌਜਿਕ ਇਹ ਹੈ ਵੀ ਇਹ ਚਾਹੇ ਆਪ ਹੈ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਹੈ, ਇਹ ਅਲਾਉਸਮੈਂਟ ਕਰਦੇ ਨੇ ਵੀ ਜੇ ਇਹਨਾਂ ਨੇ ਬਿੱਲ ਬਣਾਤਾ ਅਸੀਂ ਕੱਲ ਨੂੰ ਆਉਨੇ ਆ ਸੱਤਾ 'ਚ, ਅਸੀਂ ਇਹਨੂੰ ਕੈਂਸਲ ਕਰਾਂਗੇ, ਠੀਕ ਹੈ, ਵਾਪਸ ਲਵਾਂਗੇ ਵੀ ਵਾਪਸ ਲਵਾਂਗੇ ਇਹ ਬਿੱਲ, ਅਸੀਂ ਖਤਮ ਕਰਾਂਗੇ, ਦੁਬਾਰੇ ਪ੍ਰਣਾਲੀ ਪੁਰਾਣੀ ਚੱਲੂ। ਇਹ ਗੱਲ ਕੋਈ ਨਹੀਂ ਕਹਿ ਰਿਹਾ ਅੱਜ, ਨਾ ਆਪ ਨੇ ਕਹੀ ਹੈ, ਨਾ ਅਕਾਲੀ ਦਲ ਨੇ ਕਹੀ ਹੈ, ਨਾ ਕਾਂਗਰਸ ਨੇ ਕਹੀ ਹੈ। ਬਿਲਕੁਲ ਵੀ ਜੇ ਇਹਨਾਂ ਨੇ ਬਿੱਲ ਬਣਾਤਾ, ਮੋਦੀ ਨੇ ਤਾਂ ਬਣਾਤਾ ਮੰਨ ਲਓ, ਤੇ ਉਹਨੂੰ ਢਾਉਣ ਵਾਸਤੇ ਵੀ ਹੈਗੇ ਨਾ। ਬਿਲਕੁਲ ਹਾਂ, ਜੋ ਤੁਸੀਂ ਪਾਵਰ ਚ ਆਉਨੇ ਹੋ ਤੁਸੀਂ ਕੱਲ ਨੂੰ ਉਹਦਾ ਢਾਉਂਗੇ। ਬਿਲਕੁਲ ਹਾਂ, ਪਾਵਰ ਹੈਗੀ ਤੁਹਾਡੇ ਕੋਲ ਵੀ, ਤੁਸੀਂ ਉਹਦਾ ਇਹ ਵਾਅਦਾ ਅੱਜ ਕਰਦੇ ਹੈ ਲੋਕਾਂ ਦੇ ਖਿਲਾਫ ਜਾ ਰਹੇ ਹੈ ਤਾਂ ਉਹਨੂੰ ਤੁਸੀਂ ਵਾਪਸ ਲੈ ਸਕਦੇ ਹੋ। ਵਾਪਸ ਲੈ ਸਕਦੇ ਹੋ ਜਦੋਂ ਤੁਸੀਂ ਪਾਵਰ ਚ ਆ ਗਏ। ਤੁਸੀਂ ਇਹਦਾ ਅੱਜ ਵਾਅਦਾ ਕਰੋ, ਮੋਦੀ ਵੀ ਉਹਦੇ ਬਾਰੇ ਸੋਚੂਗਾ। ਬਿਲਕੁਲ ਹਾਂ ਵੀ ਜੀ ਅੱਜ ਇਹਨੂੰ ਅਸੀਂ ਪਾਵਰ ਦੇ ਵਿੱਚ ਲੈ ਕੇ ਆਉਨੇ ਆ, ਠੀਕ ਹੈ, ਪਾਸ ਕਰਦੇ ਆ ਤਾਂ ਕੱਲ ਨੂੰ ਇਹ ਵਾਪਸ ਵੀ ਲੈ ਸਕਦੇ ਆ। ਹਾਂ ਇਹ ਰਾਜਨੀਤਿਕ ਮੁੱਦਾ ਵੀ ਬਣ ਸਕਦਾ ਹੈ, ਬਿਲਕੁਲ ਬਣੂਗਾ ਵੀ, ਜਿੱਥੋਂ ਤੱਕ ਇਹ ਹੈ ਵੀ ਬਣੂਗਾ ਵੀ ਮੁੱਦਾ। ਇਹ ਗੱਲ ਕਰ ਇਹ ਚਾਹੁੰਦੇ ਆ ਵੀ ਮੁੱਦਾ ਬਣੇ, ਕਰਨਾ ਨਾ ਕਰਨਾ ਉਹ ਆਪਾਂ ਨੂੰ ਪਤਾ ਹੈ ਵੀ ਰਾਜ ਸਭਾ 'ਚ ਨਾ ਤਾਂ ਮੈਂਬਰ ਇਹਨਾਂ ਤੋਂ 6 ਹੋਣੇ ਆ, ਬਿਲਕੁਲ ਨਾ ਇਹਨਾਂ ਤੋਂ
ਲੋਕ ਸਭਾ 'ਚ ਹੋਣੇ ਆ। ਬਿਲਕੁਲ ਬਿਲਕੁਲ। ਜੇ ਹੋ ਵੀ ਗਏ, ਮੰਨ ਲਓ ਰਾਜ ਸਭਾ ਵਾਲਾ ਬਹੁਤ ਔਖਾ ਹੁੰਦਾ, ਇਹ ਤਾਂ ਔਖਾ ਹੁੰਦਾ। ਮੋਦੀ ਨੇ ਪਤਾ ਨਹੀਂ ਕਿਵੇਂ ਲੈ ਦੇ ਫੈਸਲੇ। ਇਹ ਬਿੱਲ 6 ਢਾਈਦੇ ਨਹੀਂ ਹੁੰਦੇ। ਜਿਵੇਂ ਆਪਣੇ ਇੱਕ ਆਮ ਵੀ ਇਹ ਤੋਂ ਹਟ ਕੇ ਚਾਹੇ ਗੱਲ ਚੱਲਦੀ ਸੀ ਇਹਦੇ ਵਾਲੀ ਰਿਜ਼ਰਵੇਸ਼ਨ ਆਈ ਸੀਗੀ, ਬਿਲਕੁਲ ਜੀ, ਉਹਦਾ ਬਿਲਕੁਲ। ਕਹਿਤਾ ਸੀਗਾ ਉਦੋਂ ਸੰਵਿਧਾਨ 'ਚ ਲਿਖਤਾ ਵੀ 20 ਸਾਲਾਂ ਬਾਅਦ ਇਹਦੇ ਤੇ ਦੁਬਾਰੇ ਉਹ ਹੋਊਗਾ, ਅਮੈਂਡਮੈਂਟ ਹੋ ਸਕਦੀ ਹੈ। ਹਾਂ, ਉਹ ਦੁਬਾਰੇ ਉਹਦੇ ਤੇ ਕੋਈ ਉਹ ਨਹੀਂ ਹੋਇਆ। ਫਿਰ ਮੁੜ ਕੇ ਵੋਟਾਂ ਦਾ ਕੰਮ ਹੋ ਜਾਂਦਾ ਹੈ, ਫਿਰ ਉਹ ਦੇਖ ਕੇ ਲੋਕਾਂ ਹਾਂ, ਨੂੰ ਕਿਉਂਕਿ ਸਾਡੇ ਜਿਹੜਾ ਵੋਟਾਂ ਦਾ ਵੀ ਜ਼ਿਆਦਾ ਚੱਲਦਾ ਹੈ ਨਾ, ਵੋਟਾਂ ਨੂੰ ਦੇਖ ਕੇ ਵੀ ਅਸੀਂ ਰਾਜਨੀਤੀ ਕਰਦੇ ਹਾਂ ਨਾ। ਫੈਸਲੇ ਹੁੰਦੇ ਆ ਇੱਥੇ। ਬਿਲਕੁਲ ਬਿਲਕੁਲ। ਉਹਦੇ 'ਚ ਅੱਜ ਹੀ ਇਹ ਵਾਅਦਾ ਕਰਨ ਲੋਕਾਂ ਨੂੰ। ਬਿਲਕੁਲ ਜੀ ਬਿਲਕੁਲ। ਇੱਕ ਤਾਂ ਇਹ ਸਭ ਤੋਂ ਪਹਿਲੀ ਗੱਲ ਤਾਂ ਅੱਜ ਕਰ ਸਕਦੀ ਹੈ ਕਾਂਗਰਸ ਕੈਪਟਨ ਸਰਕਾਰ ਵੀ ਗ੍ਰਾਮ ਸਭਾਵਾਂ ਤੋਂ ਮਤੇ ਪਵਾ ਕੇ ਤਾਂ ਕੋਰਟ 'ਚ ਵਗ ਜੇ। ਨੰਬਰ 1 ਬਿਲਕੁਲ। ਕਿਸਾਨ ਨਾ ਤਾਂ ਇਹਨਾਂ ਨੂੰ ਰੈਲੀਆਂ ਕਰਨ ਦੀ ਲੋੜ ਹੈ, ਐਵੇਂ ਕੋਈ ਕੁਛ ਕਰੀ ਜਾਣ। ਅੱਜ ਕਾਲੀ ਤੁਰੇ ਫਿਰਦੇ ਆ, ਦੂਜੇ ਭੱਜੇ ਫਿਰਦੇ ਆ। ਕਾਲੀ ਵੀ ਕਹਿੰਦੇ ਨੇ ਭਾਈ ਰਾਜ ਸਭਾ 'ਚ ਆਪਾਂ ਉਹ ਦਿਓ, ਗ੍ਰਾਮ ਸਭਾਵਾਂ ਤੋਂ ਮਤੇ ਪਾ ਕੇ ਦਿਓ, ਜਿੱਥੇ ਇੱਥੇ ਤੁਹਾਡੀਆਂ ਪੰਚਾਇਤਾਂ ਜਿੱਥੇ ਜਿੱਥੇ ਕਾਲੀਆਂ ਦੀਆਂ ਉਹ ਪਾ ਕੇ ਦਿਓ, ਜਿੱਥੇ ਆਪ ਵਾਲਿਆਂ ਦੀਆਂ ਆਪ ਪਾ ਕੇ ਦੇਣ, ਸਰਕਾਰ ਦੇਵੇ। ਸਰਕਾਰ ਕੋਈ ਜਾਣ, ਸਰਕਾਰ ਆਪੇ ਗਾਹਾਂ ਜਾ ਕੇ ਕੋਰਟ 'ਚ ਜਾਵੇ। ਤੇ ਜੇ ਸਰਕਾਰ ਜਾਂਦੀ ਹੈ ਕੋਰਟ 'ਚ, ਫਿਰ ਤੁਸੀਂ ਨਾਲ ਇੱਕ ਤੁਸੀਂ ਵੀ ਜਾ ਸਕਦੇ ਹੋ, ਆਪਦੀ ਧਿਰ ਬਣਾ ਸਕਦੇ ਹੋ, ਪਾਰਟੀ ਬਣ ਸਕਦੇ ਹੋ ਤੁਸੀਂ ਵੀ ਨਾਲ। ਹਾਂ, ਬਰਾਬਰ ਉਹਦੀ ਪਾਵਰ ਵਧੂਗੀ। ਹਾਂ, ਪਾਰਟੀ ਬਣ ਸਕਦਾ ਹੁੰਦਾ ਦੇ ਕੋਰਟ 'ਚ, ਆਪਾਂ ਨੂੰ ਪਤਾ ਹੀ ਹੈ। ਦੂਜਾ ਬੰਦਾ ਵੀ ਨਾਲ ਇੱਕ ਹੋਰ ਬਿਲਕੁਲ ਹੋ ਜਾਂਦਾ ਹੈ। ਤੇ ਇੱਕ ਦੂਜੀ ਗੱਲ ਇਹ ਹੈ ਵੀ ਬਸ ਉਹ ਵਾਅਦਾ ਕਰਨ ਲੋਕਾਂ ਨਾਲ ਵੀ ਅਸੀਂ ਉਹਨੂੰ ਬਿੱਲ ਨੂੰ ਖਾਰਜ ਕਰਵਾਵਾਂਗੇ ਜਦੋਂ ਸਾਡੀ ਕਰਵਾਵਾਂਗੇ, ਬਿਲਕੁਲ। ਜਾਂ ਅਸੀਂ ਇਹ ਬਿੱਲ ਨੂੰ ਜਾਰੀ ਰੱਖਾਂਗੇ। ਨਾਲ ਅਸੀਂ ਜਿਹੜਾ ਨਵਾਂ ਇੱਕ ਹੋਰ ਬਿੱਲ ਜਿਹੜਾ ਹੋਰ ਬਿੱਲ ਆ ਵੀ ਸਰਕਾਰ MSP ਸਰਕਾਰੀ ਖਰੀਦ ਜਾਰੀ ਰਹੂ, ਇਹਦਾ ਕਾਨੂੰਨ ਬਣਾਵਾਂਗੇ। ਇਹ ਪਹਿਲਾਂ ਕਾਨੂੰਨ 'ਚ ਨਹੀਂ, ਬਿਲਕੁਲ ਕਾਨੂੰਨ ਨਹੀਂ ਨਾ ਬਣਿਆ ਵੀ ਸਰਕਾਰ ਨੇ ਖਰੀਦਣੀਆਂ ਫਸਲਾਂ। ਇਹਦੇ ਕਾਨੂੰਨ ਹੈ ਹੀ ਨਹੀਂ, ਤਾਂ ਉਹ ਵੋਟਾਂ ਦਾ ਕਰਕੇ ਖਰੀਦੀ ਜਾਂਦੇ ਆ। ਇੱਕ ਜਿਹੜਾ ਪਿੱਛੇ ਤੋਂ ਚੱਲ ਪਿਆ ਕੰਮ ਸਿਸਟਮ ਉਹ ਚਲਾਈ ਜਾਂਦੇ ਆ। ਕਾਨੂੰਨ 'ਚ ਕਿਤੇ ਨਹੀਂ ਲਿਖਿਆ ਵੀ ਸਰਕਾਰ ਨੇ ਫਸਲ ਖਰੀਦਣੀ ਹੈ ਕਿਸਾਨਾਂ ਦੀ। ਬਿਲਕੁਲ ਬਿਲਕੁਲ। ਉਹਦਾ ਕਾਨੂੰਨ ਬਣਾ ਦੇਣ। ਹਾਂ, ਤੇ ਵੀ ਜੇ ਨਹੀਂ ਵਿਕਦੀ ਤੁਹਾਡੀ ਭਾਈ ਸਰਕਾਰ ਖਰੀਦੂ, ਆ MSP ਤੇ ਇਹ ਤੇ ਖਰੀਦੂਗੀ। ਬਿਲਕੁਲ। ਤੇ ਇਹੋ ਜਿਹੀਆਂ ਗੱਲਾਂ ਬਾਕੀ ਆਪਾਂ ਨੂੰ ਦੇਖੋ ਜਿੰਨੀ ਕੁ ਜਾਣਕਾਰੀ ਹੁੰਦੀ ਹੈ ਜਾਂ ਪਿੰਡਾਂ ਦੀ ਆਪਣੀ ਉਹ ਹੁੰਦੀ ਹੈ। ਤੇ ਮੈਂ ਤੁਹਾਨੂੰ ਤਾਂ ਬਾਰ-ਬਾਰ ਉਸੇ ਗੱਲ ਤੋਂ ਫਿਰ ਵਧਾਈ ਦਿੰਦਾ ਜੀ ਵੀ ਜਿਹੜਾ ਤੁਸੀਂ ਇਹ ਛੱਡ ਕੇ ਕਿਤੇ ਨਾ ਕਿਤੇ ਨਾਲ ਵਿੱਚੋਂ ਉਹ ਮੁੱਦਾ ਕਿਸਾਨੀ ਵਾਲਾ ਨਹੀਂ ਛੱਡਿਆ ਬਿੱਲਾਂ ਦਾ। ਜੀ। ਤੇ ਤੁਸੀਂ ਅੱਜ ਵੀ ਉਸੇ ਤੇ ਡਿਬੇਟ ਜ਼ਿਆਦਾ ਰੱਖੀ ਵੀ ਆਪਾਂ ਬਿੱਲਾਂ ਤੇ ਡਿਬੇਟ ਕਰਨੀ ਹੈ। ਜੀ ਬਿਲਕੁਲ। ਤੇ ਬਹੁਤ ਵਧਾਈ ਦੇ ਪਾਤਰ ਨੂੰ। ਅੱਜ ਕੱਲ੍ਹ ਜ਼ਿਆਦਾ ਮੀਡੀਆ ਚੈਨਲ ਬਸ ਉਹ ਅਕਾਲੀ ਕਾਂਗਰਸੀ ਤੇ ਭਾਜਪਾ ਦਾ ਉਹਦਾ ਦਿਖਾਈ ਜਾਂਦੇ ਆ। ਕਿਉਂਕਿ ਬਿਕਰ ਸਿੰਘ ਜੀ ਇਹ ਵਿਸ਼ਾ ਹੀ ਬਹੁਤ ਜਿਹੜਾ ਗੰਭੀਰ ਵਿਸ਼ਾ ਹੈਗਾ, ਕਿਸਾਨੀ ਵਾਲਾ ਵਿਸ਼ਾ ਹੈਗਾ। ਕਿਉਂਕਿ ਪੂਰੀ ਜੇ ਆਪਾਂ ਦੇਖ ਲਈਏ ਵੀ ਪੂਰੀ ਦੁਨੀਆ ਹੀ ਕਿਸਾਨੀ ਦੇ ਨਾਲ ਜੁੜੀ ਹੋਈ ਹੈ। ਹਾਂ, ਜੇ ਆਪਾਂ ਪੇੜ ਭਰਨ ਤੋਂ ਲੈ ਕੇ ਹਰ ਇੱਕ ਸਹੂਲਤ ਜੇ ਸਾਡੇ ਘਰ ਦੇ ਵਿੱਚ ਆਈ ਹੈ ਤਾਂ ਉਹ ਕਿਸਾਨੀ ਤੋਂ ਸ਼ੁਰੂ ਹੋ ਕੇ ਆਈ ਹੈ। ਜਿਹੜਾ ਇੱਕ ਬਾਕੀ ਦੇਖੋ ਆਪਾਂ ਪਹਿਲਾਂ ਵੀ ਗੱਲ ਮੈਨੂੰ ਸ਼ਾਇਦ ਕਰੀ ਸੀ ਵੀ ਇੱਕ ਤਾਂ ਇਹਨਾਂ ਨੇ ਉਹ ਲਿਮਟ ਤੋਂ ਸਟੋਰ ਵਾਧੂ ਕਰਤਾ, ਸਟਾਕ ਕਿੰਨੇ ਵੀ ਰੱਖ ਸਕਦਾ, ਕਿੰਨਾ ਵੀ ਰੱਖ ਸਕਦਾ ਹੈਗਾ। ਉਹ ਹੋ ਸਕਦਾ ਉਹ ਨਾ ਵੇਚੇ। ਬਿਲਕੁਲ, ਉਹ ਸਾਡੇ ਵਾਸਤੇ ਬਹੁਤ ਘਾਤਕ। ਤੇ ਉਹ ਜਿਹੜਾ ਨੌਕਰੀ ਪੇਸ਼ਾ ਬੰਦਾ ਹੈ, ਹੋਰ ਹੈ, ਦਿਹਾੜੀਦਾਰ ਹੈ, ਜਿਹੜੇ ਬੰਦੇ ਨੇ ਮੁੱਲ ਲੈ ਕੇ ਖਾਣਾ, ਕਿਸਾਨ ਤਾਂ ਮੰਨ ਲਓ ਇੱਕ ਤਾਂ ਚਾਹੇ ਉਹ ਜਮਾ ਮਰ ਜੇ, ਬਿਲਕੁਲ ਉਹ ਰੋਟੀ ਤਾਂ ਖਾ ਲੂ ਨਾ, ਉਹ ਆਪਦੀ ਉੱਥੇ ਕਿਆਰੀ ਬੀਜ ਲੂਗਾ। ਹਾਂ ਚਲੋ, ਜਿਹਦੇ ਕੋਲ ਜ਼ਮੀਨ ਹੈ, ਜ਼ਮੀਨ ਹੈ, ਉਹ ਆਪਣੀ ਓਨੀ ਫਸਲ ਰੱਖ ਸਕਦਾ ਹੈ, ਉਨੀ ਕਰ ਲੂ। ਜਿਹੜੇ ਨੇ ਮੁੱਲ ਲੈ ਕੇ ਖਾਣੀ ਆ ਉਹ ਤਾਂ ਵਪਾਰੀਆਂ ਦੇ ਹੱਥ 'ਚ ਹੀ ਆਜੂ। ਬਿਲਕੁਲ। ਅੱਜ ਸਰਕਾਰ ਆਖੀ ਜਾਂਦੀ ਹੈ 2 ਰੁਪਏ ਕਿਲੋ ਅਨਾਜ ਦਿੰਦੇ ਆ ਗਰੀਬਾਂ ਨੂੰ ਜਾਂ ਫਲਾਣਿਆਂ ਨੂੰ, SCI ਨੂੰ ਦਿੰਦੀ ਹੈ। ਜੋ ਸਰਕਾਰ ਨੇ ਖਰੀਦਿਆ ਨਾ ਦੇਊ ਕਿੱਥੋਂ? ਸਰਕਾਰ ਕੋਲ ਜਦੋਂ ਕੁਝ ਹੋਏ ਹੀ ਨਾ, ਉਹ 2 ਰੁਪਏ। ਅੱਛਾ, ਜੇ ਸਰਕਾਰ ਦੇਊਗੀ ਵੀ ਤਾਂ ਉਹ 2 ਰੁਪਏ ਨਹੀਂ ਦੇਊਗੀ, ਮਹਿੰਗੀ ਕਰਕੇ ਦੇਊਗੀ। ਉਹ ਮਹਿੰਗੀ ਕਰਕੇ ਪਹੁੰਚ ਤੋਂ ਦੂਰ ਹੋਊਗਾ। ਇਹ ਚੀਜ਼ਾਂ ਉਹ ਖਤਮ ਹੋਣਗੀਆਂ। ਹੁਣ ਇਹ ਆਖੀ ਜਾਂਦਾ ਜਿੰਨਾ ਚਿਰ ਕਾਨੂੰਨ 'ਚ ਨਹੀਂ ਬਣਦਾ ਉਹਨਾਂ ਚਿਰ ਕੋਈ ਫਾਇਦਾ ਨਹੀਂ। ਪਹਿਲਾਂ ਆਪਣੇ ਦੇਖੋ ਥਰਮਲ ਖਤਮ ਕਰੇ। ਬਿਲਕੁਲ। ਜਦੋਂ ਬਰਾਬਰ ਅੱਜ ਜ਼ਿਮੀਂਦਾਰ ਕੋਈ ਹੈ, ਚਾਹੇ ਮੈਂ ਆ, ਜਦੋਂ ਮੈਨੂੰ 100-150 ਰੁਪਿਆ ਰੇਟ ਵੱਧ ਮਿਲਿਆ ਪ੍ਰਾਈਵੇਟ ਤੋਂ, ਮੈਂ ਭੱਜ ਕੇ ਉੱਧਰ ਜਾਊਂਗਾ। ਬਿਲਕੁਲ ਵੀ ਯਾਰ ਕੁਛ ਨਹੀਂ ਹੁੰਦਾ, ਦੇਖੀ ਜੋ ਆਪਣੇ ਨਾਲ ਕੀ ਫਰਕ ਪੈਂਦਾ। ਕਹਿੰਦੇ ਹੁੰਦੇ ਆ ਸਰਕਾਰੀ ਮੰਡੀਆਂ ਫੇਰ ਆਖਣਗੇ ਇਹਦਾ ਖਰਚਾ ਪੈਂਦਾ ਹੈ, ਤੇ ਆਪਾਂ ਨੂੰ ਵੀ ਲੱਗਣ ਲੱਗ ਜੂ ਯਾਰ ਇਹ ਤਾਂ ਐਵੇਂ ਵਾਧੂ ਖਰਚਾ ਹੈ। ਹਾਂ, ਆਪਾਂ ਨੂੰ ਵੀ ਲੱਗੂਗਾ ਵੀ ਯਾਰ ਇਹ ਵਾਧੂ ਖਰਚਾ ਹੈ, ਇਹਨਾਂ ਨੂੰ ਬੰਦ ਹੋਣੀਆਂ ਚਾਹੀਦੀਆਂ। ਤੇ ਇਹ ਹੋ ਸਕਦਾ ਫਿਰ ਉਹ ਮੁੱਦਾ ਉਹ ਮੰਡੀਆਂ ਬੰਦ ਕਰਨ ਦਾ ਬਣੂਗਾ। ਬਿਲਕੁਲ ਹੋਊਗਾ ਜੀ। ਇਹ ਤਾਂ ਇਹ ਆਪਾਂ ਨੂੰ ਜੇ ਆਪਾਂ ਦੇਖੀਏ ਤਾਂ ਆਪਾਂ ਨੂੰ ਵੱਧ ਤੋਂ ਵੱਧ 1 ਸਾਲ ਜਾਂ 2 ਸਾਲ ਇਹ ਆਪਾਂ ਨੂੰ ਰਹਿਤ ਦੇ ਸਕਦੇ ਆ। ਉਸ ਤੋਂ ਬਾਅਦ ਇਹ ਆਪਣੀ ਘੰਡੀ ਨੱਪਣਗੇ। ਬਿਲਕੁਲ ਜੀ। ਆਮ ਜਨਤਾ ਦੇ ਗੁਰਜੰਟ ਸਿੰਘ ਜੀ, ਇਸੇ ਕਰਕੇ ਤਾਂ ਤੁਸੀਂ ਦੇਖ ਰਹੇ ਹੋ, ਤੁਸੀਂ ਜਿਹੜੇ ਨੌਜਵਾਨ ਪੀੜ੍ਹੀ ਹੈ ਜਿੰਨੀ, ਹਾਂਜੀ, ਸੜਕਾਂ ਤੇ ਇਸ ਕਰਕੇ ਉਤਰ ਰਹੀ ਹੈ। ਆਪਣੇ ਪਿਓ ਦਾਦੇ ਸਾਰੇ ਸਮਾਂ ਲੰਘਾ ਚੁੱਕੇ ਨੇ, ਉਹਨਾਂ ਨੂੰ ਪਤਾ ਵੀ ਸਾਡੇ ਟਾਈਮ ਹੋਣਾਗਾ। ਬਿਲਕੁਲ ਜੀ। ਪੜ੍ਹ ਲਿਖ ਕੇ ਕੋਈ ਨੌਕਰੀ ਤਾਂ ਮਿਲ ਨਹੀਂ ਰਹੀ, ਕੋਈ ਹੋਰ ਬਿਜ਼ਨਸ ਨਹੀਂ ਮਿਲਦਾ, ਖੇਤੀ ਬਣਾ। ਹੁਣ ਜ਼ਿਮੀਂਦਾਰਾਂ ਦੇ ਮੁੰਡਿਆਂ ਦਾ ਖੇਤੀ ਜਾਣਾ ਪੈਣਾ ਹੈਗਾ। ਬਿਲਕੁਲ ਰੇਸ਼ਮ ਜੀ, ਜਾਂ ਤਾਂ ਜਿਹੜੀ ਨੌਜਵਾਨੀ ਹੈ ਉਹ ਵਿਦੇਸ਼ਾਂ ਵੱਲ ਨੂੰ ਜਾ ਰਹੀ ਹੈ। ਹਾਂਜੀ ਬਿਲਕੁਲ।
ਪਰ ਵਿਦੇਸ਼ਾਂ ਵੱਲ ਨੂੰ ਵੀ ਫਿਰ ਕਿਵੇਂ ਜਾਊਗੀ ਜਦੋਂ ਉਹਨਾਂ ਕੋਲੇ ਕੁਝ ਰਿਹਾ ਹੀ ਨਾ। ਉਹਨਾਂ ਦੀ ਖੇਤੀ ਤੇ ਡਾਕੇ ਵੱਜ ਗਏ, ਜਿੱਥੋਂ ਉਹਨਾਂ ਨੂੰ 4 ਰੁਪਏ ਆਉਂਦੇ ਸੀ ਉਹ ਸਰਕਾਰਾਂ ਨੇ ਜਾਂ ਕਹਿ ਲਓ ਇਹ ਬਿੱਲ ਖਾ ਗਏ, ਤਾਂ ਫਿਰ ਉਹ ਨੌਜਵਾਨੀ ਕਿੱਧਰ ਜਾਊਗੀ। ਇਸੇ ਕਰਕੇ ਨੌਜਵਾਨੀ ਜਿਹੜੀ ਅੱਜ ਸੜਕਾਂ ਤੇ ਆਈ ਹੋਈ ਹੈ, ਇਹ ਤਾਂ ਜੀ ਉਹਨਾਂ ਦੀ ਬਹੁਤ ਵੱਡੀ ਮਜਬੂਰੀ ਵੀ ਬਣੀ ਹੋਈ ਸੀ। ਆਮ ਦੇਖਦੇ ਸੀ ਪਹਿਲਾਂ ਧਰਨੇ ਲੱਗਦੇ ਸੀਗੇ ਤਾਂ ਇਕੱਲੇ ਬਜ਼ੁਰਗ ਹੁੰਦੇ ਸੀ, ਉਹ ਬਜ਼ੁਰਗ ਜਿਹੜਾ ਘਰ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਵੱਡੀ ਉਮਰ ਦਾ ਹੁੰਦਾ ਸੀ ਉਹਨੂੰ ਧਰਨੇ ਤੇ ਭੇਜ ਦਿੱਤਾ ਜਾਂਦਾ ਸੀਗਾ। ਪਰ ਅੱਜ ਦੇਖਿਆ ਜਿਵੇਂ ਕੱਲ੍ਹ ਜਾਂ ਪਰਸੋਂ ਦੇ ਧਰਨਿਆਂ ਦੇ ਵਿੱਚ ਸਭ ਤੋਂ ਵੱਧ ਗਿਣਤੀ ਦੇ ਵਿੱਚ ਨੌਜਵਾਨ ਗਏ ਹੈ। ਬੀਬੀਆਂ ਬਹੁਤ ਗਈਆਂ ਜੀ, ਬੀਬੀਆਂ ਬਹੁਤ ਗਈਆਂ ਨੇ, ਬੱਚੇ ਦੇਖਣ ਨੂੰ ਮਿਲੇ। ਬਿਲਕੁਲ ਬਿਲਕੁਲ। ਦੇਖੋ ਆਪਣਾ ਸਮਾਂ ਸੀਮਤ ਆ, ਤੁਸੀਂ ਕਿਹਾ ਗੱਲ ਜੀ। ਤਾਂ ਫੇਰ ਗੱਲ ਉਹੀ ਕਰਦੇ ਹਾਂ ਬਿਲਕੁਲ ਜੀ, ਵੀ ਜਿਹੜਾ ਨੌਜਵਾਨ ਜੁੜ ਗਿਆ ਇਹ ਚੰਗਾ ਹੈ, ਕਿਸਾਨੀ ਵਾਸਤੇ ਚੰਗਾ ਹੈ ਬਿਲਕੁਲ ਜੀ, ਬਿਲਕੁਲ। ਤੇ ਇਹ ਦੇਸ਼ ਵਾਸਤੇ ਘਾਤਕ ਵੀ ਹੋ ਦੇਸ਼ ਵਾਸਤੇ ਘਾਤਕ ਵੀ ਹੈ। ਜਿਹੜੇ ਬਾਹਰਲੇ ਕੰਟਰੀਆਂ ਹੈ, ਪਾਕਿਸਤਾਨ ਵਗੈਰਾ ਲਾ ਲਓ, ਆਪਣੇ 'ਚ ਪਹਿਲਾਂ ਉਹ ਕਰਦਾ ਹੈ, ਬਿਲਕੁਲ ਬਿਲਕੁਲ। ਉਹ ਹੋ ਸਕਦਾ ਕੱਲ ਨੂੰ ਜੇ ਨਾ ਨੌਜਵਾਨਾਂ ਨੂੰ ਗਰਮ ਖੂਨ ਹੁੰਦਾ ਪੁੱਠੇ ਰਸਤੇ ਇਹ ਤੋਂ ਪੁੱਠੇ ਰਸਤੇ ਦਾ ਲਾਹਾ ਵੀ ਲੈ ਸਕਦੇ ਆ, ਲਾਹਾ ਲੈ ਸਕਦੇ ਆ। ਕੈਪਟਨ ਦਾ ਵੀ ਬਿਆਨ ਆਇਆ ਸੀ ਵੀ ਇਹਦੇ ਤੇ ਇਹਦਾ ਲਾਹਾ ਖੱਟ ਸਕਦੀਆਂ ਵਿਰੋਧੀ ਦੇਸ਼ ਹੈ ਜਿਹੜੇ। ਪਰ ਹੁਣ ਦੇਖਿਆ ਜਾਵੇ ਤੁਹਾਡੀ ਗੱਲ ਮੈਂ ਵਿੱਚੋਂ ਸਾਰੇ ਸਮਝਦਾਰ ਹੈਗੇ, ਸਮਝ ਗਏ ਹੋਣਗੇ ਕਿ ਜੇਕਰ ਕੈਪਟਨ ਸਾਹਿਬ ਨੂੰ ਇਹ ਗੱਲ ਦਾ ਪਤਾ ਲੱਗ ਚੁੱਕਿਆ ਕਿ ਸਾਡੀ ਨੌਜਵਾਨ ਪੀੜ੍ਹੀ ਦਾ ਜਿਹੜਾ ਬਾਕੀ ਦੀਆਂ ਹੋਰ ਧਿਰਾਂ ਬੈਠੀਆਂ ਨੇ, ਜੇ ਆਪਾਂ ਬਾਹਰਲੇ ਅਦਰ ਕੰਟਰੀ ਦੀ ਗੱਲ ਕਰ ਲਈਏ, ਜੀ ਸਭ ਜਾਣਦੇ ਵੀ ਕਿਹਦੀ ਗੱਲ ਮੈਂ ਕਰਨ ਲੱਗਿਆਗਾ। ਜੇਕਰ ਸਭ ਨੂੰ ਪਤਾ ਹੈ ਵੀ ਇਹਨਾਂ ਦਾ ਨੌਜਵਾਨਾਂ ਦਾ ਲਾਹਾ ਗਲਤ ਤਰੀਕੇ ਨਾਲ ਲਿਆ ਜਾ ਸਕਦਾ ਹੈ, ਤਾਂ ਫਿਰ ਕੈਪਟਨ ਸਾਹਿਬ ਨੂੰ ਚਾਹੀਦਾ ਕੋਈ ਫੈਸਲਾ ਵਧੀਆ ਲਵੇ, ਕੋਈ ਲੈ ਲੈਣਾ ਚਾਹੀਦਾ। ਸਾਡੀ ਕਿਸਾਨੀ ਵੀ ਬਚੂਗੀ, ਸਾਡੀ ਨੌਜਵਾਨੀ ਵੀ ਬਚੂਗੀ, ਸਾਡਾ ਪੰਜਾਬ ਵੀ ਬਚ ਰਹੂਗਾ। ਅਸਲ ਤਾਂ ਹਿੰਦੁਸਤਾਨ ਦੀ ਲਾ ਲਓ ਜੀ ਤੇ ਪੰਜਾਬ ਦੀ ਤਾਂ ਖਾਸ ਕਰਕੇ ਤਰਾਸਦੀ ਇਹ ਹੈ ਜੀ। ਬਿਲਕੁਲ ਜੀ। ਇੱਥੇ ਲੋਕਾਂ ਦੇ ਇਹਨੂੰ ਨਾ ਰਾਜਨੀਤੀ ਨੂੰ ਇਹ ਖੇਡ ਸਮਝਦੇ, ਖੇਡ ਸਮਝਿਆ ਹੋਇਆ। ਬਿਲਕੁਲ ਜੀ। ਜਿਆਦਾ ਨਾ ਬਾਦਲ ਸਾਹਿਬ ਹੋਰੀ ਵੀ ਵੱਡੇ ਵੀ ਮੰਨ ਲਓ ਸਿਆਸਤਦਾਨ ਹੈ, ਇਹਨਾਂ ਦਾ ਵੀ ਕਹਿ ਦਿੰਦੇ ਆ ਕਿ ਰਾਜਨੀਤੀ ਇਹ ਤਾਂ ਯਾਰ ਉਹ ਹੈ ਇੱਕ ਤਰ੍ਹਾਂ ਦਾ ਖੇਡ ਆ, ਖੇਡ ਤਮਾਸ਼ਾ। ਬਿਲਕੁਲ ਜੀ, ਬਿਲਕੁਲ। ਇਹ ਚੀਜ਼ ਖੇਡ ਮੱਥਦੇ ਆ। ਬਿਲਕੁਲ ਜੀ, ਇਹ ਗੰਭੀਰਤਾ ਨਾਲ ਤਾਂ ਉਹ ਚੀਜ਼ਾਂ ਨੂੰ ਲੈਂਦੇ ਨਹੀਂ ਵਿਚਾਰਦੇ। ਜੇ ਆਪਾਂ ਕਿਸੇ ਨਾਲ ਵਾਅਦਾ ਕਰ ਲਿਆ ਤਾਂ ਕੋਈ ਨਹੀਂ, ਮੁੜ ਕੇ ਪੂਰਾ ਕਰਾਂਗੇ ਤਾਂ ਕੋਈ ਨਹੀਂ, ਜੇ ਕੋਈ ਮਰ ਗਿਆ 200 ਬੰਦਾ ਤਾਂ ਕੋਈ ਨਹੀਂ, 20-25 ਹਜ਼ਾਰ ਤੱਕ ਮਰ ਗਿਆ ਤਾਂ ਕੋਈ ਨਹੀਂ। ਪਹਿਲਾਂ ਖੜਕੂਵਾਦ ਵੇ ਦੇਖੀ ਹੈ। ਬਿਲਕੁਲ। ਹੁਣ ਕਲੀਅਰ ਸਾਰਾ ਇੱਥੇ ਕਾਨੂੰਨ ਕਾਰਨ ਤਾਂ ਇਹੀ ਹੈ ਨਾ, ਜਿਹੜਾ ਬਾਹਰ ਵਿਦੇਸ਼ਾਂ ਜਾਣ ਦਾ ਕਾਨੂੰਨ ਦਾ ਰਾਜ ਖਤਮ ਹੁੰਦਾ ਜਾ ਰਿਹਾ। ਬਿਲਕੁਲ ਜੀ। ਜਦੋਂ ਹੁਣ ਸਮੇਧ ਸੈਣੀ ਹੋਰਾਂ ਨੇ ਕਲੀਅਰ ਹੋ ਗਿਆ, ਉਹ ਡਾਕਟਰ ਖਾਲੜਾ ਚੱਕ ਕੇ ਮਾਰਤੇ ਜਮਾ ਕਲੀਅਰ, ਉਹਨਾਂ ਦੇ ਨਾਲ ਦੇ ਬੰਦੇ ਬਿਆਨ ਦੇਈ ਜਾਂਦੇ, ਸਾਰੀ ਚੀਜ਼ ਦਾ ਪਤਾ ਲੱਗ ਗਿਆ ਕਿੱਥੇ ਕਾਨੂੰਨ ਇੱਥੇ। ਜੀ ਜੀ ਜੀ। ਸੋ ਇਹ ਚਾਹੁੰਦੇ ਨਹੀਂ ਇਹ ਚੀਜ਼ਾਂ। ਸਮਾਪਤੀ ਆਪਣੀ ਜਿਹੜਾ ਸਮਾਂ ਉਹ ਇਜਾਜ਼ਤ ਨਹੀਂ ਦਿੰਦਾ, ਆਪਣੀਆਂ ਗੱਲਾਂ ਬਾਤਾਂ ਦਾ ਆਪਾਂ ਇੱਥੇ ਹੀ ਵਿਰਾਮ ਦੇਵਾਂਗੇ। ਗੱਲ ਚੱਲ ਰਹੀ ਸੀਗੀ ਕਿਸਾਨਾਂ ਦੇ ਸੰਘਰਸ਼ ਦੀ। 3 ਖੇਤੀਬਾੜੀ ਦੇ ਜਿਹੜੇ ਸੰਬੰਧ ਦੇ ਵਿੱਚ ਕੇਂਦਰ ਸਰਕਾਰ ਨੇ ਆਰਡੀਨੈਂਸ ਜਾਰੀ ਕੀਤੇ ਆ, ਜਿਹੜੇ ਕਿਸਾਨੀ ਦੇ ਬਿਲਕੁਲ ਹੀ ਵਿਰੋਧ ਦੇ ਵਿੱਚ ਜਾ ਰਹੇ ਆ, ਉਸ ਵਿਸ਼ੇ 'ਤੇ ਸਾਡੀ ਗੱਲਬਾਤ ਚੱਲ ਰਹੀ ਸੀ। ਵਿੱਚ ਕਿਤੇ ਗੱਲ ਸਾਡੀ ਚੱਲੀ ਜਿਹੜੀ ਬੀਜੇਪੀ ਦੇ ਨਾਲੋਂ ਅਕਾਲੀ ਦਲ ਨੇ ਨਾਤਾ ਤੋੜ ਲਿਆ, ਉਹ ਵੀ ਵਿੱਚ ਗੱਲ ਚੱਲੀ ਹੈ। 3 ਧਿਰਾਂ ਨੇ, ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਤਿੰਨੇ ਧਿਰਾਂ ਇਕੱਠੀਆਂ ਹੋ ਕੇ ਜੇ ਪੰਜਾਬ ਨੂੰ ਬਚਾਉਣਾ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ, ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਹੈ, ਤਾਂ 2-3 ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਕਿ ਇੱਕ ਤਾਂ ਕੈਪਟਨ ਸਾਹਿਬ ਅਕਾਲੀ ਦਲ ਦੀਆਂ ਜਿਹੜੀਆਂ ਪੰਚਾਇਤਾਂ ਨੇ ਜਾਂ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਨੇ ਸਾਰੀਆਂ ਮਤੇ ਪਾ ਕੇ, ਗ੍ਰਾਮ ਸਭਾਵਾਂ ਦੇ ਮਤੇ, ਪੰਚਾਇਤਾਂ ਦੇ ਮਤੇ ਪਾ ਕੇ ਦੇਣ। ਔਰ ਦੂਸਰਾ ਜਿਹੜਾ ਹੈ, ਪੰਜਾਬ ਨੂੰ ਜੇ ਬਚਾਉਣਾ, ਪੰਜਾਬ ਦੀ ਨੌਜਵਾਨੀ ਨੂੰ ਹੋਰ ਕੋਈ ਵੀ ਨਾ ਕਿਤੇ ਕਿਸੇ ਪਾਸੇ ਨੂੰ ਘੜੀਸ ਕੇ ਲੈ ਜਾਏ, ਉਸ ਨੂੰ ਬਚਾਉਣਾ, ਤਾਂ ਇਹਨਾਂ ਬਿੱਲਾਂ 'ਤੇ ਗੰਭੀਰਤਾ ਦੇ ਨਾਲ, ਸਿਆਸਤ ਨੂੰ ਪਾਸੇ ਰੱਖ ਕੇ ਗੰਭੀਰਤਾ ਦੇ ਨਾਲ ਸਾਡੀ ਸਰਕਾਰ ਨੂੰ, ਸਾਡੇ ਪੰਜਾਬ ਦੇ ਜਿਹੜੇ ਸਿਆਸੀ ਲੋਕ ਹੈ ਉਹਨਾਂ ਨੂੰ ਬਚਾਉਣਾ ਪਊਗਾ। ਔਰ ਕਿਸਾਨਾਂ ਦਾ ਸੰਘਰਸ਼ ਅੱਜ ਵੀ ਕੱਲ੍ਹ ਵੀ ਸੜਕਾਂ ਦੇ ਉੱਪਰ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਪਤਾ ਕਿ ਉਹ ਕਿੱਥੋਂ ਤੱਕ ਸੰਘਰਸ਼ ਜਿਹੜਾ ਆਪਣਾ ਲੈ ਕੇ ਜਾਣਗੇ। ਦਿੱਲੀ ਤੱਕ ਵੀ ਕੂਚ ਕਰਨ ਵਾਸਤੇ ਜਿਹੜੀਆਂ ਤਿਆਰੀਆਂ ਵਿੱਢੀ ਬੈਠੇ ਹੈ। ਸਾਡੇ ਨਾਲ ਇਸ ਵਿਸ਼ੇ ਦੇ ਉੱਪਰ ਜੁੜੇ ਸੀਗੇ ਕਿਸਾਨ ਨੌਜਵਾਨ ਬਿਕਰ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਬਹੁਤ ਹੀ ਗੰਭੀਰਤਾ ਦੇ ਨਾਲ ਇਸ ਵਿਸ਼ੇ ਦੇ ਉੱਪਰ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ। ਸਾਡੇ ਨਾਲ ਰੇਸ਼ਮ ਸਿੰਘ ਜੀ ਦਾਦੂ, ਉਹ ਵੀ ਜੁੜੇ ਸਨ। ਅਤੇ ਲਾਸਟ ਦੇ ਉੱਪਰ ਅਸੀਂ ਇੰਨੀਆਂ ਗੱਲਾਂ ਕਰਨ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ, ਜਿਹੜਾ ਤੁਸੀਂ ਬਹੁਤ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਇਸ ਗੰਭੀਰ ਮਸਲੇ 'ਤੇ ਵਿਚਾਰ ਚਰਚਾ ਕੀਤੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਮੈਂ ਤੁਹਾਨੂੰ ਬਸ ਫਿਰ ਵਧਾਈ ਦਿੰਦਾ ਵੀ ਤੁਸੀਂ ਇਹ ਵਿਸ਼ਾ ਨਹੀਂ ਛੱਡ ਰਹੇ, ਜਿਹੜਾ ਬਹੁਤ ਸੋਹਣੀ ਗੱਲ ਹੈ ਜੀ ਤੁਹਾਡੀ। ਜੀ ਠੀਕ ਹੈ। ਸੋ ਦਰਸ਼ਕ ਵੀਰੋ, ਅਗਲੇ ਲਾਈਵ ਦੇ ਵਿੱਚ ਕਿਸੇ ਹੋਰ ਵਿਸ਼ੇ 'ਤੇ ਤੁਹਾਡੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਂ ਗੁਰਜੰਟ ਸਿੰਘ ਨਥਿਆ, ਤੁਹਾਡਾ ਹੋਸਟ, ਮਾਲਵਾ ਖਬਰਨਾਮਾ ਦੀ ਪੂਰੀ ਟੀਮ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।